PTN 24 हक सच दी आवाज। कल सियासत दी होवे या धर्म दी, मुद्दा राष्ट्रीय होवे या अंतरराष्ट्रीय, कल समाज दी कल आम आदमी दी, समाज ते सियासी बदला, सियासत दे खिडारियां दे दा, हरेक पक्ष नू उजागर करता है PTN 24 हक सच दी आवाज। PTN 24 रेडियो ते टीवी बनो साडे प्रोग्रामां दा हिस्सा, जुड़ो फेसबुक ते YouTube चैनल दे नाल। PTN 24 हक सच दी आवाज। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 416 731 7710 416 731 7710 6 रे एवेन्यू ब्रैम्पटन। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। बस सुपना ए ता सच हो कमलिए। बस सरबलो डिजाइन एंड बिल्ड लिमिटेड वालियां नू फोन कर। जी हाँ, जे तुसी भी लग्जरी कार, छोटा या वड्डा नवा कार लेना चाहते हो या फिर पुराना कार ढा के नवा बनाना चाहते हो, तां अज ही मिलो सरबलो डिजाइन एंड बिल्डिंग वाले कुलविंदर पत्तड़ जी नू। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ओ मैनू रख ले कलीनर यारा ओए लंबिया रूटा ते। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 या फिर 514 887 0025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ। ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। जी हाँ, ज्योतिष गुरु बलदेव सिंह, जो महादशा, अंतरदशा, नजर दोष,
ਵਾਸਤੂ, ਗੰਡਮੂਲ ਦੋਸ਼, ਘਰੇਲੂ ਕਲੇਸ਼, ਜਾਦੂ ਟੋਣਾ, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘੱਟ ਆਉਣਾ, ਲੋਟਰੀ ਨਾ ਲੱਗਣਾ। ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 7427047267 742 704 7267। ਹੋਰ PTN 24 ਔਨ ਕਰ ਚੁੱਕੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 27 ਤਰੀਕ ਆ ਜੀ ਤੇ ਦਿਨ ਮੰਗਲਵਾਰ ਆ ਜੀ। ਟੈਂਪਰੇਚਰ ਬਾਹਰ 8 ਆ ਤੇ ਦੁਪਹਿਰੇ ਡਬਲ ਡਿਜਿਟ ਦੇ ਵਿੱਚ ਜਾਣ ਦੀ ਸੰਭਾਵਨਾ। ਸੂਰਜ 6:14 ਤੇ ਚੜਿਆ ਤੇ 8:16 ਤੇ ਛਿਪੇਗਾ। ਤੁਹਾਡਾ ਸਾਡਾ ਸਾਥ ਜਿਹੜਾ ਜੀ 9 ਤੋਂ 11 ਵਜੇ ਤੱਕ ਰਹਿੰਦਾ ਜੀ। ਤੁਸੀਂ ਇਸ ਨੂੰ PTN 24 ਤੇ ਦੇਖਦੇ ਹੋ, 1690 AM ਤੇ ਵੀ ਸੁਣਦੇ ਹੋ, ਤੇ ਨਾਲ ਹੀ ਸਾਡੇ ਲਿਸਨ ਲਾਈਵ ਨੰਬਰ ਹੈ ਜੀ। ਜੇ ਕੈਨੇਡਾ ਦੇ ਵਿੱਚ ਸੁਣਨਾ ਤੇ 905 670 1129 905 670 1129 ਤੇ ਤੁਸੀਂ ਫੋਨ ਡਾਇਲ ਕਰਕੇ ਸੁਣ ਸਕਦੇ ਹੋ। US ਦੇ ਵਿੱਚ ਆ ਜੀ 641 793 6412 641 793 6412। UK ਦੇ ਵਿੱਚ ਆ ਜੀ 330 606 98 27। ਇੱਥੇ ਤੁਸੀਂ ਸੁਣ ਸਕਦੇ ਹੋ ਤੇ ਨਾਲ ਇਹਨੂੰ PTN 24 ਤੇ Facebook YouTube ਤੇ ਵੀ ਦੇਖਦੇ ਹੋ। ਤੇ ਆਪਣੀ ਲਾਈਨ ਇਸ ਟਾਈਮ ਮੋਹਾਲੀ ਸਟੂਡੀਓ ਜੁੜ ਚੁੱਕੀ ਹੈ ਅਰਸ਼ਦੀਪ ਹੋਣਾ ਨਾਲ। ਉਹਨਾਂ ਦਾ ਕਰਦੇ ਆਪਾਂ ਨਿੱਘਾ ਸਵਾਗਤ ਜੀ। ਅਰਸ਼ਦੀਪ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ, ਸਭ ਤੋਂ ਪਹਿਲਾਂ ਆਪਾਂ ਖਬਰਾਂ ਤੇ ਚੱਲਦੇ ਹਾਂ। ਤੇ ਮੇਨ ਖਬਰ ਜਿਹੜੀ ਹੁੰਦੀ ਹੈ ਜੀ COVID-19 ਨੂੰ ਲੈ ਕੇ, ਜਿਹੜਾ ਕਰੋਨਾ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਇਹਨੇ ਤੜਥੱਲੀ ਮਚਾਈ ਆ, ਪਰ ਭਾਰਤ ਦੇ ਵਿੱਚ ਇਸ ਟਾਈਮ ਪੂਰੀ ਪੀਕ ਦੇ ਉੱਤੇ ਆ। ਜਿਹੜੀਆਂ ਟਿੱਪਣੀਆਂ ਵੀ ਬੜੀਆਂ ਸਖਤ ਆਈਆਂ ਜੀ। ਮਦਰਾਸ ਹਾਈ ਕੋਰਟ ਨੇ ਤੇ ਜਿਹੜਾ ਚੋਣ ਕਮਿਸ਼ਨਰ ਨੂੰ ਵੀ ਕਹਿ ਦਿੱਤਾ, ਜਿਹੜੀ ਚੋਣ ਕਮਿਸ਼ਨਰ ਆ ਜੀ, ਕਹਿੰਦੇ ਉਹਦੇ ਤੇ ਕਤਲ ਦਾ ਕੇਸ ਚੱਲਣਾ ਚਾਹੀਦਾ। ਕਤਲ ਦਾ ਕੇਸ ਤਾਂ ਜਿਹੜਾ ਸਾਡੇ ਲੀਡਰਾਂ 'ਤੇ ਵੀ ਚੱਲਣਾ ਚਾਹੀਦਾ, ਨਰਿੰਦਰ ਮੋਦੀ 'ਤੇ ਵੀ ਤੇ ਅਮਿਤ ਸ਼ਾਹ 'ਤੇ ਵੀ, ਜਿਨ੍ਹਾਂ ਨੇ ਹੁਬ ਕੇ ਏਡੀਆਂ ਵੱਡੀਆਂ ਰੈਲੀਆਂ ਕੀਤੀਆਂ ਆ। ਸਰਕਾਰਾਂ ਦੀਆਂ ਨਾਕਾਮੀਆਂ ਤੇ ਲੋਕ ਮਰ ਰਹੇ ਆ ਲਾਈਨਾਂ ਦੇ ਵਿੱਚ ਲਾ ਕੇ। ਲੋਕ ਸੰਸਕਾਰ ਕਰਨ ਦੀ ਇੰਤਜ਼ਾਰ ਜਿਹੜੀ ਕਰ ਰਹੀ ਹੈ। ਵੈਸੇ ਤਾਂ ਲਾਈਨਾਂ ਲੱਗੀਆਂ ਬੜੀਆਂ ਦੇਖੀਆਂ, ਪਰ ਮੁਰਦੇ ਨੂੰ ਵੀ ਜਾਣੀ ਕਿ ਇੰਤਜ਼ਾਰ ਕਰਨਾ ਪੈ ਰਿਹਾ ਸਾੜਨ ਵਾਸਤੇ। ਵੀ ਇਨਸਾਨ ਵੀ ਸਮਝਦੇ ਹੋਣ ਵੀ ਅਸੀਂ ਸਾਡੇ ਤਾਂ ਮਰਿਆਂ ਨੂੰ ਵੀ ਨਹੀਂ, ਸਾਨੂੰ ਸੰਸਕਾਰ ਕਰਨ ਵਾਸਤੇ ਵੀ ਸਮਾਂ ਨਹੀਂ ਮਿਲ ਰਿਹਾ। ਇਹ ਹਾਲਾਤ ਆ ਭਾਰਤ ਦੇ। ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਹੁਣ ਹੈਲਪ ਦੀਆਂ ਸਹੂਲਤਾਂ ਜਾਣੀ ਕਿ ਹੈਲਪ ਦੇ ਵਾਸਤੇ ਕਿਹਾ ਗਿਆ ਜੀ, ਹਰੇਕ ਕੰਟਰੀ ਕਹਿ ਰਿਹਾ ਵੀ ਕੁਛ ਨਾ ਕੁਛ ਤੁਹਾਡੀ ਹੈਲਪ ਕੀਤੀ ਜਾਊਗੀ। ਕਿੱਦਾਂ ਦਾ ਪ੍ਰਕੋਪ ਆ ਜੀ ਪੂਰੀ ਭਾਰਤ ਦੇ ਵਿੱਚ? ਦੇਖੋ ਜੀ, ਭਾਰਤ ਦੇ ਵਿੱਚ COVID-19 ਦੀ ਆਪਾਂ ਕੇਸਾਂ ਦੀ ਗੱਲ ਕਰੀਏ ਤਾਂ 3.5 ਲੱਖ ਕੇਸ ਜਿਹੜੇ ਨੇ ਉਹ ਰੋਜ਼ਾਨਾ ਸਾਹਮਣੇ ਆ ਰਹੇ ਨੇ ਅੰਕੜਿਆਂ ਦੇ ਵਿੱਚ ਜੀ। ਕੇਸ ਤਾਂ ਇਸ ਤੋਂ ਜਿਹੜੇ ਜ਼ਿਆਦਾ ਵੀ ਹੋਣਗੇ ਤੇ ਮੌਤਾਂ ਵੀ ਜਿਹੜੀਆਂ 3000 ਦੇ ਨੇੜੇ ਜਿਹੜੀਆਂ ਨੇ ਉਹ ਅੰਕੜਿਆਂ 'ਚ ਸਾਹਮਣੇ ਆ ਰਹੀਆਂ ਨੇ। ਪਰ ਜੇ ਧਰਾਤਲ ਤੇ ਦੇਖੀਏ ਤਾਂ ਜਿਹੜੀਆਂ ਮੌਤਾਂ ਨੇ ਉਹ ਵੀ ਜ਼ਿਆਦਾ ਹੋਣਗੀਆਂ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਥਿਤੀ ਜਿਹੜੀ ਹੈ ਬੇਹੱਦ ਨਾਜ਼ੁਕ ਬਣੀ ਹੋਈ ਹੈ। ਐਕਟਿਵ ਕੇਸਾਂ ਦੀ ਗਿਣਤੀ 28 ਲੱਖ ਤੋਂ ਪਾਰ ਆ ਗਈ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਰਕਾਰੀ ਪ੍ਰਬੰਧਾਂ ਦੀਆਂ ਖਾਮੀਆਂ ਤੇ ਸਵਾਲ ਜਿਹੜੇ ਉਹ ਜ਼ਰੂਰ ਉੱਠਦੇ ਨੇ, ਕਿਉਂਕਿ ਸੁਪਰੀਮ ਕੋਰਟ ਵੱਲੋਂ ਵੀ ਅੱਜ ਕਿਹਾ ਗਿਆ ਕਿ ਅਸੀਂ ਹੱਥ ਧਰ ਕੇ ਜਿਹੜਾ ਉਹ ਨਹੀਂ ਬੈਠ ਸਕਦੇ। ਅਸੀਂ ਹਾਈ ਕੋਰਟਾਂ ਨੂੰ ਵੀ ਖੁੱਲ੍ਹ ਦੇਵਾਂਗੇ ਸਾਰੇ ਸੂਬਿਆਂ ਦੀਆਂ ਨੂੰ ਕਿ ਉਹ ਇਸ ਮਾਮਲੇ ਦੇ ਵਿੱਚ ਜੋ ਫੈਸਲੇ ਲੈਣਾ ਚਾਹੁਣ, ਜੋ ਕਦਮ ਚੁੱਕਣਾ ਚਾਹੁਣ, ਚੁੱਕ ਸਕਦੀਆਂ ਨੇ। ਕਿਉਂਕਿ ਜਸਟਿਸ ਬੋਬੜੇ ਜਿਹੜੇ ਨੇ ਉਹ ਰਿਟਾਇਰ ਹੋ ਗਏ ਨੇ। ਜਸਟਿਸ ਬੋਬੜੇ ਦੀ ਕਾਰਗੁਜ਼ਾਰੀ ਦੇ ਉੱਪਰ ਹਮੇਸ਼ਾ ਹੀ ਸਵਾਲਾਂ 'ਚ ਰਹੀ ਹੈ। ਜਦੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀ ਤਾਂ ਉਸ ਸਮੇਂ ਟਿੱਪਣੀਆਂ ਨਹੀਂ ਕੀਤੀਆਂ ਗਈਆਂ, ਪਰ ਹੁਣ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਗੱਲਬਾਤ ਉਹ ਜ਼ਰੂਰ ਚੱਲੀ ਹੈ ਕਿ ਜਸਟਿਸ ਬੋਬੜੇ ਵੱਲੋਂ ਕਿਸ ਤਰ੍ਹਾਂ ਜਿਹੜੇ ਫੈਸਲਿਆਂ ਨੂੰ ਗੰਭੀਰਤਾ ਦੇ ਨਾਲ ਨਹੀਂ ਦੇਖਿਆ ਗਿਆ। ਕਿਉਂਕਿ ਜਦੋਂ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਉਦੋਂ ਆਇਆ ਸੀ ਤਾਂ ਉਸ ਸਮੇਂ ਸਰਕਾਰ ਨੇ ਇਹ ਕਹਿਤਾ ਸੀ ਕਿ ਨਹੀਂ, ਇਹੋ ਜਿਹੀ ਤਾਂ ਕੋਈ ਗੱਲਬਾਤ ਨਹੀਂ, ਸਰਕਾਰ ਨੇ ਪ੍ਰਬੰਧ ਕੀਤੇ। ਤਾਂ ਜਸਟਿਸ ਬੋਬੜੇ ਵੱਲੋਂ ਸੁਣਵਾਈ ਅੱਗੇ ਚਲਾਈ ਨਹੀਂ ਗਈ, ਉਹਨੂੰ ਨੱਪ ਦਿੱਤਾ ਗਿਆ। ਤੇ ਟਾਟਾ ਪਰਿਵਾਰ ਦਾ ਕੇਸ ਜਿਹੜਾ ਉਹ ਸਾਰਾ ਸਾਲ ਉਹ ਲੜਦੇ ਰਹੇ, ਉਸ ਮੁੱਦੇ 'ਤੇ ਇੰਟਰਸਟ ਜਿਹੜੇ ਉਹ ਦਿਖਾਉਂਦੇ ਰਹੇ। ਪਰ ਹੁਣ ਚੀਫ ਜਸਟਿਸ ਬਦਲੇ ਨੇ ਤਾਂ ਇਹਦੇ ਬਾਅਦ ਲਗਾਤਾਰ ਜਿਹੜੀ ਹੈ ਆਵਾਜ਼ ਹੁਣ ਸੁਪਰੀਮ ਕੋਰਟ ਨੇ ਵੀ ਬੁਲੰਦ ਕੀਤੀ ਹੈ। ਤੇ ਨਾਲੋਂ ਨਾਲ ਜਿਹੜੇ ਦ੍ਰਿਸ਼ ਸਾਹਮਣੇ ਆ ਰਹੇ ਨੇ ਉਹ ਸਰਕਾਰੀ ਪ੍ਰਬੰਧਾਂ ਦੀ ਪੋਲ ਜਿਹੜੀ ਉਹ ਜ਼ਰੂਰ ਖੋਲ ਰਹੇ ਹੈ ਕਿ ਇੱਕ ਐਂਬੂਲੈਂਸ ਦੇ ਵਿੱਚ ਹੋਰ ਐਂਬੂਲੈਂਸਾਂ ਨਹੀਂ ਸੀਗੀਆਂ ਤੇ ਇੱਕ ਐਂਬੂਲੈਂਸ ਤੇ ਲਾਸ਼ ਜਿਹੜੀ ਉਹ ਰੱਖੀ ਗਈ। ਤੇ ਨਾਲੋਂ ਨਾਲ ਇੱਕ ਯੂਪੀ ਦੇ ਵਿੱਚੋਂ ਇੱਕ ਪਿਤਾ ਆਪਣੀ ਬੱਚੀ ਦੀ ਲਾਸ਼ ਜਿਹੜੀ ਉਹ ਸਾਈਕਲ ਤੇ ਲਿਜਾ ਰਿਹਾ ਹੈਗਾ, ਕੋਈ ਆਟੋ 'ਚ ਲਿਜਾ ਰਿਹਾ ਹੈਗਾ। ਪੰਜਾਬ 'ਚ ਵੀ ਆਟੋ ਤੇ ਲਿਜਾਣ ਦੇ ਦ੍ਰਿਸ਼ ਜਿਹੜੇ ਉਹ ਸਾਹਮਣੇ ਆਏ ਨੇ। ਤਾਂ ਕਿ ਜ਼ਿੰਦਗੀਆਂ ਦਾ ਖਿਆਲ ਤਾਂ ਨਹੀਂ ਕੀਤਾ ਗਿਆ, ਪਰ ਮ੍ਰਿਤਕ ਦੇਹਾਂ ਦੀ ਵੀ ਜਿਹੜੀ ਹੈ
ਉਹਨਾਂ ਦੀ ਇੱਜ਼ਤ ਵੀ ਜਿਹੜੀ ਉਹ ਨਹੀਂ ਹੋ ਰਹੀ। ਮ੍ਰਿਤਕ ਦੇਹਾਂ ਦੇ ਨਾਲ ਵੀ ਇੰਨਾ ਬੁਰਾ ਵਿਵਹਾਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ, ਲੰਮੀਆਂ ਲਾਈਨਾਂ ਸ਼ਮਸ਼ਾਨ ਘਾਟਾਂ ਦੇ ਬਾਹਰ ਹੈ। ਤਾਂ ਹੁਣ ਜਦੋਂ ਸਰਕਾਰ ਦੀ ਗੱਲ ਆਉਂਦੀ ਹੈ ਕਿ ਸਰਕਾਰ ਪਹਿਲਾਂ ਜਿਹੜੀ ਉਹ ਚੋਣ ਰੈਲੀਆਂ 'ਚ ਬਿਜ਼ੀ ਸੀ, ਚੋਣ ਰੈਲੀਆਂ ਦੇ ਵਿੱਚ ਕਾਫੀ ਜ਼ਿਆਦਾ ਵਿਅਸਤ ਸੀਗੀ, ਤੇ ਹੁਣ ਜਦੋਂ ਕੇਸ ਇਸ ਤੇਜ਼ੀ ਦੇ ਨਾਲ ਵਧੇ ਨੇ ਤਾਂ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਦਿੱਲੀ ਰਹਿਣਾ, ਕੋਵਿਡ ਦੇ ਕੰਮਕਾਰ ਦੇਖਣੇ ਨੇ ਤੇ ਵਰਚੁਅਲ ਰੈਲੀ ਪੱਛਮੀ ਬੰਗਾਲ ਦੇ ਵਿੱਚ ਕਰਾਂਗੇ। ਤਾਂ ਇਹ ਰੈਲੀਆਂ ਜਿਹੜੀਆਂ ਉਹਨਾਂ ਨੂੰ ਪਹਿਲਾਂ ਹੀ ਬੰਦ ਕਰਕੇ ਦਿੱਲੀ ਆ ਜਾਣਾ ਚਾਹੀਦਾ ਸੀਗਾ, ਕਿਉਂਕਿ ਜਿਹੜੇ ਸੂਬਿਆਂ ਦੇ ਵਿੱਚ ਚੋਣਾਂ ਸੀ ਉੱਥੇ ਕੇਸ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧੇ ਨੇ, ਤੇ ਜਿੱਥੇ ਭਾਜਪਾ ਦੇ ਮੁੱਖ ਮੰਤਰੀ ਵੀ ਨੇ ਉੱਥੇ ਵੀ ਹਾਲਤ ਬਹੁਤ ਜ਼ਿਆਦਾ ਪਤਲੀ ਹੈ, ਪਰ ਉਹ ਆਪਣੇ ਪ੍ਰਧਾਨ ਮੰਤਰੀ ਦੇ ਵਿਰੁੱਧ ਬੋਲਣਾ ਨਹੀਂ ਚਾਹੁੰਦੇ। ਆਕਸੀਜਨ ਸਪਲਾਈ ਦੇ ਪ੍ਰਬੰਧ ਹੁਣ ਕੀਤੇ ਜਾ ਰਹੇ ਨੇ, ਸਿੰਗਾਪੁਰ ਵਗੈਰਾ, ਮਲੇਸ਼ੀਆ ਜਾਂ ਬੈਂਕਾਕ, ਇਹਨਾਂ ਮੁਲਕਾਂ ਤੋਂ ਆਕਸੀਜਨ ਜਿਹੜੀ ਉਹ ਲਿਆਂਦੇ ਜਾ ਰਹੇ ਨੇ, ਲਿਕੁਇਡ ਆਕਸੀਜਨ ਦੇ ਕੈਂਟਰ। ਪਰ ਜ਼ਰੂਰਤ ਸੀ ਕਿ ਇਹ ਪ੍ਰਬੰਧ ਪਹਿਲਾਂ ਕੀਤੇ ਜਾਂਦੇ, 에ਅਰਫੋਰਸ ਨੂੰ ਪਹਿਲਾਂ ਵੀ ਇਹ ਸਭ ਕਾਸੇ ਲਈ ਕਿਹਾ ਜਾ ਸਕਦਾ ਸੀਗਾ, ਨਾਲੋਂ ਨਾਲ ਵੈਕਸੀਨ ਦੀ ਪ੍ਰੋਡਕਸ਼ਨ ਦੇ ਲਈ ਵੀ ਪਹਿਲਾਂ ਕਿਹਾ ਜਾ ਸਕਦਾ ਸੀ। ਤੇ ਇਸ ਕਰਕੇ ਜਿਹੜਾ ਇਹ ਵਧਿਆ ਗਿਆ ਫੇਲੀਅਰ ਸਰਕਾਰਾਂ ਦਾ ਹੀ ਫੇਲੀਅਰ ਹੈ, ਨਾਲੋਂ ਨਾਲ ਲੋਕਾਂ ਦੀ ਜ਼ਿੰਮੇਵਾਰੀ ਵੀ ਹੈ ਕਿ ਸਰਕਾਰਾਂ ਨੂੰ ਦੇਖ ਕੇ ਲੋਕ ਜਿਹੜੇ ਉਹ ਚੱਲਦੇ ਨੇ। ਜਦੋਂ ਲੀਡਰਾਂ ਨੇ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਤਾਂ ਲੋਕਾਂ ਨੇ ਵੀ ਕਰੋਨਾ ਨੂੰ ਬਿਲਕੁਲ ਬੇਖੌਫ ਹੋ ਕੇ ਬਿਨਾਂ ਮਾਸਕ ਤੋਂ ਘੁੰਮਣਾ ਸ਼ੁਰੂ ਕਰ ਦਿੱਤਾ, ਵੱਡੇ ਪੱਧਰ ਤੇ ਭੀੜਾਂ ਹੋਣ ਲੱਗੀਆਂ ਤੇ ਉਹਦੇ ਨਾਲ ਵੀ ਕੇਸ ਜਿਹੜੇ ਉਹ ਵਧੇ ਨੇ। ਤਾਂ ਹੁਣ ਦੁਬਾਰਾ ਸਖਤਾਈ ਕੀਤੀ ਗਈ ਹੈ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਲੋਕਡਾਊਨ ਜਿਹੜਾ ਲਗਾਇਆ ਗਿਆ ਹੈਗਾ, ਸੈਟਰਡੇ ਸੰਡੇ ਦਾ ਲੋਕਡਾਊਨ ਜਿਹੜਾ ਲਗਾਇਆ ਗਿਆ ਕਿ ਹਫ਼ਤੇ 'ਚ 2 ਦਿਨ ਲੋਕਡਾਊਨ ਰਹੂਗਾ, ਬਾਕੀ ਦਿਨ ਸ਼ਾਮੀ 6 ਵਜੇ ਤੋਂ ਸਵੇਰ ਤੱਕ ਲੋਕਡਾਊਨ ਰਹੂਗਾ। ਕਿਉਂਕਿ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਵੀ 31 ਮੌਤਾਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਹੋਈਆਂ ਨੇ, ਤੇ ਇਸ ਕਰਕੇ ਖੌਫਨਾਕ ਤਸਵੀਰ ਜਿਹੜੀ ਉਹ ਬਣੀ ਹੋਈ ਹੈ। ਮਦਰਾਸ ਹਾਈ ਕੋਰਟ ਨੇ ਜਦੋਂ ਟਿੱਪਣੀ ਕੀਤੀ ਚੋਣ ਕਮਿਸ਼ਨ ਤੇ ਜਿਹੜੀ ਇੱਕ ਕਤਲ ਦਾ ਕੇਸ ਦਰਜ ਕਰਨ ਦੀ ਗੱਲ ਕੀਤੀ, ਤਾਂ ਉਹਦੇ ਨਾਲ ਚੋਣ ਕਮਿਸ਼ਨ ਵੀ ਥੋੜਾ ਬਹੁਤਾ ਹਰਕਤ ਦੇ ਵਿੱਚ ਆਇਆ ਕਿ ਜਿਹੜੀ ਗਿਣਤੀ ਕੀਤੀ ਜਾਣੀ ਆ 2 ਮਈ ਨੂੰ, ਉਸ ਗਿਣਤੀ ਤੋਂ ਬਾਅਦ ਕੋਈ ਵੀ ਜਿਹੜਾ ਜਿੱਤਿਆ ਹੋਇਆ ਕੈਂਡੀਡੇਟ ਆ ਉਹ ਜੇਤੂ ਜਲੂਸ ਨਹੀਂ ਕੱਢੂਗਾ। ਜੇਤੂ ਜਲੂਸ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ ਕਿ ਜਿਹੜੇ ਵੀ ਕੈਂਡੀਡੇਟ ਨੂੰ ਜੇਤੂ ਐਲਾਨਿਆ ਜਾਊਗਾ ਉਹ ਜੇਤੂ ਜਲੂਸ ਨਹੀਂ ਕੱਢੂਗਾ, ਅਤੇ ਚੋਣਾਂ ਦੀ ਗਿਣਤੀ ਸਮੇਂ ਵੀ 2 ਗਜ਼ ਦੀ ਦੂਰੀ ਵੀ ਤੇ ਪ੍ਰੋਟੋਕੋਲ ਪੂਰੇ ਜਿਹੜੇ ਨੇ ਉਹ ਨਿਰਧਾਰਿਤ ਕੀਤੇ ਜਾਣਗੇ, ਉਹਨਾਂ ਨੂੰ ਲਾਗੂ ਜਿਹੜਾ ਕਰਵਾਇਆ ਜਾਊਗਾ। ਕਿਉਂਕਿ ਜੀ ਪ੍ਰੋਟੋਕੋਲ ਤਾਂ ਪਹਿਲਾਂ ਵੀ ਇਲੈਕਸ਼ਨ ਕਮਿਸ਼ਨ ਨੇ ਬਣਾਏ ਸੀ ਪਰ ਉਹ ਲਾਗੂ ਨਹੀਂ ਹੋਏ। ਤਾਂ ਹੁਣ ਮਦਰਾਸ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਲੱਗਦਾ ਹੈ ਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਅੱਜ ਇੰਟਰਫੇਰੈਂਸ ਕੀਤੀ ਹੈ ਕਿ ਅਸੀਂ ਹੱਥ ਧਰ ਕੇ ਨਹੀਂ ਬੈਠਾਂਗੇ, ਅਸੀਂ ਸਖਤ ਫੈਸਲੇ ਲਵਾਂਗੇ, ਹਾਈ ਕੋਰਟਸ ਨੂੰ ਵੀ ਖੁੱਲ੍ਹ ਦੇਵਾਂਗੇ ਸਖਤ ਫੈਸਲੇ ਲੈਣ ਦੀ, ਤਾਂ ਲੱਗਦਾ ਕਿ ਹੁਣ ਚੋਣ ਕਮਿਸ਼ਨ ਵੀ ਜਿਹੜਾ ਹਰਕਤ ਦੇ ਵਿੱਚ ਆਏਗਾ। ਪਰ ਇਸ ਸਮੇਂ ਜਿਹੜਾ ਭਾਰਤ ਦੇ ਵਿੱਚ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਜਿਹੜੀ ਉਹ ਬਣੀ ਹੋਈ ਹੈ। ਬਿਲਕੁਲ ਜੀ, ਜਿਹੜਾ ਮਦਰਾਸ ਹਾਈ ਕੋਰਟ ਨੇ ਕਈਆਂ ਨੂੰ ਸਦਕੇ ਦੇ ਵਿੱਚ ਲੈ ਆਂਦਾ ਜੀ, ਜਿਹੜਾ ਚੋਣ ਕਮਿਸ਼ਨਰ ਆ ਉਹ ਹਰਕਤ ਦੇ ਵਿੱਚ ਆਇਆ, ਕਰੋਨਾ ਤੇ ਉਹਨੂੰ ਵੀ ਹੋਇਆ, ਸ਼ਾਇਦ ਉਹਨੂੰ ਵੀ ਸਬਜ਼ ਬਾਗ ਦਿਖਾਵੇ ਕਰੋਨਾ ਨੇ, ਪਰ ਜਿਹੜਾ ਜਸਟਿਸ ਬੋਬੜੇ ਆ ਰਿਟਾਇਰ ਹੋ ਗਿਆ ਜੀ। ਇੰਤਜ਼ਾਰ ਕਰੋ, ਜਾਂ ਤਾਂ ਉਹ ਰਾਜ ਸਭਾ ਦਾ ਮੈਂਬਰ ਬਣ ਜੂ ਥੋੜੇ ਦਿਨਾਂ 'ਚ, ਜਾਂ ਕਿਸੇ ਨਾ ਕਿਸੇ ਗਵਰਨਰ ਲਾਇਆ ਜਾਊਗਾ, ਜਾਂ ਉਹਨੂੰ ਕਿਤੇ ਰਾਜਦੂਤ ਬਣਾ ਕੇ ਭੇਜਿਆ ਜਾਊਗਾ ਜੀ, ਕਿਉਂਕਿ ਇਹਨਾਂ ਲੋਕਾਂ ਦੇ ਵਿੱਚ ਰੀੜ੍ਹ ਦੀ ਹੱਡੀ ਹੈ ਨਹੀਂ ਗੀ। ਗਿਰਗਟ ਵਾਂਗੂ ਰੰਗ ਬਦਲਦੇ ਆ ਤੇ ਜਿੱਦਾਂ ਨਾਲੀ ਦੇ ਕੀੜੇ ਆ ਉੱਦਾਂ ਦੀ ਜ਼ਿੰਦਗੀ ਜਿਉਂਦੇ ਆ ਜੀ। ਇਹ ਸੁਪਰੀਮ ਕੋਰਟ ਹੁਣ ਬੋਲੀ ਆ, ਲੋਕਾਂ ਦਾ ਭਰੋਸਾ ਹੀ ਉੱਡ ਗਿਆ ਸੀਗਾ ਭਾਰਤ ਦੀ ਨਿਆਂ ਪ੍ਰਣਾਲੀ ਤੋਂ। ਥੋੜ੍ਹੀਆਂ ਬਹੁਤੀਆਂ ਜਿਹੜੀਆਂ ਹਾਈ ਕੋਰਟਾਂ ਬੋਲਦੀਆਂ ਪਰ ਉਹਨਾਂ ਨੂੰ ਸੁਪਰੀਮ ਕੋਰਟ ਚੁੱਪ ਕਰਾ ਦਿੰਦੀ ਆ। ਮਦਰਾਸ ਕੋਰਟ ਜਿਹੜੇ ਹਾਈ ਕੋਰਟ ਦੇ ਫੈਸਲੇ ਨੇ ਬੜਾ ਕੁਛ ਜਿਹੜਾ ਉਹ ਲੋਕਾਂ ਦੇ ਸਾਹਮਣੇ ਲੈ ਆਂਦਾ ਆ। ਸਰਕਾਰ ਵੀ ਡਰਨ ਲੱਗ ਪਈ ਆ ਤੇ ਜਿਹੜੇ ਸੁਪਰੀਮ ਕੋਰਟ ਨੂੰ ਵੀ ਚਿੰਤਾ ਪੈ ਗਈ ਆ ਵੀ ਜੋ ਫੈਸਲੇ ਸਾਨੂੰ ਲੈਣੇ ਚਾਹੀਦੇ ਆ ਉਹ ਹਾਈ ਕੋਰਟਾਂ ਲੈ ਰਹੀਆਂ। ਸ਼ਾਇਦ ਇਸੇ ਕਰਕੇ ਥੋੜਾ ਜਿਹਾ ਬੋਲੀ ਜੀ ਆਪਣੇ ਨਾਲ ਕਾਲਰ ਜੁੜ ਗਿਆ। ਹਾਂਜੀ 0072 ਸਵਾਗਤ ਹੈ ਵੀਰ। ਚਾਂਦੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੂਜੇ ਬਾਈ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਤਾਂ ਇੱਕ ਤਾਂ ਇਹੀ ਹੈ ਜੀ, ਹਾਂਜੀ ਇਹ ਸਭ ਇੱਕ ਤਾਂ ਮਦਰਾਸ ਹਾਈ ਕੋਰਟ ਵਾਲੀ, ਇਹ ਤਾਂ ਆਪਾਂ ਨੂੰ ਪਤਾ, ਜਿੱਦਾਂ ਹੁਣ ਕਈ ਭਗਤ ਕਹਿੰਦੇ ਅਮਰੀਕਾ 'ਚ ਵੀ ਏਦਾਂ ਹੋ ਗਿਆ ਸੀ, ਪਿਛਲੇ ਸਾਲ ਇਟਲੀ 'ਚ ਹੋ ਗਿਆ ਸੀ ਹਨਾ, ਮਤਲਬ ਇਹ ਤਾਂ ਭਗਤਗਿਰੀ ਹੈ ਜੀ। ਇਹਨਾਂ ਨੇ ਮੈਨੂੰ ਲੱਗਦਾ ਆਕਸੀਜਨ ਪਹਿਲਾਂ ਵੇਚ-ਵੂਚ ਦਿੱਤੀ ਜਿਹੜੀ ਮਾੜੀ ਮੋਟੀ ਸੀਗੀ, ਇੱਕ ਥੋੜਾ ਜਿਹਾ ਨਾ ਉੱਥੇ ਸਿਸਟਮ ਵੀ ਹੋਰ ਆ ਵੀ ਮਤਲਬ ਜਦੋਂ ਭਗਤਗਿਰੀ 'ਚ ਆਪਾਂ ਪੈ ਜਾਂਦੇ ਆ ਵੀ ਮੇਰੀ ਸਟੇਟ ਲਈ ਆਕਸੀਜਨ ਮੈਨੂੰ ਚਾਹੀਦੀ, ਦੂਜਾ ਮਰਦਾ ਮਰੇ। ਇਹਨਾਂ ਨੇ ਏਦਾਂ ਦੇ ਕੰਮ ਵੀ ਕੀਤੇ ਆ ਹਨਾ, ਤੇ ਗਰੀਬ ਬੰਦੇ ਦਾ ਬਹੁਤ ਔਖਾ ਜੀ। ਜਿਹੜੀ ਸਿੱਧੀ ਗੱਲ ਆ, ਆਮ ਮਰਦਾ ਆਮ ਬੰਦਾ ਹੀ ਆ, ਕੋਈ ਲੀਡਰ ਰੂਟਰ ਨਹੀਂ ਮਰਦਾ, ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ। ਇਹ 10,000 ਦਾ 20,000 ਦਾ ਵੀ ਲੈ ਲੈਣਗੇ ਸਿਲੰਡਰ, ਤੇ ਮਰਨਾ ਤਾਂ ਸਾਡੇ ਵਰਗੇ ਮਾਤੜਾ ਨੇ। ਤੇ ਇੱਕ ਹੋਰ ਆ ਜੀ, ਜਿਹੜੇ ਹੁਣ ਦੀਪ ਸਿੱਧੂ ਬਾਈ ਵਾਲੀ ਗੱਲ ਆ ਵੀ ਚਲੋ ਬਹੁਤ ਵਧੀਆ ਹੋਇਆ ਉਹ ਮੁੰਡਾ ਬਾਹਰ ਆਇਆ ਹਨਾ, ਪਰ 2 ਗੱਲਾਂ ਸ਼ੱਕ ਦੇ ਘੇਰੇ 'ਚ ਆ ਜਿਹੜੀਆਂ ਮੈਂ ਤਾਂ ਕਰਨੀਆਂ ਚਾਹੂੰਗਾ ਹਨਾ। ਉਹ ਇਹ ਹੈ ਜੀ ਵੀ ਇੱਕ ਤਾਂ ਜਿੱਦਾਂ ਨੌਦੀਪ ਨੂੰ ਕੁੱਟਿਆ ਜਾਂ ਆਪਣੇ ਜੱਗੀ ਬਾਬੇ ਨੂੰ ਕਿੰਨੀ ਬੁਰੀ ਹਾਲਤ, ਮਤਲਬ ਜਿੰਨੇ ਵੀ ਸਾਡੇ ਬੰਦੇ ਫੜੇ ਸੀ ਇੱਕ ਵੀ ਬੰਦਾ ਸਿੱਧਾ ਨਹੀਂ ਤੁਰਿਆ ਉਹਨਾਂ 'ਚ, ਹਾਲਾਂਕਿ ਉਹ ਕੁੜੀ ਸੀ ਨੌਦੀਪ ਹਨਾ ਜੀ, ਵੀ ਸਾਰੇ ਬੰਦਿਆਂ ਦਾ ਪੁਲਿਸ ਨੇ ਬਹੁਤ ਬੁਰਾ ਹਾਲ ਕੀਤਾ। ਤੇ ਉਹ ਬੰਦਾ ਇਹਨੇ ਬਾਹਰ ਆ ਕੇ ਕਿਹਾ ਕਿ ਮੈਨੂੰ ਤਾਂ ਜੀ ਕਿਸੇ ਨੇ ਓਏ ਤੱਕ ਨਹੀਂ ਕਿਹਾ। ਬਿਲਕੁਲ ਜੀ ਹਨਾ, ਇਹ ਵੀ ਇੱਕ ਸਵਾਲ ਆ।
ਤੇ ਦੂਜਾ ਉਹਨਾਂ ਨੇ ਇਹ ਕਿਹਾ ਜੀ ਵੀ ਜਿਹੜੇ ਕੋਰਟ ਆ ਉਹਨੇ ਮੈਨੂੰ ਮਤਲਬ ਕੋਰਟ ਤੇ ਭਰੋਸਾ, ਤੇ ਕੋਰਟ ਨੇ ਮੈਨੂੰ ਬਹੁਤ ਮਤਲਬ ਰਾਹਤ ਦਿੱਤੀ, ਤੇ ਕੋਰਟ ਭਾਰਤ ਦੀ ਕੋਰਟ ਵਿੱਚ ਸੁਣਵਾਈ ਮਤਲਬ ਹੁੰਦੀ ਆ ਹਰ ਇੱਕ ਦੀ। ਤੇ ਫਿਰ ਮੇਰੇ ਹਿਸਾਬ ਨਾਲ ਜਿਹੜੇ ਦੀਪ ਸਿੱਧੂ ਦੇ ਭਗਤ ਆ ਮਤਲਬ ਉਹ ਤਾਂ ਉਹਨਾਂ ਨੂੰ ਤਾਂ ਛੱਡ ਦੇਣਾ ਚਾਹੀਦਾ, ਮਤਲਬ ਕਿਉਂਕਿ ਕੋਰਟ ਨੇ ਤਾਂ ਪਹਿਲਾਂ ਹੀ ਕਿਹਾ ਵੀ ਭਾਈ ਤੁਸੀਂ ਘਰ ਨੂੰ ਚੱਲ ਜਾਓ, ਵੀ ਤੁਸੀਂ ਇਹਦੇ ਚ ਮਤਲਬ ਕਰਾ ਕੇ ਇੰਜੰਪਸ਼ਨਸ ਜਿਹੜੀਆਂ ਸੋਧਾਂ ਕਰਾ ਕੇ ਤੇ ਸੋਧਾਂ ਤੇ ਮੰਨ ਜਾਣਾ ਚਾਹੀਦਾ ਜੇ ਆਪਾਂ ਨੂੰ ਕੋਰਟ ਤੇ ਭਰੋਸਾ, ਕਿਉਂਕਿ ਪਹਿਲਾਂ ਤਾਂ ਆਪਾਂ ਕਹਿੰਦੇ ਸੀ ਕੋਰਟ ਮੋਦੀ ਦੀ ਆ ਹਨਾ, ਤੇ ਅੱਜ ਆਪਾਂ ਕਹਿੰਦੇ ਨਹੀਂ। ਪਤਾ ਕੀ ਹੈ ਜੀ, ਇਹ ਸਿਆਸਤ ਹੋ ਰਹੀ ਆ। ਜੇ ਦੀਪ ਸਿੱਧੂ ਅਸੀਂ ਵੀ ਮਤਲਬ ਉਹਦੇ ਮਤਲਬ ਮਿੱਤਰਦਾਰਾਂ ਚੋਂ ਹੀ ਆ, ਪਰ ਇੱਕ ਗੱਲ ਇਹ ਹੈ ਕਿ ਉਸ ਬੰਦੇ ਨੂੰ ਤੁਸੀਂ ਪਰਖੋ, ਉਹਦੇ ਨਾਲ ਰਹੋ, ਕੀ ਉਹ ਕਰਨਾ ਚਾਹੁੰਦਾ ਉਹਦੇ ਫਿਊਚਰ ਬਾਰੇ ਦੇਖੋ ਤੇ ਫੇਰ ਗੱਲ ਕਰੋ। ਐਵੇਂ ਗੋਲ ਪਰਨਾ ਬਣਾ ਕੇ ਆਪਾਂ ਸਿੱਖਾਂ ਦਾ ਉਹਨੂੰ ਆਗੂ ਮੰਨ ਲਿਆ, ਕੱਲ ਲੋਕਾਂ ਨੇ ਫੇਸਬੁੱਕ ਤੇ ਵੇਖਿਆ ਜੀ ਉਹਨੂੰ ਆਗੂ ਬਣਾ ਲਿਆ। ਆਗੂ ਨਹੀਂ ਬਣਾਉਣਾ ਚਾਹੀਦਾ, ਹੋ ਸਕਦਾ ਉਹ ਫਿਊਚਰ 'ਚ ਗੁੱਡ ਬੰਦਾ ਹੋਵੇ ਤੇ ਉਹਨੂੰ ਮਤਲਬ ਅੱਗੇ ਲਾਓ, ਪਰ ਉਹਨੂੰ ਪਰਖੋ ਤਾਂ ਸਹੀ ਨਾ। ਕਮ ਸੇ ਕਮ ਕਈ ਬੰਦੇ ਤਾਂ ਉਹਨੂੰ ਜਾਣਦੇ ਵੀ ਨਹੀਂ, ਮਤਲਬ ਅਸੀਂ ਰੇਡੀਓ ਤੇ ਵੀ ਚੰਦੀ ਸਾਹਿਬ ਬੈਠੇ, ਰੇਡੀਓ ਹੋਸਟ ਦਾ ਕੰਮ ਆ ਫੇਰ ਗੱਲ ਕਰਨੀ। ਕਈ ਸਾਡੇ ਰੇਡੀਓ ਵਾਲੇ ਵੀ ਮੰਨ ਲਓ ਭਗਤਗਿਰੀਆਂ ਕਰੀ ਜਾਂਦੇ ਆ ਹਨਾ, ਏਦਾਂ ਚਾਹੀਦਾ ਨਹੀਂ। ਮੈਂ ਤਾਂ ਪੱਤਰਕਾਰ ਜਿਹੜਾ ਨਾ ਜਾਂ ਜਿਹੜਾ ਰੇਡੀਓ ਹੋਸਟ ਆ ਇਹ ਇੱਕ ਸਾਂਝਾ ਜਿਹਾ ਮਤਲਬ ਹੈਗਾ ਹਨਾ, ਤੇ ਸਾਂਝੀ ਜੀ ਗੱਲ ਕਰਨੀ ਚਾਹੀਦੀ ਹੈ। ਬਾਕੀ ਕੱਲ ਕਹਿੰਦੇ ਜੋਗਿੰਦਰ ਸਿੰਘ ਅਗਰਾਹਾਂ ਨੇ ਕੁਝ ਬੋਲਿਆ, ਉਹ ਵੀ ਮੈਨੂੰ ਲੱਗਦਾ ਉਹਦੀ ਕਹਿੰਦੇ ਗੱਡੀ ਗੁੱਡੀ ਘੇਰੀ ਹੈ ਤੇ ਉਹਨੇ ਅੱਕ ਕੇ ਹੀ ਬੋਲਿਆ। ਮੇਰੇ ਹਿਸਾਬ ਨਾਲ ਇਹ ਕੰਮ ਮਤਲਬ ਕੀ ਹੈ ਕਿ ਸਿੱਖ ਕਾਮਰੇਡ ਬਣਾਈ ਬੈਠੇ ਆ ਬੰਦੇ ਕੁਛ, ਇਹ ਚਾਹੀਦਾ ਨਹੀਂ ਮਤਲਬ ਬਣਨਾ। ਇਹ ਸੰਘਰਸ਼ ਜਿਹੜਾ ਇਹ ਸਾਨੂੰ ਜਿੱਤਣਾ ਬਹੁਤ ਜ਼ਰੂਰੀ ਹੈ, ਤੇ ਜੇ ਰਲ ਕੇ ਜਿੱਤ ਲੈਣਗੇ ਤਾਂ ਸਾਡੀ ਇੱਜ਼ਤ ਵੱਧ ਜੂਗੀ ਹਨਾ। ਧੰਨਵਾਦ ਬਾਈ ਜੀ। ਮੈਂ ਵੀਰੇ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਜੀ, ਤੁਸੀਂ ਇੰਗਲੈਂਡ ਦੇ ਵਿੱਚ ਬੈਠੇ ਵੀ ਰੇਡੀਓ ਸੁਣ ਸਕਦੇ ਫੋਨ ਦੇ ਉੱਤੇ ਡਾਇਲ ਕਰਕੇ। ਓਕੇ ਜੀ। 330 ਨੰਬਰ ਨੋਟ ਕਰ ਲਓ, 330 ਹਾਂਜੀ 606 9827। ਥੈਂਕ ਯੂ ਚੰਦੀ ਸਾਹਿਬ। ਤੁਸੀਂ ਇਹ ਨੰਬਰ ਡਾਇਲ ਕਰ 606 ਹਾਂਜੀ 330 606 9827। ਹਾਂਜੀ 9827 ਤੇ ਤੁਸੀਂ ਡਾਇਲ ਕਰਕੇ ਫੋਨ ਸੁਣ ਸਕਦੇ। ਥੈਂਕ ਯੂ। ਵੈਸੇ ਤਾਂ ਮੈਂ ਐਪ ਦੇ ਥਰੂ ਸੁਣਦਾ, ਕਦੇ ਕਦੇ ਤੁਹਾਡਾ ਫੇਸਬੁੱਕ ਚੱਲਦੀ PTN 24 ਤੇ ਤੁਹਾਡੇ ਲਾਈਵ ਚੱਲਦਾ ਹੁੰਦਾ ਤੇ, ਪਰ ਫਿਰ ਵੀ ਮੈਂ ਜ਼ਰੂਰ ਕਿਤੇ ਲੋੜ ਪੈਂਦੀ ਤੁਹਾਡਾ ਬਹੁਤ ਹਾਂਜੀ ਕਿਸੇ ਦੋਸਤ ਮਿੱਤਰ ਨੂੰ ਵੀ ਦੇ ਸਕਦੇ ਜੀ। ਧੰਨਵਾਦ ਜੀ। ਹਾਂਜੀ ਅਰਸ਼ਦੀਪ ਕੀ ਕਹਿਣਾ ਚਾਹੂੰਗਾ? ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਰਸ਼ਦੀਪ। ਦੇਖੋ ਜੀ, ਦੀਪ ਸਿੱਧੂ ਵੱਲੋਂ ਭਲਕੇ ਜਦੋਂ ਜੇਲ੍ਹ ਚੋਂ ਬਾਹਰ ਆਇਆ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਦੀਪ ਸਿੱਧੂ ਵੱਲੋਂ ਜੀ, ਤੇ ਬਹੁਤ ਥੋੜੀ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਬਕਾਇਦਾ ਪ੍ਰੈਸ ਕਾਨਫਰੰਸ ਜਿਹੜੀ ਇਸ ਮਸਲੇ ਤੇ ਕਰਾਂਗੇ। ਤੇ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਵੀ ਧੰਨਵਾਦ ਕੀਤਾ ਤੇ ਨਾਲ ਨਾਲ ਇਹੀ ਕਿਹਾ ਕਿ ਕੋਰਟ ਵੱਲੋਂ ਜਿਹੜਾ ਫ੍ਰੀ ਟ੍ਰਾਇਲ ਚਲਾਇਆ ਗਿਆ ਹੈਗਾ, ਫੇਅਰ ਟ੍ਰਾਇਲ ਚਲਾਇਆ ਗਿਆ ਹੈ, ਕੋਈ ਦਬਾਅ 'ਚ ਨਹੀਂ ਸੀ ਟ੍ਰਾਇਲ, ਪੂਰੀ ਤਰ੍ਹਾਂ ਸਹੀ ਟ੍ਰਾਇਲ ਜਿਹੜਾ ਚਲਾਇਆ ਗਿਆ ਹੈਗਾ। ਤੇ ਕੋਰਟ ਨੇ ਟਿੱਪਣੀਆਂ ਵੀ ਉਸ ਹਿਸਾਬ ਦੇ ਨਾਲ ਕੀਤੀਆਂ ਨੇ ਤੇ ਭਾਰਤੀ ਕਾਨੂੰਨ ਵਿਵਸਥਾ ਦੇ ਵਿੱਚ ਮੇਰਾ ਵਿਸ਼ਵਾਸ ਹੈ ਕਿ ਇਨਸਾਫ ਜਿਹੜਾ ਮਿਲਦਾ ਹੈਗਾ ਅਦਾਲਤਾਂ ਦੇ ਵਿੱਚੋਂ, ਕਿਉਂਕਿ ਉਹਨਾਂ ਨੇ ਫੇਅਰ ਟ੍ਰਾਇਲ ਦੀ ਗੱਲ ਕੀਤੀ ਹੈ ਕਿ ਮੇਰਾ ਟ੍ਰਾਇਲ ਜਿਹੜਾ ਫੇਅਰ ਚਲਾਇਆ ਗਿਆ। ਦਿੱਲੀ ਪੁਲਿਸ ਨੇ ਜੋ ਕੁਝ ਕੀਤਾ, FIR ਦਰਜ ਕੀਤੀਆਂ, ਜੋ ਕੁਝ ਉੱਥੇ ਆਰਗੂ ਕੀਤੀ ਅਦਾਲਤ ਦੇ ਵਿੱਚ, ਅਦਾਲਤ ਨੇ ਉਹਨਾਂ ਸਭ ਨੂੰ ਜਿਹੜਾ ਸਾਈਡ ਤੇ ਕੀਤਾ ਤੇ ਸਾਫ਼ ਤੌਰ ਤੇ ਕਿਹਾ ਕਿ ਦੀਪ ਸਿੱਧੂ ਨਾ ਹਿੰਸਾ 'ਚ ਸ਼ਾਮਲ ਸੀ ਨਾ ਸਾਜ਼ਿਸ਼ ਕਰਤਾ ਸੀ, ਯਾਨੀ ਕਿ ਜਿਹੜੇ ਦੀਪ ਸਿੱਧੂ ਦੇ ਸ਼ਬਦ ਨੇ। ਤਾਂ ਕੁੱਲ ਮਿਲਾ ਕੇ ਉਹਨੇ ਵਿਸ਼ਵਾਸ ਜਿਹੜਾ ਪ੍ਰਗਟਾਇਆ ਗਾ ਤੇ ਨਾਲੋਂ ਨਾਲ ਇਹ ਵੀ ਕਿਹਾ ਕਿ ਜਿਹੜਾ ਅਦਾਲਤੀ ਪ੍ਰਕਿਰਿਆ ਹੈਗੀ ਉਹਦੇ 'ਚੋਂ ਅਸੀਂ ਨਿਕਲ ਕੇ ਆਏ ਹਾਂ, ਜ਼ਮਾਨਤ ਮਿਲ ਗਈ ਹੈ, ਕਿਸਾਨੀ ਅੰਦੋਲਨ 'ਚ ਵੀ ਜਾਵਾਂਗੇ, ਕਿਸਾਨਾਂ ਲਈ ਜਿਹੜਾ ਅਸੀਂ ਜੇਲ੍ਹ 'ਚ ਗਏ ਸੀਗੇ ਇਸ ਕਰਕੇ ਕਿਸਾਨੀ ਅੰਦੋਲਨ 'ਚ ਵੀ ਜਾਵਾਂਗੇ ਤੇ ਨਾਲ ਆ ਕਿਸਾਨਾਂ ਦੇ। ਤੇ ਇਸ ਕਰਕੇ ਜਿਹੜਾ ਦੀਪ ਸਿੱਧੂ ਦਾ ਮਸਲਾ ਗਾ ਕਿ ਉਹਦੀ ਕੁੱਟਮਾਰ ਨਹੀਂ ਹੋਈ, ਦੇਖੋ ਕੋਈ ਵਿਅਕਤੀ ਕੀ ਹੈ ਇਹ ਤਾਂ ਭਵਿੱਖ 'ਚ ਪਤਾ ਲੱਗੂਗਾ, ਪਰ ਦੀਪ ਸਿੱਧੂ ਦਾ ਕੇਸ ਜਿਹੜਾ ਸੀ ਉਹ ਬਹੁਤ ਹਾਈ ਪ੍ਰੋਫਾਈਲ ਕੇਸ ਸੀਗਾ। ਬਿਲਕੁਲ ਜੀ। ਤੇ ਜਦੋਂ ਹਾਈ ਪ੍ਰੋਫਾਈਲ ਕੇਸ ਹੋਵੇ, ਜਿਹੜਾ ਮੀਡੀਆ ਲਾਮ ਲਸ਼ਕਰ ਦੇ ਵਿੱਚ ਹੋਵੇ ਤੇ ਸੋਸ਼ਲ ਮੀਡੀਆ ਤੇ ਜਿਹੜੇ ਕੇਸ ਦੀ ਚਰਚਾ ਹੋਵੇ, ਉਹਦੇ 'ਚ ਕੁੱਟਮਾਰ ਜਿਹੜੀ ਉਹ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਵਿਅਕਤੀ ਪਹਿਲਾਂ ਵੀ ਬੋਲਦਾ ਰਿਹਾ ਤੇ ਬਾਹਰ ਆ ਕੇ ਵੀ ਜਿਹੜਾ ਬੋਲੂਗਾ ਇਸ ਮਸਲੇ ਤੇ। ਨੰਬਰ 2 ਤੇ ਹਾਈ ਪ੍ਰੋਫਾਈਲ ਕੇਸ ਹੈਗਾ, ਬਹੁਤ ਜ਼ਿਆਦਾ ਚਰਚਾ 'ਚ ਬਣਿਆ ਹੋਇਆ ਹੈਗਾ। ਤਾਂ ਇਸ ਕਰਕੇ ਨੌਦੀਪ ਕੌਰ ਦਾ ਜਿਹੜਾ ਮਸਲਾ ਸੀਗਾ ਉਹ ਉਹਦੇ ਤੇ ਤਸ਼ੱਦਦ ਹੋਣ ਤੋਂ ਬਾਅਦ ਮੀਡੀਆ 'ਚ ਆਇਆ, ਉਹਦੇ ਬਾਅਦ ਉਹ ਹਾਈ ਪ੍ਰੋਫਾਈਲ ਕੇਸ ਬਣਿਆ ਤਾਂ ਫਿਰ ਉਹਦੇ ਬਾਅਦ ਨੌਦੀਪ ਕੌਰ ਦੀ ਜ਼ਮਾਨਤ ਵੀ ਹੋਈ। ਤੇ ਮਸਲੇ 'ਚ ਇਹ ਕਿ ਕੇਸ ਪਹਿਲਾਂ ਹੀ ਹਾਈ ਪ੍ਰੋਫਾਈਲ ਸੀਗਾ ਤੇ ਇਸ ਕਰਕੇ ਦੀਪ ਸਿੱਧੂ ਦਾ ਭਵਿੱਖ ਕੀ ਹੈ ਜਾਂ ਭਵਿੱਖ 'ਚ ਕੀ ਸਟੈਪ ਚੁੱਕਦਾ ਇਹ ਦੇਖਣਾ ਹੋਊਗਾ, ਜਾਂ ਉਹ ਕਿਹੜੇ ਪਾਸੇ ਖੜਦਾ ਗਿਆ ਇਹ ਵੀ ਦੇਖਣਾ ਹੋਊਗਾ। ਪਰ ਜਿਹੜੀ ਕੁੱਟਮਾਰ ਦਾ ਮਸਲਾ ਗਾ ਉਹ ਕੇਸ ਹਾਈ ਪ੍ਰੋਫਾਈਲ ਸੀਗਾ, ਮੀਡੀਆ ਸੀਗਾ, ਇਸ ਕਰਕੇ ਉੱਥੇ ਜਿਹੜਾ ਸੀ ਕੁੱਟਮਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਬਿਲਕੁਲ ਜੀ। ਦੂਸਰੇ ਬੰਨੇ ਜੀ ਕੁੰਡੀਆਂ ਦੇ ਸਿੰਘ ਫਸ ਗਏ ਤਾਂ ਨਿਤਰੂ ਵੜੇਵੇਂ ਖਾਣੀ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਲਲਕਾਰਤਾ ਜੀ, ਕਹਿੰਦਾ ਜੇ ਮੇਰੇ ਖਿਲਾਫ ਚੋਣ ਲੜਨੀ ਹੈ ਤਾਂ ਲੜ ਲਵੇ ਪਟਿਆਲੇ ਤੋਂ। ਦੇਖੋ ਜੀ, ਨਵਜੋਤ ਸਿੰਘ ਸਿੱਧੂ ਵੱਲੋਂ ਵੱਡੇ ਸਿਆਸੀ ਹਮਲੇ ਜਿਹੜੇ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬੋਲੇ ਜਾ ਰਹੇ ਨੇ, ਖਾਸ ਕਰ ਜਦੋਂ ਦੀ ਕੋਟਕਪੂਰਾ ਗੋਲੀकांड ਦੀ ਜਾਂਚ ਰਿਪੋਰਟ ਰੱਦ ਹੋਈ ਹੈ ਹਾਈ ਕੋਰਟ ਦੇ ਵਿੱਚੋਂ,
ਤਾਂ ਉਹਦੇ ਬਾਅਦ ਨਵਜੋਤ ਸਿੰਘ ਸਿੱਧੂ ਵੱਡੇ ਪੱਧਰ ਤੇ ਸਰਗਰਮ ਹੋਏ ਨੇ। ਉਹਨਾਂ ਨੇ 1-2 ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਲਗਾਤਾਰ ਮੁੱਖ ਮੰਤਰੀ ਨੇ ਉਹ ਨਿਸ਼ਾਨਾ ਬਣਾ ਰਹੇ ਨੇ। ਤੇ ਉਹਨਾਂ ਨੇ ਪਟਿਆਲੇ ਜਾ ਕੇ ਵੀ ਕਿਹਾ ਸੀ ਕਿ ਡੂਬेंगे सनम पर तुझे साथ लेके, ਯਾਨੀ ਕਿ ਉਹਨਾਂ ਨੇ ਪਟਿਆਲਾ 'ਚ ਬੈਠ ਕੇ ਮੁੱਖ ਮੰਤਰੀ ਦੀ ਕਨਸਟੀਚੁਐਂਸੀ 'ਚ ਬੈਠ ਕੇ, ਬੇਸ਼ੱਕ ਨਵਜੋਤ ਸਿੰਘ ਸਿੱਧੂ ਦਾ ਜੱਦੀ ਸ਼ਹਿਰ ਵੀ ਪਟਿਆਲਾ ਹੀ ਹੈ, ਉਹਨਾਂ ਨੇ ਸਿਆਸੀ ਜ਼ਿੰਦਗੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕੀਤੀ ਹੈ। ਤਾਂ ਉਹਦੇ ਬਾਅਦ ਹੁਣ ਆਖਿਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬੋਲੇ ਨੇ ਤੇ ਜੀ ਤੋਂ ਸਾਫ਼ ਹੈ ਕਿ ਜਿਹੜੀ ਇਕਜੁੱਟਤਾ ਦੀ ਗੱਲ ਆਪਾਂ ਕਰਦੇ ਸੀ ਦੋਵੇਂ ਲੀਡਰਾਂ ਦੇ ਵਿੱਚ, ਤਾਂ ਉਹ ਵੀ ਸੰਭਵ ਨਹੀਂ ਹੁਣ ਕਿਸੇ ਵੀ ਹਾਲਤ ਦੇ ਵਿੱਚ। ਨੰਬਰ 2 ਤੇ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ 'ਚ ਭਵਿੱਖ ਤੇ ਵੀ ਵੱਡਾ ਕੁਐਸਚਨ ਮਾਰਕ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਜਾਂ ਤਾਂ ਖੁਦ ਕਾਂਗਰਸ ਛੱਡਦੇ ਨੇ ਜਾਂ ਹੁਣ ਮੁੱਖ ਮੰਤਰੀ ਸਾਹਿਬ ਦਬਾਅ ਪਾਉਣਗੇ ਕਿ ਇਹਨਾਂ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾਵੇ, ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਬੋਲ ਰਹੇ ਨੇ ਆਪਣੀ ਪਾਰਟੀ ਦੇ ਵਿਰੁੱਧ, ਤਾਂ ਉਹ ਤੋਂ ਸਪਸ਼ਟ ਹੈ ਕਿ ਉਹ ਕਿਸੇ ਹੋਰ ਪਾਰਟੀ 'ਚ ਜਾਣਾ ਚਾਹੁੰਦੇ ਨੇ। ਉਹਨਾਂ ਦੀ ਗੱਲਬਾਤ ਜਿਹੜੀ ਹੈ ਕਿਸੇ ਹੋਰ ਪਾਰਟੀ ਨਾਲ ਚੱਲ ਰਹੀ ਹੈ ਤੇ ਇਸ ਕਰਕੇ ਉਹ ਜਾਣਾ ਚਾਹੁੰਦੇ ਨੇ ਤਾਂ ਉਹ ਜਾ ਸਕਦੇ ਨੇ। ਤੇ ਇੱਥੋਂ ਤੱਕ ਮੁੱਖ ਮੰਤਰੀ ਨੇ ਕਿਹਾ ਕਿ ਜੋ ਮੇਰੇ ਖਿਲਾਫ ਪਟਿਆਲਾ 'ਚ ਚੋਣ ਲੜਨਾ ਵੀ ਚਾਹੁੰਦੇ ਨੇ ਤਾਂ ਮੇਰੇ ਵਿਰੁੱਧ ਪਟਿਆਲਾ ਤੋਂ ਚੋਣ ਵੀ ਲੜ ਸਕਦੇ ਨੇ ਤੇ ਉਹਨਾਂ ਦੀ ਜ਼ਮਾਨਤ ਜਿਹੜੀ ਉਹ ਜ਼ਬਤ ਹੋਊਗੀ। ਤੇ ਸਾਫ਼ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਪਾਰਟੀ ਨੇ ਨਹੀਂ ਲੈਣਾ, ਕਿਉਂਕਿ ਉਹ ਭਾਜਪਾ ਆਗੂਆਂ ਨੂੰ ਗਾਲਾਂ ਕੱਢਦੇ ਨੇ ਰੋਜ਼, ਤੇ ਨੰਬਰ 2 ਤੇ ਅਕਾਲੀ ਦਲ ਦੇ ਨਾਲ ਵੀ ਉਹਨਾਂ ਦੀ ਨਹੀਂ ਬਣਦੀ, ਤੇ ਇਸ ਕਰਕੇ ਉਹਨਾਂ ਨੂੰ ਲੈਣਾ ਹੀ ਕਿਸੇ ਨੇ ਨਹੀਂ। ਉਹਨਾਂ ਨੂੰ ਕਾਂਗਰਸ ਦੇ ਵਿੱਚ ਰਹਿ ਕੇ ਕੰਮ ਜਿਹੜਾ ਉਹ ਕਰਨਾ ਚਾਹੀਦਾ ਸੀ, ਪਰ ਜਿਸ ਹਿਸਾਬ ਦੇ ਨਾਲ ਉਹਨਾਂ ਦੀ ਗੱਲਬਾਤ ਹੈ ਤਾਂ ਉਹਨਾਂ ਦੀ ਕਿਸੇ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ, ਜਾਣੀ ਕਿ ਆਮ ਆਦਮੀ ਪਾਰਟੀ ਦਾ ਜ਼ਿਕਰ ਮੁੱਖ ਮੰਤਰੀ ਨੇ ਨਹੀਂ ਕੀਤਾ, ਤਾਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਨਵਜੋਤ ਸਿੰਘ ਸਿੱਧੂ ਦੀ ਗੱਲਬਾਤ ਚੱਲ ਰਹੀ ਹੋਵੇ। ਜਾਂ ਇਹਦੀ ਸੰਭਾਵਨਾ ਹੈ ਕਿ ਸਿੱਧੂ ਸਾਹਿਬ ਵੱਖਰੀ ਪਾਰਟੀ ਜਿਹੜੀ ਉਹ ਬਣਾ ਸਕਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਧਿਰਾਂ ਨੇ ਜਿਹੜੀਆਂ ਇੱਕ ਰੀਜਨਲ ਪਲੇਟਫਾਰਮ ਦੀ ਤਲਾਸ਼ ਦੇ ਵਿੱਚ ਨੇ ਕਿ ਇੱਕ ਖੇਤਰੀ ਪਾਰਟੀ ਜਿਹੜੀ ਉਹ ਬਣਾਈ ਜਾਵੇ, ਤੇ ਉਹ ਸਾਰਿਆਂ ਦੀ ਇੱਛਾ ਵੀ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਉਹਦੀ ਅਗਵਾਈ ਕਰਨ। ਤਾਂ ਨਵਜੋਤ ਸਿੰਘ ਸਿੱਧੂ ਨੇ ਵੀ ਮੁੱਖ ਮੰਤਰੀ ਤੇ ਪਲਟਵਾਰ ਕੀਤਾ। ਇਹਦੇ ਬਾਅਦ ਕਿ ਪੰਜਾਬ ਦੀ ਚੇਤਨਤਾ ਨੂੰ ਭੜਕਾਉਣ ਦੀ ਜਿਹੜੀ ਹੈ ਉਹ ਅਸਫਲ ਯਤਨ ਜਿਹੜੇ ਉਹ ਕੀਤੇ ਗਏ ਨੇ। ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜਾਈ, ਇਨਸਾਫ ਦੀ ਲੜਾਈ ਵੀ ਲੜਦੇ ਰਹਿਣਗੇ ਲਗਾਤਾਰ, ਅਤੇ ਨਾਲੋਂ ਨਾਲ ਉਹਨਾਂ ਨੇ ਇਹ ਕਿਹਾ ਕਿ ਇਸ ਲੜਾਈ ਦੇ ਵਿੱਚ ਜਿਹੜੀ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ, ਕਿ ਇਹਦੇ 'ਚ ਕੋਈ ਅਹਿਮੀਅਤ ਨਹੀਂ ਰੱਖਦਾ ਕਿ ਅਸੀਂ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰੀਏ ਕਿ ਕਿਹੜੀ ਸੀਟ ਤੋਂ ਲੜਨਾ, ਪਰ ਮੁੱਦਾ ਇਹ ਹੈ ਕਿ ਇਨਸਾਫ ਦੀ ਆਵਾਜ਼ ਜਿਹੜੀ ਉਹ ਬੁਲੰਦ ਹੋਣੀ ਚਾਹੀਦੀ ਹੈ ਤੇ ਉਹਨੂੰ ਭੜਕਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਮੁੱਦੇ ਤੋਂ। ਜਾਣੀ ਕਿ ਹੁਣ ਦੋਵੇਂ ਲੀਡਰ ਸਿੱਧੇ ਹੋ ਗਏ ਨੇ ਇੱਕ ਦੂਜੇ ਨੂੰ। ਇਹ ਤੋਂ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕਾਂਗਰਸ ਦੇ ਵਿੱਚ ਖਤਰੇ 'ਚ ਹੀ ਜਾਪਦਾ। ਬਿਲਕੁਲ ਜੀ, ਆਪਣੇ ਨਾਲ ਕਾਲਾਂ ਵੀ ਜੁੜ ਗਈਆਂ। ਉਸ ਤੋਂ ਬਾਅਦ ਆਪਾਂ ਸੁਖਜਿੰਦਰ ਰੰਧਾਵਾ ਤੇ ਸੁਨੀਲ ਜਾਖੜ ਦਾ ਜਿਹੜਾ ਅਸਤੀਫਾ ਹੈ ਉਹਤੇ ਤੇ ਗੱਲਬਾਤ ਕਰਾਂਗੇ, ਜਿਹੜਾ ਮੁੱਖ ਮੰਤਰੀ ਨੇ ਪੜ੍ਹ ਦਿੱਤਾ। ਆਪਾਂ ਚੱਲਦੇ ਜੀ ਕਾਲ ਤੇ। ਹਾਂਜੀ 6939 ਸਵਾਗਤ ਹੈ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ, ਸਵਾਗਤ ਹੈ ਜੀ। ਹਾਂਜੀ ਭਾਈ ਦੀਪ ਸਿੱਧੂ ਨੂੰ ਲੈ ਕੇ ਭਾਈ ਲੱਗਦਾ ਨਹੀਂ ਹੈਗਾ ਵੀ ਉਹ ਜੇਲ੍ਹ ਚੋਂ ਆਇਆ ਭਾਈ ਨਾ ਗੁੱਸਾ ਨਾ ਕਰੇ। ਚਲੋ ਦੀਪ ਦੇ ਫੈਨ ਵੈਸੇ ਗੁੱਸਾ ਵੀ ਨਾ ਕਰਦਾ ਜੀ। ਜਿਹੜੀ ਨਵਦੀਪ ਕੁੜੀ ਸੀਗੀ ਭਾਈ ਆਪਣੀ ਜਿਹੜੀ ਫੜੀ ਸੀ ਨਾ, ਕਿੰਨਾ ਇਹਨਾਂ ਨੂੰ ਟੌਰਚਰ ਕੀਤਾ ਸੀ ਹਨਾ ਜੀ। ਤੇ ਬਾਕੀ ਜਿਹੜੇ ਹੋਰ ਵੀ ਆਪਣੇ ਸਿੰਘ ਫੜੇ ਗਏ ਸੀਗੇ ਭਾਈ ਨਾ, ਮੈਂ ਫੋਟੋ ਦੇਖੀਆਂ ਸੋਸ਼ਲ ਮੀਡੀਆ ਤੇ ਕਾਫੀ, ਉਹਨਾਂ ਨੂੰ ਕੁੱਟਿਆ ਵੀ ਸੀਗਾ ਬਹੁਤ ਬੰਦਿਆਂ ਨੂੰ ਨਾ, ਮਤਲਬ ਸਜਾਏ ਪਏ ਸੀ ਭਾਈ ਪੁਲਿਸ ਨੇ। ਪਰ ਇਹ ਮੈਨੂੰ ਪਤਾ ਨਹੀਂ ਸਮਝ ਨਹੀਂ, ਕਹਿੰਦਾ ਮੈਨੂੰ ਤਾਂ ਬਹੁਤ ਵਧੀਆ ਕਹਿੰਦੇ ਰੱਖਿਆ ਉਹਨਾਂ ਨੇ ਨਾ, ਜਿਵੇਂ ਸਹੁਰੀ ਗਿਆ ਹੁੰਦਾ ਨਾ ਵੀ ਸਹੁਰਿਓਂ ਆਇਆ ਹੁੰਦਾ। ਮਤਲਬ ਉਹੀ ਆ ਜੀ ਭਾਈ ਵੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਇਹ ਏਜੰਸੀਆਂ ਤੇ ਮਤਲਬ ਚੱਲ ਰਿਹਾ ਜੀ, ਉਹਦੇ ਪਿੱਛੇ ਚੱਲ ਰਿਹਾ ਨਾ, ਏਜੰਸੀਆਂ ਤੇ ਲਾ ਰਹੀਆਂ ਇਹਨੂੰ। ਤੇ ਮਤਲਬ ਲੱਗੀ ਨਹੀਂ ਭਾਈ ਸ਼ਕਲ ਦੇਖ ਕੇ ਵੀ ਜੇਲ੍ਹ ਤੋਂ ਆਇਆ ਪੂਰਾ ਹੈਪੀ ਸੀਗਾ ਵੀ ਚਲੋ ਠੀਕ ਆ ਜ਼ਮਾਨਤ ਚਲੋ ਹੋ ਗਈ, ਬਟ ਮੈਨੂੰ ਲੱਗ ਨਹੀਂ ਰਿਹਾ ਸੀਗਾ ਵੀ ਇਹਨੂੰ ਵੀ ਜਿਵੇਂ ਹੱਸ ਕੇ ਗੱਲ ਕਰ ਰਿਹਾ ਸੀਗਾ ਵੀ ਕੋਈ ਜਿਵੇਂ ਤੇ ਕੋਈ ਟੌਰਚਰ ਕੀਤਾ ਹੁੰਦਾ ਵੀ। ਨਾਲੇ ਆਪ ਹੀ ਕਹਿ ਗਿਆ ਵੀ ਹਾਂ ਵੀ ਮਮਤਾ ਕਹਿੰਦਾ ਬਹੁਤ ਵਧੀਆ ਰੱਖਿਆ ਸੀ ਉਹਨਾਂ ਨੇ ਨਾ। ਤੇ ਮਤਲਬ ਸ਼ੱਕ ਜਿਹਾ ਹੋ ਰਿਹਾ ਭਾਈ ਨਾ ਵੀ ਇਹ ਏਜੰਸੀਆਂ ਦਾ ਹੀ ਬੰਦਾ ਭਾਈ ਨਾ। ਬਾਕੀ ਅਰਸ਼ਦੀਪ ਨੂੰ ਪੁੱਛਦਾ ਇਹਨਾਂ ਦੀ ਚੀਜ਼। ਬਿਲਕੁਲ ਜੀ, ਧੰਨਵਾਦ ਵੀਰ ਜੀ। ਵੈਸੇ ਤੇ ਜਿਹੜੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਜੀ, ਕਹਿੰਦੇ ਕਿਸੇ ਕਾਂਗਰਸੀ ਵਿਧਾਇਕ ਜਿਹੜਾ ਸਾਬਕਾ ਲੀਡਰ ਹੈ, ਪਤਾ ਨਹੀਂ ਹਰਿਆਣੇ ਦਾ ਕਿੱਥੋਂ ਦਾ, ਉਹਦੀ ਬੈਰਕ ਦੇ ਵਿੱਚ ਸੀਗੇ ਤੇ ਪੂਰੀ ਅੰਦਰੋਂ ਕਟਿੰਗ ਕੁਟਿੰਗ ਕਰਕੇ ਆਏ ਸੀ, ਜਿੱਦਾਂ ਪਹਿਲਾਂ ਬੜੇ ਤਿਆਰ ਰਹਿੰਦੇ, ਖੱਤ ਖੁੱਤ ਪੂਰੇ ਕੱਢੇ ਹੋਏ ਸੀਗੇ ਦਾੜੀ ਦੇ। ਜੀ ਅਰਸ਼ਦੀਪ ਦੇਖੋ, ਜਿਹੜਾ ਬੈਰਕ ਵਾਲਾ ਮਸਲਾ ਤਾਂ ਇੱਕ ਕਾਂਗਰਸ ਦੇ ਸਾਬਕਾ ਮੰਤਰੀ ਦੇ ਨਾਲ ਬੈਰਕ ਦੇ ਵਿੱਚ ਸੀ ਦੀਪ ਸਿੱਧੂ ਜੀ, ਯਾਨੀ ਕਿ ਕਾਫੀ ਹਾਈ ਪ੍ਰੋਫਾਈਲ ਕੇਸਾਂ ਵਾਲੇ ਵਿਅਕਤੀ ਜਿਹੜੇ ਨੇ, ਸਿਆਸੀ ਸ਼ੈ ਵਾਲੇ ਵਿਅਕਤੀ ਨੇ, ਉਹਨਾਂ ਦੇ ਨਾਲ ਬੈਰਕ ਦੇ ਵਿੱਚ ਸੀ। ਤੇ ਨੰਬਰ 2 ਤੇ ਉਹਨਾਂ ਨੇ ਅਦਾਲਤ ਤੇ ਹੀ ਭਰੋਸਾ ਜਤਾਇਆ ਕਿ ਮੇਰੀ ਸੁਣਵਾਈ ਜਿਹੜੀ ਉਹ ਬਿਲਕੁਲ ਸਹੀ ਕੀਤੀ ਗਈ ਹੈ, ਮੇਰੇ ਨਾਲ ਕਿਸੇ ਕਿਸਮ ਦਾ ਬੁਰਾ ਵਿਵਹਾਰ ਜਿਹੜਾ ਨਾ ਤਾਂ ਜੇਲ੍ਹ ਡਿਪਾਰਟਮੈਂਟ ਨੇ ਕੀਤਾ ਨਾ ਦਿੱਲੀ ਪੁਲਿਸ ਨੇ ਕੀਤਾਗਾ, ਕਿ ਸਭ ਵੱਲੋਂ ਗੱਲਬਾਤ ਸਹੀ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਜਿਹੜੇ ਬਲੇਮ ਲਾਏ ਮੇਰੇ ਤੇ, ਉਹ ਅਦਾਲਤ ਨੇ ਜਿਹੜੇ ਨੇ ਰੱਦ ਕਰ ਦਿੱਤੇ। ਇਸ ਕਰਕੇ ਦੀਪ ਸਿੱਧੂ ਜਿਹੜੇ ਨੇ ਉਹ ਆਉਣ ਵਾਲੇ ਸਮੇਂ 'ਚ ਪ੍ਰੈਸ ਕਾਨਫਰੰਸ ਕਰਨਗੇ। ਕੰਫੀਡੈਂਸ ਲੈਵਲ ਉਹਨਾਂ ਦਾ ਹਾਈ ਸੀ। ਕਿਸਾਨੀ ਅੰਦੋਲਨ 'ਚ ਵੀ ਉਹਨਾਂ ਨੇ ਕਿਹਾ ਕਿ ਮੈਨੂੰ ਸੱਦਿਆ ਤੇ ਮੈਂ ਜਾਊਂਗਾ। ਤੇ ਇਹ ਤੋਂ ਲੱਗਦਾ ਹੈ ਕਿ
ਸ਼ੰਕੇ ਕਈ ਕਿਸਮ ਦੇ ਨੇ, ਸਵਾਲ ਕਈ ਕਿਸਮ ਦੇ ਨੇ, ਪਰ ਸਮਾਂ ਹੀ ਜਿਹੜਾ ਉਹ ਤੈਅ ਕਰੂਗਾ ਕਿ ਅੱਗੇ ਕੀ ਬਣਦਾ ਹੈਗਾ। ਪਰ ਦੀਪ ਸਿੱਧੂ ਪ੍ਰੈਸ ਕਾਨਫਰੰਸ ਜਿਹੜੀ ਕਰਨਗੇ ਉਹਦੇ ਤੋਂ ਕਾਫੀ ਕੁਝ ਸਾਫ਼ ਹੋਊਗਾ। ਤੇ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਉਹਨਾਂ ਨੇ ਵੀ ਕੀਤਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਲੜਾਈ ਜਿਹੜੀ ਉਹਨਾਂ ਲਈ ਲੜੀ ਹੈ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 0407 ਸਵਾਗਤ ਹੈ ਜੀ। ਹਾਂਜੀ, ਦੇਖੋ ਆਪਣੀ ਕਿੰਨੀ ਮਾੜੀ ਨੀਤ ਆ ਆਪਣੇ ਲੋਕਾਂ ਦੀ। ਆਪਾਂ ਉਹਨੂੰ ਫੜਾਉਣਾ ਵੀ ਚਾਹੁੰਦੇ ਆ, ਫਿਰ ਆਪਾਂ ਉਹਨੂੰ ਕਟਵਾਉਣਾ ਵੀ ਚਾਹੁੰਦੇ ਆ। ਦੇਖੋ ਗੱਲ ਇਹ ਆ ਵੀ ਇੱਥੇ ਕਿਹੜਾ ਪੁਲਿਸ ਕੁੱਟਦੀ ਆ, ਨਾ ਕੈਨੇਡਾ 'ਚ ਕੁੱਟਦੀ ਆ, ਨਾ ਅਮਰੀਕਾ 'ਚ ਕੁੱਟਦੀ ਆ। ਪੁਲਿਸ ਉਹਨੂੰ ਕੁੱਟਦੀ ਆ ਜਿਹੜਾ ਮੂਹਰਿਓਂ ਗਾਲਾਂ ਕੱਢੇ ਤੇ ਨਾਲੇ ਜਿਹੜਾ ਮੂਹਰਿਓਂ ਉਹਨਾਂ ਨੂੰ ਬੋਲੇ ਕੁਛ, ਤੇ ਜਿਹੜਾ ਸਹੀ ਸਲਾਮਤ ਉਹਨਾਂ ਨਾਲ ਗੱਲਬਾਤ ਕਰੇ ਪੁਲਿਸ ਉਹਨੂੰ ਨਹੀਂ ਕੁੱਟਦੀ, ਨਾ ਕੁਛ ਕਹਿੰਦੀ ਆ। ਉਹ ਗੱਲਾਂ ਬਾਤਾਂ ਨਾਲ ਆਪਦਾ ਉਹ ਸਾਰਾ ਕੁਛ ਪੁੱਛਦੀ ਆ। ਤੇ ਆਪਣੇ ਲੋਕ ਦੇਖ ਲਓ, ਆਪਣੇ ਲੋਕ ਤਾਂ ਕਹਿੰਦੇ ਵੀ ਉਹਨੂੰ ਫੜਾਉਣਾ ਵੀ ਆ ਤੇ ਉਹਨੂੰ ਕੁਟਵਾਉਣਾ ਵੀ ਆ, ਅਸੀਂ ਮੱਲੋ ਮੱਲੀ। ਇਹ ਬਹੁਤ ਮਾੜੀ ਨੀਤ ਆ ਆਪਣੇ ਲੋਕਾਂ ਦੀ। ਆਪਣੇ ਲੋਕ ਨਹੀਂ ਵੀ ਸੁਧਰ ਸਕਦੇ ਜੀ। ਧੰਨਵਾਦ ਜੀ, ਧੰਨਵਾਦ। ਚੱਲਦੇ ਆਪਾਂ ਨੈਕਸਟ ਕਾਲ ਤੇ। ਅਸਜੀਬ ਇਕੱਠਾ ਜਵਾਬ ਦੇ ਦਿਓ। ਹਾਂਜੀ 9200 ਸਵਾਗਤ ਹੈ ਵੀਰ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਮੈਂ ਦੋ ਗੱਲਾਂ ਜਵਾਬ ਦੇਣਾ ਸੀਗਾ। ਜਿਹੜੇ ਬਾਈ ਜੀ ਪਹਿਲਾਂ ਇੰਗਲੈਂਡ ਤੋਂ ਹੁੰਦੇ ਆ, ਉਹ ਜਿਵੇਂ ਕਹਿੰਦੇ ਆ ਵੀ ਆਪਣੇ ਲੱਗਦਾ ਨੀਗਾ ਜੇਲ੍ਹ ਚੋਂ ਬਾਹਰ ਆਇਆ, ਤੇ ਜਦੋਂ ਭਾਈ ਰਣਜੀਤ ਸਿੰਘ ਆਇਆ ਸੀਗਾ ਉਹਦੀ ਵੀਡੀਓ ਦੇਖ ਲੈਣ ਕਿੱਦਾਂ ਚੜ੍ਹਦੀ ਕਲਾ ਜੀ ਬਾਹਰ ਆਇਆ ਸੀਗਾ ਉਹ ਵੀ, ਉਹਦੇ ਚ ਤਸ਼ੱਦਦ ਹੋਇਆ ਸੀਗਾ। ਉਹ ਤਾਂ ਮੰਨਦੇ ਆ ਨਾ ਤਸ਼ੱਦਦ ਹੋਇਆ। ਤੇ ਦੂਜੀ ਗੱਲ ਭਾਜੀ ਵੀ ਅਸੀਂ ਵੀ ਕਹਿੰਦਾ ਮਿੱਤਰ ਉਹਦੀ ਸੂਚੀ ਮਿੱਤਰਾਂ ਦੇ ਵਿੱਚੋਂ ਆ ਦੀਪ ਸਿੱਧੂ ਦੇ, ਤੇ ਜਿੰਨਾ ਭਾਈ ਜਿੰਨੇ ਸਰਟੀਫਿਕੇਟ ਵੰਡੇ ਆ 26 ਤੋਂ ਬਾਅਦ ਮੈਨੂੰ ਲੱਗਦਾ ਕਿਸੇ ਨੇ ਵੰਡੇ ਨਹੀਂ। ਆਪਾਂ ਵੀ ਰੋਜ਼ ਹੀ ਪ੍ਰੋਗਰਾਮ ਸੁਣਦੇ ਹੀ ਆ। ਤੇ ਅੱਜ ਮਿੱਤਰ ਸੂਚੀ ਹੋ ਗਈ ਤਾਂ ਗੱਲ ਚਲੋ ਉਹ ਤਾਂ ਖੈਰ ਟਾਈਮ ਨੇ ਦੱਸੀ। ਆਸਲੀ ਭਾਜੀ ਨੂੰ ਤੁਸੀਂ ਕਹਿ ਰਹੇ ਵੀ ਟਾਈਮ ਨੇ ਦੱਸੀ ਜਾਣਾ ਕੌਣ ਕੀ ਕਰਦਾ ਕੀ ਨਹੀਂ। ਬਟ ਗੱਲ ਵਿੱਚ ਉਹ ਭਾਜੀ ਇਹ ਆ ਵੀ ਚਲੋ ਜੇਲ੍ਹ ਦੇ ਵਿੱਚ ਹੁਣ ਆਪਾਂ ਇਹ ਕਹਿੰਦੇ ਆ ਵੀ ਉਹਨੇ ਤਾਂ ਕੋਰਟ ਦੇ ਭਰੋਸਾ ਜਤਾਇਆ ਤੇ ਉਹਨੂੰ ਆਪਾਂ ਹੁਣ ਗਲਤ ਮੰਨ ਲਈਏ ਵੀ ਕੋਰਟ ਦੇ ਭਰੋਸਾ ਆਇਆ। ਪਰ ਜਿਹੜੇ ਕਾਮਰੇਡ ਸ਼ਰੇਆਮ ਗੱਲਾਂ ਹੀ ਹਿੰਦੁਸਤਾਨ ਦੀਆਂ ਕਰਦੇ ਵੀ ਹਿੰਦੁਸਤਾਨ ਨੇ ਜੋ ਪੰਜਾਬ 'ਚ ਕਰ ਰਿਹਾ ਬਹੁਤ ਵਧੀਆ ਕਰ ਰਿਹਾ, ਤੇ ਅਟੈਕ ਦਰਬਾਰ ਸਾਹਿਬ ਦੇ ਕੀਤਾ ਵਧੀਆ ਕੀਤਾ, ਉਹਨਾਂ ਦੇ ਪੈਰਾਂ ਦੇ ਵਿੱਚ ਬੈਠੇ ਆ ਜਾ ਕੇ ਉਹ ਸ਼ਰੇਆਮ ਹਰੇਕ ਚੀਜ਼ ਨੂੰ ਸਹੀ ਦਰਸਾ ਰਹੇ ਆ, ਕੋਰਟਾਂ ਨੂੰ ਵੀ ਤੇ ਫੌਜੀ ਹਮਲੇ ਨੂੰ ਵੀ ਸਾਰਾ ਕੁਝ, ਤੇ ਉਹ ਉਹਨਾਂ ਨੂੰ ਸਹੀ ਲੱਗਦੇ ਆ। ਤੇ ਜੇ ਦੀਪ ਸਿੱਧੂ ਨੇ ਕਹਿਤਾ ਕੋਰਟ ਦੇ ਭਰੋਸਾ ਤੇ ਉਹ ਗਲਤ ਲੱਗਦੇ ਆ ਜੀ। ਗੱਲ ਭਾਜੀ ਇੱਥੇ ਆ ਜਾਂਦੀ ਆ ਵੀ ਕਾਮਰੇਡਾਂ ਨੇ ਪੂਰਾ ਮੀਡੀਆ ਨੇ ਕਬਜ਼ਾ ਕੀਤਾ ਤੇ ਬਸ 10-15 ਆਪਣੇ ਕੋਲ ਰੱਖਿਓ, ਬਸ ਕੜੀ ਘੋਲੀ ਜਾਓ ਬਸ। ਧੰਨਵਾਦ ਜੀ। ਅਰਸ਼ਦੀਪ ਦੇਖੋ ਜੀ, ਹੁਣ ਇਹ ਫੇਰ ਵਖਰੇਵਿਆਂ ਦੀ ਲੜਾਈ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅੰਦੋਲਨ ਦੇ ਵਿੱਚ, ਤਾਂ ਪੰਜਾਬੀਆਂ ਦੇ ਅੰਦੋਲਨ ਦੇ ਵਿੱਚ ਇਸ ਸਮੇਂ ਕਮਜ਼ੋਰੀ ਜਿਹੜੀ ਉਹ ਸਭ ਤੋਂ ਵੱਡੇ ਪੱਧਰ ਤੇ ਨਜ਼ਰ ਆ ਰਹੀ ਹੈ ਕਿ ਅਸੀਂ ਮੁੱਖ ਟਾਰਗੇਟ ਛੱਡ ਕੇ ਛੋਟੀਆਂ ਗੱਲਾਂ 'ਚ ਉਲਝੇ ਹੋਏ ਆਂਗੇ। ਦੀਪ ਸਿੱਧੂ ਨੇ ਜੋ ਸਟੇਟਮੈਂਟ ਦਿੱਤੀ ਉਹ ਆਪਾਂ ਦੱਸਤੀ ਕਿ ਉਹਨੇ ਕੀ ਸਟੇਟਮੈਂਟ ਦਿੱਤੀ। ਨੰਬਰ 2 ਤੇ ਇਹ ਵੀ ਦੱਸਤਾ ਕਿ ਉਹਦਾ ਕੇਸ ਬਹੁਤ ਜ਼ਿਆਦਾ ਹਾਈ ਪ੍ਰੋਫਾਈਲ ਕੇਸ ਸੀਗਾ, ਜਿਹਦੇ ਕਰਕੇ ਮੀਡੀਆ ਦੇ ਵਿੱਚ ਵੀ ਸੀ, ਸੋਸ਼ਲ ਮੀਡੀਆ ਦੇ ਵਿੱਚ ਵੀ ਸੀਗਾ, ਤੇ ਲਗਾਤਾਰ ਸੁਰਖੀਆਂ 'ਚ ਆਉਣ ਵਾਲਾ ਕੇਸ ਸੀਗਾ। ਤੇ ਇਸ ਕਰਕੇ ਪੁਲਿਸ ਨੂੰ ਵੀ ਪਤਾ ਸੀ ਕਿ ਜੇ ਕੋਈ ਐਸਾ ਸਟੈਪ ਦੀਪ ਸਿੱਧੂ ਵਿਰੁੱਧ ਚੱਕਿਆ ਗਿਆ ਤਾਂ ਉਹ ਵੀ ਮੀਡੀਆ 'ਚ ਆਊਗਾ, ਸੋਸ਼ਲ ਮੀਡੀਆ ਤੇ ਵੀ ਆਊਗਾ, ਤੇ ਦੀਪ ਸਿੱਧੂ ਖੁਦ ਵੀ ਮੀਡੀਆ 'ਚ ਆ ਕੇ ਉਹ ਗੱਲ ਕਰੂਗਾ। ਤਾਂ ਇਸ ਕਰਕੇ ਕੇਸ ਤਾਂ ਜਿਹੜਾ ਉਹ ਹਾਈ ਪ੍ਰੋਫਾਈਲ ਸੀ। ਪਰ ਨੰਬਰ 2 ਤੇ ਇਹ ਹੈ ਕਿ ਦੀਪ ਸਿੱਧੂ ਦੇ ਸਮਰਥਕ ਵੀ ਨੇ, ਲੋਕ ਵਿਰੋਧੀ ਵੀ ਨੇ, ਉਹ ਸਾਰਾ ਵਖਰੇਵਾਂ ਜਿਹੜਾ ਵਿਚਾਰਾਂ ਦਾ ਚੱਲਦਾ ਰਹਿੰਦਾ। ਪਰ ਇਸ ਸਮੇਂ ਜਿਹੜਾ ਕਿਸਾਨੀ ਅੰਦੋਲਨ ਹੈ, ਕਿਸਾਨੀ ਅੰਦੋਲਨ ਦੀ ਵੀ ਇਹੀ ਸਮੱਸਿਆ ਕਿ ਨਾ ਤਾਂ ਕਿਸਾਨ ਲੀਡਰ ਆਪਣੀ ਪੀੜੀ ਥੱਲੇ ਸੋਟਾ ਉਸ ਹਿਸਾਬ ਦੇ ਨਾਲ ਮਾਰ ਰਹੇ ਆ ਕਿ ਉਹ ਸੱਚਮੁੱਚ ਸਿਰਫ ਕਿਸਾਨੀ ਅੰਦੋਲਨ ਦੀ ਗੱਲਬਾਤ ਕਰਨ ਤੇ ਸਿਰਫ ਕਿਸਾਨਾਂ ਨਾਲ ਸੰਬੰਧਿਤ ਪ੍ਰੋਗਰਾਮ ਦੇਣ ਤੇ ਉੱਥੋਂ ਤੱਕ ਮਹਿਦੂਦ ਰੱਖਣ। ਤਾਂ ਉਹ ਵੀ ਆਪਣੀ ਸੋਚ ਦਾ ਪ੍ਰਗਟਾਵਾ ਕਦੇ-ਕਦੇ ਕਰਦੇ ਨੇ, ਜਿਹੜਾ ਕਿ ਗਲਤ ਹੈ। ਨੰਬਰ 2 ਤੇ ਜੇ ਧਾਰਮਿਕ ਜਥੇਬੰਦੀਆਂ ਦਾ ਜਿਹੜਾ ਸਹਿਯੋਗ ਆ ਕਿਸਾਨੀ ਅੰਦੋਲਨ ਦੇ ਵਿੱਚ ਉਹ ਘੱਟ ਨਹੀਂ ਹੈ, ਨਾ ਹੀ ਉਹਨੂੰ ਘੱਟ ਕਰਕੇ ਆਖਿਆ ਜਾ ਸਕਦਾ ਹੈ। ਨੰਬਰ 2 ਤੇ ਸਿੱਖ ਫਲਸਫੇ ਦਾ ਜਿਹੜਾ ਸਹਿਯੋਗ ਹੈ ਕਿਸਾਨੀ ਅੰਦੋਲਨ ਦੇ ਵਿੱਚ ਉਹਨੂੰ ਵੀ ਤੁਸੀਂ ਘੱਟ ਕਰਕੇ ਨਹੀਂ ਆਖ ਸਕਦੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਸਭ ਨੂੰ ਸਾਰੀ ਤਸਵੀਰ ਕਲੀਅਰ ਹੈ ਤਾਂ ਇਹ ਵਖਰੇਵੇਂ ਜਿਹੜੇ ਨੇ ਉਹ ਹਮੇਸ਼ਾ ਮੁੱਢ ਕਤੀਨੀ ਤੋਂ ਚੱਲਦੇ ਆਏ ਆ। ਪਰ ਜ਼ਰੂਰਤ ਹੈ ਕਿ ਮੁੱਖ ਟਾਰਗੇਟ ਤੇ ਨਿਗਾਹ ਜਿਹੜੀ ਰੱਖੀ ਜਾਵੇ, ਪਰ ਉਹਦੇ ਤੇ ਨਿਗਾਹ ਰੱਖਣ ਦੀ ਥਾਂ ਤੇ ਆਪਸੀ ਵਖਰੇਵਿਆਂ ਵਿੱਚ ਸਾਰੇ ਜਿਹੜੇ ਨੇ ਉਲਝੇ ਹੋਏ ਨੇ। ਹੁਣ ਦੀਪ ਸਿੱਧੂ ਦੇ ਜੇਲ੍ਹ 'ਚ ਆਉਣ ਤੋਂ ਬਾਅਦ ਵੀ ਕਿਸਾਨੀ ਅੰਦੋਲਨ ਨੂੰ ਲੈ ਕੇ ਚਰਚਾ ਜਿਹੜੀ ਉਹ ਨਹੀਂ ਚੱਲਣੀ, ਉਹ ਚਰਚਾ ਇਹੀ ਚੱਲਣੀ ਹੈ ਕਿ ਦੀਪ ਸਿੱਧੂ ਜੇਲ੍ਹ 'ਚੋਂ ਬਾਹਰ ਆਇਆ ਲੱਗਦਾ ਨਹੀਂ, ਜਦ ਕੁਛ ਕਹਿਣਗੇ ਲੱਗਦਾਗਾ। ਇਸ ਕਰਕੇ ਛੋਟੇ ਵਖਰੇਵਿਆਂ ਦੇ ਵਿੱਚ ਜਿਹੜੇ ਉਲਝੇ ਹੋਏ ਆ, ਤੇ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਕਿਸਾਨ ਲੀਡਰਾਂ ਨੂੰ ਚਾਹੀਦਾ ਕਿ ਆਪਣੀ ਪੀੜੀ ਥੱਲੇ ਸੋਟਾ ਮਾਰਨ, ਇਕਜੁੱਟਤਾ ਨੂੰ ਸੱਚਮੁੱਚ ਬਰਕਰਾਰ ਰੱਖਣ ਤੇ ਕਿਸਾਨੀ ਸੰਘਰਸ਼ ਤੇ ਕਿਸਾਨੀ ਗੱਲਾਂ ਬਾਤਾਂ ਤੱਕ ਇਹਨੂੰ ਮਹਿਦੂਦ ਰੱਖਣ। ਨੰਬਰ 2 ਤੇ ਜਿਹੜੀ ਚਰਚਾ ਹੈਗੀ ਉਹ 3 ਖੇਤੀ ਕਾਨੂੰਨਾਂ ਤੇ ਹੋਣੀ ਚਾਹੀਦੀ ਹੈਗੀ। 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੇ ਹੋਣੀ ਚਾਹੀਦੀ ਹੈ, MSP ਦੀ ਕਾਨੂੰਨੀ ਗਰੰਟੀ ਤੇ ਹੋਣੀ ਚਾਹੀਦੀ ਹੈ, ਕਿਉਂਕਿ ਗੱਲ ਇੱਥੇ ਨਹੀਂ ਰੁਕਣੀ। ਇਸ ਤੋਂ ਬਾਅਦ ਵੀ ਪੰਜਾਬ ਕੋਲੇ ਬਹੁਤ ਸਮੱਸਿਆਵਾਂ ਨੇ। 3 ਕਾਨੂੰਨ ਰੱਦ ਕਰਾ ਕੇ ਪੰਜਾਬ ਸੋਨੇ ਦੀ ਚਿੜੀ ਨਹੀਂ ਬਣ ਜਾਣਾ। ਪੰਜਾਬ ਦੀ ਜਿਹੜੀ ਮੌਜੂਦਾ ਹਾਲਤ ਹੈ ਉਹ ਬਰਕਰਾਰ ਰਹਿਣੀ ਹੈ 3 ਖੇਤੀ ਕਾਨੂੰਨ ਰੱਦ ਕਰਾ ਕੇ, ਨਹੀਂ ਤਾਂ ਹੋਰ ਗਿਰਾਵਟ ਵੱਲ ਜਾਣੀ ਹੈ। ਤੇ ਇਸ ਕਰਕੇ ਧਿਆਨ ਉਧਰ ਕੇਂਦਰਿਤ ਰੱਖਿਆ ਜਾਵੇ। ਦੀਪ ਸਿੱਧੂ ਨੇ ਜੇ ਘੱਟ ਬੋਲਿਆਗਾ ਤਾਂ ਉਹ ਪ੍ਰੈਸ ਕਾਨਫਰੰਸ ਵੀ ਕਰੂਗਾ, ਉੱਥੇ ਉਹ ਬੋਲੇਗਾ, ਆਪਣਾ ਪੱਖ ਰੱਖੇਗਾ, ਤੇ ਉਮੀਦ ਇਹੀ ਹੈ ਕਿ ਉਹ ਵੀ ਕਿਸਾਨੀ ਅੰਦੋਲਨ ਦੀ ਗੱਲ ਹੀ ਜਿਹੜੀ ਉਹ ਅੱਗੇ ਕਰੇਗਾ
ਕਿਉਂਕਿ ਗਲਤੀਆਂ ਜਿਹੜੀਆਂ ਨੇ ਉਹ ਹਰ ਇਨਸਾਨ ਤੋਂ ਹੋ ਜਾਂਦੀਆਂ ਨੇ। ਕੁਝ ਲੋਕ ਨੂੰ ਲੱਗਦਾ ਕਿ ਦੀਪ ਸਿੱਧੂ ਨੇ ਗਲਤੀ ਕੀਤੀ, ਕੁਝ ਨੂੰ ਲੱਗਦਾ ਕਿ ਨਹੀਂ ਕੀਤੀ। ਤਾਂ ਇਹ ਵਿਚਾਰਾਂ ਦੇ ਵਖਰੇਵੇਂ ਨੇ। ਕੁਝ ਨੂੰ ਇਹ ਵੀ ਲੱਗਦਾ ਹੋਣਾ ਕਿ ਕਿਸਾਨ ਲੀਡਰ ਕੋਈ ਗਲਤੀ ਜਿਹੜੀ ਉਹ ਨਹੀਂ ਕਰ ਰਹੇ, ਤੇ ਇਸ ਕਰਕੇ ਇਹ ਵਖਰੇਵੇਂ ਭੁਲਾ ਕੇ ਅੱਗੇ ਵਧਣਾ ਪਊਗਾ। ਫੇਰ ਹੀ ਤੁਸੀਂ ਅੰਦੋਲਨ ਨੂੰ ਜਿਹੜਾ ਇਕਜੁੱਟਤਾ ਵੱਲ ਤੇ ਅੱਗੇ ਲਿਜਾ ਸਕਦੇ। ਹਾਂ ਬਿਲਕੁਲ ਜੀ। ਆਪਣੇ ਨਾਲ ਕਾਲਰ ਜੁੜੇ ਜੀ। ਹਾਂਜੀ 5326 ਸਵਾਗਤ ਹੈ ਵੀਰ ਜੀ। ਹਾਂਜੀ ਭਾਈ ਤੁਹਾਨੂੰ ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਜੀ। ਗਾਹਾਂ ਵਧੋ ਜੀ, ਹੁਣ ਬਹੁਤ ਹੋ ਗਿਆ ਦੀਪ ਦਾ, ਹੋਰ ਕੋਈ ਖਬਰ ਵੀ ਸੁਣਾਓ ਜੀ। ਓਕੇ ਜੀ, ਧੰਨਵਾਦ ਜੀ, ਧੰਨਵਾਦ। ਅਸੀਂ ਤਾਂ ਲੱਗੇ ਹੋਰ ਖਬਰਾਂ ਤੇ ਹਾਂ ਵੀਰ। ਚੱਲਦੇ ਜੀ ਆਪਾਂ ਅਗਲੀ ਖਬਰ ਤੇ। ਜਿਹੜੀ ਸੁਨੀਲ ਜਾਖੜ ਤੇ ਨਾਲ ਜਿਹੜਾ ਸੁਖਜਿੰਦਰ ਰੰਧਾਵਾ ਆਪਸ ਵਿੱਚ ਬਹਿਸ ਪੈ ਗਈ ਤਾਂ ਉਹਨਾਂ ਨੇ ਫਿਰ ਅਸਤੀਫਾ ਦੇ ਦਿੱਤਾ ਤੇ ਮੁੱਖ ਮੰਤਰੀ ਨੂੰ ਪਾੜ ਦਿੱਤਾ ਅਸਤੀਫੇ ਨੂੰ ਜੀ। ਦੇਖੋ ਜੀ, ਕੱਲ ਦੀ ਪੰਜਾਬ ਕੈਬਨਿਟ ਦੀ ਮੀਟਿੰਗ ਜਿਹੜੀ ਉਹ ਸੱਦੀ ਗਈ ਸੀ ਕਿ ਜਿਹੜਾ ਕੋਟਕਪੂਰਾ ਗੋਲੀकांड ਨੂੰ ਲੈ ਕੇ ਫੈਸਲਾ ਆਇਆ ਹਾਈ ਕੋਰਟ ਦਾ ਜੀ, ਹੁਣ ਇਹਦੇ ਤੇ ਅੱਗੇ ਕੀ ਕੀਤਾ ਜਾਵੇ, ਸੁਪਰੀਮ ਕੋਰਟ ਜਾਇਆ ਜਾਵੇ ਜਾਂ ਕੀ ਕਦਮ ਜਿਹੜੇ ਉਹ ਚੁੱਕੇ ਜਾਣ। ਤਾਂ ਉਸ ਸਮੇਂ ਕੈਬਨਿਟ ਮੀਟਿੰਗ ਦੇ ਵਿੱਚ ਕਿਸੇ ਨੇ ਗੱਲ ਕਰਤੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਕਿਹਨੇ ਰეკਮੈਂਡ ਕੀਤਾ ਸੀਗਾ ਸੈੱਟ 'ਚ ਪਾਉਣ ਵਾਸਤੇ। ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੈੱਟ 'ਚ ਪਾਇਆ ਜਾਵੇ। ਤਾਂ ਇਹਦੇ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 4 ਅਫਸਰ ਹੋਰ ਵੀ ਸੀ, 5 ਅਫਸਰ ਸੀਗੇ ਸੈੱਟ ਦੇ ਵਿੱਚ, ਇੱਕ ਮੈਂ ਰეკਮੈਂਡ ਕੀਤਾ, 4 ਕਿਹਨੇ ਰეკਮੈਂਡ ਕੀਤੇ ਸੀ ਉਹ ਦੱਸੋ। ਤੇ ਉਹਨਾਂ ਤੋਂ ਪੁੱਛਿਆ ਕਿਉਂ ਨਹੀਂ ਗਿਆ ਡੀਜੀਪੀ ਵੱਲੋਂ ਕਿ ਉਹ 4 ਨੇ ਜਾਂਚ ਦੇ ਵਿੱਚ ਉਸ ਹਿਸਾਬ ਦੇ ਨਾਲ ਕੰਮ ਨਹੀਂ ਕੀਤਾ, ਜਾਂਚ ਰਿਪੋਰਟ ਦੇ ਉੱਪਰ ਦਸਤਖਤ ਨਹੀਂ ਕੀਤੇ, ਤੇ ਉਹ ਇਕੱਲੇ ਕਿਉਂ ਰਹੇ। ਜੇ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਮੈਂ ਰეკਮੈਂਡ ਕੀਤਾ ਸੀ, ਉਹ ਇਕੱਲਾ ਰਹਿ ਗਿਆ, ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਜਾਂਚ ਅੱਗੇ ਵਧਣ ਕਿਉਂ ਦਿੱਤੀ, ਉਹਨੂੰ ਹਮੇਸ਼ਾ ਥਾਪੜਾ ਜਿਹੜਾ ਉਹ ਕਿਉਂ ਦਿੱਤਾ। ਤੇ ਇਸ ਕਰਕੇ ਜੇ ਮੈਂ ਕਸੂਰਵਾਰ ਆ, ਮੈਂ ਗਲਤ ਲੱਗਦਾ, ਤਾਂ ਮੇਰਾ ਅਸਤੀਫਾ ਜਿਹੜਾ ਪਿਆਗਾ ਇਹ ਤੁਸੀਂ ਮਨਜ਼ੂਰ ਕਰ ਲਓ, ਮੈਂ ਕੈਬਨਿਟ ਦੇ ਵਿੱਚ ਜਿਹੜਾ ਉਹ ਰਹਿਣਾ ਹੀ ਨਹੀਂ ਹੈਗਾ। ਤਾਂ ਉਸੇ ਦੌਰਾਨ ਕੈਬਨਿਟ ਮੀਟਿੰਗ ਜਿਹੜੀ ਉਹ ਖਤਮ ਹੋ ਗਈ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਜਿਹੜੇ ਅੰਦਰ ਆ ਗਏ ਸੀ। ਤਾਂ ਉਹਨਾਂ ਨੇ ਵੀ ਆ ਕੇ ਉਹੀ ਗੱਲ ਕਹੀ ਕਿ ਸਾਰੇ ਵਿਧਾਇਕ ਵੀ ਕਹਿ ਰਹੇ ਨੇ ਤੇ ਗਰਾਊਂਡ ਤੇ ਰਿਪੋਰਟ ਵੀ ਇਹ ਹੈ ਕਿ ਅਸੀਂ ਪਿੰਡਾਂ 'ਚ ਜਾਣ ਜੋਗੇ ਨਹੀਂ ਰਹੇ। ਲੋਕ ਸਾਨੂੰ ਪਿੰਡਾਂ ਦੇ ਵਿੱਚ ਪੁੱਛਦੇ ਹੋ ਕਿ ਤੁਸੀਂ ਕੀਤਾ ਕੀ। 4 ਸਾਲ ਜਾਂਚ ਚੱਲਦੀ ਰਹੀ ਤੇ ਹੁਣ ਜਦੋਂ ਨਤੀਜੇ ਦੀ ਆਸ ਸੀ ਤਾਂ ਜਾਂਚ ਰਿਪੋਰਟ ਜਿਹੜੀ ਉਹ ਰੱਦ ਹੋ ਗਈ। ਤੇ ਇਸ ਕਰਕੇ ਅਖਲਾਕੀ ਤੌਰ ਤੇ ਮੇਰਾ ਵੀ ਅਹੁਦੇ ਤੇ ਰਹਿਣ ਦਾ ਹੱਕ ਨਹੀਂ ਤੇ ਮੇਰਾ ਅਸਤੀਫਾ ਵੀ ਤੁਸੀਂ ਲੱਗਦੇ ਹੱਥ ਲਈ ਲਓ। ਤੇ ਇਹਦੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਵਿਧਾਇਕਾਂ ਦਾ ਅਸਤੀਫਾ ਜਿਹੜਾ ਉਹ ਪਾੜ ਦਿੱਤਾ। ਅਸਤੀਫਾ ਪਾੜਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਨਵੀਂ ਸੈੱਟ ਬਣਾਈ ਜਾਊਗੀ। ਤਾਂ ਹੁਣ ਨਵੀਂ ਸੈੱਟ ਟਾਈਮ ਬਾਉਂਡ ਕਿੰਨੇ ਸਮੇਂ ਦੇ ਵਿੱਚ ਜਾਂਚ ਕਰਦੀ ਹੈ, ਮੁੱਢ ਤੋਂ ਜਾਂਚ ਕਰੂਗੀ ਜਾਂ ਜਿਹੜੀਆਂ ਕਮੀਆਂ ਨੇ ਪਿਛਲੀ ਜਾਂਚ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਉਜਾਗਰ ਕਰਕੇ ਲੋਕਾਂ ਦੇ ਸਾਹਮਣੇ ਲਿਆਂਦਾ ਜਾਊਗਾ। ਇਹ ਹੁਣ ਮਸਲਾ ਗੰਭੀਰ ਹੈ। ਪਰ ਇਹਦੇ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਕਾਂਗਰਸੀ ਵਿਧਾਇਕਾਂ ਦੀ ਯਾਦ ਜਿਹੜੀ ਉਹ ਦੁਬਾਰਾ ਆਈ ਹੈ ਤੇ ਉਹਨਾਂ ਨੇ 2 ਦਿਨ ਹੁਣ ਲਗਾਤਾਰ ਕਾਂਗਰਸੀ ਵਿਧਾਇਕਾਂ ਦੇ ਨਾਲ ਮੀਟਿੰਗਾਂ ਕਰਨੀਆਂ ਨੇ। ਤੇ ਕਾਂਗਰਸੀ ਵਿਧਾਇਕਾਂ ਦੇ ਨਾਲ ਮੀਟਿੰਗ ਦੇ ਵਿੱਚ ਇਹੀ ਪੁੱਛਿਆ ਜਾ ਰਿਹਾ ਕਿ ਗਰਾਊਂਡ ਦੀ ਸਥਿਤੀ ਕੀ ਹੈ ਤੇ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੀਤਾ ਜਾ ਸਕਦਾ ਹੈ, ਕਿਉਂਕਿ ਸਿੱਟ ਬਣਾਉਣ ਦਾ ਫੈਸਲਾ ਜਿਹੜਾ ਉਹ ਪੰਜਾਬ ਸਰਕਾਰ ਨੇ ਲੈ ਲਿਆ ਪਰ ਸਮਾਂ 6 ਮਹੀਨੇ ਦਾ ਰਹਿ ਗਿਆ ਹੈਗਾ। ਇਸ ਕਰਕੇ ਇਲੈਕਸ਼ਨ ਸਿਰ ਤੇ ਹੈ ਤਾਂ ਸਿੱਟ ਦੇ ਵਿੱਚੋਂ ਉਮੀਦ ਘੱਟ ਹੈ ਕਿ ਨਿਕਲੂਗਾ ਕੁਛ। ਤਾਂ ਇਸ ਕਰਕੇ ਵਿਧਾਇਕਾਂ ਨੇ ਵੀ ਆਪਣਾ ਇਤਰਾਜ਼ ਜਿਹੜਾ ਮੁੱਖ ਮੰਤਰੀ ਦੇ ਨਾਲ ਜਤਾਇਆ ਗਾ। ਖੈਰ ਅਸਤੀਫਾ ਦਾ ਮੁੱਖ ਮੰਤਰੀ ਸਾਹਿਬ ਨੇ ਪਾੜ ਦਿੱਤਾ ਪਰ ਉਹਦੇ ਬਾਅਦ ਸੁਨੀਲ ਜਾਖੜ ਤੇ ਸੁਖਜਿੰਦਰ ਸਿੰਘ ਰੰਧਾਵਾ ਮੀਡੀਆ ਦੇ ਅੱਗੇ ਫਿਲਹਾਲ ਨਹੀਂ ਆਏ ਇਸ ਮਸਲੇ ਨੂੰ ਲੈ ਕੇ। ਬੇਸ਼ੱਕ ਕੈਬਨਿਟ ਮੀਟਿੰਗ ਬਾਰੇ ਉਹਨਾਂ ਨੇ ਦੱਸਿਆ ਪਰ ਜਦੋਂ ਇਹ ਮਸਲਾ ਭਖਿਆ ਇਹਦੇ ਬਾਅਦ ਉਹਨਾਂ ਨੇ ਜਿਹੜੀ ਗੱਲਬਾਤ ਉਹ ਨਹੀਂ ਕੀਤੀ ਅੱਗੇ। ਹਾਂ ਬਿਲਕੁਲ ਜੀ। ਬਹਿਬਲ ਕਲਾਂ ਗੋਲੀकांड ਮਾਮਲੇ ਦੀ ਸੁਣਵਾਈ ਕਹਿੰਦੇ 18 ਮਈ ਤੱਕ ਮੁਲਤਵੀ ਹੈ ਜੀ। ਦੇਖੋ ਜੀ, ਜਦੋਂ ਕੋਟਕਪੂਰਾ ਗੋਲੀकांड ਦੀ ਜਾਂਚ ਰਿਪੋਰਟ ਜਿਹੜੀ ਉਹ ਰੱਦ ਹੋਈ ਹਾਈ ਕੋਰਟ ਦੇ ਵਿੱਚੋਂ ਤਾਂ ਉਹਦੇ ਬਾਅਦ ਜਿਹੜੇ ਬਾਕੀ ਆਰੋਪੀ ਨੇ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਤਾਂ ਉਹਨਾਂ ਨੇ ਵੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਕੋਟਕਪੂਰਾ ਗੋਲੀकांड ਵਾਂਗੂ ਹੀ ਬਹਿਬਲ ਕਲਾਂ ਗੋਲੀकांड ਮਾਮਲੇ ਦੀ ਜਾਂਚ ਕੀਤੀ ਗਈ ਹੈ ਤੇ ਇਸ ਕਰਕੇ ਇਹ ਰਿਪੋਰਟ ਵੀ ਜਿਹੜੀ ਉਹ ਰੱਦ ਕੀਤੀ ਜਾਵੇ। ਪੰਜਾਬ ਸਰਕਾਰ ਨੇ ਉੱਥੇ ਸਮਾਂ ਮੰਗਿਆ ਸੀਗਾ ਹਾਈ ਕੋਰਟ ਦੇ ਵਿੱਚ, ਉਹਨਾਂ ਨੂੰ ਸਮਾਂ ਮਿਲਿਆ ਵੀ ਕਿ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈ ਹੁਣ 13 ਮਈ ਨੂੰ ਹੋਣੀ ਹੈਗੀ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਸਮਾਂ ਮਿਲਿਆ। ਪਰ ਨਾਲੋਂ ਨਾਲ ਜਿਹੜਾ ਸੈਸ਼ਨ ਕੋਰਟ ਹੈ ਫਰੀਦਕੋਟ ਤਾਂ ਉੱਥੇ ਬਹਿਬਲ ਕਲਾਂ ਗੋਲੀकांड ਮਾਮਲੇ ਦੀ ਸੁਣਵਾਈ ਅੱਜ ਸੀਗੀ ਜਿਹੜੀ ਕਿ ਜੱਜ ਹਰਵੰਸ ਸਿੰਘ ਲੇਖੀ ਦੀ ਬੈਂਚ ਕੋਲੇ ਹੈ। ਤਾਂ ਉੱਥੇ ਸਿਰਫ ਇੱਕ ਹੀ ਮੁਲਜ਼ਮ ਹਾਜ਼ਰ ਹੋਇਆ, ਬਾਕੀ ਮੁਲਜ਼ਮ ਜਿਹੜੇ ਉਹ ਨਹੀਂ ਹਾਜ਼ਰ ਹੋਏ। ਤਾਂ ਉਹਦੇ ਬਾਅਦ ਜਿਹੜਾ ਵਕੀਲ ਸੀ ਮੁਲਜ਼ਮਾਂ ਦੇ ਪੱਖ ਦਾ ਉਹਨੇ ਇਹੀ ਕਿਹਾ ਕਿ ਸਾਡਾ ਜਿਹੜਾ ਸੀ ਰਿਪੋਰਟ ਰੱਦ ਕਰਵਾਉਣ ਨੂੰ ਲੈ ਕੇ, ਚਾਰਜ ਸ਼ੀਟ ਰੱਦ ਕਰਵਾਉਣ ਨੂੰ ਲੈ ਕੇ ਹਾਈ ਕੋਰਟ ਵਿਖੇ ਕੇਸ ਲਾਇਆ ਗਿਆ ਜਿਹਦੀ ਸੁਣਵਾਈ 13 ਮਈ ਨੂੰ ਹੈ। ਇਸ ਕਰਕੇ ਜਿਹੜੀ ਬਹਿਬਲ ਕਲਾਂ ਗੋਲੀकांड ਮਾਮਲੇ ਦੀ ਸੁਣਵਾਈ ਹੈ ਉਹ ਫਰੀਦਕੋਟ ਸੈਸ਼ਨ ਕੋਰਟ ਜਿਹੜੀ ਹੈ ਉਹ 13 ਮਈ ਤੋਂ ਬਾਅਦ ਕਰੇ ਕਿਉਂਕਿ ਉਸ ਸਮੇਂ ਤੱਕ ਰਿਪੋਰਟ ਰੱਦ ਕਰਨ ਨੂੰ ਲੈ ਕੇ ਜਾਂ ਰੱਦ ਕਰਨੀ ਹੈ ਜਾਂ ਨਹੀਂ ਕਰਨੀ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਫੈਸਲਾ ਆ ਜਾਣਾਗਾ। ਤੇ ਇਸ ਕਰਕੇ ਫਿਰ ਬਹਿਬਲ ਕਲਾਂ ਗੋਲੀकांड ਮਾਮਲੇ ਦੀ ਸੁਣਵਾਈ ਜਿਹੜੀ ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ ਹੈ ਉਹ 18 ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਹਾਂ ਬਿਲਕੁਲ ਜੀ ਅਰਸ਼, ਇਦਾਂ ਹੀ ਹੋਲਡ ਰੱਖਿਓ ਜੀ। ਇੱਕ ਸਮਾਂ ਕਮਰਸ਼ੀਅਲ ਬ੍ਰੇਕ ਦਾ, ਤੇ ਉਸ ਤੋਂ ਬਾਅਦ ਆਪਾਂ ਲੋਕਲ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਉਸ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਨਾਲ ਜੁੜਦੇ ਹਾਂ। ਇਦਾਂ ਹੋਲਡ ਰੱਖਿਓ ਪਲੀਜ਼। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ, ਤੇ ਨਾ ਹੀ ਕੈਂਸਲੇਸ਼ਨ ਚਾਰजेस, ਤੇ ਹੋਰ क्रेडिट चेक भी नहीं लगेगा। मंथली चार्जेस $14.28 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक। की गल अंकल जी, बड़े परेशान हो? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। जी हाँ, ज्योतिष गुरु बलदेव सिंह, जो महादशा, अंतरदशा, नजर दोष, वास्तु, गंडमूल दोष, घरेलू कलेश, जादू टोना, पति पत्नी दा झगड़ा, तलाक दी नौबत आउणा, सौतन दुश्मन तो छुटकारा, संतान कहने तो बाहर होना, ब्याज देरी, PR ना मिलना, बैंड घट होना, लॉटरी ना लगना, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। आज ही कॉल करो 7427047267 742 704 7267। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ, ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ? ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। प्रॉपर्टी रेट होवे उत्ते या थल्ले, रॉयल लीपेज वाले हरपाल भल्ला हमेशा कराउंदे ने बल्ले बल्ले। ਇਹਨਾਂ ਕੋਲ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ, ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰॉयल ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। बेस्ट कैनेडियन राइड सर्विस टोरंटो तो मॉन्ट्रियल ते मॉन्ट्रियल तो टोरंटो, जिथे भी घुम्मण दा मन होवे बस एक कॉल ते हाजिर ते सोने ते सुहागा पार्सल्स भी डिलीवर करते ने हर रोज मॉर्निंग, आफ्टरनून एंड इवनिंग, सवेरे दोपहर शाम 24 घंटे सर्विस। कॉल 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬਰੈਂਪਟਨ। ਸਰਵਿਸ 2 ਲੋਕੇਸ਼ਨ। कॉल महावीर बाट 9054994314 905 499 4314। क्या बात बई, गड्डी ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ।
टेंशन, क्योंकि बस आज ही आओ पील ऑटो कलीजन। 14 Hill Road, Brampton. Call Darbara Singh 9054591300. 905 459 1300। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 9057998877 ਸੋਫਾ ਸਟੂਡੀਓ। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 647-786-2012. 647 786 2012। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ 'ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ 'ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਿਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। की टू हैप्पीनेस इज फाइंडिंग द राइट होम। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ ਆਰਬੀਸੀ ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 647-285-9119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, broker license number 10530। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਾਂ ਤੁਹਾਡੇ ਨਾਲ ਲੋਕਲ ਖਬਰਾਂ ਲੈ ਕੇ ਜੁੜ ਚੁੱਕੇ। ਲੋਕਲ ਖਬਰਾਂ ਨੂੰ ਸਪਾਂਸਰ ਕੀਤਾ ਜੀ G&G ਟਰੱਕਿੰਗ ਸੋਲੂਸ਼ਨ ਨੇ। ਤੁਸੀਂ ਅਥਾਰਟੀਆਂ CVR IFTA US ਡਾਟ ਲੈਣਾ ਚਾਹੁੰਦੇ ਹੋ, ਡਰੱਗ ਟੈਸਟ ਕਰਾਉਣੀ ਚਾਹੁੰਦੇ ਜਾਂ ਤੁਹਾਡੇ ਟਰੱਕਾਂ ਦੀ ਇੰਸ਼ੋਰੈਂਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ CVR ਦੇ ਪੁਆਇੰਟ ਉੱਡਦੇ ਜਾਂ ਕੋਈ ਐਕਸੀਡੈਂਟ ਹੁੰਦਾ, ਇੰਸ਼ੋਰੈਂਸ ਕਿਉਂ ਵੱਧਦੀ ਆ, ਪੂਰੀ ਜਾਣਕਾਰੀ ਲੈ ਸਕਦੇ ਹੋ ਇੱਕੋ ਛੱਤ ਦੇ ਹੇਠਾਂ। 905 461 2525 ਤੇ ਤਨਵੀਰ ਢੱਡਾ ਉਹਨਾਂ ਨੂੰ ਕਾਲ ਕਰ ਲਓ। ਤੇ ਇਸ ਦੇ ਨਾਲ ਹੀ ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ 514 566 0055 ਤੇ ਕਾਲ ਕੀਤੀ ਜਾ ਸਕਦੀ ਆ। ਘਰ ਖਰੀਦਣਾ, ਵੇਚਣਾ, ਕੋਈ ਗੈਸ ਸਟੇਸ਼ਨ ਲੈਣਾ, ਕੋਈ ਪਾਰਕਿੰਗ ਲਾਟ ਲੈਣਾ ਚਾਹੁੰਦੇ ਹੋ, ਪੰਕਜ ਸਪਰਾ ਜੀ ਮੈਕਸ ਰਿਐਲਿਟੀ ਨਾਲ ਕੰਮ ਕਰਦੇ 416 722 2385 ਤੇ ਬੈਸਟ ਕੁਆਲਿਟੀ ਦੇ ਵਿੱਚ ਫਰਨੀਚਰ ਲੈਣਾ, 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ ਜੀ। ਬੜੀ ਵੱਡੀ ਸੇਲ ਲਾਈ ਹੋਈ ਆ ਸਟੀਫਨ ਫਰਨੀਚਰ ਵਾਲਿਆਂ ਨੇ। 905 790 0560। ਜੇ ਫੋਨ ਲਵਾਉਣਾ ਚਾਹੁੰਦੇ $14.28 ਦੇ ਵਿੱਚ, ਸਿਰਫ $14.28 'ਚ ਘਰ ਦਾ ਫੋਨ। ਤਿੰਨਾਂ ਸੈੱਲ ਫੋਨਾਂ 'ਤੇ ਤੁਸੀਂ ਐਪ ਡਾਊਨਲੋਡ ਕਰਕੇ 60 ਕੰਟਰੀਆਂ ਨੂੰ ਫੋਨ ਕਰ ਸਕਦੇ ਹੋ। ਕਾਲ ਕਰਨੀ ਪ੍ਰਿਆ ਜੀ ਨੂੰ 647 649 4000 ਤੇ। ਆਪਾਂ ਚੱਲਦੇ ਜੀ ਲੋਕਲ ਖਬਰਾਂ 'ਤੇ। ਜਿਹੜੇ ਕੇਸ ਆਏ ਆ ਟੋਟਲ ਜੀ 3510 ਤੇ ਡੈਥ ਹੋਈਆਂ 24 ਤੇ ਟੈਸਟ ਹੋਏ ਆ ਬਹੁਤ ਥੋੜੇ ਹੋਏ ਜੀ 33822 ਤੇ ਟੋਰਾਂਟੋ ਦੇ ਵਿੱਚ 1015, ਪੀਲ 909, ਯਾਰਕ ਰੀਜਨ 391, ਡਰਹਮ 244 ਤੇ ਆਟਵਾ 206 ਤੇ ਕਿਊਬਿਕ ਦੇ ਵਿੱਚ 899 889 ਕਿਉਂਕਿ ਉੱਥੇ ਸ਼ਾਮ ਨੂੰ ਕਰਫਿਊ ਲੱਗਾ ਹੋਇਆ ਜੀ, ਉਹਦਾ ਬਹੁਤ ਜ਼ਿਆਦਾ ਪ੍ਰਭਾਵ ਆ। ਤੁਹਾਡੇ ਸਾਹਮਣੇ ਕਿੱਥੇ 3510, ਕਿੱਥੇ 889 ਤੇ ਡੈਥ ਹੋਈਆਂ 8 ਉੱਥੇ, ਆਪਣੇ 24 ਤੋਂ ਉੱਥੇ 8। ਟੋਰਾਂਟੋ ਦੇ ਵੁੱਡਬਾਈਨ ਤੇ ਉਹ ਕੋਰਨਰ ਤੇ ਜਾਣੀ ਕਿ 2 ਅਪ੍ਰੈਲ ਤੋਂ ਇੱਕ 54 ਸਾਲਾ ਵਿਅਕਤੀ ਉਹ ਮਿਸਿੰਗ ਸੀਗਾ। ਉਸ ਦੀ ਆਪਣੀ ਕਾਰ ਦੇ ਵਿੱਚੋਂ ਲਾਸ਼ ਮਿਲੀ ਹੈ ਜੀ ਉਹਦੀ, ਤੇ ਪੁਲਿਸ ਨੇ 40 ਸਾਲਾ ਵਿਅਕਤੀ ਨੂੰ ਸੈਕੰਡ ਡਿਗਰੀ ਦੇ ਵਿੱਚ ਚਾਰਜ ਕੀਤਾ ਹੈ। ਹੁਣ ਅੰਟਾਰੀਓ ਦੀਆਂ ਕੁਝ ਫਾਰਮੇਸੀਆਂ ਜਿਹੜੀਆਂ ਫਾਈਜ਼ਰ ਦੀ ਵੈਕਸੀਨ ਲਗਾਉਣੀ ਸ਼ੁਰੂ ਕਰ ਦੇਣਗੀਆਂ ਨੈਕਸਟ ਵੀਕ ਤੋਂ। ਪਾਇਲਟ ਪ੍ਰੋਜੈਕਟ ਆ ਜੀ ਉਹਦੇ ਅਧੀਨ। ਇਸ ਦਾ ਕਾਰਨ ਆ ਵੀ ਐਸਟਰਾਜੈਨੇਕਾ ਦੀ ਸ਼ਿਪਮੈਂਟ ਨਾ ਪਹੁੰਚਣ ਕਾਰਨ ਹੁਣ ਫਾਈਜ਼ਰ ਦੀ ਵੈਕਸੀਨ ਜਿਹੜੀ ਲੱਗੇਗੀ। 2 ਸ਼ਿਪਮੈਂਟਾਂ ਜਿਹਦੇ 'ਚ 6 ਲੱਖ ਡੋਜ਼ਜ਼ ਆਉਣੀਆਂ ਸੀਗੀਆਂ ਐਸਟਰਾਜੈਨੇਕਾ ਦੀਆਂ, ਉਹ ਨਹੀਂ ਆਈਆਂ ਜੀ। ਫਾਰਮੇਸੀਆਂ ਦੇ ਵਿੱਚ ਜਿਹੜੀ ਫਾਈਜ਼ਰ ਦੀ ਵੈਕਸੀਨ ਉਹਦੀ ਸਟੋਰੇਜ ਵਾਸਤੇ ਪ੍ਰੋਬਲਮ ਆ ਰਹੀ ਹੈ, ਉਹ ਕਾਫੀ ਮਾਈਨਸ ਟੈਂਪਰੇਚਰ ਦੇ ਵਿੱਚ ਹੁੰਦੀ ਹੈ ਜੀ, ਤੇ ਹੁਣ ਵੇਟ ਕੀਤੀ ਜਾ ਰਹੀ ਹੈ ਜੀ ਐਸਟਰਾਜੈਨੇਕਾ ਦੀ। ਮੌਂਟਰੀਅਲ ਦੇ ਵਿੱਚ ਮੈਨਸ਼ਨ ਹਾਊਸ ਜਿਹੜਾ ਕਾਫੀ ਵੱਡਾ ਹਾਊਸ ਹੁੰਦਾ ਜੀ, ਜਿਹਨੂੰ ਮੈਨਸ਼ਨ ਹਾਊਸ ਕਹਿ ਦਿੰਦੇ ਆ, ਅੰਡਰ ਕੰਸਟਰਕਸ਼ਨ ਸੀਗਾ, ਉਸ ਨੂੰ ਅੱਗ ਲੱਗ ਗਈ। ਕੰਸਟਰਕਸ਼ਨ ਸਾਈਟ ਤੇ 2 ਵਿਅਕਤੀ ਦੇਖੇ ਗਏ ਤੇ ਪੁਲਿਸ ਨੇ ਕਿਹਾ ਕਿ ਸ਼ਾਇਦ ਜਾਣ ਕੇ ਅੱਗ ਲਗਾਈ ਗਈ ਆ। ਹਾਲੇ ਤੱਕ ਕਿਸੇ ਨੂੰ ਵੀ ਚਾਰਜ ਜਾਂ ਅਰੈਸਟ ਨਹੀਂ ਕੀਤਾ। ਇਹ ਘਰ ਜਿਹੜਾ ਕੋ ਓਨਰ ਪੋਰਨ ਹੱਬ ਵੈਬਸਾਈਟ, ਜਿਹੜੀਆਂ ਪੋਰਨ ਵੀਡੀਓ ਬਣਦੀਆਂ ਜੀ, ਉਹਦੇ ਹੱਬ ਵੈਬਸਾਈਟ ਦੇ ਜਿਹੜੇ ਐਗਜ਼ੈਕਟਿਵ
ਫੈਰਸ ਐਂਟੂਨ ਦਾ ਸੀਗਾ। ਕੰਪਨੀ ਨੇ ਦੱਸਿਆ ਕਿ ਇਹ ਘਰ ਜਿਹੜਾ ਵਿਕਾਊ ਲਾਇਆ ਸੀ ਜੀ ਵੇਚਣ ਲਈ 19.8 ਮਿਲੀਅਨ ਦਾ ਸੇਲ ਤੇ ਲਾਇਆ ਹੋਇਆ ਸੀਗਾ। ਪ੍ਰੈਜ਼ੀਡੈਂਟ ਜੋ ਬਾਈਡਨ CDC ਦੀ ਗਾਈਡਲਾਈਨ ਜਿਹੜੀ ਮਾਸਕ ਬਾਰੇ ਅੱਜ ਜਾਰੀ ਕਰਨਗੇ। ਸੋਰਸ ਤੋਂ ਪਤਾ ਲੱਗਾ ਕਿ ਆਊਟਸਾਈਡ ਵੀ ਜਿਹੜੇ ਹੁਣ ਅਮਰੀਕਾ ਦੇ ਵਿੱਚ ਮਾਸਕ ਪਾ ਕੇ ਰੱਖਣਾ ਪਵੇਗਾ। ਅੱਜ ਅਨਾਉਂਸ ਤੋਂ ਬਾਅਦ ਇਹ ਸਾਰਾ ਕੁਝ ਪਤਾ ਲੱਗ ਜੂ, ਕਿਉਂਕਿ ਪ੍ਰਕੋਪ ਕਾਫੀ ਜ਼ਿਆਦਾ ਵੱਧ ਰਿਹਾ ਤੇ ਅਮਰੀਕਾ ਦੇ ਵਿੱਚ ਕਈ ਸਟੇਟਾਂ ਨੇ ਬਿਲਕੁਲ ਮਾਸਕ ਹੀ ਬੰਦ ਕਰ ਦਿੱਤਾ ਜੀ। ਕੈਂਸਰ ਸਿਟੀ ਹੈ ਮਸੂਰੀ ਦੇ ਵਿੱਚ, ਉੱਥੇ ਇੱਕ ਸ਼ੂਟਿੰਗ ਹੋਈ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਤੇ 3 ਬੁਰੀ ਤਰ੍ਹਾਂ ਜ਼ਖਮੀ ਹੋਏ ਆ। ਕੈਂਸਰ ਸਿਟੀ ਦੀ ਪੁਲਿਸ ਨੇ ਦੋਸ਼ੀਆਂ ਬਾਰੇ ਦੱਸਣ ਵਾਲੇ ਨੂੰ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਗਾ, ਜਿਹੜਾ ਕਹਿੰਦੇ ਸਾਨੂੰ ਸੂਹ ਦੇਊਗਾ ਉਹਨੂੰ $25,000 ਦਾ ਇਨਾਮ ਦਿੱਤਾ ਜਾਵੇਗਾ। ਅਮਰੀਕਾ ਦਾ ਬਲੈਕ ਮੂਲ ਦਾ ਰੈਪਰ ਸੀਗਾ ਕੈਨ ਵੈਸਟ, ਵਾਲੇ ਜਾਣਦੀ ਹੈ ਜੀ, ਬਹੁਤ ਬਿਲੀਅਨਰ ਬੰਦਾ ਉਹ। ਕੈਨ ਵੈਸਟ ਜਿਹੜਾ ਉਹਨੇ ਨਾਈਕ 에ਅਰ ਈਜ਼ੀ ਇੱਕ ਸ਼ੂ ਸੀਗਾ ਉਹਦਾ, ਜਿਹੜਾ 2008 ਦੇ ਵਿੱਚ ਸੀਗਾ, ਉਹਨੇ ਉਹਨੂੰ ਵੇਚਿਆ ਜੀ। ਉਹਦੀ ਸੇਲ ਲਾਇਆ ਤੇ ਸੇਲ ਜਿਹੜਾ ਵਿਕਿਆ ਜੀ $1.8 ਮਿਲੀਅਨ ਦਾ ਆ। ਇਹ ਜਿਹੜਾ ਇੱਕ ਪੇਅਰ ਵਿਕਿਆ, ਕਿਸੇ ਨੇ ਖਰੀਦਿਆ ਹੋਣਾ ਤੇ ਕਹਿੰਦੇ ਹੁਣ ਤੱਕ ਦਾ ਮੋਸਟ ਐਕਸਪੈਂਸਿਵ ਸਨੇਕਰ ਇਨ ਦਾ ਵਰਲਡ ਆ ਜੀ। ਇਹ ਸ਼ੂ ਜਿਹੜਾ ਰੈਪਰ ਨੇ 2008 ਦੇ ਵਿੱਚ 50ਵਾਂ ਐਨੂਅਲ ਜਿਹੜਾ ਗ੍ਰੈਮੀ ਅਵਾਰਡ ਆ ਜੀ ਉਹਦੇ ਵਿੱਚ ਪਾਇਆ ਸੀਗਾ। 50ਵਾਂ ਐਨੂਅਲ ਗ੍ਰੈਮੀ ਅਵਾਰਡ ਉਹਦੇ ਵਿੱਚ ਪਾਇਆ ਸੀ। ਹੁਣ ਇਹਦੇ ਨਾਲ ਦੇ ਕਹਿੰਦੇ ਸ਼ੂ ਨਹੀਂ ਮਿਲਦੇ। ਅਲਬਰਟਾ ਦੇ ਹੈਲਥ ਮਿਨਿਸਟਰ ਟਾਇਲਰ ਸ਼ੈਂਟਰੂ ਨੇ ਕਿਹਾ ਕਿ ਅਲਬਰਟਾ ਦੇ ਮੀਟ ਪੈਕੇਜਿੰਗ ਪਲਾਂਟ ਦੇ ਵਿੱਚ 15,000 ਵਰਕਰ ਨੂੰ ਜਿਹੜਾ ਅਕਰੋਸ ਦਾ ਪ੍ਰੋਵਿੰਸ ਜਿਹੜੀ ਵੈਕਸੀਨ ਉਹ ਦਿੱਤੀ ਜਾਊਗੀ। ਜਿੰਨੀਆਂ ਵੀ ਉਹਨਾਂ ਦੀਆਂ ਕੰਪਨੀਆਂ ਉਹਦੇ ਵਿੱਚ ਵੈਕਸੀਨ ਦੇਣੀ ਸ਼ੁਰੂ ਕਰ ਦੇਣੀ ਹੈ ਜੀ। ਅੰਟਾਰੀਓ ਦੇ ਪ੍ਰੀਮੀਅਰ ਡਾਗਫੋਰਡ ਤੇ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਪ੍ਰੀਮੀਅਰ ਦੀ ਆਪਸ ਵਿੱਚ ਗੱਲਬਾਤ ਹੋਈ ਆ ਤੇ ਨਿਊ ਫਾਊਂਡਲੈਂਡ ਦੇ ਪ੍ਰੀਮੀਅਰ ਐਂਡਰੂ ਫਰੇ ਨੇ ਦੱਸਿਆ ਕਿ ਅਸੀਂ 9 ਹੈਲਥ ਕੇਅਰ ਜਿਹੜੇ ਪ੍ਰੋਫੈਸ਼ਨਲ ਆ, ਜਿਹੜੇ ਡਾਕਟਰ ਆ, ਜਿਹੜੇ ਪਰਫੈਕਟ ਆ ਇਹਦੇ ਵਾਸਤੇ, ਉਹ ਅੱਜ ਭੇਜੇ ਆ ਜੀ ਤੇ ਅੰਟਾਰੀਓ ਪਹੁੰਚ ਜਾਣਗੇ ਅੱਜ। ਪ੍ਰੀਮੀਅਰ ਐਂਡਰੂ ਫਰੇ ਨੇ ਕਿਹਾ ਕਿ ਇਹਨਾਂ 9 ਦੇ ਵਿੱਚੋਂ ਇੱਕ ਮੇਰੀ ਵਾਈਫ ਡਾਕਟਰ ਅਲੀਸ਼ਨ ਫਰੇ ਵੀ ਆ। ਦੇਖ ਲਓ ਕਿੱਡੇ ਚੰਗੇ ਲੋਕ ਆ ਜੀ। ਉਹਨਾਂ ਨੇ ਆਪਣੀ ਵਾਈਫ ਜਿਹੜੀ ਉਹ ਡਾਕਟਰ ਆ ਉਹਨੂੰ ਵੀ ਭੇਜਿਆ। ਇਹਨਾਂ ਲੋਕਾਂ ਦੇ ਵਿੱਚ ਕਿੰਨੀ ਇਨਸਾਨੀਅਤ ਆ, ਸਭ ਤੋਂ ਜ਼ਰੂਰੀ ਇਨਸਾਨੀਅਤ ਆ। ਤੇ ਇੱਕ ਮੁੱਖ ਮੰਤਰੀ ਆਪਣੀ ਵਾਈਫ ਨੂੰ ਵੀ ਭੇਜ ਰਿਹਾ ਜਾ ਕੇ ਸੇਵਾ ਕਰ। ਵਿਨੀਪੈਗ ਦੇ ਸਕੂਲ ਜਿਹੜੇ ਉਹ ਸ਼ਿਫਟ ਹੋ ਕੇ ਰਿਮੋਟ ਲਰਨਿੰਗ ਤੇ ਜਾ ਰਹੇ ਆ ਜੀ। ਹੋਲੀ ਕ੍ਰਾਸ ਸਕੂਲ ਦੀ ਵੈਬਸਾਈਟ ਤੇ ਉਹਨਾਂ ਨੇ ਕਿਹਾ ਕਿ ਇਹ ਕਿੰਡਰਗਾਰਟਨ ਤੋਂ 8 ਗ੍ਰੇਡ ਤੱਕ ਜਿਹੜਾ ਉਹ ਰਿਮੋਟ ਲਰਨਿੰਗ ਤੇ ਰਹਿਣਗੇ ਅੰਟਿਲ ਫਰਦਰ ਨੋਟਸ ਤੱਕ। ਉਸ ਤੋਂ ਬਾਅਦ ਜੇ ਪਤਾ ਲੱਗੂਗਾ ਵੀ ਕਦੋਂ ਖੁੱਲ੍ਹਦੇ ਆ ਇਹ। ਵੈਨਕੂਵਰ ਦੇ 2 ਟੀਨਏਜਰ ਗਰੁੱਪਾਂ ਦੇ ਵਿੱਚ ਪਾਰਕ ਦੇ ਵਿੱਚ ਲੜਾਈ ਹੋਈ। ਅਕਸਰ ਹੀ ਦੇਖਿਆ ਜੀ ਉੱਥੇ ਗਰੁੱਪਾਂ ਦੇ ਵਿੱਚ ਲੜਾਈ ਹੁੰਦੀ ਆ। ਜਿਹੜੇ ਏਸ਼ੀਅਨ ਮੂਲ ਦੇ ਵੀ ਆ, ਚੀਨੇ ਗਰੁੱਪ ਬਣੇ ਹੋਏ ਆ, ਉੱਥੇ ਗੈਂਗਸਟਰ ਬਣੇ ਹੋਏ ਆ ਜੀ। ਪਰ ਇਹ ਟੀਨਏਜਰ ਸੀਗੇ, ਉਹਨਾਂ ਦੇ ਵਿੱਚ ਲੜਾਈ ਹੋਈ ਹੈ ਤੇ ਸਟੈਬਿੰਗ ਹੋਈ, ਜਿਹਦੇ ਵਿੱਚ ਇੱਕ 15 ਸਾਲਾ ਲੜਕੇ ਦੀ ਹਸਪੀਟਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ ਤੇ ਪੁਲਿਸ ਨੇ 14 ਸਾਲਾ ਲੜਕੇ ਨੂੰ ਅਰੈਸਟ ਕੀਤਾ। ਦੇਖੋ ਨਿੱਕੇ ਨਿੱਕੇ ਬੱਚੇ ਆ ਜੀ, ਕਿੰਨਾ ਜ਼ਹਿਰ ਭਰਿਆ ਹੋਇਆ ਲੋਕਾਂ ਦੇ ਵਿੱਚ। ਉਹਨੂੰ 14 ਸਾਲਾ ਲੜਕੇ ਨੂੰ ਅਰੈਸਟ ਕੀਤਾ। ਅੰਡਰ ਏਜ ਹੋਣ ਕਾਰਨ ਉਹਦਾ ਨਾਂ ਡਿਕਲੇਅਰ ਨਹੀਂ ਕੀਤਾ ਗਿਆ। ਸ਼ਾਇਦ ਕੁਛ ਘਾਟ ਰਹਿ ਜਾਂਦੀ ਹੈ ਜੀ ਪੇਰੈਂਟਸ ਵੱਲੋਂ ਬੱਚਿਆਂ ਦੇ ਪਰਵਰਿਸ਼ ਦੇ ਵਿੱਚ, ਜਾਂ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ, ਜਾਂ ਸੋਸਾਇਟੀ ਇੱਦਾਂ ਦੀ ਹੁੰਦੀ ਹੈ ਜਦੋਂ ਇੱਦਾਂ ਦੀ ਗੱਲਬਾਤ ਹੁੰਦੀ ਹੈ। ਨਹੀਂ ਹੋਣੇ ਚਾਹੀਦੇ ਇੱਦਾਂ ਦੇ ਵਰਤਾਰੇ। ਡਾਗਫੋਰਡ ਸਰਕਾਰ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਸੀ ਕਿ ਸਾਨੂੰ ਮਿਲਟਰੀ ਦੀ ਹੈਲਪ ਲੈਣੀ ਚਾਹੀਦੀ ਆ। ਸਾਡੇ ਹੱਥੋਂ ਜਿਹੜਾ ਆਊਟ ਆਫ ਕੰਟਰੋਲ ਹੋ ਰਿਹਾ, ਜਿਹੜੇ ਕੋਵਿਡ ਦੇ ਕੇਸ ਵੱਧ ਰਹੇ ਆ, ਲੋਕ ਘਰਾਂ ਦੇ ਵਿੱਚ ਨਹੀਂ ਟਿਕ ਰਹੇ। ਹੁਣ ਕੈਨੇਡਾ ਸਰਕਾਰ ਨੇ 3 ਮਿਲਟਰੀ ਦੀਆਂ ਟੀਮਾਂ ਹੈਲਪ ਵਾਸਤੇ ਅੰਟਾਰੀਓ ਦੇ ਭੇਜ ਦਿੱਤੀਆਂ ਤੇ ਅਨਾਊਂਸਮੈਂਟ ਜਿਹੜੀ ਆ ਕੱਲ੍ਹ ਮਿਨਿਸਟਰ ਆਫ ਪਬਲਿਕ ਸੇਫਟੀ ਬਿਲ ਬਲੇਅਰ ਨੇ ਕੀਤੀ ਸੀਗੀ। ਅੰਟਾਰੀਓ ਨੇ ਕੱਲ੍ਹ ਦੱਸਿਆ ਕਿ ਐਸਟਰਾਜੈਨਕਾ ਵੈਕਸੀਨ ਨਾਲ ਕੱਲ੍ਹ ਤੀਸਰਾ ਕੇਸ ਬਲੱਡ ਕਲਾਉਡ ਦਾ ਸਾਹਮਣੇ ਆ ਗਿਆ ਜੀ। ਅੰਟਾਰੀਓ ਦੇ ਚੀਫ ਮੈਡੀਕਲ ਅਫੀਸਰ ਡਾਕਟਰ ਡੇਵਿਡ ਵਿਲੀਅਮ ਨੇ ਦੱਸਿਆ ਕਿ 70 ਸਾਲਾ ਵਿਅਕਤੀ ਜਿਹੜਾ ਬਲੱਡ ਕਲਾਉਡ ਦੇ ਨਾਲ ਹੁਣ ਸਫਰ ਕਰ ਰਿਹਾ ਜੀ। ਦੇਖੋ ਕਿੱਦਾਂ ਦੇ ਹਾਲਾਤ ਹੁੰਦੇ ਆ। ਪਰ ਹੁਣ ਤੱਕ ਕੈਨੇਡਾ ਦੇ ਵਿੱਚ 6 ਕੇਸ ਆ ਚੁੱਕੇ ਆ, 3 ਅੰਟਾਰੀਓ, 1 ਕਿਊਬਕ, 1 BC ਤੇ 1 ਅਲਬਰਟਾ ਦੇ ਵਿੱਚ। ਅੰਟਾਰੀਓ ਦੇ ਵਿੱਚ ਸਟੇ ਐਟ ਹੋਮ ਦੇ ਆਰਡਰ ਲੱਗੇ ਹੋਣ ਦੇ ਬਾਵਜੂਦ ਵੀ ਲੋਕ ਇਕੱਠੇ ਹੋ ਕੇ ਪਾਰਟੀਆਂ ਕਰਨ ਤੋਂ ਡਰਦੇ ਹੀ ਨਹੀਂ। ਪਤਾ ਨਹੀਂ ਕਿਹੜੀ ਚੀਜ਼ ਦੀ ਉਡੀਕ ਕਰਦੇ ਆ ਜੀ। ਸ਼ਾਇਦ ਮੌਤ ਨੂੰ ਵੀ ਨਹੀਂ, ਲੋਕ ਮੌਤ ਵੀ ਨਹੀਂ ਡਰਦੇ। ਇਸ ਵੀਕਐਂਡ ਤੇ ਟੋਰਾਂਟੋ ਡਾਊਨਟਾਊਨ ਦੇ ਵਿੱਚ ਪੁਲਿਸ ਨੂੰ 210 ਕੰਪਲੇਂਟਾਂ ਆਈਆਂ। ਜਿਹੜੀਆਂ ਨਹੀਂ ਆਈਆਂ ਉਹ ਪਤਾ ਹੀ ਨਹੀਂ ਜੀ। ਪੁਲਿਸ ਨੇ 160 ਵਿਅਕਤੀਆਂ ਨੂੰ ਚਾਰਜ ਕੀਤਾ ਤੇ ਟਿਕਟਾਂ ਦਿੱਤੀਆਂ। ਚੱਲ ਰਹੀਆਂ ਪਾਰਟੀਆਂ ਜਿਹੜੀਆਂ ਬਰੋਕ ਕੀਤੀਆਂ ਜੀ। ਪੁਲਿਸ ਨੇ ਕਿਹਾ ਕਿ ਲੋਕ ਇੰਨੀਆਂ ਪਾਰਟੀਆਂ ਕਰਦੇ ਆ, ਸਾਡੇ ਕੋਲ ਇੰਨੀ ਪੁਲਿਸ ਵੀ ਹੈ ਨਹੀਂ। ਬਿਨਾਂ ਕੰਪਲੇਂਟ ਤੋਂ
ਪੁਲਿਸ ਨੇ ਆਵਾਜ਼ ਦੇ ਆਧਾਰ ਤੇ ਚੈੱਕ ਕੀਤਾ, ਕਈ ਹੋਰ ਪਾਰਟੀਆਂ ਚੱਲ ਰਹੀਆਂ ਸੀ ਜਿਹਦੀ ਕੰਪਲੇਂਟ ਨਹੀਂ ਆਈ, ਪਰ ਜਦੋਂ ਆਵਾਜ਼ ਸੁਣੀ, ਮਿਊਜ਼ਿਕ ਚੱਲਦਾ ਹੁੰਦਾ, ਘਰ ਦੇ ਕੋਲ ਦੀ ਲੰਘਦੇ ਹੋ ਜਿਹੜੇ ਪੁਲਿਸ ਵਾਕਿੰਗ ਕਰਦੀ ਜਾਂ ਸਾਈਕਲਾਂ ਤੇ ਜਾਂਦੀ ਆ, ਤੇ ਉਹਨਾਂ ਨੇ ਹੋਰ ਵੀ ਕਈ ਪਾਰਟੀਆਂ ਬਰੋਕ ਕੀਤੀਆਂ, ਲੋਕਾਂ ਨੂੰ ਘਰਾਂ ਦੇ ਵਿੱਚ ਭੇਜਿਆ, ਟਿਕਟਾਂ ਦਿੱਤੀਆਂ ਜੀ। ਹਾਲੇ ਤੱਕ ਕਹਿੰਦੇ ਖੁੱਲ੍ਹ ਕੇ ਗਰਮੀਆਂ ਨਹੀਂ ਆਈਆਂ, ਵੈਦਰ ਜਿਹੜਾ ਉਹ ਪੂਰਾ ਵਧੀਆ ਨਹੀਂ ਹੋਇਆ, ਤੇ ਇਹ ਹਾਲਾਤ ਆ। ਤੇ ਜੇ ਅੱਗੇ ਪੂਰੀ ਗਰਮੀ ਹੋ ਗਈ, ਸਮਰ ਆ ਗਈ, ਤਾਂ ਕੀ ਕਰਨਗੇ ਲੋਕ? ਸਰਕਾਰ ਵੀ ਚਿੰਤਤ ਆ, ਪੁਲਿਸ ਵੀ ਚਿੰਤਤ ਆ ਜੀ। ਕੱਲ ਮਿਸੀਸਾਗਾ ਦੇ ਡੈਕਸੀ ਤੇ ਸ਼ਾਸਨ ਰੋਡ ਤੇ 2 ਵਜੇ ਇੱਕ ਪ੍ਰਾਈਵੇਟ ਬਿਜ਼ਨਸ ਦੇ ਵਿੱਚ ਫਰੰਟ ਐਂਡ ਲੋਡਰ, ਜਿਹੜਾ ਆਮ ਪਤਾ ਹੀ ਹੋਣਾ ਜੀ, ਜਿਹੜੇ ਲੋਡ ਲਾਦੇ ਹੁੰਦੇ ਆ, ਫਰੰਟ ਐਂਡ ਲੋਡਰ ਦੇ ਵਿੱਚ ਇੱਕ ਬੰਦਾ ਜਿਹੜਾ ਸਟਕ ਹੋ ਗਿਆ, ਤਾਂ ਮੌਕੇ ਤੇ ਉਹਦੀ ਮੌਤ ਹੋ ਗਈ ਆ। ਆਈ ਹੋਪ ਸ਼ਾਇਦ ਉਹ ਸਾਡੇ ਭਾਈਚਾਰੇ ਨਾਲ ਹੀ ਹੋ ਸਕਦਾ, ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਇੱਦਾਂ ਦੇ ਕੰਮ ਬਹੁਤ ਚੱਲਦੇ ਆ ਜੀ, ਇੱਦਾਂ ਦੇ ਡੋਜ਼ਰ ਵਗੈਰਾ ਚਲਾਉਂਦੇ ਆ। ਤੇ ਪੁਲਿਸ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਬਿਜ਼ਨਸ ਨੂੰ ਜਿਹੜਾ ਰਾਈਟ ਵੇ ਸ਼ਟ ਡਾਊਨ ਕਰਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ। BC ਦੇ ਵਿੱਚ ਇੱਕ ਨਰਸ ਸੀ ਜੀ, ਉਹਦਾ ਨਾਂ ਆ ਡਿਆਨਾ ਲਾਸ, 57 ਸਾਲ ਦੀ ਸੀਗੀ, ਤੇ 30 ਸਾਲ ਤੋਂ ਵੱਧ ਉਹ ਕੰਮ ਕਰਦੀ ਨੂੰ ਹੋ ਗਿਆ ਨਰਸਿੰਗ ਦਾ। ਕਰੋਨਾ ਹੋਣ ਕਾਰਨ ਉਹਦੀ ਮੌਤ ਹੋ ਗਈ। ਆਪਣੇ ਪਿੱਛੇ 19 ਸਾਲਾਂ ਦੀ ਲੜਕੀ ਤੇ 16 ਸਾਲਾਂ ਦਾ ਲੜਕਾ ਛੱਡ ਗਈ। ਉਹਦੇ ਪਤੀ ਨੇ ਕਿਹਾ ਕਿ ਇਹਨੇ ਸਾਰੀ ਉਮਰ ਲੋਕਾਂ ਦੀ ਸੇਵਾ ਵਿੱਚ ਲਗਾ ਦਿੱਤੀ ਆ। ਨੂਨਾਵੱਟ ਦੇ ਵਿੱਚ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਜੀ। ਡੋਨਲਡ ਟਰੰਪ ਦੇ ਟੌਪ ਐਲੀ ਡਗ ਕੋਲਨਸ ਨੇ ਕਿਹਾ ਕਿ ਜਿਹੜੀਆਂ ਹੁਣ ਚੋਣਾਂ ਆਉਣੀਆਂ ਜੀ 2022 ਦੇ ਵਿੱਚ, ਸੈਨੇਟ ਤੇ ਗਵਰਨਰ ਦੀ ਚੋਣ, ਉਹ ਮੈਂ ਨਹੀਂ ਲੜਾਂਗਾ। ਕੱਲ੍ਹ ਹਰਜਿੰਦਰ ਸਿੰਘ ਧਨੋਆ ਨੇ ਖਬਰ ਸਾਂਝੀ ਕੀਤੀ ਸੀ ਕਿ ਕੋਵਿਡ ਕਰਕੇ ਜਿੱਥੇ 5 ਕੇਸ ਆ ਗਏ ਜਿਹੜੇ ਬਿਜ਼ਨਸ ਦੇ ਉੱਤੇ, ਉਹ ਬਿਜ਼ਨਸ 10 ਦਿਨ ਲਈ ਬੰਦ ਕਰ ਦਿੱਤਾ ਜਾਊਗਾ। ਹੁਣ ਉਹਨਾਂ ਨੇ ਕਿਹਾ ਸੀ ਨਾਂ ਵੀ ਡਿਕਲੇਅਰ ਕੀਤੇ ਜਾਣਗੇ, ਉਹਨਾਂ ਦੇ ਨਾਮ ਰਿਲੀਜ਼ ਕਰਾਂਗੇ। ਪੀਲ ਦੇ ਟੋਰਾਂਟੋ ਦੇ ਵਿੱਚ ਹੁਣ ਟੋਰਾਂਟੋ ਦੇ 4 ਕੰਪਲੀਟਲੀ ਜਿਹੜੇ ਬੰਦ ਆ ਬਿਜ਼ਨਸ ਕੀਤੇ, ਤੇ 7 ਬਿਜ਼ਨਸ ਜਿਹੜੇ ਆ ਪਾਰਸ਼ਲੀ ਬੰਦ ਕਰ ਦਿੱਤੇ ਗਏ ਆ ਜੀ। ਇਹਨਾਂ ਦੇ ਵਿੱਚ ਜੀ ਇੱਕ ਫੁੱਲ ਜਿਹੜੇ ਬੰਦ ਕਰਨ ਵਾਲੇ, ਉਹਨਾਂ ਦੇ ਨਾਰਥ ਯਾਰਕ ਦੇ ਵਿੱਚ ਇੱਕ ਮੈਕਡੋਨਲਡ ਆ, ਇਟੋਬੀਕੋ ਦੇ ਵਿੱਚ ਮੀਟ ਬਿਜ਼ਨਸ, ਤੇ ਵੈਸਟ ਐਂਡ ਦੇ ਜਿਹੜੇ ਕਾਰ ਡੀਲਰਸ਼ਿਪ ਆ, ਨਾਰਥ ਯਾਰਕ ਦੇ ਵਿੱਚ ਫਾਇਰ ਸੇਫਟੀ ਬਿਜ਼ਨਸ ਬੰਦ ਕਰ ਦਿੱਤੇ ਗਏ। ਜਿਹੜੇ 7 ਪਾਰਸ਼ਲੀ ਬੰਦ ਕੀਤੇ ਗਏ, ਉਹਨਾਂ ਦੇ ਵਿੱਚ ਕੰਸਟਰਕਸ਼ਨ ਤੇ ਬਿਊਟੀ ਪ੍ਰੋਡਕਟ ਤੇ ਫਰਨੀਚਰ ਸਟੋਰ ਆ ਜੀ। BC ਨੇ ਰਿਪੋਰਟ ਕੀਤਾ ਕਿ ਜਿੱਦਾਂ ਕੱਲ ਬਰੈਂਪਟਨ ਦੇ ਵਿੱਚ ਖਬਰ ਆਈ ਸੀ ਵੀ 13 ਸਾਲਾਂ ਦੇ ਬੱਚੇ ਦੀ ਮੌਤ ਹੋਈ ਆ, ਸਭ ਤੋਂ ਛੋਟੇ ਬੱਚੇ ਦੀ, ਤੇ ਇੱਧਰ ਹੁਣ ਜੀ BC ਦੇ ਵਿੱਚ ਰਿਪੋਰਟ ਕੀਤਾ ਵੀ ਕਹਿੰਦੇ ਉੱਥੇ ਕੋਵਿਡ ਦੇ ਨਾਲ ਇੱਕ ਇਨਫੈਕਟ ਛੋਟੇ ਬੱਚੇ ਦੀ ਜਿਹੜੀ ਮੌਤ ਹੋ ਗਈ ਆ। ਇਨਫੈਕਟ ਮੀਨਿੰਗ ਜਾਣੀ ਕਿ ਸਾਲ 2 ਸਾਲ ਦਾ 3 ਸਾਲ ਦਾ ਬੱਚਾ ਹੋ ਸਕਦਾ, ਉਹਦੀ ਮੌਤ ਹੋਈ ਆ ਜੀ। ਅੰਟਾਰੀਓ ਦੇ ਵਿੱਚ ਸਟੰਟ ਡਰਾਈਵਿੰਗ ਵਾਸਤੇ ਜਿਹੜੇ ਕਾਰਾਂ ਭਜਾਉਂਦੇ ਆ ਜੀ, ਉਹਨਾਂ ਵਾਸਤੇ ਚੇਤਾਵਨੀ ਆ। ਸੁਣ ਲਓ, ਖਬਰ ਬੜੀ ਇੰਪੋਰਟੈਂਟ ਆ। ਸਟੰਟ ਡਰਾਈਵਿੰਗ ਤੇ ਸਪੀਡਿੰਗ ਡਰਾਈਵਿੰਗ ਦੀ ਜਿਹੜੀ ਪੈਨਲਟੀ ਉਹ ਵਧਾ ਦਿੱਤੀ ਗਈ ਆ। ਸਪੀਡਿੰਗ ਕਾਰ ਇਨਪਾਊਂਡ ਜਿੱਦਾਂ ਅੱਗੇ ਕਰ ਲੈਂਦੇ ਸੀਗੇ 1 ਵੀਕ ਵਾਸਤੇ, 7 ਦਿਨ ਤੋਂ ਵਧਾ ਕੇ 14 ਦਿਨ ਕਰ ਦਿੱਤੀ। ਤੇ ਡਰਾਈਵਿੰਗ ਲਾਇਸੈਂਸ ਜਿਹੜਾ ਪਹਿਲਾਂ 7 ਦਿਨ ਲਈ ਸਸਪੈਂਡ ਹੁੰਦਾ ਸੀ, ਹੁਣ 30 ਦਿਨ ਲਈ ਕਰ ਦਿੱਤਾ ਜਾਵੇਗਾ। ਤੇ ਕਈ ਹੋਰ ਵੀ ਜਿਹੜੇ ਆ ਉਹ ਚੇਂਜਿੰਗ ਕੀਤੀ ਗਈ ਹੈ ਜੀ, ਉਹ ਸਾਹਮਣੇ ਆ ਜੂਗੀ। ਜਿਹੜਾ ਬਜਟ ਸੀਗਾ ਲਿਬਰਲ ਗੌਰਮੈਂਟ ਨੇ ਪਿਛਲੇ ਦਿਨੀ ਪੇਸ਼ ਕੀਤਾ ਸੀਗਾ, ਤੇ ਬਜਟ ਤੋਂ ਬਾਅਦ ਜਿਹੜਾ 1 ਵੀਕ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਲਿਬਰਲ ਪਾਰਟੀ ਨੂੰ ਜਿਹੜੀ ਕੌਨਫੀਡੈਂਸ ਵੋਟ ਲੈਣੀ ਜ਼ਰੂਰੀ ਸੀਗੀ ਸਰਕਾਰ ਬਚਾਉਣ ਲਈ। ਤੇ ਟੋਟਲ 338 ਮੈਂਬਰ ਪਾਰਲੀਮੈਂਟ ਆ ਜੀ, ਵਿੱਚੋਂ 335 ਨੇ ਵੋਟਿੰਗ ਕੀਤੀ ਸਰਕਾਰ ਬਚਾਉਣ ਲਈ। 168 ਜਿਹੜੇ ਵੋਟ ਚਾਹੀਦੇ ਸੀਗੇ, ਤੇ ਕੱਲ ਲਿਬਰਲ ਪਾਰਟੀ ਨੂੰ 178 ਤੇ ਵਿਰੋਧ ਦੇ ਵਿੱਚ 157 ਵੋਟਾਂ ਪਈਆਂ, ਜਾਣੀ ਕਿ 10 ਵੱਧ ਵੋਟਾਂ ਪੈ ਗਈਆਂ। 168 ਚਾਹੀਦੀਆਂ ਸੀ, 178 ਮਿਲ ਗਈਆਂ ਜੀ। ਤੇ ਵਧਾਈਆਂ ਟਰੂਡੋ ਸਾਹਿਬ ਨੂੰ, ਸਰਕਾਰ ਬਚ ਗਈ ਹੈ ਜੀ। ਤੇ ਜਿਹੜੀ ਵਿਰੋਧ ਦੇ ਵਿੱਚ ਆ PC ਪਾਰਟੀ ਬਲੋਕ ਤੇ ਗ੍ਰੀਨ ਪਾਰਟੀ ਨੇ ਜਿਹੜੀ ਵਿਰੋਧ ਦੇ ਵਿੱਚ ਵੋਟ ਪਾਈ ਆ, ਤੇ NDP ਦੇ ਜਗਮੀਤ ਸਿੰਘ ਨੇ ਹੱਕ ਦੇ ਵਿੱਚ ਵੋਟਾਂ ਪਾਈਆਂ ਜੀ। ਸਰਕਾਰ ਬਚ ਗਈ ਆ। ਤੇ ਕਿਉਂਕਿ ਜਗਮੀਤ ਸਿੰਘ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਵੀ ਮੈਂ ਸਰਕਾਰ ਜਿਹੜੀ ਪੈਂਡੈਮਿਕ ਦੇ ਚੱਲਦਿਆਂ ਅਸੀਂ ਇੱਦਾਂ ਦੀ ਕੋਈ ਗਲਤੀ ਨਹੀਂ ਕਰਾਂਗੇ, ਲੋਕਾਂ ਦੇ ਉੱਤੇ ਬੋਝ ਨਹੀਂ ਪਾਵਾਂਗੇ, ਚੰਗਾ ਫੈਸਲਾ। ਤੇ ਇਹ ਸੀਗੀਆਂ ਜੀ ਲੋਕਲ ਖਬਰਾਂ, ਤੇ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦਿੱਤਾ ਜੀ ਪੀਲ ਆਟੋ ਕਲੀਜ਼ਨ ਨੇ। ਤੁਸੀਂ ਕਾਰ ਨੂੰ ਡੈਂਟਿੰਗ ਪੈਂਟਿੰਗ ਕਰਾਉਣੀ ਚਾਹੁੰਦੇ ਹੋ, ਕਾਰ ਦਾ ਐਕਸੀਡੈਂਟ ਹੋ ਗਿਆ, ਪੇਂਟ ਕਰਾਉਣਾ ਚਾਹੁੰਦੇ ਹੋ, ਪੀਲ ਆਟੋ ਕਲੀਜ਼ਨ 14 ਹਿੱਲ ਰੋਡ ਬਰੈਂਪਟਨ ਦੇ ਵਿੱਚ 905 459 1300 ਤੇ ਰਿਮ ਵੀ ਪੇਂਟ ਕਰਾਉਣੇ ਹੋ PTN 24 ਦਾ ਹਵਾਲਾ ਦਿਓ, ਕਾਫੀ ਸਸਤੇ ਪੇਂਟ ਕਰ ਦਿੰਦੇ ਆ ਜੀ। ਤਾਜ਼ਾ ਸਵਾਦਲਾ ਖਾਣਾ ਖਾਣਾ ਬਾਬਾ ਢਾਬਾ 255 ਰਦਰਫੋਰਡ ਰੋਡ ਸਾਊਥ ਬਰੈਂਪਟਨ 905 499 43 14 ਤੇ ਇੰਡੀਆ ਪੈਸੇ ਭੇਜਣੇ ਆ US ਡਾਲਰ ਕੈਨੇਡੀਅਨ ਡਾਲਰ ਜਾਂ ਇੰਡੀਆ ਤੋਂ ਮੰਗਵਾਉਣੇ ਆ। ਅਪਰਾ ਟ੍ਰੇਡਿੰਗ ਕੰਪਨੀਆਂ ਜੀ, ਜਗਤਾਰ ਢਾਹੁਣਾ ਨੂੰ ਕਾਲ ਕਰ ਲਓ 905 794 32 33 ਤੇ ਮੌਂਟਰੀਅਲ ਚਾਈਵੀ TV ਬਾਕਸ ਲਵਾਉਣਾ 514 566 0055। ਘਰ ਖਰੀਦਣਾ ਵੇਚਣਾ ਜੀ ਪੰਕਜ ਸਪਰਾ ਰੀਮੈਕਸ ਰਿਐਲਟੀ ਨਾਲ ਕੰਮ ਕਰਦੇ 416 722 2385 ਤੇ ਕਾਲ ਕਰ ਸਕਦੇ ਹੋ। ਤੇ ਨਾਲ ਹੀ ਤੁਸੀਂ ਫਰਨੀਚਰ ਖਰੀਦਣਾ ਬੈਸਟ ਕੁਆਲਿਟੀ ਦੇ ਵਿੱਚ ਤੇ ਸਟੀਫਨ ਫਰਨੀਚਰ ਆ ਜੀ, 2 ਲੋਕੇਸ਼ਨਾਂ ਤੋਂ ਸਰਵ ਕਰਦੇ 905 790 0560। ਘਰ ਵਾਲਾ ਫੋਨ ਲਵਾਉਣਾ $14.28 ਦੇ ਵਿੱਚ ਉਮਾ
ਫੋਨ ਸਰਵਿਸ ਆ ਜੀ। ਆਪਣੇ 3 ਸੈੱਲ ਫੋਨਾਂ ਦੇ ਉੱਪਰ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ। ਪ੍ਰਿਆ ਜੀ ਨੂੰ ਕਾਲ ਕਰ ਲਓ 647 649 4000। ਆਪਾਂ ਚੱਲਦੇ ਜੀ, ਕਾਲਰ ਜੁੜੇ ਆਪਣੇ ਨਾਲ, ਤੋਂ ਉਸ ਤੋਂ ਬਾਅਦ ਤੁਹਾਡੀਆਂ ਕਾਲਾਂ ਜਿਹੜੀਆਂ 1 ਬਾਈ 1 ਉਹਨਾਂ ਕੀਤੀਆਂ ਜਾਣਗੀਆਂ। ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ 905 405 0002 ਤੇ। ਹਾਂਜੀ 3331 ਸਵਾਗਤ ਹੈ ਵੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣੇ 400 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਆਪਣਾ ਪ੍ਰਕਾਸ਼ ਉਤਸਵ ਮਨਾ ਰਹੇ ਆ ਆਪਾਂ, ਐਡਵਾਂਸ ਦੀ ਵਧਾਈਆਂ ਦਿੰਦੇ ਤੁਹਾਨੂੰ ਜੀ। ਥੈਂਕ ਯੂ ਤੁਹਾਨੂੰ ਵੀ। ਹਾਂਜੀ ਤੇ ਆਪਣੇ ਕੋਲ ਕੱਲ ਨੂੰ ਜੇ ਪਰਸਨ ਟਾਈਮ ਤੁਹਾਡੇ ਕੋਲ 5 ਮਿੰਟ ਲਵਾਂਗੇ ਤੇ ਉਹ ਵੀਰੇ ਬਾਕੀ ਉਹ ਚਲੋ ਆਪਣੇ ਮੁੰਡੇ ਨੇ ਜਿਹਨੇ ਝੰਡਾ ਲਹਿਰਾਇਆ ਸੀ ਉੱਥੇ ਆਪਣੇ ਉਹ ਨੌਜਵਾਨ ਸੀ, ਉਹਦੇ ਘਰ ਦੇ ਵੀ ਵਿਚਾਰੇ ਭੱਜੇ ਫਿਰਦੇ ਸੀ ਤਾਂ ਆਪ ਵੀ ਤਾਂ ਉਹਦੇ ਬਾਰੇ ਵੀ ਜ਼ਿਆਦਾ ਮੋਗੇ ਸੀਗੇ। ਇਹਨਾਂ ਨੇ ਕਿਹਾ ਸੀ ਪੁੰਨੂ ਉਹਨਾਂ ਨੇ ਵੀ 2.5 ਲੱਖ ਡਾਲਰ ਦੇਵਾਂਗੇ ਤੇ ਉਹ 2 ਮੁੰਡਿਆਂ ਨੇ ਚਾੜਿਆ ਸੀ ਡੀਸੀ ਦੇ ਦਫ਼ਤਰ 'ਚ। ਉਹਨਾਂ ਵਿਚਾਰਿਆਂ ਦਾ ਕੀ ਬਣਿਆ ਇਹਦੇ ਬਾਰੇ ਕੋਈ ਜੇ ਖਬਰ ਹੋਵੇ ਤਾਂ ਦੱਸ ਦੇਣਾ ਜੀ। ਤੇ ਬਾਕੀ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਬੇਅਦਬੀ ਦਾ ਜਾਂ ਆਪਣਾ ਵਿਜੇ ਜਿਹੜਾ ਪ੍ਰਤਾਪ ਸਿੰਘ ਜੀ ਉਹਨਾਂ ਬਾਰੇ ਜਿਹੜੀ ਰਜਾਇਨ ਵੀ ਆ ਉਹ ਦਿੰਦੇ ਸੀ ਆਪਣੇ ਰੰਧਾਵਾ ਸਾਹਿਬ ਜਾਂ ਜਾਖੜ ਸਾਹਿਬ ਜੀ। ਉਹ ਦੇਖੋ ਜੀ ਇੱਕ ਪਾਸੇ ਜਾਂ ਫਿਰ ਕੈਪਟਨ ਸਾਹਿਬ ਦੀ ਜਾਰੀ ਪਊਗੀ ਤੇ ਜਾਂ ਫਿਰ ਉਹ ਕੋਈ ਫੈਸਲਾ ਹੋਊਗਾ, ਉਹ ਤਾਂ ਪਤਾ ਹੀ ਆਪਾਂ ਨੂੰ ਜੀ। ਤੇ ਬਾਕੀ ਉਹ ਕੱਲ ਹਾਂਜੀ ਵੀਰੇ ਉਹ ਕੱਲ ਗ੍ਰਾਹਾਂ ਸਾਹਿਬ ਉਹਨਾਂ ਦੀ ਮੀਟਿੰਗ ਚੱਲਦੀ ਸੀ ਤਾਂ ਉਹਨੂੰ ਕਾਫੀ ਘੰਟੇ ਜਾਣੀ ਕਿ ਉਹਨਾਂ ਦੀ ਗੱਡੀ ਵੀ ਰੋਕੀ ਰੱਖੀ, ਉਹਨਾਂ ਨਾਲ ਹੱਥੋਂ ਪਾਈ ਹੋਣ ਦੀ ਵੀ ਕੋਸ਼ਿਸ਼ ਕੀਤੀ। ਬਾਅਦ 'ਚ ਉਹਨੇ ਥੋੜ੍ਹੇ ਜਿਹੇ ਮੁੰਡੇ ਸੱਦੇ 40 ਕੁ ਤੇ ਉਹਨਾਂ ਜਾ ਕੇ ਛਡਾਇਆ ਤੇ ਕਹਿੰਦੇ ਸੀ ਵੀ ਡੇਟ ਦਿਓ, ਕਿਹੜੀ ਡੇਟ ਨੂੰ ਆਪਾਂ ਪਾਰਲੀਮੈਂਟ ਤੇ ਕਰੀਏ ਅਟੈਕ ਦੁਆਰਾ ਘੇਰੀਏ ਉਹਨੂੰ। ਤੇ ਉਹ ਗ੍ਰਾਹਾਂ ਸਾਹਿਬ ਹੁਣ ਬਾਕੀ ਜਥੇਬੰਦੀਆਂ ਕਹਿੰਦੀਆਂ ਨਹੀਂ ਸਾਡਾ ਨਹੀਂ ਇਹ ਪ੍ਰੋਗਰਾਮ। ਤੇ ਇਹ ਬੜਾ ਇਹਨਾਂ ਨੇ ਜ਼ੋਰ ਲਾਇਆ ਆਪਣੇ ਜਿਹੜੇ ਸੀਗੇ ਆਪਣੇ ਇਸੇ ਕੰਮ ਵਾਲੇ ਬੇਲੀ ਤੇ ਇਹਨਾਂ ਬਾਰੇ ਜੇ ਕੋਈ ਖਬਰ ਹੋਵੇ ਦੱਸਣਾ। ਤੇ ਬਾਕੀ ਇਹ ਮਨਾ ਰਹੇ ਆ ਉੱਥੇ ਸੰਯੁਕਤ ਮੋਰਚੇ ਵਾਲੀ ਸਟੇਜ ਵੀ ਇਹਨਾਂ ਨੇ ਕਹਿੰਦੇ ਅਸੀਂ ਵਰਤਣੀ ਆ ਉਧਰ ਨੂੰ ਆਪਣੇ ਗੁਰੂ ਤੇਗ ਬਹਾਦਰ ਜੀ ਦਾ। ਤੇ ਰਕਾਬਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਆਪਣੇ ਸੰਸਕਾਰ ਹੋਇਆ ਜਾਂ ਆਪਣੇ ਪਰੇ ਹੈਗਾ ਆਪਣੇ ਲਾਲ ਕਿਲ੍ਹੇ ਦੇ ਸਾਹਮਣੇ ਜੀ ਤੇ ਗੁਰਦੁਆਰਾ ਉੱਥੇ ਤੇ ਜਾਂ ਆਪਣੇ ਹੋਰ ਜਗ੍ਹਾ ਨਹੀਂ ਆਪਣੇ ਕੋਈ ਮਨਾਉਣ ਦਾ ਪ੍ਰੋਗਰਾਮ ਤੇ ਉੱਥੇ ਮਨਾਉਣਾ। ਤੇ ਬਾਕੀ ਇਹਨਾਂ ਦਾ ਉਹ ਕਹਿੰਦੇ ਵੀ ਅਸੀਂ ਸੰਯੁਕਤ ਮੋਰਚੇ ਵਾਲੀ ਸਟੇਜ ਤੇ ਵੀ ਉਧਰ ਨੂੰ ਕੋਈ ਹੋਰ ਹੀ ਪ੍ਰੋਗਰਾਮ ਦੇ ਦੇਣ ਤੇ ਉਹਦੇ ਬਾਰੇ ਅਮਲਾ ਜਦ ਦੱਸਣਾ ਜੇ ਕੋਈ ਹੈ ਆਪਣੇ ਖਬਰ ਤੇ ਵੀਰੇ ਜੀ। ਧੰਨਵਾਦ ਜੀ। ਅਰਸ਼ਦੀਪ ਦੇਖੋ ਜਿਹੜਾ ਸੰਸਦ ਦੇ ਘਰਾਓ ਵਾਲਾ ਫੈਸਲਾ ਸੰਸਦ ਦੇ ਘਰਾਓ ਵਾਲਾ ਫੈਸਲਾ ਮੁਲਤਵੀ ਕਰ ਦਿੱਤਾ ਕਿਸਾਨ ਜਥੇਬੰਦੀਆਂ ਨੇ, ਕਿਉਂਕਿ ਉਗਰਾਹਾਂ ਸਾਹਿਬ ਜਿਹੜੇ ਨੇ ਉਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸੇ 'ਚ ਨਹੀਂ ਹੈਗੇ, ਪਰ ਉਹਨਾਂ ਦੀ ਕਾਲ ਨੂੰ ਜਿਹੜਾ ਫੋਲੋ ਜ਼ਰੂਰ ਕਰਦੇ ਨੇ ਜੀ। ਬਿਆਨਬਾਜ਼ੀ ਵੀ ਕਰਦੇ ਨੇ ਵਿਵਾਦਤ ਤੇ ਫੋਲੋ ਵੀ ਕਰਦੇ ਨੇ ਉਹਨਾਂ ਦੀ ਕਾਲ ਨੂੰ ਕਿ ਸੰਯੁਕਤ ਕਿਸਾਨ ਮੋਰਚਾ ਜੋ ਵੀ ਪ੍ਰੋਗਰਾਮ ਦਿੰਦਾ ਉਹ 'ਚ ਸਹਿਯੋਗ ਕਰਦੇ ਨੇ। ਇਸ ਕਰਕੇ ਸੰਸਦ ਦੀ ਘਰਾਓ ਦਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਕਰਨਾ ਹੈ। ਫਿਲਹਾਲ ਉਹਨਾਂ ਨੇ ਮੁਲਤਵੀ ਕੀਤਾ, ਕਿਹਾ ਕਿ ਵਾਢੀ ਦਾ ਸੀਜ਼ਨ ਵੀ ਹੈ। ਕੁਝ ਕਿਸਾਨ ਆਗੂਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਵਾਢੀ ਦਾ ਸੀਜ਼ਨ ਵੀ ਹੈ, ਕਿਸਾਨ ਜਿਹੜੇ ਵਾਢੀ ਦੇ ਸੀਜ਼ਨ ਤੋਂ ਬਾਅਦ ਆਉਣਗੇ ਤੇ ਕਰੋਨਾ ਵੀ ਉਦੋਂ ਤੱਕ ਥੋੜਾ ਬਹੁਤਾ ਕੰਟਰੋਲ 'ਚ ਆਊਗਾ ਤਾਂ ਫਿਰ ਜਿਹੜਾ ਸੰਸਦ ਦੇ ਵੱਲ ਮਾਰਚ ਦਾ ਫੈਸਲਾ ਜਿਹੜਾ ਉਹ ਕੀਤਾ ਜਾਊਗਾ। ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਇਆ ਜਾਊਗਾ ਦਿੱਲੀ ਦੇ ਬਾਰਡਰਾਂ ਦੇ ਉੱਪਰ ਵੀ, ਤੇ ਉੱਥੇ ਵੀ ਸਮਾਗਮ ਜਿਹੜੇ ਹੈਗੇ ਨੇ ਗੁਰੂ ਸਾਹਿਬ ਦੇ ਜਿਹੜੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ ਜੀ। ਹਾਂ ਬਿਲਕੁਲ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2498 ਸਵਾਗਤ ਹੈ ਜੀ। ਹਾਂਜੀ ਵੀਰ ਜੀ ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਉਹ ਵੀਰ ਜੀ ਉਹ ਆਪਣਾ ਉਹ ਆ ਗਿਆ ਰੀਸ ਤੋਂ ਬਾਹਰ ਆ ਗਏ ਬੁੱਲੋ ਕੁੜੀਆਂ ਵਧਾਈਆਂ ਦੇ ਰਹੇ ਆ ਜੀ। ਚਲੋ ਬਹੁਤ ਚੰਗੀ ਗੱਲ ਹੈ, ਦੇ ਰਹੇ ਵਧਾਈਆਂ, ਵੈਲਕਮ ਜੀ। ਪਰ ਮੈਂ ਕੋਈ ਸਮਝ ਨਹੀਂ ਆਉਂਦੀ ਵਧਾਈਆਂ ਨੂੰ ਕਿਸ ਖੁਸ਼ੀ ਦੇ ਰਹੇ, ਇਸ ਖੁਸ਼ੀ ਦੇ ਰਹੇ ਆ ਵੀ ਉਹਨੇ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਭੜਕਾ ਕੇ ਕਿਤੇ ਉੱਥੇ ਲੈ ਕੇ ਗਿਆ ਤਾਂ ਨਿਸ਼ਾਨ ਸਾਹਿਬ ਚਾੜ ਕੇ ਤਾਂ ਮੁੜ ਕੇ ਲੋਕਾਂ ਦੇ ਕੇਸ ਪੈ ਗਏ ਆ ਜੀ। ਕਦੇ ਵੀ ਆਪਣੀ ਕੌਮ ਨੇ ਜਾਂ ਆਪਣੇ ਬੰਦੇ ਨੇ ਕਦੇ ਸੋਚਿਆ ਵੀ ਜਦੋਂ ਵੀ ਕੇਸ ਪੈਂਦੇ ਆ ਝੂਠੇ ਉਹ ਸਿਰਫ ਪੰਜਾਬੀਆਂ ਤੇ ਪੱਗਾਂ ਵਾਲਿਆਂ ਤੇ ਕਿਉਂ ਪੈਂਦੇ ਆ, ਉਹਨਾਂ ਬੰਦਿਆਂ ਤੇ ਕਿਉਂ ਨਹੀਂ ਇੰਨੇ ਪੈਂਦੇ, ਬਹੁਤ ਘੱਟ ਪੈਂਦੇ ਆ। ਤੁਸੀਂ ਕਦੇ ਸੋਚ ਕੇ ਦੇਖ ਲਿਓ ਕਦੇ ਵੀ। ਅੱਛਾ ਨੰਬਰ 2 ਬਾਕੀ ਜਿਹੜਾ ਹੁਣ ਉਹ ਅਗਰਾਇਆ ਸਾਹਿਬ ਉਹ ਤਾਂ ਹਮੇਸ਼ਾ ਹੀ ਉਹਦਾ ਬੋਲਬਾਣੀ ਜਿਹੜੀ ਉਹਦੀ ਹਮੇਸ਼ਾ ਹੀ ਹਰ ਪੱਖ ਤੋਂ ਟੇਢੀ ਹੁੰਦੀ ਆ। ਇਹ ਹੁਣ ਇਹਨਾਂ ਨੇ ਮੋਰਚਾ ਜਿੱਤਣਾ ਹੈ ਜਾਂ ਕਿ ਹੁਣ ਇਹਨੇ ਬਿਆਨਬਾਜ਼ੀ ਕੀਤੀ ਇਹ ਕੰਮ ਖਤਮ ਕਰਨਾ। ਮੈਨੂੰ ਤਾਂ ਇਸੇ ਸ਼ੱਕ ਪੈਂਦੀ ਮੈਂ ਕਹਿੰਦਾ ਜਾਣ ਨਹੀਂ ਸਕਦੇ ਹੁਣ ਪੰਜਾਬ ਇਹ ਸ਼ੱਕ ਪੈਂਦੀ ਹੈ ਹੁਣ ਛੱਡਣਾ ਚਾਹੁੰਦੇ ਮੋਰਚਾ, ਨੌਜਵਾਨਾਂ ਦਾ ਫੜਾਉਣਾ ਚਾਹੁੰਦੇ ਆ। ਮੈਂ ਕਹਿੰਦਾ ਵੀ ਨੌਜਵਾਨਾਂ ਨੂੰ ਮੋਹਰੇ ਆ ਲੈਣ ਦੇਣਾ ਇੱਕ ਵਾਰੀ, ਆਪ ਖੜ ਜਾਣ ਠੀਕ ਹੈ ਨੀ, ਨਾਲੇ ਨੌਜਵਾਨਾਂ ਦਾ ਪਤਾ ਲੱਗ ਜੂ ਇਹ ਕੀ ਕਰਦੇ ਆ ਹੱਲੜਬਾਜ਼ੀ ਵਿੱਚ, ਫਿਰ ਇਹਨਾਂ ਦਾ ਪਤਾ ਲੱਗ ਜੂ। ਇਹ ਰੋਜ਼ ਨਵੀਂ ਬਿਆਨਬਾਜ਼ੀ ਆਉਂਦੀ ਹੈ। ਇਹ ਦੇਖੋ ਗਰਾਇਆ ਸਾਹਿਬ ਹਮੇਸ਼ਾ ਨਵੀਂ ਹੁੰਦੀ ਆ, ਉਹ ਕਦੇ ਨਹੀਂ ਨਾਲ ਰਲਦਾ। ਉਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣੂ, ਉਸ ਗੱਲ ਦੀ ਜ਼ਰੂਰ ਦੱਸੋ। ਕਾਮਰੇਡ ਨੂੰ ਪੱਗਾਂ ਚੰਗੇ ਨਹੀਂ ਲੱਗਦੇ ਸਰਦਾਰ, ਇਹ ਜ਼ਰੂਰ ਦੱਸੋ ਇਹਨਾਂ ਨੂੰ ਜੀ। ਧੰਨਵਾਦ ਜੀ। ਹਾਂਜੀ ਅਰਸ਼ਦੀਪ
ਦੇਖੋ ਜੀ, ਆਪਾਂ ਪਹਿਲਾਂ ਵੀ ਇਸ ਮਸਲੇ ਤੇ ਗੱਲ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ, ਕਿਉਂਕਿ ਜੇ ਨੌਜਵਾਨ ਉਹਨਾਂ ਨੂੰ ਘੇਰਦੇ ਨੇ ਜਾਂ ਪੁੱਛਦੇ ਨੇ ਪ੍ਰੋਗਰਾਮਾਂ ਦੇ ਬਾਰੇ, ਤਾਂ ਉਹ ਤਾਂ ਨੌਜਵਾਨ ਨੇ ਜਿਹੜੇ ਉਹਨਾਂ ਦੇ ਨਾਲ ਚੱਲੇ ਹੋਏ ਨੇ। ਤਾਂ ਲੀਡਰ ਜਿਹੜਾ ਹੁੰਦਾ ਗਾ, ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੀਡਰਸ਼ਿਪ ਜਿਹੜੀ ਉਹ ਦਿਖਾਵੇ। ਤੇ ਇਸ ਕਰਕੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਿਸਾਨ ਲੀਡਰਾਂ ਨੂੰ ਜਿਹੜਾ ਹੈ ਆਪਣੇ ਸ਼ਬਦਾਂ ਦਾ ਧਿਆਨ ਜਿਹੜਾ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਗਾ। ਨੰਬਰ 2 ਤੇ ਆਪਣੀ ਪੀੜ੍ਹੀ ਥੱਲੇ ਸੋਟਾ ਵੀ ਜਿਹੜਾ ਜ਼ਰੂਰ ਮਾਰਨਾ ਚਾਹੀਦਾ ਗਾ। ਅਸੀਂ ਨਹੀਂ ਕਹਿੰਦੇ ਕਿ ਉਹ ਗਲਤ ਕਰ ਰਹੇ ਨੇ ਜਾਂ ਉਹਨਾਂ ਦੀ ਕੋਈ ਦੇਣ ਨਹੀਂ ਹੈਗੀ, ਇਹ ਚੀਜ਼ਾਂ ਵੀ ਸਹੀ ਨਹੀਂ। ਮੋਰਚਾ ਜਿੱਥੇ ਖੜਾ ਠੀਕ ਹੈ, ਕਿਸਾਨ ਆਗੂਆਂ ਦੀ ਬਹੁਤ ਵੱਡੀ ਦੇਣ ਹੈ, ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ, ਪੰਜਾਬ ਦੇ ਵਿੱਚ ਵੀ ਲੜਾਈ ਲੜੀ, ਫਿਰ ਦਿੱਲੀ ਵੀ ਲੈ ਕੇ ਗਏ। ਪਰ ਜਦੋਂ ਇਕਜੁੱਟਤਾ ਦਾ ਸਵਾਲ ਆ ਜਾਂਦਾ ਹੈਗਾ ਤਾਂ ਇਕਜੁੱਟਤਾ ਬਹਾਲ ਕਰਨੀ ਵੀ ਇੱਕ ਲੀਡਰ ਦੀ ਜ਼ਿੰਮੇਵਾਰੀ ਹੁੰਦੀ ਹੈਗੀ, ਕਿਉਂਕਿ ਜਦੋਂ ਲੀਡਰ ਨੇ ਮੂਹਰੇ ਲਾਏ ਹੋਏ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ। ਉਹ ਇਹ ਹਰ ਗੱਲ ਤੇ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੇ ਕਿ ਇਹ ਸਾਡੇ ਨਾਲ ਦੇ ਹੈ ਨਹੀਂ, ਇਹਨਾਂ ਤੇ ਪੁਲਿਸ ਜੋ ਮਰਜ਼ੀ ਕਰੇ। ਤਾਂ ਲੀਡਰ ਨੂੰ ਲੀਡਰਸ਼ਿਪ ਜਿਹੜੀ ਉਹ ਦਿਖਾਉਣੀ ਪਊਗੀ। ਇਕਜੁੱਟਤਾ ਲਈ ਜ਼ਰੂਰੀ ਹੈ ਕਿ ਲੀਡਰ ਆਪਣੀ ਜ਼ਿੰਮੇਵਾਰੀ ਸਮਝਣ ਤੇ ਉਮੀਦ ਆਸ ਰੱਖ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਮਝਣਗੇ। ਬਿਲਕੁਲ ਜੀ, ਆਪਣੀ ਬਿਆਨਬਾਜ਼ੀ ਤੇ ਕੰਟਰੋਲ ਕਰਨਾ ਚਾਹੀਦਾ। ਜੇ ਜ਼ਬਾਨ ਆ ਮੁੜ ਕੇ ਮਾਫੀਆਂ ਮੰਗਣੀਆਂ ਪੈਂਦੀਆਂ, ਪਹਿਲੇ ਸੋਚ ਸਮਝ ਕੇ ਬੋਲਿਆ ਕਰਨ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 7141 ਸਵਾਗਤ ਹੈ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਟਾਂਡੀ ਮੰਗਤਾ ਬੋਲਦਾ ਬੈਂਕੋਵਰ ਤੋਂ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਇਹ ਕਹਿਣਾ ਬਈ ਹਾਈ ਗੱਲ ਮੈਂ ਕਰਨੀ ਸੀਗੀ ਵੀ ਜਿਹੜੇ ਕਾਮਰੇਡ ਆ ਨਾ ਹੁਣ ਜਿਹੜੇ ਇਹ ਬਿਆਨ ਦੇ ਰਹੇ ਆ, ਉਹਨਾਂ ਨੂੰ ਡਰ ਕਿਤੇ ਦੀਪ ਸਿੱਧੂ ਦਾ ਆ। ਕੱਲ ਮੈਂ ਵੀ ਇੱਕ ਬਿਆਨ ਸੁਣਿਆ ਜੀ, ਉਹ ਕਹਿੰਦੇ ਵੀ ਇੱਥੇ ਖਾਲਿਸਤਾਨੀ ਨਹੀਂ ਬਣਨ ਦਿੱਤੇ ਜਾਊਗੇ ਜਾਂ ਇੱਥੇ ਅੱਤਵਾਦੀ ਨਹੀਂ ਬਣਨ ਦਿੱਤੇ ਜਾਊਗੇ। ਦੱਸ ਵੀ ਖਾਲਿਸਤਾਨੀ ਜਿਹੜੇ ਬੰਦੇ ਆ ਉਹ ਕਿਸਾਨੀ ਨਹੀਂ ਕਰਦੇ, ਉਹ ਸਭ ਕੁਝ ਕਰਦੇ, ਉਹ ਵੀ ਕਿਸਾਨ ਆ ਜੀ। ਬਈ ਇਹਦੇ ਉਲਟੇ ਪੁਲਟੇ ਬਿਆਨ ਇਹਨਾਂ ਦੇ ਹੁਣ ਆ ਰਹੇ ਆ। ਜਦੋਂ ਉਹ ਬਾਹਰ ਆ ਗਿਆ ਤਾਂ ਦੀਪ ਸਿੱਧੂ ਨੂੰ ਇਹ ਚਾਹੀਦਾ ਸੀ ਵੀ ਸਿੱਧਾ ਹੀ ਘਰ ਨੂੰ ਜਾਣਾ। ਉਹ ਪਹਿਲਾਂ ਸ਼ੀਸ਼ਗੰਜ ਗੁਰਦੁਆਰੇ ਗਿਆ, ਫਿਰ ਉਹ ਅੰਮ੍ਰਿਤਸਰ ਗਿਆ, ਉੱਥੋਂ ਮੀਡੀਆ ਨੂੰ ਇਕੱਠਾ ਕਰਨਾ ਸੀ ਉਹਨੇ, ਤੇ ਫਿਰ ਉਹਨੇ ਏਦਾਂ ਪੇਸ਼ ਕੀਤਾ ਆਪਣੇ ਆਪ ਨੂੰ ਜਿੱਦਾਂ ਕੋਈ MP MLA ਬਾਹਰ ਆਉਂਦਾ ਹੁੰਦਾ, ਕੋਈ ਲੀਡਰ, ਕੋਈ ਮੁੱਖ ਮੰਤਰੀ ਜੀ। ਬਈ ਉਹ ਜੇ ਕੁਛ ਬਣਿਆ ਨਹੀਂ ਤੇ ਉਹ ਏਦਾਂ ਵੀ ਬਿਆਨ ਵੀ ਦੇ ਰਿਹਾ ਵੀ ਮੇਰੇ ਉੱਤੇ ਜੀ ਸ਼ਹੀਦਾਂ ਦਾ ਪਹਿਰਾ ਜੀ, ਉੱਥੇ ਸ਼ਹੀਦ ਆਪ ਹੀ ਕੰਮ ਕਰਵਾਈ ਜਾਂਦੇ ਆ, ਜਿੱਦਾਂ ਕੱਲ ਬਾਬਾ ਬਣਨ ਦੀ ਵੀ ਕੋਸ਼ਿਸ਼ ਕਰਦਾ ਆ ਵਿੱਚ ਬਈ ਉਹ ਧਾਰਮਿਕ ਮਸਲੇ ਨੂੰ ਵਿੱਚ ਲਿਆਉਣਾ। ਬਈ ਉਹਨੂੰ ਵੀ ਏਦਾਂ ਦੀਆਂ ਜਿਹੜੀਆਂ ਹਰਕਤਾਂ ਉਹਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ, ਕਿਸਾਨਾਂ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ। ਬਈ ਉਹ ਵੀ ਮਤਲਬ ਉਹ ਵੀ ਜਿੱਦਾਂ ਪੋਲੀਟੀਸ਼ੀਅਨ ਨਹੀਂ ਹੁੰਦੇ ਉਸ ਹਿਸਾਬ ਦੇ ਨਾਲ ਉਹ ਬਿਆਨ ਦੇਣ ਡਿਆ ਆ ਜੀ। ਤੇ ਹਵਾਵਾਂ ਆਉਂਦੀਆਂ ਰਹਿੰਦੀਆਂ ਹੁੰਦੀਆਂ, ਹਵਾਵਾਂ ਹਨੇਰੀਆਂ ਜਾਂਦੀਆਂ ਰਹਿੰਦੀਆਂ, ਉਦਾਂ ਦਾ ਮੀਡੀਆ ਉੱਥੇ ਦਾ ਉਹ ਮਤਲਬ ਸਵਾਲ ਤੇ ਸਵਾਲ ਕਰੀ ਜਾਂਦਾ। ਮੀਡੀਆ ਦਾ ਵੀ ਮੈਂ ਕਸੂਰ ਮੰਨਦਾ ਆ ਵੀ ਏਦਾਂ ਦੇ ਸਵਾਲ ਜਿਹੜੇ ਆ ਉਹ ਹੁਣ ਕੱਲ ਪਾਸੋਂ ਨੂੰ ਦੇਖ ਲਓ, ਦੀਪ ਸਿੱਧੂ ਨੂੰ ਸਵਾਲ ਕਰਨਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਹਦੇ ਹੋਈ। ਮਤਲਬ ਪਵਾੜਾ ਪਾਉਣਾ, ਮੀਡੀਆ ਵੀ ਪਵਾੜਾ ਪਾਉਂਦਾ ਸਵਾਲ ਪੇਸ਼ ਕਰਕੇ ਉਹਨਾਂ ਨੂੰ ਪਸਾਉਂਦਾ ਆ। ਜਿੱਦਾਂ ਕਹਿ ਲਓ ਵੀ ਮੈਂ ਤਾਂ ਇਹ ਗੱਲ ਕਹਿਣਾ ਬਈ ਆਹ ਖੁਸ਼ੀਆਂ ਨਹੀਂ ਇੰਨੀਆਂ ਮਨਾਉਣੀਆਂ ਚਾਹੀਦੀਆਂ ਵੀ ਦੀਪ ਸਿੱਧੂ ਬਾਹਰ ਆ ਗਿਆ ਤੇ ਉਹਨੇ ਖੜੇ ਉਹ 3 ਬਿੱਲ ਜਿੱਦਾਂ ਕਹਿ ਲਓ ਵੀ ਰੱਖਿਆ ਕਰ ਦੇਣੀ ਉਹਦੀ, ਵੀ ਉਹਨੇ ਪਾਸ ਨਹੀਂ ਹੋਣ ਦੇਣੇ। ਵੀ ਉਹ ਕਿਹੜਾ ਕੋਈ ਲੀਡਰ ਆ, ਉਹ ਆਮ ਬੰਦਾ ਹੀ ਆ। ਤੇ ਇਸ ਕਰਕੇ ਕਿਸਾਨਾਂ ਨੂੰ ਵੀ ਨਹੀਂ ਹੋਣਾ ਚਾਹੀਦਾ ਵੀ ਇਹ ਨਹੀਂ ਜਿਹੜੇ ਨਾ 2-4 ਹੈਗੇ ਆ ਜਿਹੜੇ ਬੰਦੇ, ਰਾਜੋਵਾਲ ਸਾਹਿਬ ਜਾਂ ਹੋਰ ਹੈਗੇ ਨੁਮਾਇੰਦੇ ਉਹਨਾਂ ਦੇ, ਇਹਨਾਂ ਨੂੰ ਮੀਡੀਆ ਦੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨੀ ਚਾਹੀਦੀ। ਮੀਡੀਆ ਜਿੱਥੋਂ ਬੋਲਦਾ ਉਹਨਾਂ ਨੂੰ ਉੱਥੋਂ ਨਹੀਂ ਬੋਲਣਾ ਚਾਹੀਦਾ। ਉਹ ਉਦਾਂ ਹੀ ਬਿਆਨ ਦੇਈ ਜਾਂਦੇ ਆ ਜਿੱਦਾਂ ਕਹਿ ਲਓ, ਫਿਰ ਲੋਕ ਟੁੱਟ ਜਾਣੇ ਇਹਨਾਂ ਦੇ ਨਾਲੋਂ। ਤੇ ਮੈਂ ਤਾਂ ਇਹਨਾਂ ਭਾਈ ਸਾਹਿਬ ਨੂੰ ਕਹਿਣਾ ਬਈ ਇਹ ਮੇਰਾ ਇੱਕ ਸਵਾਲ ਵੀ ਹੈਗਾ ਬਈ ਜਿਹੜੇ ਹੁਣ ਕਿਸਾਨ ਆ ਜਿਹੜੇ ਇਹਨਾਂ ਨੂੰ ਖਾਲਿਸਤਾਨੀਆਂ ਨੂੰ ਜਾਂ ਮਤਲਬ ਸਿੱਖਾਂ ਨੂੰ ਧਾਰਮਿਕ ਰੰਗਤ ਜਿਹੜੀ ਆ ਉਹ ਨਹੀਂ ਦੇਣਾ ਚਾਹੁੰਦੇ ਉਹ ਤਾਂ ਵਿਚਲੀ ਕੋਈ ਖਬਰ ਹੈ ਬਈ ਇਹ ਮਤਲਬ ਕਿਸਾਨ ਕਰਨਾ ਕੀ ਚਾਹੁੰਦੇ ਆ, ਵੀ ਉੱਥੇ ਜਿਹੜਾ ਵੀ ਲਾਲ ਝੰਡਾ ਚੜਾਉਣਾ ਚਾਹੁੰਦੇ ਜਾਂ ਕੀ ਕਰਨਾ ਚਾਹੁੰਦੇ? ਕਿਉਂਕਿ ਜ਼ਿਆਦਾਤਰ ਪੰਜਾਬ ਦੇ ਲੋਕ ਸਿੱਖ ਧਰਮ ਨੂੰ ਮੰਨਦੇ ਆ ਤੇ ਹਰਿਆਣੇ 'ਚ ਹਿੰਦੂ ਧਰਮ ਨੂੰ ਮੰਨਦੇ ਆ। ਵੀ ਹੁਣ ਕਰਨਗੇ ਕੀ ਇਹ ਮਤਲਬ ਦਿਨ ਤਿਉਹਾਰ ਜਿਹੜੇ ਇਹ ਮਨਾਉਣਗੇ ਜਾਂ ਨਹੀਂ ਜੀ? ਇਹ ਮੇਰੇ ਸਵਾਲ ਆ ਦੋ। ਧੰਨਵਾਦ ਜੀ, ਧੰਨਵਾਦ ਜੀ। ਅਰਸ਼ਦੀਪ, ਦੇਖੋ ਜੀ, ਨੰਬਰ 1 ਤੇ ਤਾਂ ਉਹ ਲੀਡਰ ਜ਼ਰੂਰ ਨੇ ਮੂਹਰੇ ਲਾਏ ਹੋਏ ਨੇ, ਪਰ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਫੈਸਲਾ ਜਿਹੜਾ ਉਹ ਨਹੀਂ ਲੈ ਸਕਦੇ, ਕਿਉਂਕਿ ਲੋਕਾਂ ਦਾ ਹੜ੍ਹ ਹੈ ਪਿੱਛੇ, ਲੋਕ ਵੱਡੀ ਗਿਣਤੀ 'ਚ ਜਾਗਰੂਕ ਹੋਏ ਨੇ, ਅੰਦੋਲਨ ਦੇ ਨਾਲ ਜੁੜੇ ਹੋਏ ਨੇ। ਤੇ ਇਸ ਕਰਕੇ ਉਹਨਾਂ ਦੇ ਫੈਸਲੇ ਜੇ ਲੋਕਾਂ ਨੂੰ ਪ੍ਰਵਾਨ ਨਹੀਂ ਹੈਗੇ ਕੁਝ ਤਾਂ ਉਹਦਾ ਡਟ ਕੇ ਵਿਰੋਧ ਜਿਹੜਾ ਉਹ ਕੀਤਾ ਜਾਂਦਾ ਹੈਗਾ ਜੀ। ਉੱਥੇ ਸਟੇਜ ਤੇ ਵੀ ਜੇ ਕਿਸੇ ਨੂੰ ਮੌਕਾ ਮਿਲਦਾ ਉਹ ਵੀ ਵਿਰੋਧ ਜਤਾਉਂਦਾ ਆਪਣਾ, ਤੇ ਹੋਰ ਪਲੇਟਫਾਰਮ ਤੇ ਵੀ ਜਿਹੜਾ ਵਿਰੋਧ ਆ ਉਹ ਜਿਤਾਇਆ ਜਾਂਦਾ। ਤੇ ਇਸ ਕਰਕੇ ਉਹ ਲੀਡਰ ਮੂਹਰੇ ਲਾਏ ਹੋਏ ਨੇ, ਇਸ ਕਰਕੇ ਕਿ ਉਹ ਸਰਕਾਰ ਨਾਲ ਗੱਲਬਾਤ ਕਰ ਲੈਣ, ਮੀਟਿੰਗਾਂ ਦੇ ਵਿੱਚ ਜਾਣ, ਪਰ ਉਹ ਫੈਸਲਾ ਜਿਹੜਾ ਹੈਗਾ ਉਹਨਾਂ ਨੂੰ ਲੋਕਾਂ ਦੇ ਅਨੁਸਾਰ ਹੀ ਲੈਣਾ ਪੈਣਾ ਗਾ ਜੀ।
ਤੇ ਨੰਬਰ 2 ਤੇ ਜਿਹੜੇ ਦਿਨ ਤਿਉਹਾਰ ਦੀ ਗੱਲ ਆ ਗਈ, ਤਾਂ ਗੁਰੂ ਸਾਹਿਬਾਨ ਦੇ ਦਿਨ ਤਿਉਹਾਰ ਜਿਹੜੇ ਨੇ ਉਹ ਪਹਿਲਾਂ ਵੀ ਮਨਾਏ ਗਏ ਨੇ, ਤੇ ਉਹ ਅੱਗੇ ਵੀ ਜਿਹੜੇ ਉਹ ਮਨਾਏ ਜਾਣਗੇ। ਨੰਬਰ 2 ਤੇ ਇਹ ਹੈ ਕਿ ਜਦੋਂ ਦੋ ਸੋਚਾਂ ਦਾ ਰੌਲਾ ਗਾ, ਤਾਂ ਸੋਚਾਂ ਦਾ ਫਿਰ ਸਭ ਨੂੰ ਜਿਹੜੀਆਂ ਛੱਡ ਕੇ ਜਾਣਾ ਪਊਗਾ। ਕਿਸਾਨ ਲੀਡਰਾਂ ਨੂੰ ਵੀ ਛੱਡਣੀ ਪਊਗੀ, ਤੇ ਦੂਜੇ ਧਾਰਮਿਕ ਜਥੇਬੰਦੀਆਂ ਨੂੰ ਵੀ ਜਦੋਂ ਆਪਾਂ ਕਹਿੰਦੇ ਆਂਗੇ ਤਾਂ ਫਿਰ ਕਿਸਾਨ ਲੀਡਰਾਂ ਨੂੰ ਵੀ ਪਹਿਲ ਦੇ ਆਧਾਰ ਤੇ ਛੱਡਣੀ ਪਊਗੀ, ਕਿਉਂਕਿ ਲੀਡਰ ਉਹ ਨੇ। ਇਸ ਕਰਕੇ ਗੱਲ ਫਿਰ ਕਿਸਾਨੀ ਦੀ ਕਿਸਾਨ ਲੀਡਰਾਂ ਨੂੰ ਵੀ ਕਰਨੀ ਪਊਗੀ, ਆਪਣੀਆਂ ਆਈਡੀਓਲੋਜੀਆਂ ਸਾਈਡ ਤੇ ਰੱਖ ਕੇ ਸਿਰਫ ਕਿਸਾਨੀ ਮਸਲੇ ਤੇ। ਜੇ ਉਹ ਕਹਿੰਦੇ ਨੇ ਕਿ ਅਸੀਂ ਇਸ ਮਸਲੇ ਤੇ ਇਕੱਠੇ ਆ, ਤਾਂ ਫਿਰ ਇਸ ਮਸਲੇ ਤੇ ਸਿਰਫ ਇਸੇ ਮਸਲੇ ਦੀ ਗੱਲਬਾਤ ਹੀ ਕਰਨ, ਇਸੇ ਮਸਲੇ ਦੇ ਨਾਲ ਸੰਬੰਧਿਤ ਹੀ ਪ੍ਰੋਗਰਾਮ ਜਿਹੜੇ ਉਹ ਦੇਣ। ਜੇ ਉਹ ਆਪਣੀ ਸੋਚ ਦਿਖਾਉਣਗੇ ਤਾਂ ਜਿਹੜੇ ਦੂਜੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ 'ਚ ਵਿਰੋਧ ਦੀ ਭਾਵਨਾ ਜਿਹੜੀ ਉਹ ਲਾਜ਼ਮੀ ਤੌਰ ਤੇ ਆਊਗੀ, ਪੱਖਪਾਤ ਦੀ ਭਾਵਨਾ ਉਹਨਾਂ ਨੂੰ ਦਿਸੂਗੀ ਕਿ ਪੱਖਪਾਤ ਕੀਤਾ ਜਾ ਰਿਹਾ, ਤੇ ਉਹਦੇ ਨਾਲ ਵਖਰੇਵੇਂ ਜਿਹੜੇ ਉਹ ਵਧਣਗੇ ਜੀ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 5000 ਸਵਾਗਤ ਹੈ ਢਿੱਲੋਂ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕੱਲ ਤੁਸੀਂ ਪੰਜਾਬ ਨੂੰ ਹਰਾਤਾ, ਦੇਖ ਲਓ ਨਹੀਂ ਹਟੇ ਤੁਸੀਂ। ਕੀ ਕਰੀਏ ਜੀ, ਹੁਣ ਅਸੀਂ ਤਾਂ ਪੂਰਾ ਜ਼ੋਰ ਲਗਾ ਰਿਹਾ ਸੀ, ਪਰ ਹੁਣ ਕੀ ਕਰੀਏ, ਪਰ ਹੁਣ ਮਾੜੀ ਕਿਸਮਤ ਹੈ ਪੰਜਾਬ ਦੀ। ਚਲੋ ਠੀਕ ਹੈ ਜੀ। ਗੱਲ ਇਸ ਤਰ੍ਹਾਂ ਜੀ, ਉਹ ਕਹਿੰਦੇ ਰਾਮਦੇਵ ਬਾਬਾ ਵੀ ਬਾਹਰ ਆ ਗਿਆ ਜੀ। ਇੰਨਾ ਫਰਕ ਹੈ, ਰਾਮਦੇਵ ਬਾਬੇ ਨੇ ਤਲਵਾਰ ਪਾਈ ਹੋਈ ਸੀ ਤੇ ਇਸ ਬਾਬੇ ਨੇ ਚੱਡਿਆਂ ਨੂੰ ਪੂਛ ਲਾ ਕੇ ਭੱਜਿਆ ਹੈ ਉੱਥੋਂ। ਹਾਂਜੀ, ਜਿਹੜਾ ਬਾਬਾ ਚੱਡਿਆਂ ਨੂੰ ਪੂਛ ਲਾ ਕੇ ਭੱਜਿਆ ਤੇ ਬਾਕੀ ਆਪਣੇ ਸਾਥੀ ਜਿਹੜੇ ਉਹਨੂੰ ਪਿੱਛੇ ਛੱਡ ਗਿਆ ਮਰਨ ਵਾਸਤੇ, ਅੱਗੇ ਮੋਟਰਸਾਈਕਲ ਚੱਕ ਕੇ ਭੱਜ ਗਿਆ। ਮੈਨੂੰ ਸਮਝ ਨਹੀਂ ਲੱਗਦੀ ਟਾਂਡੀ ਸਾਹਿਬ, ਇਹ ਖਾਲਿਸਤਾਨੀ ਕਦੋਂ ਬਣਿਆ ਹੈ ਉਹ ਦੀਪ ਸਿੱਧੂ? ਹਾਂਜੀ, ਅਜੇ ਹੁਣ ਤਾਂ ਥੋੜਾ ਸਮਾਂ ਹੋਇਆ ਕਿ ਉਹ ਬੀਜੇਪੀ ਦੀ ਗੁਰਦਾਸਪੁਰ ਜਿਹੜੀ ਸੀਗੀ ਸਨੀ ਦਿਓਲ, ਉਹਦਾ ਪ੍ਰਚਾਰ ਕਰਦਾ ਸੀ। ਤੇ ਖਾਲਿਸਤਾਨੀ ਕਦੋਂ ਬਣ ਗਿਆ ਉਹ? ਖਾਲਿਸਤਾਨ ਕਿਉਂ ਜੋੜਦੇ ਦੀਪ ਸਿੱਧੂ ਨੂੰ? ਹਾਂਜੀ, ਬਾਕੀ ਸਾਨੂੰ ਕਿਸੇ ਕਾਮਰੇਟਾਂ ਦਾ ਮਤਲਬ ਨਹੀਂ, ਨਾ ਦਾ ਕਾਮਰੇਟਾਂ ਦਾ ਪੰਜਾਬ ਵਿੱਚ ਝੰਡਾ ਗੱਡ ਹੋਇਆ ਤੇ ਨਾ ਗੱਡ ਹੋਣਾ ਜੀ। ਇਹ ਨੋਟ ਕਰ ਲਓ, ਕਿਸੇ ਕਾਮਰੇਟ ਦਾ ਝੰਡਾ ਪੰਜਾਬ 'ਚ ਨਹੀਂ ਗੱਡ ਹੋਣਾ। ਇਹ ਅੰਦੋਲਨ ਹੈ ਕਿਸਾਨੀ ਅੰਦੋਲਨ, ਇੱਕ ਸਾਰੇ ਹੀ ਹੈ, ਕਾਮਰੇਟ ਵੀ ਹੈ, ਕਿਸਾਨ ਵੀ ਹੈ, ਸੌਰੀ ਖਾਲਿਸਤਾਨੀ ਵੀ ਹੈ, ਕਿਉਂਕਿ ਕਿਸਾਨ ਹੈ, ਸਿਰਫ ਕਿਸਾਨਾਂ ਦਾ ਅੰਦੋਲਨ ਹੈ ਤੇ ਕਿਸੇ ਖਾਲਿਸਤਾਨੀਆਂ ਜਾਂ ਕਾਮਰੇਟਾਂ ਦਾ ਅੰਦੋਲਨ ਨਹੀਂ ਹੈ। ਹਾਂ, ਲੀਡਰ ਜ਼ਰੂਰ ਨੇ, ਉਹਦਾ ਮਤਲਬ ਇਹ ਨਹੀਂ ਕੋਈ ਕਾਮਰੇਟ ਉਹਨਾਂ ਪੰਜਾਬ ਝੰਡਾ ਕਰ ਦੇਣਾ। ਸੋ ਇਹ ਜਿਹੜੇ ਗਦਾਰ ਬੰਦੇ ਨੇ, ਗਦਾਰੇ, ਇਹ ਗਦਾਰਾਂ ਨੇ ਗਦਾਰੇ ਰਹਿਣਾ। ਔਰ ਹੁਣ ਵੀ ਇਹ ਕਹਿ ਰਹੇ ਨੇ ਕਿ ਚਲੋ ਜੀ ਦਿੱਲੀ ਵੱਲ ਨੂੰ ਮਾਰਚ ਕਰੋ, ਸਾਨੂੰ ਦਿਓ। ਇਹਨਾਂ ਨੂੰ ਪੁੱਛੋ ਵੀ 26 ਤੁਸੀਂ ਕੀ ਕੀਤਾ? ਹੁਣ ਤੁਸੀਂ ਹੋਰ ਸੱਤਿਆਨਾਸ਼ ਕਰਨਾ ਚਾਹੁੰਦੇ ਹੋ ਕੌਮ ਦਾ, ਕੌਮ ਦਾ ਹੋਰ ਮਤਲਬ ਘਾਣ ਕਰਾਉਣਾ ਚਾਹੁੰਦੇ ਹੋ? ਸੋ ਇਹਨਾਂ ਲੋਕਾਂ ਨੂੰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਲੀਡਰ ਨੇ ਕਿਸਾਨ, ਇਹਨਾਂ ਨੂੰ ਕਹਿ ਦੇਣਾ ਚਾਹੀਦਾ ਵੀ ਜਾਓ ਭਾਈ ਤੁਸੀਂ ਸੰਭੋ, ਜੋ ਕਰਨਾ ਕਰੋ, ਚਲੋ ਅੱਗੇ ਹੋ ਗਏ। ਹਾਂਜੀ, ਸੋ ਬੀਜੇਪੀ ਦਾ ਮਕਸਦ ਇੱਕੋ ਹੀ ਹੈ ਜੀ, ਉਹਨਾਂ ਦੀ ਏਜੰਸੀਆਂ ਦਾ ਬੰਦਾ ਇਹੋ। ਔਰ ਉਹ ਕਹਿ ਵੀ ਰਹੇ ਨੇ ਕਿ 2022 'ਚ ਸਾਡੀ ਬੀਜੇਪੀ ਦੀ ਪੰਜਾਬ ਸਰਕਾਰ ਆਏਗੀ। ਕੋਈ ਬੰਦੇ ਅਗਰ ਮੂਹਰੇ ਆਉਣਗੇ ਤਾਂ ਆਪੇ ਬੀਜੇਪੀ ਦੀ ਸਰਕਾਰ ਆਏਗੀ, ਸ਼ੱਕ ਕੋਈ ਹੈ ਹੀ ਨਹੀਂ। ਸੋ ਜਿਹੜੇ ਇੱਥੇ ਮੇਰੇ ਵੀਰ ਭਗਤ ਨੇ ਨਾ ਦੀਪ ਸਿੱਧੂ ਦੇ, ਥੋੜਾ ਜਿਹਾ ਆਪਣੇ ਆਪ ਨੂੰ ਵਿਚਾਰ ਕਰ ਲੈਣ, ਸੋਚ ਲੈਣ ਕਿ ਤੁਸੀਂ ਕਿਸਾਨਾਂ ਨਾਲ ਹੈ ਜਾਂ ਦੀਪ ਨਾਲ ਹੈ। ਖਾਲਿਸਤਾਨ ਨਾਲ ਠੀਕ, ਅਸੀਂ ਵੀ ਖਾਲਿਸਤਾਨ ਨਾਲ ਹੈ, ਉਹ ਵੱਖਰੀ ਗੱਲ ਹੈ। ਲੇਕਿਨ 6 ਮਹੀਨੇ ਤੇ ਖਾਲਿਸਤਾਨੀ ਕਿੱਦਾਂ ਬਣ ਗਿਆ ਦੀਪ ਸਿੱਧੂ? ਜਿਹੜਾ ਸੋਚਣ ਵਾਲੀ ਗੱਲ ਹੈ। ਸੋ ਮੇਰੇ ਵੀਰੋ ਸੋਚੋ। ਥੈਂਕ ਯੂ ਟਾਈਮ ਦੇਣ ਲਈ, ਧੰਨਵਾਦ। ਧੰਨਵਾਦ ਜੀ, ਧੰਨਵਾਦ। ਬਿਲਕੁਲ ਜੀ, ਅਰਸ਼ਦੀਪ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਜੀ, ਵਿਚਾਰਾਂ ਦੇ ਵਖਰੇਵਿਆਂ ਦੀ ਗੱਲ ਹੀ ਆਪਾਂ ਕਰਦੇ ਹਾਂ। ਬਾਕੀ ਦੀਪ ਸਿੱਧੂ ਦੀ ਜਿਹੜੀ ਹਿਸਟਰੀ ਦੀ ਗੱਲ ਹੈ ਕਿ ਦੀਪ ਸਿੱਧੂ ਪਹਿਲਾਂ ਫਿਲਮੀ ਅਦਾਕਾਰ ਹੀ ਸੀ, ਕਿਸਾਨੀ ਅੰਦੋਲਨ ਦੇ ਟਾਈਮ ਤੇ ਆ ਕੇ ਜਿਹੜਾ ਉਹ ਚਮਕਿਆਗਾ ਤੇ ਇਸ ਕਰਕੇ ਉਹਨੂੰ ਕਿਸੇ ਧਿਰ ਦੇ ਨਾਲ ਜੋੜਨਾ ਹੁਣੀ ਉਹ ਸਰਾਸਰ ਗਲਤ ਹੈਗਾ। ਕਿਸੇ ਵੀ ਧਿਰ ਦੇ ਨਾਲ ਜੋੜਨਾ, ਹਲੇ ਉਹਨੂੰ ਸਮਾਂ ਜਿਹੜਾ ਉਹ ਦੇਣਾ ਚਾਹੀਦਾ। ਟਾਈਮ ਤੋਂ ਪਹਿਲਾਂ ਕਿਸੇ ਨੂੰ ਲੀਡਰ ਨਹੀਂ ਐਲਾਨਣਾ ਚਾਹੀਦਾ। ਕਿਸੇ ਵੀ ਧਿਰ ਨੂੰ ਚਾਹੀਦਾ ਕਿ ਵਿਅਕਤੀ ਨੂੰ ਦੇਖੋ, ਪਰਖੋ ਤੇ ਫਿਰ ਜਿਹੜਾ ਫੈਸਲਾ ਲਓ। ਠੀਕ ਹੈ, ਉਹਦੇ ਵੱਲੋਂ ਕਿਸਾਨੀ ਅੰਦੋਲਨ ਤੋਂ ਪਹਿਲੇ ਦਿਨ ਤੋਂ ਸਹਿਯੋਗ ਦਿੱਤਾ ਗਿਆ, ਮੋਰਚਾ ਵੀ ਲਾਇਆ ਗਿਆ ਇੱਥੇ, ਪਰ 26 ਜਨਵਰੀ ਵਾਲਾ ਜਿਹੜਾ ਇਨਸੀਡੈਂਟ ਸੀ ਉਹ ਗਲਤ ਸੀ। ਜੇ ਉਹ ਗਲਤ ਹੈ, ਉਹਦੀ ਗਲਤੀ ਜਿਹੜੀ ਉਹ ਮੰਨ ਲੈਣੀ ਚਾਹੀਦੀ ਹੈ ਕਿ ਉਹਦੇ ਨਾਲ ਕਿਸਾਨੀ ਅੰਦੋਲਨ ਨੂੰ ਢਾਹ ਲੱਗੀ ਹੈ। ਉਹ ਰਿਐਕਸ਼ਨ ਜਿਹੜਾ ਸੀ ਕਿਸਾਨੀ ਅੰਦੋਲਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀ। ਪਰ ਨਾਲੋਂ ਨਾਲ ਇਹ ਹੈ ਕਿ ਜੇ ਕਿਸੇ ਨੂੰ ਲੀਡਰ ਮੰਨਦੇ ਹੋ ਤਾਂ ਉਹ ਲੌਂਗ ਟਰਮ ਦੇਖ ਕੇ ਲੀਡਰ ਜਿਹੜਾ ਉਹ ਮੰਨਣਾ ਚਾਹੀਦਾ, ਸ਼ਾਰਟ ਟਰਮ ਨਹੀਂ। ਉਹ ਕਿਸੇ ਵੀ ਧਿਰ ਦਾ ਹੋਵੇ, ਉਹ ਦੀਪ ਸਿੱਧੂ ਹੋਵੇ ਜਾਂ ਕੋਈ ਹੋਰ ਹੋਣ ਜਾਂ ਕਿਸਾਨ ਆਗੂ ਵੀ ਹੋਣ, ਉਹਨਾਂ 'ਚ ਵੀ ਬਹੁਤ ਐਸੇ ਨੇ ਜਿਨ੍ਹਾਂ ਦੇ ਕਿਰਦਾਰ ਕਿਸ ਤਰ੍ਹਾਂ ਦੇ ਵੀ ਰਹੇ ਹੋਣਗੇ। ਠੀਕ ਹੈ, ਪਰ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਮੂਹਰੇ ਲਿਆਉਣ ਦੀ ਮੰਗ ਕਰੋ ਕਿ ਸਰਕਾਰ ਨਾਲ ਗੱਲਬਾਤ ਵੀ ਉਹ ਕਰਨ, ਮੋਰਚੇ ਦੀ ਕਮਾਨ ਵੀ ਉਹ ਸੰਭਾਲਣ, ਤਾਂ ਕਿ ਵਖਰੇਵੇਂ ਜਿਹੜੇ ਉਹ ਨਾ ਪੈਦਾ ਹੋਣ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 7380 ਸਵਾਗਤ ਹੈ ਵੀਰ। ਹਾਂਜੀ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਦੇਖੋ ਜੀ, ਦੀਪ ਦੇ ਬਾਹਰ ਆਉਣ ਦੀ ਖੁਸ਼ੀ ਵੀ ਆ, ਸਪੋਰਟ ਵੀ ਕਰਦੇ ਆ। ਸਪੋਰਟ ਇਸ ਕਰਕੇ ਕਰਦੇ ਆ, ਸਾਡਾ ਪੰਜਾਬੀ ਭਾਈ ਆ, ਕਿਸਾਨ ਆ, ਕਿਸਾਨ ਦਾ ਪੁੱਤ ਆ ਜੀ। ਜੇ ਕੋਈ ਬੰਦਾ ਕਹਿੰਦਾ ਜੀ ਆਪਣੇ ਰਾਜੇ ਵਾਲੇ ਤੇ ਗਰਾਹਾਂ ਜਾਵੇ ਕਿਸਾਨ ਨੇ, ਉਹ ਕਿਹੜੀ ਖੇਤੀ ਕਰਦੇ ਨੇ? ਉਹ ਵੀ ਲੀਡਰ ਹੀ ਨੇ, ਉਹ ਵੀ ਕਾਮਰੇਡ ਨੇ, ਉਹਨਾਂ ਦੀ ਸੋਚ ਆਦਾ। ਖਾਲਿਸਤਾਨ ਨਾਲ ਕਿਹੜੇ ਹਿਸਾਬ ਨਾਲ ਜੋੜਦੇ ਨੇ? ਕਿਸੇ ਨੇ ਖਾਲਿਸਤਾਨ ਮੰਗਿਆ ਨਹੀਂ, ਕਿਸੇ ਨੇ ਖਾਲਿਸਤਾਨ ਦੀ ਗੱਲ ਕੀਤੀ। ਜਦੋਂ ਵੀ ਰਾਜੇ ਵਾਲੇ ਤੇ ਗਰਾਹਾਂ ਦਿੰਦੇ ਨੇ ਬਿਆਨ, ਅਸੀਂ ਖਾਲਿਸਤਾਨ ਨਹੀਂ ਬਣ ਦੇਣਾ। ਜਦੋਂ ਤੁਸੀਂ ਕਿਸੇ ਨੂੰ ਚੜਾਓਗੇ
ਉਹ ਤੁਹਾਡੇ ਤੇ ਪੁੱਠਾ ਦਾ ਪੈਣਾ ਹੀ ਪੈਣਾ। ਇਹ ਲਾਲ ਲੀਕਰਾਂ ਵਾਲੇ ਨੇ, ਇਹ ਬੈਠਣ ਗਏ ਨੇ, ਇਹਨਾਂ ਨਾਲ ਅੰਦੋਲਨਨਾਮਾ ਕਰਨਾ। ਉਹ ਹੁਣ ਤਾਂ ਕੋਰੇ ਕਾਗਜ਼ ਤੇ ਲਿਖਾ ਲਓ, ਇਹਨਾਂ ਨੇ ਕੱਖ ਵੀ ਨਹੀਂ ਕਰਨਾ ਜੀ। ਹਰੇਕ ਬੰਦਾ ਕਹਿੰਦਾ ਇਹਨਾਂ ਨੇ ਕੱਖ ਵੀ ਨਹੀਂ ਕਰਨਾ, ਇਹ ਬਸ ਅੰਦੋਲਨਨਾਮਾ ਕਰਕੇ ਹੁਣ ਇਹ ਤਾਂ ਚੜਾਉਂਦੇ ਆ ਇਹਨਾਂ ਨੂੰ, ਕਿਉਂਕਿ ਦੀਪ ਸਿੱਧੂ ਤੇ ਲੱਗੇ ਹੋਣ ਦਾ ਇੱਕੋ ਡਰ ਆ। ਉਹ ਕਹਿੰਦੇ ਅਸੀਂ 3 ਬਿੱਲ ਵਾਪਸ ਕਰਾਏ ਬਗੈਰ ਇਹਨਾਂ ਨੂੰ ਮੌਨ ਨਹੀਂ ਦੇਣਾ। ਆਹ ਵੱਡੀ ਪ੍ਰੋਬਲਮ ਆ। ਬਿਲਕੁਲ ਜੀ, ਫਸੇ ਹੋਏ ਆ, ਬਹੁਤ ਬੁਰੀ ਤਰ੍ਹਾਂ ਫਸੇ ਹੋਏ ਆ। ਇਹ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਆ। ਜੇ ਉਦੋਂ ਚਵਲ ਨਾ ਮਾਰਦੇ 26 ਤਰੀਕ ਦਾ ਦਿਨ, ਉਹਨੂੰ ਉਵੇਂ ਟਕਾਈ ਰੱਖਦੇ, ਕੋਈ ਪ੍ਰੋਬਲਮ ਨਹੀਂ ਸੀ ਪੈਣੀ। ਲੋਕਾਂ ਨੇ ਇਹਨਾਂ ਦਾ ਸਾਥ ਵੀ ਦੇਣਾ ਸੀ। ਅਸੀਂ ਤਾਂ ਸੱਚੇ ਦਿਲੋਂ, ਮੈਂ honestly ਮੈਂ ਹੁਣ ਇਹਨਾਂ ਬੰਦਿਆਂ ਦਾ ਬਿਲਕੁਲ ਮੈਂ ਸਪੋਰਟ ਨਹੀਂ ਕਰਦਾ ਜੀ। ਜਦੋਂ ਤੁਸੀਂ ਲੋਕਾਂ ਨੂੰ ਪੁੱਠੇ ਪਾਸੇ ਨੂੰ, ਲੋਕਾਂ ਨੂੰ ਗਲਤ ਦਿਸ਼ਾ ਦੇਈ ਜਾਂਦੇ ਹੋ। ਇੱਕ ਪਾਸੇ ਤੁਸੀਂ ਆਹ ਦੇ ਦਿੰਦੇ ਹੋ ਪਲਾਨ, ਦੂਜੇ ਦਿਨ ਮੁੱਕਰ ਜਾਂਦੇ। ਅੱਜ ਬਿਆਨਬਾਜ਼ੀ ਤੁਸੀਂ ਗਲਤ ਕਰਦੇ, ਦੂਜੇ ਦਿਨ ਮਾਫੀਆਂ ਮੰਗਦੇ ਹੋ। ਲੀਡਰ ਤੁਸੀਂ ਕਿਹੜੇ ਹਿਸਾਬ ਨਾਲ ਰਹੇ ਜੀ? ਲੀਡਰ ਹੁੰਦਾ ਤਾਂ ਬਹੁਤ ਰਿਸਪੌਂਸਿਬਿਲਿਟੀ ਨਾਲ ਗੱਲ ਸੋਚ ਕੇ ਕਰਨੀ ਪੈਂਦੀ ਹੁੰਦੀ ਇੰਨੀ ਦੁਨੀਆ ਮੂਹਰੇ। ਇਹਨਾਂ ਨੂੰ ਅਜੇ ਵੀ ਸੋਚਣਗੇ ਤਾਂ ਫਿਰ ਰਹਿਣਗੇ, ਕਿਉਂਕਿ ਇੱਕ ਦਾ ਗਾਰੰਟੀ ਆ ਜੀ ਜੂਥ ਵਗੈਰਾ ਇਹਨਾਂ ਦਾ ਕੱਖ ਨਹੀਂ ਬਣਨਾ। ਬਿਲਕੁਲ ਜੀ, ਬਿਲਕੁਲ। ਜਿੰਨਾ ਮਰਜ਼ੀ ਹੁਣ ਜ਼ੋਰ ਲਾ ਲੈਣ। ਧੰਨਵਾਦ ਜੀ, ਧੰਨਵਾਦ। ਵਾਕਿਆ ਇਹਨਾਂ ਨੂੰ ਸੋਚ ਸਮਝ ਕੇ ਜੇ 26 ਤਰੀਕ ਨੂੰ ਇਹ ਨਾਲ ਖੜ ਜਾਂਦੇ ਵੀ ਰੂਟ ਤੁਸੀਂ ਗਲਤ ਦਿੱਤਾ ਆ, ਅਸੀਂ ਨਹੀਂ, ਸਾਡੇ ਨੌਜਵਾਨ ਨਹੀਂ ਗਏ ਤੇ ਕੱਖ ਨਹੀਂ ਸੀ ਹੋਣਾ, ਕਿਸੇ ਦੇ ਪਰਚਾ ਦਰਜ ਨਹੀਂ ਸੀ ਹੋਣਾ, ਕੁਛ ਨਹੀਂ ਸੀ ਹੋਣਾ। 3 ਦਿਨ ਸਰਕਾਰ ਨੇ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਇਹ ਨਾਲ ਵੇਖਦੇ ਰਹੇ। ਇਹ ਬੋਲੇ ਨਹੀਂ ਗਏ ਤਾਂ ਉਹਨਾਂ ਦੀ ਚੜ੍ਹ ਮੱਚ ਗਈ। ਸਾਰਾ ਪੰਗਾ ਇੱਥੋਂ ਪਿਆ ਜ਼ਿਆਦਾ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 3322 ਸਵਾਗਤ ਹੈ ਜੀ। ਚੰਦੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੰਦੀ ਸਾਹਿਬ ਬਿਆਨ ਅਸੀਂ ਬਹੁਤ ਦਿੰਦੇ, ਆਪਾਂ ਮਾੜੇ ਕਹੀ ਜਾਂਦੇ, ਆਪਣੇ ਹਮਾਇਤ ਜਿਹੜੀ ਕਿਸਾਨਾਂ ਨੂੰ ਹੈ ਉਹਦੇ ਤੇ ਕੰਮ ਕਰਨਾ ਚਾਹੀਦਾ। ਆਪਾਂ ਖਿੱਚੀ ਜਾਂਦੇ ਲੱਤਾਂ ਤੇ ਆਪਾਂ ਹੀ ਖਿੱਚਦੇ ਹਾਂ ਜ਼ਿਆਦਾ। ਸਾਡੀ ਕੌਮ ਲੱਤਾਂ ਖਿੱਚਣ 'ਚ ਬਹੁਤ ਯੋਗਦਾਨ ਪਾਉਂਦੀ ਹੈ, ਅਸੀਂ ਬਹੁਤ ਯੋਗਦਾਨ ਪਾਉਂਦੇ ਹਾਂ ਇਹਦੇ ਵਿੱਚ। ਸਾਡਾ ਹੱਥ ਹੈ ਇਹਦੇ ਵਿੱਚ ਵੀ ਕਿਉਂ ਜਿੱਤ ਨਾ ਜਾਈਏ, ਕਿਸੇ ਤਰੀਕੇ ਨਾਲ ਬਿੱਲ ਵਾਪਸ ਨਾ ਹੋ ਜਾਣ। ਕੱਲਾ ਪੰਜਾਬ ਦਾ ਮਸਲਾ ਹੈ ਜਿਹੜਾ ਇਹ ਰਾਜ ਕੱਲੇ ਦਾ, ਜਾਂ ਪੰਜਾਬ ਦਾ ਮਸਲਾ, ਹਰਿਆਣਾ, ਯੂਪੀ, ਸਾਰੇ ਕਿਸਾਨ ਨੇ, ਉਹਨਾਂ ਨੂੰ ਨਹੀਂ ਪੁੱਛਣਾ। ਇਹ ਤੇ ਇੱਥੇ ਗੱਲ ਕਰਦੇ ਆਪਣੇ ਪੰਜਾਬ ਦੀ ਕੱਲੇ ਦੀ ਕਰਦੇ ਆ। ਉਹਨਾਂ ਨੇ ਸਾਰੇ ਕਿਸਾਨਾਂ ਨੂੰ ਨਾਲ ਲੈਣਾ, ਯੂਪੀ ਵਾਲਿਆਂ ਨੂੰ ਲੈਣਾ। ਆਪਾਂ ਗੱਲ ਕਰ ਸਕਦੇ ਹਾਂ ਵੀ ਪੰਜਾਬੀ ਇਹ ਜੀ ਐਵੇਂ ਕਰਦੇ ਨੇ, ਇਹ ਏਦਾਂ ਕਰਦੇ ਨੇ। ਸਾਰਿਆਂ ਦਾ ਵਾ ਇੱਕ ਬੰਦਾ ਸੋਚਦਾ। ਸਾਡੀ ਸੋਚ ਇੱਥੋਂ ਤੱਕ ਆ, ਅਸੀਂ ਘਰ ਰਹਿੰਦੇ, ਸਾਡੀ ਘਰ ਤੇ ਤੱਕ ਸੋਚ ਹੈ ਹੈ ਉਹ ਸਾਰੇ ਇੰਡੀਆ 'ਚ ਫਿਰ ਕੇ ਆਏ, ਉਹਨਾਂ ਦੀ ਸੋਚ ਉੱਥੋਂ ਤੱਕ ਹੈ। ਅਸੀਂ ਇੱਥੇ ਕੈਨੇਡਾ 'ਚ ਇੰਨੀ ਕੁ ਸੋਚ ਲੈਂਦੇ ਨਹੀਂ ਜੀ ਇਹ ਕਰਦੇ ਨਹੀਂ ਕੁਝ। ਉਹ ਬੰਦੇ ਅੱਗੇ ਜਿਹੜੇ ਮਰੇ ਨੇ ਜਾਂ ਛਡਾਲੇ ਨੇ, ਉਹ ਕਿਤੇ ਆ ਗਏ ਨੇ ਕਿਸੇ ਦੇ ਧੀਆਂ ਪੁੱਤਰ, ਹੁਣ ਫੇਰ ਮਰਵਾ ਦੇਣ ਤੇ ਫੇਰ ਆਖਣਗੇ ਜੀ ਰਾਜੇਵਾਲ ਨੇ ਮਰਵਾਤੇ, ਫਲਵਾਣੇ ਨੇ ਮਰਵਾਤੇ, ਢਿੰਗੜੇ ਨੇ ਮਰਵਾਤੇ। ਉਹਨਾਂ ਨੂੰ ਪਤਾ ਹੀ ਆ, ਸਿਆਣੇ ਨੇ ਵੀ ਉਹ ਆਂਦੇ ਆ ਕੌਮ ਨੂੰ ਮਰਵਾ ਕੇ ਥੋੜਾ ਜਿੱਤਣਾ ਤੇ ਉਦਾਂ ਵਾ। ਤੇ ਹੁਣ ਜਿੱਦਾਂ ਉਹ ਮਸਲਾ ਲਾਇਆ ਹੀ ਆ ਪਿੱਛੇ ਟਿਕਰੀ ਬਾਡ, ਉਹ ਦੂਸਰੇ ਤੇ KMP ਜਿਹੜਾ ਵਾ ਉਹਨੂੰ ਜਾਮ ਕੀਤਾ। ਹੋਰ ਹੁਣ ਉਹਨੇ ਕਿਹਾ, ਟਕੈਤ ਨੇ ਕਿਹਾ ਵੀ ਅਸੀਂ ਮਾਰਚ ਕਰਾਂਗੇ, ਉੱਥੇ ਜਾ ਕੇ ਵੇਚਾਂਗੇ। ਉਹਨੇ ਵੇਚਤਾ ਉੱਥੇ ਜਾ ਕੇ ਫਸਲ। ਉਹਦੇ ਵੱਲ ਵੀ ਸੋਚਣਾ ਚਾਹੀਦਾ, ਕੋਈ ਬੰਦਿਆਂ ਨੂੰ ਨਾਲ ਜੋੜਨ ਵਾਸਤੇ। ਹੁਣ ਘਰਾਓ ਕਰ ਦੇਣ ਦਿੱਲੀ ਦਾ, ਦਿੱਲੀ 'ਚ ਮਰਨ ਡਏ ਨੇ। ਅੱਜ ਉੱਥੇ ਦਿੱਲੀ ਬੰਦ ਕਰ ਦੋਗੇ, ਮਰ ਜਾਣਗੇ ਲੋਕ, ਕੀ ਤੁਹਾਡਾ ਸਹਿਯੋਗ ਦੇਗਾ ਕੋਈ? ਆਪਾਂ ਨੂੰ ਸੋਚਣਾ, ਆਪਾਂ ਨੂੰ ਇਹ ਨਹੀਂ ਆਪਣੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ, ਉਹਨਾਂ ਨਾਲ ਸਹਿਯੋਗ ਕਰਨਾ ਚਾਹੀਦਾ। ਲੋਕ ਜਾਣ ਡੇ ਨੇ, ਜਿਹਨੇ ਨਹੀਂ ਜਾਣਾ ਨਾ ਜਾਏ। ਬੋਲਣ ਦੀ ਕੀ ਲੋੜ ਹੈ ਵੀ ਇਹ ਗਲਤ ਕਰਦੇ ਜੀ ਪਲਾਨ? ਆਪੋ ਆਪਣੀ ਸੋਚ ਹੈ। ਜੇ ਸੋਚ ਦੇ ਉੱਤੇ ਤੁਸੀਂ ਨਹੀਂ ਚੁੱਪੀ ਕਰ ਜਾਓ, ਆਪਣੀ ਕੌਮ ਨੂੰ ਢਾਹ ਦੇਣਾ ਨਾ। ਜੇ ਕੱਲ ਨੂੰ ਪੰਜਾਬ ਹਾਰ ਗਿਆ, ਮੰਨ ਲਓ ਨਹੀਂ ਹੁੰਦਾ, ਇਹ ਆਪਾਂ ਨੂੰ ਤੇ ਤੁਹਾਨੂੰ ਸ਼ਰਮਿੰਦਗੀ ਨਹੀਂ ਹੋਏਗੀ, ਆਪਾਂ ਨੂੰ ਸ਼ਰਮਿੰਦਗੀ ਨਹੀਂ ਹੋਏਗੀ ਇਹ ਗੱਲ ਦੀ ਵੀ ਅਸੀਂ ਹਾਰ ਗਏ ਆ। ਹੁਣ ਇੱਕ ਕ੍ਰਿਕਟ ਮੈਚ ਆ ਪੰਜਾਬ ਦਾ, ਉਹਦੇ 'ਚ ਮੇਰਾ ਖਿਆਲ ਇੱਕ ਬੰਦਾ ਹੋਣਾ ਸਾਰਾ, ਤੇ ਉਹਦੇ ਤੇ ਆਖੀ ਜਾਂਦੇ ਵੀ ਆਪਾਂ ਹਾਰ ਗਏ ਆ। ਤੇ ਕੀ ਇਹ ਕੌਮ ਹਾਰ ਜਾਏਗੀ? ਜੋ ਸਾਰੀ ਕੌਮ ਪੰਜਾਬ ਦੀ ਹਾਰ ਜਾਏਗੀ ਤੇ ਉਹਦੇ ਤੇ ਸ਼ਰਮਿੰਦਗੀ ਨਹੀਂ ਹੋਏਗੀ ਜੀ। ਧੰਨਵਾਦ ਜੀ। ਵਧੀਆ ਵਿਚਾਰ ਹੈ ਜੀ ਤੁਹਾਡੇ। ਚੱਲਦੇ ਨੈਕਸਟ ਕਾਲ ਤੇ। ਹਾਂਜੀ 1294 ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਭਾਈ ਲੱਤਾਂ ਖਿੱਚਣ ਵਾਲੀ ਗੱਲ ਤਾਂ ਲੀਡਰ ਆਪ ਕਰਦੇ ਆ। ਔਰ ਜੋਗਿੰਦਰ ਸਿੰਘ ਰਾਹਾ ਨੇ ਉਹੀ ਬੋਲਤਾ, ਕਦੇ ਕੁਛ ਕਦੇ ਕੁਛ। ਹਾਲਾਂਕਿ ਜਦੋਂ ਦੀਪ ਸਿੱਧੂ ਬਾਹਰ ਆ ਗਿਆ ਠੀਕ ਆ ਜੀ, ਹਨਾ ਜੀ, ਉਹ ਉਹੀ ਕਹੀ ਜਾਣਾ ਉਹ ਖਾਲਿਸਤਾਨੀ ਆ, ਫਲਾਣਾ ਉਹ ਆ, ਜੇ ਆ ਉਹ ਆ। ਉਹਨਾਂ ਲੱਖੇ ਦੇ ਵਿਰੁੱਧ ਬੋਲਦਾ ਉਹ। ਅਸਲ 'ਚ ਗੱਲ ਇਹ ਆ, ਇਹ 26 ਤੋਂ, ਕੋਈ ਮੇਰੀ ਗੱਲ ਦਾ ਗੁੱਸਾ ਨਾ ਕਰੇ, ਇਹ 26 ਤੋਂ ਪਹਿਲਾਂ ਇਹ ਸਟੇਟ ਦੇ ਨਾਲ ਮਿਲੇ ਹੋਏ ਆ ਜੀ। ਪਹਿਲਾਂ ਰਾਜੇਵਾਲ ਦੀ ਡਿਊਟੀ ਲੱਗੀ ਸੀ ਵੀ ਤੂੰ ਯੂਥ ਦੇ ਅਗੇਂਸਟ ਬੋਲਣਾ ਹੈ, ਝੰਡਾ ਨਾ ਲਾਓ, ਇਹ ਧਾਰਮਿਕ ਮਸਲਾ ਨਹੀਂ ਹੈ। ਹੁਣ ਉਹਨੂੰ ਥੋੜਾ ਪਿੱਛੇ ਕਰ ਲਿਆ। ਹੁਣ ਥੋੜਾ ਜਿਹਾ ਸੂਈ ਰੱਖੀ ਹੋਈ ਆ ਜੋਗਿੰਦਰ ਸਿੰਘ ਰਾਹਤ ਵੀ ਤੂੰ ਬੋਲ। ਹੁਣ ਜੋ ਇਹਨਾਂ ਨੂੰ ਸਟੇਟ ਕਹਿੰਦੀ ਆ, ਇਹ ਉਹ ਬੋਲ ਰਹੇ ਆ। ਇਹ ਉੱਥੋਂ ਭੱਜਣ ਨੂੰ ਫਿਰਦੇ ਆ, ਪਰ ਸਾਡਾ ਜਿਹੜਾ ਯੂਥ ਆ ਉਹ ਬਹੁਤ ਸਿਆਣਾ। ਉਹ ਕਹਿੰਦੇ ਵੀ ਤੁਹਾਨੂੰ ਭੱਜਣ ਨਹੀਂ ਦੇਣਾ, ਤੁਸੀਂ ਉਹ ਮੂਹਰੇ ਰਹਿਣਾ ਜੀ।
ਹੁਣ ਆਪ ਇਹ ਕਹਿੰਦੇ ਆ ਵੀ ਉਹ ਦਿੱਲੀ ਦੀ ਘਟਨਾ 26 ਤਰੀਕ ਦੀ ਘਟਨਾ ਦਾ ਕੋਈ ਮਸਲਾ ਨਹੀਂ ਤਾਂ ਉਦੋਂ ਪਹਿਲਾਂ ਸਭ ਕੁਝ ਕਰੀ ਬੈਠੇ ਆ ਇਹ ਉੱਥੇ ਚਲੇ ਗਏ ਸੀ, ਜੇ ਨਾਲ ਖੜ ਜਾਂਦੇ ਉਹਨੂੰ ਮਸਲਾ ਵੀ ਹੱਲ ਹੋ ਜਾਣਾ ਸੀ। ਇਹਨਾਂ ਨੇ ਕਰਾਉਣਾ ਨਹੀਂ ਹੈ। ਪਰ ਅਸੀਂ ਤਾਂ ਯੂਥ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਮਗਰ ਲੱਗੇ ਰਹੋ ਨਾ, ਮੂਹਰੇ ਧੱਕ ਕੇ ਰੱਖੋ ਬਸ ਜੀ। ਇਹ ਭੱਜਣ ਨੂੰ ਫਿਰਦੇ ਆ ਵਿੱਚ ਆਹ ਜੋਗਿੰਦਰ ਅਗਰਾਹਾਂ ਹੋਇਆ ਤੇ ਜਿਹੜੇ ਬੜੇ ਬੜੇ ਲੀਡਰ ਹੈ ਸਾਰੇ ਕਾਮਰੇਡਾਂ ਦਾ ਹਾਲ ਇਹੀ ਹੈ ਜੀ ਕਿ ਬਿਲਕੁਲ ਜਾਣ ਕੇ ਇਗਨੋਰ ਕਰਦੇ ਆ। ਹਾਲਾਂਕਿ ਕਿਸੇ ਵੀ ਯੂਥ ਨੇ ਕੋਈ ਇਹਨਾਂ ਦੇ ਅਗੇਂਸਟ ਨਹੀਂ ਬੋਲਿਆ, ਇਹ ਪਹਿਲਾਂ ਹੀ ਸ਼ੁਰੂ ਕਰਤਾ ਬੋਲਣਾ ਇਹਨਾਂ ਨੇ ਜੀ। ਇਹ ਪਤਾ ਨਹੀਂ ਹੁਣ ਇਹ ਬਾਅਦ ਚ ਬੜੇ ਬੰਦੇ ਕਹਿੰਦੇ ਜੀ ਤੁਸੀਂ ਲੱਤਾਂ ਨਾ ਖਿੱਚੋ, ਉਹ ਲੱਤਾਂ ਤਾਂ ਖੁਦ ਉਹ ਸਟੇਜ ਤੇ ਖੜ ਕੇ ਖਿੱਚਦੇ ਇੱਕ ਦੂਜੇ ਦੀਆਂ ਜੀ। ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ। ਚੱਲਦੇ ਨੈਕਸਟ ਕਾਲ ਤੇ। ਹਾਂਜੀ 9806 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ। ਭਾਈ ਹੁਣ ਤੱਕ ਜਿਹੜੇ ਲੀਡਰ ਆ ਉਹਨਾਂ ਨੇ ਨੁਕਸਾਨ ਕੀ ਕੀਤਾ ਕਿਸਾਨੀ ਮੋਰਚੇ ਦਾ ਜੀ? ਰਾਜੇਵਾਲ ਉਹਨਾਂ ਨੇ ਜਿਹੜੇ ਵੀ ਹੋਰ ਮੋਰੇ ਲੀਡਰ ਆ ਜਾਨੀ ਕਿ ਜੀ ਉਹਨਾਂ ਨੇ ਕਿਸਾਨੀ ਮੋਰਚੇ ਦਾ ਨੁਕਸਾਨ ਕੀ ਕੀਤਾ ਲੋਕਾਂ ਦਾ? ਦਿਓ ਜੀ ਵਿਚਾਰ, ਤੁਹਾਡੇ ਵਿਚਾਰ ਆ, ਤੁਸੀਂ ਦੱਸੋ। ਹਾਂਜੀ ਉਹੀ ਨਾ, ਮੈਂ ਉਹ ਜੇ ਤਾਂ ਉਹਨਾਂ ਨੇ ਕੋਈ ਨੁਕਸਾਨ ਕੀਤਾ ਫੇਰ ਤਾਂ ਆਪਾਂ ਕਹੀਏ ਉਹ ਚਾਲ ਆਪਣੀ ਚੱਲਦੇ। ਨੁਕਸਾਨ ਤਾਂ ਸਿੱਧੂ ਨੇ ਕੀਤਾ ਉਦਣ 26 ਨੂੰ, ਉਹ ਤਾਂ ਮੋੜਨੇ ਤੇ ਵੀ ਆ ਗਏ ਸੀਗੇ, ਲੱਤ ਤਾਂ ਉਦਣ ਖਿੱਚੀ ਆ। ਹੁਣ ਵੀ ਬੋਲੂਗਾ, ਉਹਨੂੰ ਉਹੀ ਬੋਲੀ ਬੋਲਣੀ। ਅੰਦਰ ਰਹਿ ਕੇ ਆਇਆ ਭਾਜੀ, ਬੜੇ ਬੜੇ ਬੰਦੇ ਅੰਦਰ ਜਦੋਂ ਰਹਿ ਕੇ ਆਉਂਦੇ ਨਾ ਜੀ ਕੀ ਬਾਹਰ ਆ ਕੇ ਬੋਲੀ ਬੋਲਦੇ। ਯਕੀਨ ਨਾ ਕਰੋ, ਆਪਣੇ ਹਿਸਾਬ ਨਾਲ ਚੱਲੋ, ਦੇਖਿਓ ਕੀ ਕਰਨਾ। ਬੋਲਣਾ ਕੁਛ ਆ, ਭੁਗਤਣਾ ਕਿਸੇ ਦੇ ਹੱਕ ਦੇ ਵਿੱਚ ਆ। ਹੁਣ ਜੀ ਜਦ ਜਾਂ ਤਾਂ ਲੀਡਰ ਦੇ ਮਗਰ ਲੱਗ ਜਾਓ, ਕਿੰਨੀ ਕਮੀਨਗੀ ਗੱਲ ਆ। ਇਹਨਾਂ ਨੂੰ ਭੱਜਣ ਨਾ ਦਿਓ, ਮਗਰ ਵੀ ਨਹੀਂ ਲੱਗਣਾ, ਭੱਜਣ ਵੀ ਨਹੀਂ ਦੇਣਾ ਜੀ। ਇਹ ਕਿੰਨੀ ਤੁਸੀਂ ਕੀ ਖੱਟਣਾ ਚਾਹੁੰਦੇ? ਇਹ ਕਮੀਨਗੀ ਨਹੀਂ ਹੈਗੀ। ਹੁਣ ਮੈਂ ਤੁਹਾਡੇ ਮਗਰ ਵੀ ਨਾ ਲੱਗਾ ਰਾਈਟ, ਤੇ ਕਿ ਤੁਹਾਨੂੰ ਜਾਣ ਵੀ ਨਾ ਦੇਵਾਂ ਜੀ। ਓਹੋ ਐਨੇ ਗਿਰੇ ਹੋਏ ਬੰਦੇ। ਥੈਂਕ ਯੂ ਭਾਜੀ, ਧੰਨਵਾਦ ਜੀ, ਧੰਨਵਾਦ। ਵਿਚਾਰ ਆ ਜੀ ਆਪੋ ਆਪਣੇ। ਹਾਂਜੀ 6939 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਈ ਸੌਰੀ ਮੈਂ ਦੁਬਾਰਾ ਆਇਆ ਭਾਈ। ਦੇਖੋ ਜੀ ਮੈਂ ਵੀ ਦੀਪ ਦਾ ਇੰਨਾ ਬੜਾ ਫੈਨ ਨਹੀਂ ਹੈਗਾ। ਮੈਂ ਤਾਂ ਕਹਿੰਦਾ ਵੀ ਗਲਤੀ ਕੀਤਾ ਨਾ ਜੀ ਭਾਈ। ਜੇ ਇਹ ਯੂਥ ਆਪਣਾ ਕਹਿੰਦਾ ਵੀ ਹਾਂ ਵੀ ਦੀਪ ਸਿੱਧੂ ਬਹੁਤ ਵੱਡਾ ਹੀਰੋ ਆ, ਜਿਹੜਾ ਯੂਥ ਭਾਈ ਇਹ ਤਾਂ ਭੱਜ ਗਿਆ ਸੀ ਸਾਰਾ ਉੱਥੋਂ ਜਦੋਂ ਘਟਨਾ ਹੋਈ ਆ। ਬੈਠੇ ਦਾ ਭਾਈ ਆਪਾਂ ਜਿਹਨਾਂ ਨੂੰ ਆਪਾਂ ਕਾਮਰੇਡ ਕਹਿੰਦੇ ਆ, ਰਾਜੇਵਾਲਾ ਨਹੀਂ ਹੋ ਗਏ, ਰਕੇਸ਼ ਟਕੈਤ ਨਹੀਂ ਹੋ ਗਏ ਨਾ ਜੀ, ਬੈਠੇ ਦਾ ਭਾਈ ਉੱਥੇ ਉਹੀ ਹੈ ਨਾ, ਹਾਲ ਤੱਕ ਵੀ ਬੈਠੇ ਨੇ ਨਾ, ਉਹਨਾਂ ਦੇ ਬੰਦੇ ਬੈਠੇ ਨੇ। ਕਿੱਥੇ ਚਲੇ ਗਏ ਸੀਗੇ? ਜੇ ਬਾਲੇ ਕਹਿੰਦੇ ਆ ਵੀ ਨਹੀਂ ਵੀ ਇਹਨੇ ਬਹੁਤ ਵਧੀਆ ਕੰਮ ਕੀਤਾ ਨਾ ਜੀ, ਵੀ ਕੋਈ ਗਰਮ ਕੋਈ ਦੋ ਭਾਈ ਮੋਦੀ ਸਰਕਾਰ ਨੇ ਭਾਈ ਜੇ ਕੋਈ ਇਹ ਕੁਝ ਗਰਮ ਕਰਨਗੇ ਨਾ ਭਾਈ ਉਹਨਾਂ ਨੂੰ ਮੌਕਾ ਚਾਹੀਦਾ। ਉਹਨਾਂ ਨੇ ਮਿਲਟਰੀ ਲਾ ਦੇਣੀ ਆ, ਸਭ ਕੁਝ ਚੱਕ ਦੇਣਾ ਜੀ ਨਾ। ਜੇ ਕਿਸਾਨ ਅੰਦੋਲਨ ਭਾਈ ਹੁਣ ਤੱਕ ਸਰਵਾਈਵ ਕਰ ਰਿਹਾ ਤਾਂ ਜਿਹੜੇ ਪੀਸਫੁਲ ਬੰਦੇ ਬੈਠੇ ਨੇ ਉੱਥੇ ਉਹਨਾਂ ਕਰਕੇ ਹੀ ਆ ਭਾਈ ਨਾ ਮੇਰੇ ਹਿਸਾਬ ਨਾਲ। ਬਾਕੀ ਭਾਈ 80% ਪਾਪੂਲੇਸ਼ਨ ਤਾਂ ਭਾਈ ਉੱਥੇ ਹਿੰਦੂਆਂ ਦੀ ਹੈਗੀ ਹੈ ਨਾ। ਆ ਯੂਪੀ ਦੇ ਵਿੱਚ ਤੁਸੀਂ ਭਾਈ ਚਲੇ ਜਾਓ ਹਨਾ, ਉੱਥੇ ਤੁਹਾਨੂੰ ਸਾਰੇ ਕਿਸਾਨ ਹਿੰਦੂ ਮਿਲਣਗੇ। ਚਲੋ ਸਿੱਖ ਵੀ ਹੈਗੇ ਨੇ ਬਟ ਹਿੰਦੂ ਜ਼ਿਆਦਾ ਨੇ। ਆ ਬਾਕੀ ਹੋਰ ਬਿਹਾਰ ਲਾ ਲਓ ਜਾਂ ਬੰਗਾਲ ਲਾ ਲਓ ਬਿਲਕੁਲ ਜੀ ਹਨਾ। ਤੇ ਫਿਰ ਇਹ ਖਾਲਿਸਤਾਨ ਹੋਏ ਨਾ ਤਾਂ ਗੋਦੀ ਮੀਡੀਆ ਤੁਹਾਨੂੰ ਪਤਾ ਹੀ ਹੈ ਜੀ ਕਿੱਦਾਂ ਇਹਨਾਂ ਨੇ ਪ੍ਰਚਾਰ ਕੀਤਾ ਸੀਗਾ ਹਨਾ ਵੀ ਇਹ ਤਾਂ ਖਾਲਿਸਤਾਨੀ ਨੇ, ਇਹ ਤਾਂ ਇਹ ਨੇ, ਇਹਨਾਂ ਤਾਂ ਬਾਹਰੋਂ ਫੰਡਿੰਗ ਆਉਂਦੀ ਹੈ ਨਾ ਜੀ। ਤੇ ਮੇਰੇ ਹਿਸਾਬ ਨਾਲ ਸਮਝਦਾਰ ਬਣਨ ਦੀ ਲੋੜ ਆ। ਬਾਕੀ ਭਾਈ ਡੈਂਟ ਪੈ ਰਿਹਾ ਬੀਜੇਪੀ ਸਰਕਾਰ ਨੂੰ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਡੈਂਟ ਬਹੁਤ ਪੈ ਗਿਆ ਭਾਈ। ਨੁਕਸਾਨ ਜਿੰਨਾ ਇਹ ਲੰਬਾ ਜਾਊਗਾ ਜੀ, ਜਿੰਨਾ ਉਹ ਡਿਲੇ ਕਰਨਗੇ ਵੀ ਉਹ ਨਹੀਂ ਕੈਂਸਲ ਕਰਨਗੇ ਭਾਈ, ਨੁਕਸਾਨ ਕਿਹਦਾ ਹੋਣਾ? ਬੀਜੇਪੀ ਦਾ ਹੋਣਾ। ਨੁਕਸਾਨ ਡੈਂਟ ਤਾਂ ਬਹੁਤ ਜ਼ਿਆਦਾ ਪੈ ਗਿਆ ਜੀ। ਕਰੋਨਾ ਨੇ ਪਾ ਦਿੱਤਾ, ਕੱਲ ਮਦਰਾਸ ਹਾਈ ਕੋਰਟ ਨੇ ਬਹੁਤ ਜ਼ਿਆਦਾ ਪਾ ਦਿੱਤਾ ਜੀ। ਮਤਲਬ ਆਪਾਂ ਕਹਿੰਦੇ ਦੀਪ ਦਾ ਮੇਰਾ ਕੋਈ ਪਰਸਨਲ ਨਹੀਂ ਹੈਗਾ ਭਾਈ, ਪਰ ਮੇਰੇ ਹਿਸਾਬ ਨਾਲ ਗਲਤ ਹੋਇਆ। ਇਹਨਾਂ ਨੂੰ ਆਪਣੇ ਉਰੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਔਖੀਆਂ ਨੇ। ਉੱਥੇ ਜਿਹੜੇ ਆਪਣੇ ਮੈਂ ਯੂਪੀ ਤੋਂ ਬਿਲੋਂਗ ਕਰਦਾ ਭਾਈ ਨਾ, ਸਾਡੇ ਹੁਣ ਆਲੇ ਦੁਆਲੇ ਸਾਨੂੰ ਪਤਾ ਵੀ ਉੱਥੇ ਕੀ ਆ ਨਾ ਜੀ। ਤੇ ਕੱਲ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਤਾਂ ਭੁਗਤਣਾ ਕਿਹਨੂੰ ਪੈਣਾ? ਸਾਡੀ ਫੈਮਿਲੀ ਨੂੰ ਉੱਥੇ ਪੈਣਾ ਨਾ। ਬਿਲਕੁਲ ਜੀ ਬਿਲਕੁਲ। ਤੇ ਉਹ ਬੈਠ ਕੇ ਐਵੇਂ ਵੱਡੀ ਵੱਡੀ ਗੱਲਾਂ ਨਾ ਕਰਨ, ਥੋੜੀ ਸਿਆਣੀ ਗੱਲ ਕਰਨ। ਜਿਹੜੀ ਗੱਲ ਗਲਤ ਤੁਹਾਨੂੰ ਗਲਤ ਕਹਿਣ ਦੀ ਜੀ। ਧੰਨਵਾਦ ਜੀ, ਧੰਨਵਾਦ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 4747 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਆ, ਪਰ ਅਸੀਂ ਬੈਠ ਕੇ ਕੁਐਸਚਨ ਕਰ ਦਿੰਨੇ ਆ ਕਿ ਜਿਹੜੇ ਇਹ ਜਿਨ੍ਹਾਂ ਨੂੰ ਅਸੀਂ ਲੀਡਰ ਕਹਿ ਰਹੇ ਆ ਜੀ, ਇੱਕ ਪਾਸੇ ਤਾਂ ਇਹ ਕੁਐਸਚਨ ਹੈ ਕਿ ਦੀਪ ਸਿੱਧੂ ਲੀਡਰ ਕਿੱਦਾਂ ਬਣ ਗਿਆ, ਦੂਜੇ ਪਾਸੇ ਅਸੀਂ ਇਹਨਾਂ ਨੂੰ ਲੀਡਰ ਕਹਿ ਰਹੇ ਆ। ਸੋ ਸਾਨੂੰ ਇਹ ਪਹਿਲਾਂ ਦੇਖਣਾ ਪੈਣਾ ਹੈ ਕਿ ਕਿਹੜਾ ਬੰਦਾ ਸੀ ਕਿੱਥੇ ਜਿਨ੍ਹਾਂ ਨੇ ਮੋਰਚਾ ਲਾਇਆ, ਔਰ ਕਿਹੜਾ ਬੰਦਾ ਕਿੱਥੇ ਲੈ ਕੇ ਗਿਆ, ਔਰ ਕਿੱਥੇ ਉਹ ਕਿਹਦੇ ਕਹੇ ਹੋਏ ਤੇ ਉਹਨੇ ਕੰਮ ਕੀਤੇ ਆ। ਕਿਹੜੇ ਜਿਹੜੇ ਭੱਜਦੇ ਰਹੇ ਆ, ਜਿਹੜੇ ਭੱਜਦੇ ਰਹੇ ਆ, ਪਿੱਛੇ ਰਹੇ ਆ, ਜਿਨ੍ਹਾਂ ਦਾ ਟਾਊਟਾਂ ਵਾਲਾ ਜੀਵਨ ਹੈ, ਜਿਹੜੇ ਅੱਜ ਟਾਊਟਾਂ ਦੀਆਂ ਬਰਸ਼ੀਆਂ ਮਨਾ ਰਹੇ ਨੇ ਕਿਸਾਨਾਂ ਦੇ ਅੰਦੋਲਨ ਦੇ ਨਾਂ ਥੱਲੇ, ਉਹਨਾਂ ਨੂੰ ਅਸੀਂ ਲੀਡਰ ਮੰਨ ਰਹੇ ਹਾਂ। ਜਿਹੜੇ ਬਾਹਰ ਬੈਠੇ ਨੇ, ਜਿਨ੍ਹਾਂ ਨੂੰ ਕੋਈ ਫੜਨ ਵਾਲਾ ਨਹੀਂ, ਕਰਨ ਵਾਲਾ ਨਹੀਂ,
ਤੇ ਜਿਹੜੇ ਫੜੇ ਗਏ ਆ ਉਹ ਜਿਹੜੇ ਆ ਉਹ ਸਹੀ ਨਹੀਂ ਹੈ ਜੀ, ਉਹ ਲੀਡਰ ਨਹੀਂ ਹੈ। ਸੋ ਵਾਰ-ਵਾਰ ਇਹ ਗੱਲ ਕਹਿਣੀ, ਦੇਖੋ ਹਿੰਦੁਸਤਾਨ ਦੀਆਂ ਏਜੰਸੀਆਂ ਜੋ ਵੀ ਉਹ ਕਹਿਣ ਉਹਨਾਂ ਨੂੰ ਅਸੀਂ ਸਵੀਕਾਰ ਕਰ ਸਕਦੇ ਹਾਂ, ਪਰ ਇੱਕ ਪੱਤਰਕਾਰ ਜਾਂ ਅਸੀਂ ਜਾਂ ਦੂਸਰੇ ਕੋਈ ਕਹੇ ਕਿ ਜੀ ਉਹ ਝੰਡਾ ਲਾਉਣਾ ਜਾਂ 26 ਜਨਵਰੀ ਨਾਲ ਦੀਪ ਸਿੱਧੂ ਨੇ ਕਿਸੇ ਦਾ ਨੁਕਸਾਨ ਕਰ ਦਿੱਤਾ, ਮੇਰਾ ਖਿਆਲ ਆ ਸਾਨੂੰ ਅਕਲ ਕਰਨ ਦੀ ਲੋੜ ਆ। ਅਸੀਂ ਉਹਨਾਂ ਕੰਟਰੀਆਂ 'ਚ ਬੈਠੇ ਹਾਂ ਜਿੱਥੇ ਹਰ ਜਗ੍ਹਾ ਸਿਟੀ ਦੇ ਦਫ਼ਤਰਾਂ ਤੇ ਉਹ ਝੰਡਾ ਝੂਲਦਾ, ਤੇ ਕਿਹੜਾ ਨੁਕਸਾਨ ਹੋ ਗਿਆ ਇੱਥੇ ਲਵਾ ਦਿਓ ਫਿਰ ਝੰਡਾ। ਸੋ ਨੁਕਸਾਨ ਜਿਹੜਾ ਕੁਐਸਚਨ ਪੁੱਛਦੇ ਆ ਜੀ, ਕੋਈ ਨੁਕਸਾਨ ਕਰਤਾ, ਕਿੰਨੇ ਬੰਦੇ ਮਰ ਗਏ ਹੁਣ ਤੱਕ? 500 ਬੰਦਾ ਮਰ ਗਿਆ, ਔਰ ਅਸੀਂ ਲੰਬਾ ਲੈ ਕੇ ਜਾਣਾ, ਕਿੰਨਾ ਲੰਬਾ ਲੈ ਕੇ ਜਾਣਾ? 20 ਸਾਲ ਚਲਾਉਣਾ ਸੀ, 40 ਸਾਲ ਚਲਾਉਣਾ ਸੀ? ਇਹ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਇਹ ਇੱਕ ਇਲੈਕਸ਼ਨ ਏਜੰਡਾ, ਹੋਰ ਕੁਛ ਨਹੀਂ ਹੈ? ਜਿਸ ਢੰਗ ਦੇ ਨਾਲ ਉਹ ਅੰਨਾ ਹਜ਼ਾਰੇ ਔਰ ਦੂਜੇ ਦੇ ਵਿੱਚੋਂ ਇਹ ਕੇਜਰੀਵਾਲ ਔਰ ਬੀਜੇਪੀ ਨੇ ਕਾਂਗਰਸ ਦਾ ਸਫਾਇਆ ਕੀਤਾ, ਸੋ ਕਾਂਗਰਸ ਪਾਰਟੀ ਦਾ ਹਿਡਨ ਏਜੰਡਾ ਹੈ। ਕੋਈ ਕਿਸਾਨਾਂ ਕਸੂਨਾਂ ਦਾ ਫਲਾਨੇ ਹਿੰਦੂ ਆ ਉੱਥੇ ਜੀ, ਫਲਾਨੇ ਕਿਹਨੇ ਕਿਹਾ ਉੱਥੇ ਵੀ ਹਿੰਦੂ ਨੂੰ ਨਾ ਕਰਨ ਦੇਵੋ? ਸੋ ਜਾ ਕੇ ਕਾਮਰੇਡਾਂ ਦੀਆਂ ਟੌਟਾਂ ਦੀਆਂ ਬਰਸ਼ੀਆਂ ਮਨਾਉਣੀਆਂ ਔਰ ਉੱਥੇ ਜਾ ਕੇ ਮਾਓਵਾਦੀ ਲੋਕਾਂ ਦੀਆਂ ਸਟੇਜ ਦੇ ਉੱਪਰੋਂ ਫੋਟੋ ਲਾ ਕੇ ਮੰਗਾਂ ਕਰਨੀਆਂ। ਮਾਓਵਾਦੀ ਹਿੰਦੁਸਤਾਨ ਦੇ ਸਰਕਾਰ ਕਾਨੂੰਨ ਮੁਤਾਬਕ ਤਾਂ ਉਹ ਵੀ ਅੱਤਵਾਦੀ ਹੈ ਜੀ। ਸੋ ਅਸੀਂ ਇਹ ਜਿਹੜੇ ਰਾਜੇਵਾਲ ਦੂਜੇ ਤੀਜੇ ਜਿਨ੍ਹਾਂ ਨੂੰ ਅਸੀਂ ਲੀਡਰ ਸਮਝਦੇ ਹਾਂ, ਲੀਡਰ ਲੂਡਰ ਕੋਈ ਨਹੀਂ ਹੈ, ਏਜੰਸੀਆਂ ਦੇ ਕਦਮਾਂ ਤੇ ਚੱਲਦੇ ਆ। ਔਰ 2-3 ਮੰਗਾਂ ਮੰਗੀਆਂ ਵੀ ਜਾਣ, ਪਹਿਲੀ ਗੱਲ ਕੋਈ ਮੰਗ ਨਹੀਂ ਮੰਗੀ ਜਾਣੀ, ਉੱਥੇ ਕੁਝ ਨਹੀਂ ਹੋਣ ਵਾਲਾ। ਤੁਸੀਂ ਹਾਲਾਤ ਦੇਖੋ ਅੱਜ ਸਟੇਟ ਦੇ, ਫੇਲ ਸਟੇਟ ਦੇ ਹਾਲਾਤ ਦੇਖੋ, ਉੱਥੇ ਸਿਲੰਡਰ ਲਈ ਲੋਕ ਤਰਸਦੇ ਨੇ, ਕੀ ਹਾਲਾਤ ਬਣੇ ਹੋਏ ਨੇ। ਡੈੱਡ ਬੋਡੀਆਂ ਲੱਖਾਂ ਦੀ ਗਿਣਤੀ ਵਿੱਚ ਆ ਰਹੀ ਹੈ, ਔਰ ਇੰਡੀਅਨ ਸਟੇਟ ਟਵਿੱਟਰ ਨੂੰ ਕਹਿ ਰਹੀ ਹੈ ਜੀ ਸਾਡੇ ਟਵੀਟ ਲਾ ਦਿਓ ਜਿਹਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਚਿਹਰਾ ਬਾਹਰ ਨੰਗਾ ਹੁੰਦਾ ਹੋਵੇ, ਔਰ ਫੇਸਬੁੱਕ ਨੂੰ ਕਿਹਾ ਜਾ ਰਿਹਾ, ਔਰ ਇਹ ਗੱਲ ਮੋਦੀ ਤੱਕ ਨਾ ਰੱਖੋ। ਸੋ ਇਹ ਡੈੱਡ ਬੋਡੀਆਂ 1984 ਚ ਦੇਖ ਲਓ ਤੁਹਾਡੀਆਂ ਕਿੱਦਾਂ ਚੱਕੀਆਂ ਗੰਦੇ ਟਰੱਕਾਂ ਨਾਲ, ਨਵੰਬਰ 1984 ਚ ਕਿਵੇਂ ਤੁਹਾਡੀਆਂ ਡੈੱਡ ਬੋਡੀਆਂ ਨੂੰ ਪੂਰੇ ਹਿੰਦੁਸਤਾਨ ਦੇ 122 ਸ਼ਹਿਰਾਂ ਵਿੱਚ ਕੁੱਤੇ ਕਿਸੇ ਦਾ ਲੱਤ ਖਿੱਚੀ ਫਿਰਦੇ ਆ, ਕਿਸੇ ਦਾ ਪੈਰ ਖਿੱਚੀ ਫਿਰਦੇ ਆ। ਗੱਲ ਬੀਜੇਪੀ ਇਕੱਲੇ ਮੋਦੀ ਦੀ ਨਹੀਂ ਹੈ, ਗੱਲ ਇਕੱਲੇ ਕਿਸਾਨਾਂ ਦੇ ਇਸ ਮਸਲੇ ਦੀ ਨਹੀਂ ਹੈ, ਗੱਲ ਦੂਜੇ ਤੀਜੇ ਨਹੀਂ, ਗੱਲ ਫੇਲ ਇੰਡੀਅਨ ਸਟੇਟ ਦੀ ਹੈ। ਸੋ ਜਿਹੜੀ ਇਹ ਗੱਲ ਕਹਿ ਦੇਣੀ ਇੱਥੇ ਬੈਠ ਕੇ ਕਹਿਣਾ ਸੌਖਾ ਹੈ, ਉੱਥੇ ਜਾ ਕੇ ਤੇ ਇਹੀ ਤਾਂ ਗੱਲ ਹੈ ਕਿ ਉੱਥੇ ਭਾਈ ਕੋਈ ਸਿਸਟਮ ਨਹੀਂ ਹੈ, ਕਰਪਟ ਸਿਸਟਮ ਹੈ, ਫੇਲ ਸਿਸਟਮ ਹੈ, ਪੁਲਿਸ ਤੰਗ ਕਰਦੀ ਹੈ, ਤੇ ਫਿਰ ਅਸੀਂ ਉੱਥੇ 3 ਮੰਗਾਂ ਨੂੰ ਕਰਾ ਕੇ ਅਸੀਂ ਉੱਥੇ ਰੱਖਣਾ ਚਾਹੁੰਦੇ ਹਾਂ ਲੋਕਾਂ ਨੂੰ। ਸੋ ਖਾਲਿਸਤਾਨੀ ਆਏ, ਖਾਲਿਸਤਾਨੀ ਕੀ ਹੈ? ਖਾਲਿਸਤਾਨੀ ਪ੍ਰਾਊਡ ਹੋਣਾ ਚਾਹੀਦਾ ਸਾਨੂੰ ਖਾਲਿਸਤਾਨੀ ਹੋਣ ਤੇ। ਸੋ ਖਾਲਿਸਤਾਨ ਦੀ ਜਦੋਂ ਗੱਲ ਆਉਂਦੀ ਹੈ, ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ। ਤੁਸੀਂ ਵੈਸਟ ਵਿੱਚ ਬੈਠ ਕੇ ਸਾਨੂੰ ਨਹੀਂ ਪਤਾ ਕਿ ਵੈਸਟ ਨੇ ਕੀ ਦੱਸਿਆ ਸਾਡੇ ਰਾਜ ਵਾਸਤੇ। ਸੋ ਐਂਟੀ ਖਾਲਿਸਤਾਨੀ ਜਿਹੜਾ ਤੁਸੀਂ ਦੇਖਦੇ ਤੇ ਉਹਦਾ ਇਲਾਜ ਦੇਖ ਲਓ। ਤੇ ਜੇ ਖਾਲਿਸਤਾਨੀ ਇੱਕ ਰੈਫਰੈਂਡਮ ਦੀ ਆਪਣੇ ਹੱਕ ਦੀ ਗੱਲ ਕਰਦੇ ਆ ਤਾਂ ਸਾਨੂੰ ਬੁਰੇ ਲੱਗਦੇ ਆ। ਦੂਸਰੇ ਪਾਸੇ ਅਗਲੇ ਕਹਿੰਦੇ ਜੋ ਨਾ ਬੋਲੇ ਜੈ ਸ਼੍ਰੀ ਰਾਮ ਭੇਜ ਦੋ ਉਸਕੋ ਕਬਰਿਸਤਾਨ, ਜਾਓ ਨਾ ਫਿਰ ਇਕੱਠੇ ਹੋ ਕੇ ਐਮਬੈਸੀ ਘੇਰ ਲਓ ਕਿ ਭਾਈ ਇਹ ਕਾਨੂੰਨਨ ਤੌਰ ਤੇ ਗਲਤ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਵਿਚਾਰਧਾਰਾ ਜੋ ਹਿੰਦੁਸਤਾਨ ਦੇ ਮੀਡੀਆ ਨੇ ਫੈਲਾਈ ਹੋਈ ਹੈ ਸਾਡੇ ਹੀ ਲੋਕਾਂ ਦੇ ਵਿੱਚ, ਸਾਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਗੱਲ ਕਿਹਦੇ ਹੱਕ ਦੀ ਕਰਦੇ ਹਾਂ, ਕਿਹਦੇ ਵਿਰੋਧ ਦੀ ਕਰਦੇ ਹਾਂ। ਗੱਲ ਦੀਪ ਦੀ ਜਾਂ ਦੂਜੇ ਦੀ ਨਹੀਂ ਹੈ, ਪਰ ਜਿਹੜੇ ਟਾਊਟ ਸਾਬਤ ਹੋ ਚੁੱਕੇ ਆ। ਦੀਪ ਭੱਜ ਗਿਆ ਜੀ, ਇਹ ਕਿੱਥੇ ਖੜੇ ਸੀ ਜਦੋਂ ਆਨੰਦਪੁਰ ਦਾ ਮਤਾ ਲੱਗਾ? ਕੀ ਸੀ ਉਹ? ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਹੈ। ਇਹ ਟਾਊਟ ਕਿਸਮ ਦੇ ਲੋਕ ਜਿਹੜੇ ਕਾਮਰੇਡ ਦੁਨੀਆ ਦੇ ਵਿੱਚ ਫੇਲ ਹੋ ਚੁੱਕਾ ਸਿਸਟਮ ਹੈ। ਅਮਰੀਕਾ ਇਹਨਾਂ ਨੂੰ ਸਿਟੀਜ਼ਨ ਤੱਕ ਨਹੀਂ ਦਿੰਦਾ, ਉੱਥੇ ਆਪਣੇ ਬਾਪੂ ਦਾ ਨਾਂ ਲਿਖਾਉਣ ਤੋਂ ਵੀ ਇਹ ਝਿਜਕਦੇ ਨੇ ਕਿਉਂਕਿ ਅਮਰੀਕਨ ਡਾਲਰ ਇਹਨਾਂ ਨੂੰ ਚੰਗਾ ਲੱਗਦਾ ਜੀ। ਹੁਣ ਇਹ ਡਰਾਮਾ ਕਰ ਰਹੇ ਨੇ, ਅਸੀਂ ਗੁਰੂ ਦਾ ਦਿਨ ਮਨਾਵਾਂਗੇ, ਫਲਾਨਾ ਮਨਾਵਾਂਗੇ। ਉਸੇ ਗੁਰੂ ਦੀ ਫਤਿਹ ਬੁਲਾਉਣ ਤੇ ਪਾਬੰਦੀਆਂ ਲਾਉਂਦੇ ਸੀ, ਉਸੇ ਗੁਰੂ ਦਾ ਨਿਸ਼ਾਨ ਇਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਇਹ ਫੇਲ ਹੋ ਚੁੱਕਾ ਹੈ, ਕੋਈ ਕੁਛ ਨਹੀਂ ਇਹਨਾਂ ਦੇ ਮਗਰ, ਕੋਈ ਜਾਣ ਜੂਣ ਵਾਲਾ ਨਹੀਂ ਹੈ। ਅੱਜ ਜਿਹੜਾ ਕਰੋਨਾ ਦਾ ਸਾਰਿਆਂ ਨੂੰ ਪਤਾ ਕਿ ਮਹਾਮਾਰੀ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕਾ ਵਰਗੀ ਸੁਪਰ ਪਾਵਰ ਦੇ ਹੱਥ ਖੜੇ ਹੋ ਗਏ ਸੀ, ਔਰ ਇਹ ਜਿਹੜੇ ਤੀਜੀ ਪਾਵਰ ਸੁਪਰ ਫਲਾਨਾ ਧਮਕਾ ਬਣੇ ਹੋਏ ਜਿਨ੍ਹਾਂ ਦੇ ਹੱਥ ਪੱਲੇ ਹੀ ਕੁਛ ਨਹੀਂ ਹੈ। ਸਾਲ ਪਹਿਲਾਂ ਥਾਲੀਆਂ ਵਜਾਉਂਦੇ ਸੀ, ਅੱਜ ਸਿਲੰਡਰ ਲੋਕਾਂ ਤੋਂ ਮਿੰਨਤਾਂ ਕਰ ਰਹੇ ਆ ਪੂਰੀ ਦੁਨੀਆ ਤੋਂ। ਦੁਨੀਆ ਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ, ਤੇ ਇਹ ਆਪਣੇ ਆਪ ਨੂੰ ਵੱਡੇ ਲੀਡਰ ਬਣੇ ਹੋਏ। ਇਹਨਾਂ ਨੂੰ ਕਹਿ ਦੇਣਾ ਚਾਹੀਦਾ ਕਿ ਭਾਈ ਇਹ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ, ਆਪੋ ਆਪਣੇ ਘਰਾਂ ਨੂੰ ਜਾਓ, ਆਪਣੇ ਬੱਚੇ ਬਚਾਓ, ਆਪਣੇ ਮਾਵਾਂ ਬਚਾਓ। ਅਸੀਂ ਜੀ ਜ਼ਮੀਨ ਦੀ ਖਾਤਰ ਲੜ ਰਹੇ ਹਾਂ, ਅਸੀਂ ਫਲਾਨੀ, ਕੌਣ ਸਾਂਭੂਗਾ ਜ਼ਮੀਨ ਤੁਹਾਡੀ? ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ, ਦੁਨੀਆ ਖੌਫ ਨਾਲ ਡਰੀ ਹੋਈ ਹੈ, ਇਕਨੋਮੀ ਟੁੱਟ ਗਈ ਹੈ, ਲੋਕੀ ਪਰੇਸ਼ਾਨ ਹੋ ਗਏ ਆ। ਡੈੱਡ ਬੋਡੀਆਂ ਉੱਥੇ ਸਾੜਨ ਵਾਸਤੇ ਜਗ੍ਹਾ ਨਹੀਂ ਹੈ। ਫੇਲ ਸਿਸਟਮ ਦੇ ਵਿੱਚ, ਫੇਲ ਸਟੇਟ ਦੇ ਵਿੱਚ ਅਸੀਂ ਇਹਨਾਂ ਨੂੰ ਲੀਡਰ ਬਣਾਇਆ ਹੋਇਆ, ਜਿਹੜੇ ਕਿ 500 ਬੰਦਾ ਮਰਵਾ ਦਿੱਤਾ। ਠੀਕ ਹੈ, ਦੀਪ ਸਿੱਧੂ ਦੇ ਉਸ ਐਕਸ਼ਨ ਵਿੱਚ ਇੱਕ ਬੰਦਾ ਗੋਲੀ ਨਾਲ ਮਾਰਿਆ ਗਿਆ, ਤੇ ਕਿਹਨੇ ਮਾਰਿਆ ਗੋਲੀ ਨਾਲ? ਜਿਨ੍ਹਾਂ ਨੇ ਸਾਡਾ 2.5 ਲੱਖ ਬੰਦਾ ਮਾਰਿਆ। ਕਰੋ ਉਹਦੇ ਨਹੀਂ ਪੁਆਇੰਟ, ਕਹੋ ਕਿ ਹਿੰਦੁਸਤਾਨ ਸਾਡਾ ਕਾਤਲ ਹੈ, ਕਹਿਣ ਇਹਨਾਂ ਨੂੰ, ਕਹੋ ਸਟੇਜ ਦੇ ਉੱਪਰੋਂ। ਸੋ ਇਹਨਾਂ ਦੀ ਸਟੇਜ ਦੇ ਸਾਹਮਣੇ ਲੋਕ ਜਿਹੜੇ ਕਿ ਜ਼ਹਿਰ ਪੀ ਕੇ ਮਰ ਰਹੇ ਨੇ ਸ਼ਰੇਆਮ। ਕੌਣ ਆ ਉਹਨਾਂ ਦਾ ਕਾਤਲ? ਇਹ ਜ਼ਿੰਮੇਵਾਰ ਨਹੀਂ ਹੈ? ਅਸੀਂ ਪੁੱਛਦੇ ਹਾਂ ਇੱਥੇ ਆ ਕੇ ਜੀ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਕੀ ਕੀਤਾ।
500 ਬੰਦੇ ਦੇ ਕਾਤਲ ਨੇ ਇਹ ਜੀ। ਤਾਂ ਜਿਹੜਾ ਕਾਨੂੰਨ ਇਹ ਮੰਗ ਰਹੇ ਨੇ MSP, ਉਹਦੇ ਅਧੀਨ 1 ਲੱਖ ਤੋਂ ਉੱਪਰ ਕਿਸਾਨ ਸੁਸਾਈਡ ਕਰਕੇ ਮਰ ਗਿਆ। ਇਹ ਕਾਤਲ ਨੇ ਸਾਰੇ ਕਿਸਾਨਾਂ ਦੇ, ਜਿੰਨੇ ਇਹ ਕਾਮਰੇਡ ਲਾਣਾ ਉੱਥੇ ਇਕੱਠਾ ਹੋਇਆ, ਚਾਹੇ ਦੂਜਾ ਹੋ ਤੀਜਾ ਹੋਵੇ। ਔਰ ਸਾਨੂੰ, ਅਸੀਂ ਜਿਨ੍ਹਾਂ ਕੰਟਰੀਆਂ ਵਿੱਚ ਬੈਠੇ ਹਾਂ, ਸਾਨੂੰ ਇੱਥੇ ਅਕਲ ਕਰਨੀ ਚਾਹੀਦੀ। ਅਸੀਂ ਕਹਿ ਦਿੰਦੇ ਹਾਂ ਇੱਥੇ ਸੌਖਾ ਹੈ ਜੀ, ਤੇ ਸੌਖਾ ਤਾਂ ਬੋਲੋ ਫਿਰ, ਪ੍ਰੋਬਲਮ ਕੀ ਹੈ? ਘੇਰ ਲਓ ਜਾ ਕੇ ਹਿੰਦੁਸਤਾਨ ਦੀ ਮੈਸੀ, ਤੁਹਾਨੂੰ ਜਿੱਥੇ ਹੱਕ ਦਿੰਦਾ ਇੱਥੋਂ ਦਾ ਕਾਨੂੰਨ। ਤਾਂ ਸਾਨੂੰ ਪਿਆਰ ਵੀ ਉਹ ਤਿਰੰਗੇ ਨਾਲ, ਸਾਨੂੰ ਪਿਆਰ ਵੀ ਕਾਮਰੇਡਾਂ ਨਾਲ, ਜਿਹੜੇ ਟਾਊਟ ਸਾਡੀ ਕੌਮ ਦੇ ਖਿਲਾਫ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਕਰਕੇ ਕਰ ਦਿੱਤਾ ਹੈ, ਉਹ ਦੁਬਾਰਾ ਕਰਨ ਲਈ ਤਿਆਰ ਹੋਏ ਹੈ। ਸਾਨੂੰ ਅਸੀਂ ਇਹ ਦੱਸਦੇ ਹਾਂ ਕਿ ਸਾਨੂੰ ਕਿਸਾਨਾਂ ਦਾ ਬਹੁਤ ਫਿਕਰ ਹੈ। ਕਿਸਾਨ ਕੌਣ? ਕਿਸਾਨ ਉਹੀ ਹੈ ਉਸ ਪੰਜਾਬ ਦੀ ਧਰਤੀ ਜਿਹਨੂੰ ਅਸੀਂ ਕਹਿੰਦੇ ਹਾਂ ਜਿਹੜੀ ਵਸਦੀ ਗੁਰੂ ਦੇ ਨਾਂ ਤੇ। ਤੇ ਗੁਰੂ ਦੇ ਨਾਂ ਤੇ ਵਸਣ ਵਾਲਾ ਕਿਸਾਨ ਕੋਈ ਵੀ ਹੋਵੇ, ਉਹਦਾ ਉਜਾੜਾ ਜਿਹੜੇ ਗੁਰੂ ਦੀ ਵਿਚਾਰਧਾਰਾ ਦੇ ਖਿਲਾਫ ਹੈ, ਚਾਹੇ ਉਹ ਪੰਜਾ ਹੈ ਤੇ ਚਾਹੇ ਉਹ ਤਿਰੰਗਾ ਹੈ ਤੇ ਚਾਹੇ ਇਹ ਜਿਹੜੇ ਦਾਤੀ ਛਿੱਟੇ ਵਾਲੇ, ਇਹ ਸਾਰੇ ਕਰਨਗੇ। ਇਹਨਾਂ ਲੋਕਾਂ ਦੀ ਵਿਚਾਰਧਾਰਾ ਦੁਨੀਆ ਵਿੱਚ ਫੇਲ ਹੋ ਚੁੱਕੀ ਹੈ। ਰਸ਼ੀਆ ਦੇ ਹਾਲਾਤ ਦੇਖੋ ਤੁਸੀਂ ਜਾ ਕੇ, ਉੱਤੇ $750 ਡਾਕਟਰ ਦੀ ਤਨਖਾਹ ਹੈ। ਅੱਜ ਪੂਤਨ ਬਣਾ ਲਿਆ, ਫਲਾਨਾ ਬਣਾ ਲਿਆ, ਕੋਈ ਲੈਣ ਨੂੰ ਤਿਆਰ ਨਹੀਂ ਹੈ। ਉਹ ਡਰਾਮਾ ਸਾਨੂੰ ਕੈਨੇਡਾ ਵਾਲਿਆਂ ਨੂੰ ਨਹੀਂ ਪਤਾ ਕਿ ਕਿਸ ਢੰਗ ਦੇ ਨਾਲ ਇਹ ਡਰਾਮਾ ਕਰ ਰਹੀ ਹੈ ਸਟੇਟ। ਵੈਕਸੀਨ ਭੇਜਤੇ ਜੀ, ਕੈਨੇਡਾ ਬਚਾ ਲਿਆ, ਇੱਥੇ ਫੋਟੋ ਲੱਗਦੇ ਆ, ਬੋਰਡ ਲੱਗਦੇ ਆ ਜੀ, ਥੈਂਕ ਯੂ ਇੰਡੀਆ, ਥੈਂਕ ਯੂ ਮੋਦੀ। ਕਿਹੜਾ ਵੈਕਸੀਨ? ਤੁਹਾਡੇ ਕੋਲੇ, ਆਪਣੇ ਕੋਲੇ ਜ਼ੁਕਾਮ ਦੀ ਦਵਾਈ ਨਹੀਂ ਬਣਦੀ। ਅੱਜ ਲੱਖਾਂ ਬੰਦੇ ਮਰ ਰਹੇ ਨੇ। ਔਰ ਇਹ ਕੱਲ ਦੀ ਨਿਊਜ਼ ਹੈ ਕਿ 3.5 ਲੱਖ ਨਹੀਂ, ਇਹ 50 ਲੱਖ ਬੰਦਾ ਐਵਰੀ ਡੇ ਕਰੋਨਾ ਦਾ ਆਉਣਾ। ਤੇ ਉੱਥੇ ਲੀਡਰ ਬਣੇ ਬੈਠੇ, ਉਹਨਾਂ ਨੂੰ ਅਕਲ ਨਹੀਂ ਆ, ਪੜ੍ਹ ਨਹੀਂ ਸਕਦੇ ਕਿ 50 ਲੱਖ ਬੰਦਾ ਕਰੋਨਾ ਦਾ ਆਉਣਾ। ਅਸੀਂ ਉੱਥੇ ਬੈਠੇ ਹਾਂ ਦਿੱਲੀ ਦੇ ਵਿੱਚ, ਉਹ ਫੇਲ ਸਿਸਟਮ ਦੇ ਵਿੱਚ, ਜਿੱਥੇ ਅੱਜ ਦੀ ਨਿਊਜ਼ ਹੈ ਕਿ 1200 ਬੰਦੇ ਦੀ ਡੈੱਡ ਬੋਡੀ ਨੂੰ ਲੁਕੋਇਆ ਉਸ ਕੇਜਰੀਵਾਲ ਵਾਲੇ ਨੇ। ਬਿਲਕੁਲ। ਤਾਂ ਸਾਨੂੰ ਅਕਲ ਕਰਨੀ ਚਾਹੀਦੀ ਹੈ। ਅਸੀਂ ਕੋਈ ਕਿਸੇ ਦੀ ਵਿਚਾਰਧਾਰਾ ਕੋਈ ਵੀ ਹੋਵੇ, ਪਰ ਅਸੀਂ ਘੱਟੋ ਘੱਟ ਇਹਨਾਂ ਕੰਟਰੀਆਂ ਵਿੱਚ ਬੈਠ ਕੇ, ਜਿੱਥੇ ਸਾਨੂੰ ਸਾਰੀ ਨਿਊਜ਼ ਫ੍ਰੀ ਮਿਲ ਰਹੀ ਹੈ, ਸਾਨੂੰ ਪਤਾ, ਸਾਨੂੰ ਨਹੀਂ ਪਤਾ ਇੱਥੇ ਕਿਵੇਂ ਕੈਨੇਡਾ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਗਵਰਨਮੈਂਟ ਘਰੇ ਬੈਠਿਆਂ ਨੂੰ ਪੈਸੇ ਦੇ ਰਹੀ ਹੈ। ਸ਼ਾਰਟ ਰੱਖਿਓ, ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਜੀ। ਮੈਂ ਬਾਜੀ 2-4 ਸਕਿੰਟ ਹੀ ਲਊਂਗਾ, ਮੈਂ ਕਾਫੀ ਟਾਈਮ ਬਾਅਦ ਕਾਲ ਲਾਈ ਹੈ, ਸੋ ਮੈਨੂੰ ਪਤਾ ਹੈ, ਮੈਂ ਸੌਰੀ ਵੀ ਮੰਨਦਾ, ਲੰਮੀ ਹੋ ਗਈ ਹੈ। ਔਰ ਸਾਨੂੰ ਨਹੀਂ ਪਤਾ ਇੱਥੇ ਕਿਵੇਂ ਰੋਕਿਆ ਜਾ ਰਿਹਾ ਕਿ ਭਾਈ ਤੁਸੀਂ ਕੰਮਾਂ ਤੇ ਨਾ ਜਾਵੋ, ਤੁਸੀਂ ਕਿਸੇ ਦੇ ਘਰੇ ਨਾ ਜਾਵੋ। ਕੀ ਇਹ ਗਵਰਨਮੈਂਟ ਡਰਾਮਾ ਕਰ ਰਹੀ ਹੈ? ਗਵਰਨਮੈਂਟ ਨੂੰ ਨਹੀਂ ਪਤਾ ਕਿੱਡਾ ਵੱਡੀ ਖੌਫਨਾਕ ਉੱਥੇ ਤੁਸੀਂ ਇਕੱਠੇ ਕਰ ਰਹੇ ਆ। ਫਲਾਣੇ ਟਾਊਟ ਦੀ ਬਰਸ਼ੀ ਤੇ ਆ ਜਾਓ, ਫਲਾਣੇ ਜਗ੍ਹਾ ਆ ਜਾਓ, ਧਮਕੀ ਜਗ੍ਹਾ ਆ ਜਾਓ। ਕਿੱਡਾ ਕੁ ਮਸਲਾ ਇਹ 3 ਮੰਗਾਂ ਦਾ? ਸਭ ਤੋਂ ਵੱਡਾ ਮਸਲਾ ਆਜ਼ਾਦੀ ਤੇ ਗੁਲਾਮੀ ਦਾ ਹੁੰਦਾ, ਹੋਂਦ ਦਾ ਮਸਲਾ। ਬੜੇ ਲੋਕ, ਸਾਡੀ ਹੋਂਦ ਯਾਰ 3 ਕਿੱਲੇ ਚੱਲ ਕੇ ਹੋਂਦ ਮੁੱਕ ਗਈ। ਕਿੰਨੇ ਲੋਕ ਆ ਜਿਹੜੇ ਕੈਨੇਡਾ ਅਮਰੀਕਾ, ਮਿਲੀਅਨ ਬੰਦਾ ਕੈਨੇਡਾ 'ਚ ਬੈਠਾ ਤੁਹਾਡਾ, ਕਿੰਨੇ ਕਿੱਲੇ ਜ਼ਮੀਨ ਦੇ ਲੈ ਕੇ ਆਏ ਆ ਤੁਸੀਂ ਆਉਣ ਲੱਗੇ ਇੱਥੇ? ਹਰ ਬੰਦੇ ਕੋਲੇ ਮਿਲੀਅਨ 2-2 ਮਿਲੀਅਨ ਦਾ ਘਰ ਆ, ਲੱਖ ਡਾਲਰ ਦੀ ਬਾਹਰ ਗੱਡੀ ਖੜੀ ਆ। ਹੋਂਦ ਕਾਹਦੇ ਨਾਲ ਹੈ ਤੁਹਾਡੀ? ਹੋਂਦ ਤੁਹਾਡੀ ਗੁੱਡ ਸਿਸਟਮ ਨਾਲ ਹੈ, ਤੁਹਾਡੀ ਗੁੱਡ ਜੌਬ ਨਾਲ ਹੈ, ਤੁਹਾਡੇ ਗੁੱਡ ਫਿਊਚਰ ਨਾਲ ਹੈ, ਤੁਹਾਡੀ ਸਿਕਿਉਰਿਟੀ ਨਾਲ ਹੈ। ਅਸੀਂ ਕਿੱਧਰ ਨੂੰ ਤੁਰੇ ਹੋਏ ਹਾਂ? ਅਸੀਂ ਬੈਕਵਰਡ ਗੱਲਾਂ, ਸਾਨੂੰ ਜਿਹੜਾ ਉੱਥੋਂ ਦਾ ਮੀਡੀਆ ਔਰ ਉਸ ਢੰਗ ਦੇ ਨਾਲ ਸਾਡੇ ਦਿਮਾਗ ਵਿੱਚ ਪਾ ਰਿਹਾ। ਸਾਨੂੰ ਅਕਲ ਕਰਨੀ ਚਾਹੀਦੀ ਹੈ। ਜੇ ਹੋਂਦ ਦੀ ਲੜਾਈ ਹੈ ਤਾਂ ਹੋਂਦ ਸਾਡੀ ਤਾਂ ਬਚੂਗੀ ਜੇ ਸਾਡਾ ਪੰਜਾਬ ਬਚੂਗਾ, ਸਾਡੀ ਕੌਮ ਬਚੂਗੀ, ਉਹ ਬਾਬੇ ਦੀ ਵਿਚਾਰਧਾਰਾ ਬਚੂਗੀ। ਸੋ ਤੁਹਾਡਾ ਧੰਨਵਾਦ ਭਾਜੀ, ਸੌਰੀ ਥੋੜੀ ਜਿਹੀ ਕਾਲ ਲੰਮੀ। ਧੰਨਵਾਦ, ਬੜੇ ਵਧੀਆ ਵਿਚਾਰ ਦਿੱਤੇ ਧਾਰੀਵਾਲ ਸਾਹਿਬ ਤੁਸੀਂ। ਚੱਲਦੇ ਨੈਕਸਟ ਕਾਲ ਤੇ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਇਹ ਸਾਰਾ ਚਾਨਣਾ ਪਾ ਹੀ ਗਏ ਆ ਜੀ ਕਿ ਮੈਨੂੰ ਜਿਹੜੀ ਉਹਨਾਂ 'ਚ ਸਭ ਤੋਂ ਭੈੜੀ ਗੱਲ ਲੱਗੀ ਆ ਨਾ, ਉਹ ਇਹ ਆ ਕਿ ਲੀਡਰ ਜਦੋਂ ਇੱਕ ਦੂਸਰੇ ਨੂੰ ਭੈੜਾ ਕਹਿੰਦੇ ਆ, ਕਦੇ ਆ ਖਾਲਿਸਤਾਨੀ ਉਹ ਸਾਨੂੰ ਸੰਘਰਸ਼ ਕਰਨਾ ਦੱਸੂਗੇ, ਆ ਜਿਹੜੇ ਕਿਕਰੀ ਬਾਰਡਰ ਤੇ ਬੈਠੇ ਹੋਏ ਸਾਨੂੰ ਸੰਘਰਸ਼ ਕਰਨਾ ਦੱਸੂਗੇ, ਆ ਰਾਜੇਵਾਲ ਸਾਨੂੰ ਸੰਘਰਸ਼ ਕਰਨਾ, ਉਹ ਦੀਪ ਕੀ ਹੁੰਦਾ ਇਹ ਸਾਨੂੰ ਸੰਘਰਸ਼ ਕਰਨਾ ਦੱਸੂ। ਆਹ ਗੱਲਾਂ ਤੁਹਾਨੂੰ ਕੁਛ ਲੈਣ ਦੋਗੇ, ਤੁਹਾਨੂੰ ਡੋਬ ਕੇ ਮਾਰ, ਪਾਣੀ ਥੋੜੇ ਪਾਣੀ 'ਚ ਵੀ ਡੋਬ ਕੇ ਮਰ ਜਾਊਗੀਆਂ। ਤੁਹਾਡੇ ਬਚਣ ਦਾ ਕੋਈ ਚਾਂਸ ਨਹੀਂ। ਜੇ ਆਪਣਿਆਂ ਨੂੰ ਤੁਸੀਂ ਲਾ ਕੇ ਸੁੱਟੋਗੇ, ਤੁਹਾਡਾ ਟਾਈਮ ਆ ਆਪਣਿਆਂ ਨੂੰ ਨਾਲ ਜੋੜਨੇ ਦਾ, ਨਾ ਕਿ ਤੋੜਨੇ ਦਾ। ਇਹ ਕੰਮ ਬੰਦ ਕਰ ਦੇਣੇ। ਆਪਣਿਆਂ ਨੂੰ ਮਾੜਾ ਕਹਿੰਦੇ ਆ ਜਿਹੜੇ ਨਾਲ ਤੁਰੇ ਹੋ ਆ, ਫਿਰ ਕਹਿੰਦੇ ਸਟੂਡੈਂਟ ਨੂੰ ਵੀ ਮਾੜਾ ਕਹਿੰਦੇ ਆ, ਸਟੂਡੈਂਟ ਸਾਨੂੰ ਦੱਸੂਗੇ ਸੰਘਰਸ਼ ਕਿੱਦਾਂ ਕਰਨਾ। ਜਦੋਂ ਏਦਾਂ ਦੀ ਲੈਂਗੁਏਜ ਨਾ ਲੀਡਰਾਂ ਦੀ ਹੋਊਗੀ, ਮੋਦੀ ਤੇ ਚੱਲ ਮਚਲੀਆਂ। ਇਹ ਜੋ ਕੁਛ ਹੀ ਭੈੜਾ ਹੋ ਰਿਹਾ, ਇਹ ਲੀਡਰ ਕਰ ਰਿਹਾ। ਇਹਨਾਂ ਦੀ ਬਿਆਨਾਂ ਜਿਹੜੀਆਂ ਇੱਕ ਦੂਸਰੇ ਤੋਂ ਖਿਲਾਫ ਆ, ਇਹ ਪਹਿਲਾਂ ਬੰਦ ਕਰ ਲੈਣ। ਜੇ MSC ਇਹਨਾਂ ਨੂੰ ਮਿਲ ਵੀ ਗਈ ਹੈ ਨਾ, ਇਹਨਾਂ ਤੇ ਰੱਖਣੀ ਹੋਣੀ, ਇਹਨੇ ਵੀ ਕਹਿੰਦੇ ਹੁਣ ਵਾਪਸ ਲੈ ਲਓ ਕਿ ਹੁਣ ਉੱਥੇ ਮਿਲੀ ਹੋਈ ਆ, ਬੋਰੀਆਂ ਹੈ ਨਹੀਂ ਕਹਿੰਦੇ ਕਣਕ, ਉੱਥੇ ਗੱਲ ਨਹੀਂ ਡਈ, ਉਹ ਕੋਈ ਚੱਕਦਾ ਨਹੀਂ, ਚੱਕਦਾ ਫੇਰ ਉਹੀ ਆ ਜਿਹਨੂੰ ਅਸੀਂ ਕਹਿੰਦੇ ਮਾੜਾ ਆ। ਤੇ ਉਹ ਸਿਸਟਮ ਜੇ ਬਣ ਵੀ ਗਿਆ, ਚੱਲਣਾ ਉਦਾਂ ਹੀ ਆ। ਉੱਥੇ ਕੋਈ ਕਾਨੂੰਨ ਨੂੰ ਨਹੀਂ ਮੰਨਦਾ। ਉਹ MSC ਦੇ ਕਾਨੂੰਨ ਨੂੰ ਕੌਣ ਮੋੜੂਗਾ? ਉਹ ਪੈਰ ਤੇ ਉੱਥੇ ਕਾਨੂੰਨ ਨੂੰ ਤੋੜਨੇ ਵਾਲੇ ਲੋਕਾਂ ਦੀ ਉੱਥੇ ਭੰਡਾਰ ਲੱਗੇ ਹੋ ਆ। ਉੱਥੇ ਕੋਈ ਕਾਨੂੰਨ ਕੱਖ ਨਹੀਂ ਕਰਦਾ, ਨਾ MSC ਨੇ ਕੁਛ ਵੀ ਕਰਨਾ। ਆਹ ਜਿਹੜੇ ਬੰਦੇ ਤੁਸੀਂ ਮਰਵਾਤੇ ਆ, ਇਹ ਤੁਹਾਡੇ ਪੱਲੇ ਰਹਿ ਜਾਣੇ ਆ।
ਬੋਲਣਾ ਜਿਹੜਾ ਆਪਣਾ ਸੁਧਾਰੋ, ਇੱਕ ਦੂਸਰੇ ਨੂੰ ਭੈੜਾ ਕਹਿਣਾ ਬੰਦ ਕਰ ਦਿਓ, ਦੂਸਰੇ ਨੂੰ ਮਾੜਾ ਕਰਕੇ ਆਪ ਚੰਗਾ ਨਾ ਬਣੋ, ਇਹ ਤਾਂ ਕਦੀ ਚੰਗਾ ਨਹੀਂ ਬਣੋਗੇ। ਦੂਸਰੇ ਨੂੰ ਚੰਗਾ ਬਣਾਓ, ਆਪਣੇ ਨਾਲ ਰਲਾਓ, ਫਿਰ ਚੰਗਾ ਬਣੋਗੇ। ਧੰਨਵਾਦ ਜੀ, ਧੰਨਵਾਦ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਚੱਲਦੇ ਨੈਕਸਟ ਕਾਲ ਤੇ। ਹਾਂਜੀ 2929 ਸਵਾਗਤ ਹੈ ਵੀਰ ਜੀ। ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਦਲਬੀਰ ਸਿੰਘ ਜੀ ਸਵਾਗਤ ਹੈ ਜੀ। ਸੁਖਵਿੰਦਰ ਜੀ ਦੇਖੋ, ਹਰ ਇੱਕ ਨੂੰ ਫਰੀਡਮ ਤੇ ਹਰ ਇੱਕ ਨੂੰ ਆਜ਼ਾਦੀ ਆਪਣੀ ਗੱਲ ਕਹਿਣ। ਬਿਲਕੁਲ ਜੀ, ਬਿਲਕੁਲ। ਆਪਾਂ ਇੱਥੇ ਰੇਡੀਓ ਤੇ ਵੀ ਸੁਣਦੇ ਹਾਂ ਤਾਂ ਤੁਸੀਂ ਹਰ ਇੱਕ ਨੂੰ ਮੌਕਾ ਦਿੰਦੇ ਆ, ਉਹ ਕਿਸੇ ਤਰ੍ਹਾਂ ਦੇ ਉਹਦੇ ਆਪਣੇ ਪਰਸਨਲ ਵਿਚਾਰ ਹੋ ਸਕਦੇ ਆ ਜੀ। ਤਾਂ ਵਧੀਆ ਲੀਡਰ ਉਹ ਹੁੰਦਾ ਵੀ ਜਿਹੜੇ ਵੱਖਰੇ ਵਖਰੇਵੇਂ ਵਾਲੇ ਬੰਦਿਆਂ ਨੂੰ ਜਾਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਲਵੇ ਜੀ, ਤੇ ਉਹੀ ਵਧੀਆ ਲੀਡਰ ਮੰਨਿਆ ਜਾਂਦਾ ਹੈ। ਬਗਾਵਤ ਲੀਡਰ ਨਹੀਂ ਵਧੀਆ ਮੰਨਿਆ ਜਾਂਦਾ। ਜੀ ਜੀ। ਦੀਪ ਸਿੱਧੂ ਬਾਹਰ ਆਇਆ ਜੀ, ਮੈਂ ਸ਼ੁਕਰ ਕਰਦਾ ਕੋਰਟ ਦਾ, ਅਦਾਲਤ ਦਾ ਜੀ। ਬੇਸ਼ੱਕ ਦੀ ਕਿ ਸਾਡੇ ਲੀਡਰਾਂ ਨੇ ਜਾਂ ਉੱਥੇ ਦਾ ਜਿਹੜਾ ਕਰਪਟ ਮੀਡੀਆ ਆ, ਗੋਦੀ ਮੀਡੀਆ ਤੇ ਜਿਹੜੇ ਉੱਥੇ ਦਾ ਸਰਕਾਰੀ ਮਸ਼ੀਨਰੀ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਨੌਜਵਾਨਾਂ ਨੂੰ, ਇਹਨਾਂ ਨੇ ਬਗਾਵਤ ਕਰ ਦਿੱਤੀ ਆ ਭਾਰਤ ਦੇ ਖਿਲਾਫ, ਇਹਨਾਂ ਨੇ ਆ ਕਰਤਾ। ਪਰ ਕੋਰਟ ਨੇ ਦੇ ਵਿੱਚ ਪੁਲਿਸ ਕੋਈ ਵੀ ਗੱਲ ਸਾਬਤ ਨਹੀਂ ਕਰ ਸਕੀ। ਬਿਲਕੁਲ ਜੀ। ਤੇ ਬੜੀਆਂ ਪਾਰਖੂ ਟਿੱਪਣੀਆਂ ਅਦਾਲਤ ਨੇ ਕੀਤੀਆਂ ਆ ਜਦੋਂ ਜ਼ਮਾਨਤ ਮਿਲੀ ਆ ਦੀਪ ਸਿੱਧੂ ਜੀ। ਤੋ ਦੈਟ ਮੀਨਸ ਉਹਨੂੰ ਅਸੀਂ ਕਹਿ ਨਹੀਂ ਸਕਦੇ ਵੀ ਕਸੂਰਵਾਰ ਹੈ, ਜਦ ਅਦਾਲਤ ਨੇ ਕਹਿਤਾ ਵੀ ਉਹ ਕੋਈ ਕਸੂਰ ਹੀ ਨਹੀਂ ਬਣਦਾ। ਬਿਲਕੁਲ ਜੀ, ਬਿਲਕੁਲ। ਤੇ ਇਸ ਟਾਈਮ ਤੇ ਫਿਰ ਇਹਦਾ ਮਤਲਬ ਸਾਡੇ ਲੀਡਰ ਨੂੰ ਸਭ ਤੋਂ ਪਹਿਲਾਂ ਫਰਾਕ ਜੱਲੀ ਦਿਖਾ ਕੇ ਮਾਫੀ ਮੰਗਣੀ ਚਾਹੀਦੀ। ਗਲਤੀ ਵੀ ਅਸੀਂ ਆਪਣੇ ਨੌਜਵਾਨਾਂ ਤੇ ਹੀ ਦੋਸ਼ ਲਾ ਦਿੱਤੇ ਸੀ 26 ਜਨਵਰੀ ਤੋਂ ਬਾਅਦ। ਜੋ ਗੋਦੀ ਮੀਡੀਆ ਕਹਿੰਦਾ ਸੀ ਅਸੀਂ ਉਹ ਕਿਹਾ, ਉਹੀ ਅਸੀਂ ਡਿਲੀਵਰ ਕੀਤਾ। ਬਿਲਕੁਲ। ਜੇ ਅਦਾਲਤ ਨੂੰ ਉਹਦੀ ਕੋਈ ਗਲਤੀ ਨਹੀਂ ਲੱਭੀ, ਸਾਡੇ ਲੋਕ ਕੀ ਸਾਬਤ ਕਰਨਾ ਚਾਹੁੰਦੇ ਆ? ਬਾਰ-ਬਾਰ ਗਲਤੀ ਨਹੀਂ, ਦੀਪ ਸਿੱਧੂ ਗਲਤ ਸੀ, ਉਹਨੇ ਅੰਦੋਲਨ ਨੂੰ ਖਤਮ ਕੀਤਾ ਜੀ। ਮੈਂ ਕਿੰਨੀਆਂ ਵੀਡੀਓ ਪੇਸ਼ ਕਰ ਦਿੰਦਾ। ਅੱਧਿਓਂ ਜ਼ਿਆਦਾ ਕਿਸਾਨ ਲੀਡਰ ਰਿੰਗ ਰੋਡ ਤੇ ਸੀ ਉਦਣ, ਤੇ ਲਾਲ ਕਿਲੇ ਤੱਕ ਵੀ ਪਹੁੰਚੇ ਆ ਜੀ। ਠੀਕ ਹੈ। ਤਾਂ ਫਿਰ ਜਿੰਨੀ ਕਸੂਰਵਾਰ ਦੀਪ ਦਾ ਸੀ, ਵੀ ਉਹਨਾਂ ਕਿਸਾਨ ਲੀਡਰਾਂ ਦਾ ਵੀ ਕਸੂਰਵਾਰ ਹੋਣਾ ਚਾਹੀਦਾ ਸੀ। ਬਿਲਕੁਲ। ਤੁਸੀਂ ਯੂਥ ਤੇ ਛੱਡ ਦਿੱਤੀ ਸਾਰੀ ਗੱਲ। ਤੇ ਦੂਜੀਆਂ ਗੱਲਾਂ ਸੁਖਿੰਦਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਅਸੀਂ ਕਹਿੰਦੇ ਉੱਥੇ ਕਿਸੇ ਵੀ ਤੁਸੀਂ ਧਾਰਮਿਕ ਮੁੱਦੇ ਨੂੰ ਜਾਂ ਕਿਸੇ ਵਖਰੇਵੇਂ ਨੂੰ ਸਟੇਜ ਤੇ ਨਹੀਂ ਕਰ ਸਕਦੇ, ਬੋਲ ਸਕਦੇ ਜੀ। ਪਰ ਆਪ ਖੁਦ ਲੀਡਰਾਂ ਨੇ ਗਲਤੀਆਂ ਕੀਤੀਆਂ। ਕਦੀ ਨਿਹੰਗ ਸਿੰਘ ਤੁਸੀਂ ਵਾਪਸ ਚਲ ਜਾਓ, ਤੁਹਾਡੀ ਲੋੜ ਨਹੀਂ ਹੈਗੀ। ਕਦੀ ਤੁਸੀਂ ਟਰਾਲੀਆਂ ਤੋਂ ਕੇਸਰੀ ਨਿਸ਼ਾਨ ਸਾਹਿਬ ਲਾ ਦਿਓ, ਨੀਲੇ ਝੰਡੇ ਲਾ ਦਿਓ, ਹੈਨਾ। ਪਹਿਲੋਂ ਤਾਂ ਗਰਾਹਾਂ ਵਰਗਿਆਂ ਨੂੰ ਵਾਹਿਗੁਰੂ ਜੀ ਖਾਲਸੇ ਵਾਹਿਗੁਰੂ ਜੀ ਫਤਿਹ ਤੋਂ ਵੀ ਅਲਰਜੀ ਸੀਗੀ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ। ਫਿਰ ਇਸ ਕਰਕੇ ਜਿਵੇਂ ਪਹਿਲੋਂ ਵੀਰ ਬੋਲ ਕੇ ਗਿਆ ਧਾਰੀਵਾਲ, ਵੀ ਉੱਥੇ ਫੋਟੋਆਂ ਲਾ ਕੇ ਇੱਕ ਧੜੇ ਦੀਆਂ ਵੀ ਆਹ ਜੇਲ੍ਹਾਂ ਦੇ ਵਿੱਚ ਆ ਜਾਂ ਸ਼ਹੀਦ ਹੋਏ ਆ ਜੀ, ਉਹਨਾਂ ਦੀ ਤੁਸੀਂ ਯਾਦਗਾਰ ਮਨਾਉਂਦੇ ਸੀਗੇ। ਪਰ ਸਾਡੇ ਜਿਹੜੇ 36 40 ਸਾਲ ਤੋਂ ਜਿਹੜੇ ਸਿੱਖ ਹੈਗੇ ਜੇਲ੍ਹਾਂ ਦੇ ਵਿੱਚ ਕੈਦੀ ਜੀ, ਉਹਨਾਂ ਬਾਰੇ ਉਹਨਾਂ ਦੀਆਂ ਫੋਟੋ ਕਿਉਂ ਨਹੀਂ ਲੱਗੀਆਂ? ਤੁਸੀਂ ਧੜੇ ਨੂੰ ਤਾਂ ਆਪ ਪ੍ਰਮੋਟ ਕੀਤਾ ਜੀ, ਜਾਂ ਤਾਂ ਕਿਸੇ ਦੀ ਵੀ ਫੋਟੋ ਨਾ ਉੱਥੇ ਲਾਉਂਦੇ। ਬਿਲਕੁਲ। ਉਦਾਂ ਕਾਮਨ ਗੱਲ ਕਰਦੇ ਵੀ ਜਿਨ੍ਹਾਂ ਨੇ ਵੀ ਕੌਮ ਲਈ ਜਾਂ ਦੇਸ਼ ਲਈ ਹਿੱਸਾ ਪਾਇਆ, ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਜੀ। ਤੁਸੀਂ ਇੱਕ ਧੜੇ ਦੀਆਂ ਫੋਟੋ ਲਾ ਕੇ ਉੱਥੇ ਤੁਸੀਂ ਉਹਨਾਂ ਦੀਆਂ ਬਰਸੀਆਂ ਜਾਂ ਉਹਨਾਂ ਨੂੰ ਯਾਦ ਕਰਦੇ ਹੋ। ਤੇ ਜੇ ਤੁਸੀਂ ਨਿਰਪੱਖ ਹੋ ਤਾਂ ਫਿਰ ਜਿਹੜੇ 40 36 ਸਾਲ ਤੋਂ ਜਿਹੜੇ ਸਿੱਖ ਕੈਦੀ ਵੀ ਆ, ਤਾਂ ਉਹਨਾਂ ਦੀਆਂ ਵੀ ਫੋਟੋ ਲੱਗਣੀਆਂ ਚਾਹੀਦੀਆਂ ਸੀ ਉੱਥੇ, ਸ਼ਹੀਦਾਂ ਦੀਆਂ ਲੱਗਣੀਆਂ ਚਾਹੀਦੀਆਂ ਹੈ। ਜਿਹੜੀ ਤੁਸੀਂ ਬਲਦੇਵ ਮਾਨ ਦੀ ਮੈਂ ਕੱਲ ਵੀ ਪਰਸੋਂ ਗੱਲ ਕੀਤੀ ਸੀ, ਉਹ ਬੰਦੇ ਟਾਊਟ ਸੀਗੇ ਜੀ। ਜਿਹੜੇ ਸਹੀ ਕਾਮਰੇਡ ਉਹ ਨਹੀਂ ਹੁੰਦੇ। ਸਹੀ ਕਾਮਰੇਡ ਜਿਹੜੇ ਲੋਕਾਂ ਦੇ ਹੱਕਾਂ ਲਈ ਲੜਦੇ ਆ ਜੀ। ਜਿਹੜੀ ਨਕਸਲਵਾਦ ਲਹਿਰ ਬਾਹਰ ਚੱਲ ਛੱਤੀਸਗੜ੍ਹ ਦੇ ਵਿੱਚ ਚੱਲਦੀ ਆ ਜਾਂ ਮੱਧ ਪ੍ਰਦੇਸ਼ ਚੱਲਦੀ ਆ, ਉਹ ਸਾਡੇ ਸੰਘਰਸ਼ ਦੀ ਵੀ ਹਮਾਇਤ ਕਰਦੇ ਰਹੇ ਆ। ਜਿਹੜੇ ਪੰਜਾਬ ਦੇ ਕਾਮਰੇਡ ਨਹੀਂ ਆ, ਇਹ ਟਾਊਟ ਲੈਵਲ ਦੇ ਸੀ। ਇਹਨਾਂ ਨੂੰ ਪੁਲਿਸ ਵੱਲੋਂ ਤੁਹਾਨੂੰ ਪਤਾ ਗਨਮੈਨ ਮਿਲੇ ਹੋਏ ਸੀਗੇ। ਇਹਨਾਂ ਧੀਆਂ ਭੈਣਾਂ ਦੀ ਬਲਦੇਵ ਮਾਨ ਵਰਗਿਆਂ ਨੇ ਬੜੀ ਬੇਇੱਜ਼ਤੀ ਕੀਤੀ ਆ, ਇੱਜ਼ਤਾਂ ਲੁੱਟੀਆਂ ਆ ਜੀ ਜੀ। ਕੋਈ ਬੰਦਾ ਕਿਸੇ ਨੂੰ ਮਾਰਦਾ ਨਹੀਂ ਜਿੰਨਾ ਚਿਰ ਉਹ ਕਸੂਰਵਾਰ ਨਹੀਂ ਹੁੰਦਾ। ਤੇ ਮੈਂ ਗੱਲ ਕਰਦਾ ਜਿਵੇਂ ਵੀਰ ਕਹਿ ਕੇ ਆਨੰਦਪੁਰ ਮਤੇ ਦੀ ਗੱਲ ਸੀ, ਜਿਹੜਾ ਖਾਲਸਾ ਦਾ ਮੁੱਦਾ ਤਾਂ ਸਾਡੇ ਮੂੰਹ 'ਚ ਏਜੰਸੀਆਂ ਵੱਲੋਂ ਪਾਇਆ ਗਿਆ ਸੀ। ਇਹ ਪੂਰਾ ਜਿਹੜਾ ਇੰਦਰਾ ਗਾਂਧੀ ਦਾ ਛੋਟਾ ਮੁੰਡਾ ਸੀ, ਇਹ ਸੰਜੇ ਗਾਂਧੀ ਦਾ ਪੂਰਾ ਪਲਾਨ ਸੀਗਾ ਜੀ। ਔਰ ਤੁਸੀਂ ਜਰਨੈਲ ਸਿੰਘ ਖਾਲਸਾ ਭੰਡਾ ਵਾਲਿਆਂ ਦੀ ਅੱਜ ਤੱਕ ਤੁਸੀਂ ਆਡੀਓ ਵੀਡੀਓ ਕੱਢ ਕੇ ਸੁਣ ਲਓ। ਉਹ ਕਹਿੰਦੇ ਸੀ ਅਸੀਂ ਆਨੰਦਪੁਰ ਮਤੇ ਦੀ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਅਸੀਂ ਖਾਲਿਸਤਾਨ ਨਹੀਂ ਮੰਗਦੇ, ਪਰ ਐਕਟ ਜੇ ਭਾਰਤ ਏਜੰਸੀ ਸਾਨੂੰ ਦਊਗੀ ਤਾਂ ਅਸੀਂ ਨਾ ਵੀ ਨਹੀਂ ਕਰਨਾ। ਬਿਲਕੁਲ ਜੀ। ਆਖਰੀ ਸਮੇਂ ਤੱਕ ਕਿਸੇ ਨੇ ਖਾਲਸਾ ਨਹੀਂ ਸੀ ਮੰਗਿਆ ਜੀ। ਜਿਵੇਂ ਅੱਜ ਗੋਦੀ ਮੀਡੀਆ ਸਾਨੂੰ ਬਦਨਾਮ ਕਰਦੇ ਉਹਨਾਂ 26 ਜਨਵਰੀ ਤੋਂ ਬਾਅਦ ਪੂਰਾ ਜ਼ੋਰ ਲਾਇਆ, ਇਵੇਂ ਹੀ ਉਦੋਂ ਹੋਇਆ। ਏਜੰਸੀਆਂ ਦਾ ਕੰਮ ਸੀ ਸਾਰਾ, ਕਿਉਂਕਿ ਉਦੋਂ ਸੋਸ਼ਲ ਮੀਡੀਆ ਵੀ ਹੈ ਨਹੀਂ ਸੀ ਸੁਖਵਿੰਦਰ ਸਿੰਘ। ਤੇ ਦੂਜੀ ਗੱਲ ਲੀਡਰਾਂ ਨੂੰ ਇਹ ਕਹਿਣਾ ਮੈਂ, ਇਹ ਕਹਿੰਦੇ ਵੀ ਨੁਕਸਾਨ ਕੀ ਹੋ ਗਿਆ, ਕਰੋੜਾਂ ਰੁਪਈਆ ਰੋਜ਼ ਦਾ ਲੱਗਦਾ ਉਸ ਅੰਦੋਲਨ ਦੇ ਵਿੱਚ। ਬਿਲਕੁਲ ਜੀ। ਲੰਗਰ, ਪਾਣੀ, ਦਵਾਈਆਂ,
ਹਨਾ। ਲੋਕ ਘਰ-ਬਾਰ ਛੱਡ ਕੇ ਬੈਠੇ, ਜੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦਾ 400 ਤੋਂ ਉੱਤੇ ਲੋਕ ਜੀ ਚਲੇ ਗਿਆ ਇਸ ਦੁਨੀਆ ਤੋਂ, ਜੀ, ਜਿਹੜਾ ਕੱਲਾ ਕਈਆਂ ਦਾ ਕਮਾਉਣ ਵਾਲਾ, ਜਾਂ ਕਿਸੇ ਦਾ ਬਾਪ ਸੀ, ਜਾਂ ਕਿਸੇ ਦਾ ਭਰਾ ਸੀ, ਜਾਂ ਕਿਸੇ ਦਾ ਪੁੱਤ ਸੀ। ਜੀ ਜੀ ਬਿਲਕੁਲ। ਅਸੀਂ ਬਹੁਤ ਕੁਝ ਖਵਾਇਆ ਉਹਦੇ ਵਿੱਚ ਇਸ ਅੰਦੋਲਨ 'ਚ ਹਲੇ ਤੱਕ, ਜੀ, ਪਰ ਪ੍ਰਾਪਤੀ ਹਲੇ ਸਾਡੀ ਜ਼ੀਰੋ ਆ। ਜੀ ਜੀ। ਜਿਹੜੇ ਅੰਦੋਲਨ ਪਹਿਲੋਂ ਮੈਂ ਕਹਿੰਦਾ ਇਹ ਅੰਦੋਲਨ ਕਿਸਾਨਾਂ ਦਾ, ਨਾ ਇਹ ਪੰਥਕ ਮੁੱਦਾ ਆ ਤੇ ਨਾ ਇਹ ਕਾਮਰੇਡੀ ਮੁੱਦਾ ਆ, ਬਿਲਕੁਲ ਜੀ, ਤੇ ਨਾ ਇਹ ਹਿੰਦੂ ਮੁੱਦਾ ਆ ਤੇ ਨਾ ਕਿਸੇ ਧਰਮ ਦਾ ਮੁੱਦਾ ਆ ਜੀ। ਪਰ ਕਿਸਾਨ ਤਾਂ ਹਰ ਕੋਈ ਹੋ ਸਕਦਾ ਨਾ, ਉਹਦੇ ਪਰਸਨਲ ਵਿਚਾਰ ਕੋਈ ਵੀ ਸਕਦੇ ਆ। ਉਹ ਖਾਲਿਸਤਾਨੀ ਵੀ ਹੋ ਸਕਦਾ, ਉਹ ਕੋਈ ਧਰਮ ਬੰਦਾ ਵੀ ਹੋ ਸਕਦਾ, ਉਹ ਕੋਈ ਕੱਟੜ ਹਿੰਦੂ ਵੀ ਹੋ ਸਕਦਾ, ਉਹ ਕੱਟੜ ਮੁਸਲਮਾਨ ਵੀ ਹੋ ਸਕਦਾ ਜੀ। ਪਰ ਤੁਸੀਂ ਉੱਥੇ ਕਾਮਰੇਡ ਮੁੱਦੇ ਨੂੰ ਕਿਉਂ ਵਿਵਹਾਰਦੇ ਹੋ ਉਹਨਾਂ ਦੀਆਂ ਪੈਕਚਰਾਂ ਲਾ ਕੇ? ਬਿਲਕੁਲ ਜੀ ਬਿਲਕੁਲ। ਤੁਸੀਂ ਕਹੋ ਭਾਈ ਇੱਥੇ ਕਿਸੇ ਦੀ ਪੈਕਚਰ ਨਹੀਂ ਲੱਗਣੀ, ਇਹ ਕਿਸਾਨੀ ਮੁੱਦਾ ਹੈ, ਕਿਸਾਨਾਂ ਦੀਆਂ ਫੋਟੋਆਂ ਜ਼ਰੂਰ ਲੱਗ ਸਕਦੀਆਂ ਜੀ, ਹਨਾ। ਤੇ ਜੇ ਸਾਰਿਆਂ ਸ਼ਹੀਦਾਂ ਨਹੀਂ ਲੱਗਣੀਆਂ, ਸਾਰੇ ਸ਼ਹੀਦਾਂ ਨਹੀਂ ਲੱਗਣੀਆਂ ਚਾਹੀਦੀਆਂ। ਬਿਲਕੁਲ ਸਹੀ। ਤੁਸੀਂ ਵਾਰ-ਵਾਰ ਉੱਥੋਂ ਤੁਸੀਂ ਆਪ ਖੁਦ ਵਿਵਾਦ ਮੁੱਦਿਆਂ ਨੂੰ ਉਭਾਰਦੇ ਉੱਥੇ ਆ ਕੇ। ਉਹਨਾਂ ਗਰਾਹਾਂ ਨੇ ਜਿਹੜਾ ਕਿਹਾ ਅਸੀਂ ਖਾਲਿਸਤਾਨੀ ਨਹੀਂ ਬਣ ਦੇਣਾ, ਲੱਖੀ ਨੂੰ ਮਾੜਾ ਕਿਹਾ, ਨੌਜਵਾਨ ਮਾੜਾ, ਦੀਪ ਨੂੰ ਮਾੜਾ ਗਿਆ, ਕੀ ਇਹਨਾਂ ਸੰਘਰਸ਼ ਦੇ ਨਾਲ ਉਹਨਾਂ ਨੂੰ ਵਰਤ ਮਿਲੂਗੀ? ਬਿਲਕੁਲ ਜੀ। ਜਿਹੜਾ ਉਸ ਸੋਚ ਵਾਲਾ ਉਹਦੇ ਨਾਲੋਂ ਕਿਸਾਨ ਹੀ ਆ ਨਾ, ਨੌਜਵਾਨ ਨੂੰ ਛੱਡ ਦਿਓ, ਬਿਲਕੁਲ ਉਹ ਟੁੱਟੂਗਾ ਹੀ ਨਾ ਇਹਨਾਂ ਨਾਲੋਂ। ਜੀ ਜੀ। ਇਹ ਜਦੋਂ ਸਟੇਜ ਤੇ ਆਉਂਦੇ ਆ ਨਾ ਮੂੰਹ ਚੋਂ ਅੱਗ ਉਗਲਣ, ਅਸੀਂ ਕਿਸਾਨ ਆ। ਮੈਂ ਕਹਿੰਦਾ ਇਹਨੂੰ ਕਿਸਾਨੀ ਮੁੱਦਾ ਰਹਿੰਦੀ ਹੈ, ਚਾਹੇ ਪੰਥਕ ਬੰਦੇ ਆ ਚਾਹੇ ਕੁਛ ਵੀ ਆ, ਕਿਉਂਕਿ ਉੱਥੇ ਬਹੁਤ ਸੂਬਿਆਂ ਦੇ ਲੋਕ ਬੈਠੇ ਆ। ਬਿਲਕੁਲ ਜੀ। ਸਾਡੀ ਹੁਣ ਦੀ ਲੜਾਈ ਜ਼ਰੂਰ ਹੈਗੀ, ਪਰ ਵੱਖਰੀ ਲੜਾਈ ਆ ਜੀ, ਉਹਨੂੰ ਵੱਖਰੀ ਲੜਿਆ ਜਾਊਗਾ, ਜ਼ਰੂਰ ਲੜਿਆ ਜਾਊਗਾ। ਬਿਲਕੁਲ ਜੀ। ਪਰ ਇਹ ਲੀਡਰਾਂ ਦੀਆਂ ਸਭ ਤੋਂ ਵੱਡੀਆਂ ਗਲਤੀਆਂ, ਜੇ ਟਕੈਤ ਨੇ ਹਮੇਸ਼ਾ ਹੀ ਮਹਿੰਦਰ ਸਿੰਘ ਟਕੈਤ ਨੇ ਉਦੋਂ ਲੜੇ, ਉਹਨੇ ਪਾਰਲੀਮੈਂਟ ਨੂੰ ਘੇਰਾ ਪਾਇਆ, ਉਹਨੇ ਜਾ ਕੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਕਿਸਾਨਾਂ ਨੇ ਟੱਟੀ ਪਿਸ਼ਾਬ ਕੀਤਾ, ਤਾਂ ਉਹਨਾਂ ਦੇ 4-5 ਦਿਨ 'ਚ ਹੱਥ ਖੜੇ ਹੋ ਗਏ ਸੀਗੇ। ਜੀ ਜੀ। ਲਾਲ ਕਿਲੇ ਤੱਕ ਚੱਲ ਗਏ। ਦੱਸੋ ਕਿਸੇ ਧੀ ਭੈਣ ਨੂੰ ਛੇੜਿਆ, ਕਿਸੇ ਪ੍ਰਾਪਰਟੀ ਨੂੰ ਅੱਗ ਲਾਈ, ਜਾਂ ਕਿਸੇ ਪ੍ਰਾਪਰਟੀ ਦਾ ਨੁਕਸਾਨ ਕੀਤਾ, ਉੱਥੇ ਤੱਕ ਪਹੁੰਚ ਗਏ ਕਿਸਾਨ, ਜਾ ਕੇ ਉਸ ਅੰਦੋਲਨ ਨੂੰ ਸਾਂਭ ਲੈਂਦੇ। ਮੈਂ ਦਾਅਵੇ ਨਾਲ ਕਹਿੰਦਾ ਅੱਜ ਤੱਕ ਆਹ ਕਾਨੂੰਨ ਵਾਪਸ ਹੋ ਜਾਣੇ। ਬਿਲਕੁਲ ਜੀ ਬਿਲਕੁਲ। ਇਹਨਾਂ ਦਾ ਉਲਟਾ ਜ਼ੋਰ ਲੱਗਾ ਜੀ, ਸਾਹਮਣੇ ਵਾਲੇ ਸਾਡੇ ਨਹੀਂ ਹੈਗੇ। ਇਹਨਾਂ ਤੇ ਜਿਹੜਾ ਕਿ ਸ਼ਹੀਦ ਪੁਲਿਸ ਨੇ ਗੋਲੀ ਮਾਰ ਕੀਤਾ, ਪਹਿਲਾਂ ਸਟਾਰਟਿੰਗ 'ਚ ਕਹਿਤਾ ਸੀ ਸਾਡਾ ਸ਼ਹੀਦ ਹੀ ਨਹੀਂ ਹੈਗਾ ਉਹ। ਜੀ ਜੀ ਜੀ। ਸੋ ਗਲਤੀਆਂ ਹੋਈਆਂ, ਸਾਰੀਆਂ ਧਿਰਾਂ ਤੋਂ ਹੋਈਆਂ, ਬੜੇ ਸੋਚ ਸਮਝ ਕੇ ਚੱਲਣਾ ਪੈਣਾ। ਇਹ ਕਿਸਾਨੀ ਅੰਦੋਲਨ ਹੈ, ਨਾ ਇਹ ਧਾਰਮਿਕ ਅੰਦੋਲਨ ਹੈ, ਨਾ ਇਹ ਕਾਮਰੇਡੀ ਅੰਦੋਲਨ ਹੈ ਜੀ। ਸੋ ਇਹਨਾਂ ਨੇ ਪੰਜਾਬ ਤੱਕ ਅੱਜ ਤੱਕ, ਵਾਕਿਆ ਵੀਰ ਨੇ ਸਹੀ ਕਿਹਾ, ਪੰਜਾਬ ਤੱਕ ਕਾਮਰੇਡੀਆਂ ਦੀ ਪ੍ਰਾਪਤੀ ਤੇ ਦੱਸਣ ਕੀ ਹੈਗੀ ਆ। DC ਦਫ਼ਤਰਾਂ ਦੇ ਸਾਹਮਣੇ ਜਾ ਕੇ ਧਰਨੇ ਦੇ ਕੇ ਆ ਜਾਣਾ, ਤਾਂ ਜੂਸ ਪੀ ਕੇ ਧਰਨਾ ਤੋੜ ਦੇਣਾ ਜੀ। ਲੱਖੋਵਾਲ ਇਹ ਵਿਕ ਜਾਂਦੇ ਆ, ਤਾਂ ਨਹੀਂ ਲੋਕਾਂ ਨੂੰ ਵਿਸ਼ਵਾਸ। ਲੱਖੋਵਾਲ ਦੇਖ ਲਓ ਕਿੱਥੇ ਅੱਜ, ਜਿਹੜਾ ਤਾਂ ਚੱਕਿਆ ਸੀ ਕਿਸਾਨੀ ਅੰਦੋਲਨ ਤੇ ਸਭ ਤੋਂ ਵੱਡਾ ਲੀਡਰ ਹੁੰਦਾ ਸੀ ਜੀ, ਉਹਨੇ ਆਪਣਾ ਆਪ ਬਣਾ ਕੇ ਚੇਅਰਮੈਨੀਆਂ ਲਾ ਕੇ, ਕੀ ਉਹਦੀ ਪ੍ਰਾਪਤੀ ਦੱਸੋ ਮੈਨੂੰ। ਸੋ ਇਸ ਕਰਕੇ ਕਿਸੇ ਨੂੰ ਇੱਕਦਮ ਗਦਾਰ ਦੇ ਫਤਵੇ ਵੰਡ ਦੇਣੇ, ਜਾਂ ਕਿਸੇ ਨਾਲ ਫੋਟੋ ਦੇ ਕੇ, ਇਦਾਂ ਤਾਂ ਰਾਜੇਵਾਲ ਦੇ ਸਮੇਰ ਸੈਣੀ ਨਾਲ ਫੋਟੋਆਂ ਬਹੁਤ ਸਾਰੀਆਂ ਜੀ ਰਾਜਨੀਤਿਕ ਲੀਡਰਾਂ ਨਾਲ ਆ, ਪਰ ਉਹਦੇ ਨਾਲ ਅਸੀਂ ਇਹ ਥੋੜ੍ਹਾ ਕਹਿ ਸਕਦੇ ਵੀ ਉਹ ਗਦਾਰ ਹੈ ਜੀ। ਤੇ ਤੁਸੀਂ ਦੀਪ ਨੂੰ ਵੀ ਕਿਵੇਂ ਗਦਾਰ ਕਹਿ ਦੂੰਗੇ? ਠੀਕ ਹੈ ਨਾ। ਗੁਰਬਾਣੀ ਦੇ ਵਿੱਚ ਵੀ ਬਹੁਤ ਕੁਛ ਹੈ ਜੀ। ਸ਼ਬਦ ਆਉਂਦਾ ਇੱਕ ਗਨਕਾ, ਸੌਰੀ ਮੈਂ ਬੋਲ ਰਿਹਾ, ਗਨਕਾ ਕੰਜਰੀ ਸੀ, ਪਰ ਉਹਦਾ ਲਫ਼ਜ਼ ਹੁੰਦਾ ਜਦੋਂ ਸੁਧਰ ਗਈ ਹੈ ਜੀ। ਸਦਨਾ ਕਸਾਈ ਸੀ, ਉਹਨੂੰ ਸਦਨਾ ਕਸਾਈ ਥੋੜ੍ਹਾ ਅਸੀਂ ਕਵਾਂਗੇ, ਉਹਨੂੰ ਭਗਤ ਕਵਾਂਗੇ ਹੁਣ ਅਸੀਂ। ਜੀ ਜੀ। ਕਿਉਂਕਿ ਉਹਨੇ ਰੱਬ ਨੂੰ ਪ੍ਰਾਪਤ ਕਰ ਲਿਆ। ਸੋ ਇਸ ਕਰਕੇ ਤੁਸੀਂ ਪਿਛਲੇ ਕਿਰਦਾਰ ਨੂੰ ਦੇਖ ਕੇ ਜੇ ਕਿਸੇ ਬੰਦੇ ਨੂੰ ਭੰਡੀ ਜਾਵੋਗੇ, ਵਾਚ ਕਰੋ, ਪਰ ਕੋਸ਼ਿਸ਼ ਕਰੋ। ਲੀਡਰਾਂ ਕੇ ਬੇਨਤੀ ਆ ਵੀ ਉੱਥੇ ਬਗਾਵਤ ਬਿਆਨ ਨਾ ਦੇਵੋ। ਕਿਸਾਨੀ ਅੰਦੋਲਨ ਹੈ, ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚਲੋ, ਉਹ ਵਧੀਆ ਲੀਡਰ ਹੁੰਦਾ। ਬਿਲਕੁਲ ਜੀ ਬਿਲਕੁਲ। ਬਸ ਮੈਂ ਇਹ ਚਾਹੁੰਦਾ ਵੀ ਅਸੀਂ ਜਿੱਤ ਕੇ ਆਈਏ, ਕੁੱਕੜ ਖੇ ਨਾ ਕਰੋ ਜੀ, ਕੁੱਕੜ ਖੇ ਨਾ ਵੰਡੋ। ਮੇਰੀ ਬੇਨਤੀ ਹੈ ਫਿਰ ਸਾਰਿਆਂ ਨੂੰ, ਧੰਨਵਾਦ, ਸਾਰੀਆਂ ਧਿਰਾਂ ਨੂੰ ਬੇਨਤੀ ਹੈ, ਕਿਸਾਨ ਅੰਦੋਲਨ ਹੈ, ਇਹਨੂੰ ਜਿੱਤ ਕੇ ਆਈਏ। ਧੰਨਵਾਦ। ਧੰਨਵਾਦ ਜੀ, ਧੰਨਵਾਦ। ਬਹੁਤ ਵਧੀਆ ਵਿਚਾਰ ਦਿੱਤੇ ਵੀਰ ਜੀ ਤੁਸੀਂ। ਹਾਂਜੀ 0514 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੰਦੀ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਜੀ, ਜਿਹੜੇ ਬੰਦੇ ਤਾਂ ਇਹਨਾਂ ਦੀ ਜੁੱਤੀ ਦੇ ਥੱਲੇ ਲੱਗ ਕੇ ਚੱਲਣਗੇ, ਕਿਉਂਕਿ ਮੁੱਕਣੀ ਗੱਲ ਇਲੈਕਸ਼ਨ ਤੇ ਆ, ਵਿਧਾਨ ਸਭਾ ਵਾਲੀ ਤੇ ਨਾ, ਉਹ ਤਾਂ ਇਹਨਾਂ ਨੂੰ ਫਿੱਟ ਆ। ਉਹ ਤਾਂ ਕਹਿੰਦੇ ਆ ਜਾਓ, ਕੋਈ ਗੱਲ ਨਹੀਂ, ਰਹਿਣ ਦੇ ਖੂੰਦ, ਕੋਈ ਨਹੀਂ, ਤੁਸੀਂ ਥੱਲੇ ਲੱਗ ਕੇ ਚੱਲਣ ਵਾਲੇ। ਜਿਹੜਾ ਬੰਦਾ ਮਾੜੀ ਮੋਟੀ ਗੱਲਬਾਤ ਕਰਨ ਵਾਲਾ ਜਾਂ ਅੜਨ ਵਾਲਾ ਇਹਨਾਂ ਦੇ ਅੱਗੇ, ਉਹ ਨਹੀਂ ਇਹਨਾਂ ਨੂੰ ਸੈੱਟ ਹੋਣਾ ਜੀ। ਹਾਂ, ਉਹ ਇਹਨਾਂ ਨੂੰ ਸੈੱਟ ਨਹੀਂ ਹੋਣਾ। ਉਹ ਪੰਗਾ ਤਾਂ ਉਹੀ ਆ ਸਾਰਾ। ਫਿਰ ਹੁਣ ਜਿਹੜਾ ਬਲਦੇਵ ਮਾਨ ਆ, ਜਿਹਦੀਆਂ ਬਰਸ਼ੀਆਂ ਮਨਾਉਂਦੇ ਫਿਰਦੇ ਆ, ਮੈਂ ਨਾ ਆਪਣੇ ਯਾਰ ਜਿਹੜੇ ਕਿਸਾਨ ਉੱਥੇ ਬੈਠੇ, ਉਹ ਵੀ ਵਿਚਾਰੇ ਬਾਲੇ ਭੋਲੇ ਆ ਹਨਾ, ਉਹ ਸਵਾਲ ਜਵਾਬ ਹੀ ਨਹੀਂ ਕਰਦੇ ਵੀ ਉਹ ਕੌਣ ਸੀ ਭਾਈ ਜਿਹਦੀ ਤੁਸੀਂ ਬਰਸ਼ੀ ਮਨਾ ਕੇ, ਉਹਦੀ ਦੇਣ ਕੀ ਸੀ, ਕਿਸਾਨੀ ਨੂੰ ਕੀ ਦੇਣ ਸੀ ਉਹਨਾਂ ਦੀ। ਨਿੱਕੇ ਨਿੱਕੇ ਨਿਆਣੇ, ਕਈਆਂ ਟੱਬਰਾਂ ਦੇ ਉਹ ਬੰਦੇ ਨੇ ਮਰਵਾ ਤੇ, ਸਾਰੀਆਂ ਫੈਮਲੀਆਂ ਦਾ ਕਤਲ ਹੋਇਆ। ਬਿਲਕੁਲ ਜੀ। ਮੁਕਬਰ ਸੀ ਉਹ ਬੰਦਾ ਇੱਕ ਨੰਬਰ ਦਾ ਹਨਾ, ਗੁੰਡਾ ਸੀ ਆਪਣੇ ਲਈ ਤੋਂ। ਇਹ ਉਹਨਾਂ ਦੀਆਂ ਬਰਸ਼ੀਆਂ ਮਨਾਉਂਦੇ। ਤੇ ਜਿਹੜਾ ਦੀਪ ਸਿੱਧੂ ਆ, ਜੇ ਉਹਨੇ ਉੱਥੇ ਨਿਸ਼ਾਨ ਸਾਹਿਬ ਲਾਤਾ,
ਜਾਂ ਉਹ ਲਾਉਣ ਗਏ ਸੀ ਉਹਨਾਂ ਦੇ ਨਾਲ ਚੱਲ ਗਿਆ, ਉਹ ਗੁਨਾਹਗਾਰ ਆ ਜੀ। ਦੇਖੋ ਇਹਨਾਂ ਲੋਕਾਂ ਦੀ ਸ਼ੈਤਾਨੀ, ਦੇਖੋ ਇਹਨਾਂ ਲੋਕਾਂ ਦੀ, ਹਨਾ ਜੀ ਜੀ। ਫਿਰ ਦੇਖੋ ਇਹ ਮੁੱਕਣੀ ਗੱਲ ਇਲੈਕਸ਼ਨ ਤੇ ਹੈ ਚੰਦੀ ਸਾਹਿਬ ਜੀ। ਇਹ ਕਿਉਂਕਿ ਜਿਹੜੇ ਲੋਕ ਉੱਥੇ ਬੈਠੇ ਉਹਨਾਂ ਨੂੰ ਸਵਾਲ ਜਵਾਬ ਇਹਨਾਂ ਨਾਲ ਕਰਨੇ ਚਾਹੀਦੇ। ਭਾਈ ਜੇ ਤਾਂ ਤੁਸੀਂ ਕਿਸਾਨੀ ਦਾ ਮੁੱਦਾ ਖੜਾ ਕਰਕੇ ਸਾਡੀਆਂ ਵੋਟਾਂ ਬਟੋਰਨ ਨੂੰ ਫਿਰਦੇ ਆ, ਤੁਹਾਨੂੰ ਬਿੱਲਾਂ ਨਾਲ ਕੋਈ ਮਤਲਬ ਨਹੀਂ, ਸਾਨੂੰ ਹੁਣ ਦੱਸੋ। ਕਿਉਂਕਿ ਜੇ ਤੁਸੀਂ ਇਲੈਕਸ਼ਨ ਲੜਨੀ ਆ ਫਿਰ 100% ਇਹ ਗੱਲ ਕਲੀਅਰ ਆ ਵੀ ਤੁਸੀਂ ਸਾਡੀਆਂ ਵੋਟਾਂ ਬਟੋਰਨੀਆਂ ਜੀ ਤੇ ਸਾਨੂੰ ਗੁੰਮਰਾਹ ਕਰਕੇ ਸਾਡੀਆਂ ਵੋਟਾਂ ਲੈਣੀਆਂ। ਯਾਰ ਚੰਦੀ ਸਾਹਿਬ ਕਦੋਂ ਦੇ ਯਾਰ, ਪਹਿਲੋਂ ਠੰਡ, ਹੁਣ ਦੇਖੋ ਗਰਮੀ, ਭੋਲੇ ਵਿਚਾਰੇ ਬੰਦੇ ਉੱਥੇ ਮੱਛਰ 'ਚ ਸਾਰੀ ਦਿਹਾੜੀ ਮਰਦੇ, ਇਹ ਹੋਟਲਾਂ 'ਚ ਸੌਂਦੇ, ਮੌਜਾਂ ਲੁੱਟਦੇ। ਇਹਨਾਂ ਵੱਲੋਂ ਤਾਂ ਭਾਵੇਂ 2 ਸਾਲ ਚੱਲੀ ਜਾਵੇ, ਇਹਨਾਂ ਤਾਂ ਪ੍ਰੋਬਲਮ ਹੀ ਕੋਈ ਨਹੀਂ। ਹਾਂ ਇਹ ਤਾਂ ਕੈਸ਼ ਕਰਦੇ ਆ ਉਹਨੂੰ ਜੀ। ਹਾਂ ਆਪਣੇ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਵੀ ਭਾਈ ਜੇ ਤਾਂ ਤੁਸੀਂ ਲੜਨੀਆਂ ਇਲੈਕਸ਼ਨਾਂ ਫਿਰ ਤਾਂ ਤੁਹਾਡਾ ਰਸਤਾ ਹੋਰ ਤਾਂ ਸਾਡਾ ਹੋਰ। ਜੇ ਤੁਸੀਂ ਵਾਕਈ ਹਮਦਰਦ ਆ ਕਿਸਾਨਾਂ ਦੇ ਵਿੱਚ, ਕਿਸਾਨੀ ਲਈ ਮਰਨਾ ਤੇ ਕਿਸਾਨੀ ਲਈ ਜੀਣਾ, ਫਿਰ ਠੀਕ ਆ, ਅਸੀਂ ਤੁਹਾਡੇ ਨਾਲ ਆ। ਤਾਂ ਜੇ ਕੱਲ ਨੂੰ ਜਾ ਕੇ ਵੋਟਾਂ ਦੀ ਉੱਥੇ ਗੱਲ ਕੀਤੀ ਹੈ ਨਾ, ਕਿਸਾਨ ਅੰਦੋਲਨ ਚਾਹੇ ਹਾਰੇ ਚਾਹੇ ਖੂਹ 'ਚ ਪਵੇ, ਵੀ ਕੱਲ ਨੂੰ ਅਸੀਂ ਹੁਣ ਇਲੈਕਸ਼ਨ ਲੜਦੇ ਜਾ ਕੇ ਵੱਟ ਬਹੁਤ ਪੈਣੀ ਹੈ, ਲੋਕਾਂ ਨੂੰ ਦੱਸ ਦੇਣਾ ਚਾਹੀਦਾ ਇਹਨਾਂ ਨੂੰ ਜੀ। ਬਿਲਕੁਲ, ਧੰਨਵਾਦ ਵੀ, ਧੰਨਵਾਦ। ਬੜਾ ਸਮਾਂ, ਲੰਮਾ ਸਮਾਂ ਹੋਲਡ ਕੀਤਾ ਜੀ ਤੁਸੀਂ, 20 ਮਿੰਟ ਆਲਮੋਸਟ, ਧੰਨਵਾਦ ਤੁਹਾਡਾ। ਚੱਲਦੇ ਜੀ ਆਪਾਂ WhatsApp ਕਾਲ ਤੇ। ਹਾਂਜੀ 2831, ਸਵਾਗਤ ਹੈ ਵੀਰ ਜੀ। ਚੰਦੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਟਵਾਣਾ ਸਾਹਿਬ, ਸਵਾਗਤ ਹੈ ਜੀ। ਜੀ ਆਇਆਂ ਨੂੰ। ਹਾਂਜੀ ਬਾਈ ਜੀ, ਦੇਖੋ ਗੱਲਬਾਤ ਨਾ ਜਿਹੜੀ ਆਪਾਂ ਕਰ ਰਹੇ ਆ, ਤੇ ਹੁਣ ਜਿਹੜਾ ਕੱਲ ਵੀ ਸੀਗਾ ਨਾ, ਜਿਹੜੀ ਆ ਸਾਰੀ ਗੱਲ ਹੋਈ ਆ ਗਰਾਹਾਂ ਵਾਲੀ ਹੋਈ ਆ ਉਹਦੀ, ਉਹ ਸ਼ੁਰੂਆਤ ਕਿੱਥੋਂ ਹੋਈ ਆ? ਜਿਵੇਂ ਚਲੋ ਦੇਖੋ ਨਾ, ਜਿਹੜਾ ਵਿਚਾਰ ਕਰਨ ਦਾ ਇੱਕ ਤਰੀਕਾ ਹੁੰਦਾ, ਜਾਂ ਤਾਂ ਲੀਡਰ ਉਹਨਾਂ ਨੂੰ ਟਾਈਮ ਨਹੀਂ ਦਿੰਦੇ। ਇਹ ਹੁਣ ਪਤਾ ਹੋਣਾ ਚਾਹੀਦਾ ਵੀ ਕਿਉਂਕਿ ਮੁੰਡੇ ਜ਼ਿਆਦਾਤਰ ਨਾਲ ਹੀ ਨੇ, ਉਹ ਸ਼ੁਰੂ ਤੋਂ ਗਰਾਹਾਂ ਦੀ ਜਥੇਬੰਦੀ ਦੇ ਨਾਲ ਨੇ, ਤੇ ਕੁਝ ਉਗਰਾਹਾਂ ਦੇ ਆਲੇ ਦੁਆਲੇ ਵੀ ਦੇਖੋ, ਹਰੇਕ ਲੀਡਰ ਦੇ ਆਲੇ ਦੁਆਲੇ ਨਾ ਛੋਟੇ ਲੀਡਰ ਨੇ ਜਿਹੜੇ 1-2 ਜਿਵੇਂ ਆਪਾਂ ਕਹਿੰਦੇ ਬਲਾਕ ਦੇ ਬਣੇ ਹੋਏ ਨੇ ਪ੍ਰਧਾਨ। ਹਰੇਕ ਬੰਦਾ ਆਪਣੀ ਲੀਡਰੀ ਝਾੜ ਰਿਹਾ, ਜਿਹਦਾ ਦਾ ਲੱਗਦਾ, ਜਿਹਦਾ ਜਿੰਨਾ ਕੁ ਲੱਗਦਾ, ਹਰੇਕ ਬੰਦਾ ਆਪਣਾ ਚਲਾ ਰਿਹਾ। ਤੇ ਉਹਦੇ ਵਿੱਚ ਉਹ ਉਗਰਾਹਾਂ ਨੂੰ ਜਦੋਂ ਇਨਸਟੀਗੇਟ ਕੀਤਾ, ਉਹਨਾਂ ਨੇ ਘੇਰ ਲਿਆ, ਤੇ ਅਗਲਾ ਉਧਰੋਂ ਸਰਕਾਰ ਨਹੀਂ ਮੰਨਦੀ, ਉਧਰੋਂ ਫਿਰ ਉਹਨਾਂ ਨੇ ਵੀ। ਪਰ ਉਹ ਵੀ ਜਦੋਂ ਤੁਸੀਂ ਐਡੇ ਹਾਈਪਰ ਹੋ ਕੇ, ਜਿਵੇਂ ਇੱਕ ਤਰੀਕੇ ਨਾਲ ਨਿਖੜਨ ਵਾਲੀ ਉਹ ਗੱਲ ਹੈ ਵੀ ਤੁਸੀਂ ਛੱਡ ਦਿਓ ਅੰਦੋਲਨ ਨੂੰ ਜੇ ਤੁਸੀਂ ਆਹ ਕਰਨਾ ਹੈ। ਬਿਲਕੁਲ ਜੀ। ਤੇ ਇਹ ਮਤਲਬ ਗੱਲਾਂ ਅੰਦਰ ਬਹਿ ਕੇ ਕਰਨ ਵਾਲੀਆਂ ਨੇ, ਤੇ ਜਿਹੜੀ ਤਰੀਕੇ ਨਾਲ ਉਹ ਕਰ ਰਹੇ ਨੇ ਸੰਘਰਸ਼ ਨੂੰ ਢਾਹ ਤਾਂ ਲੱਗਦੀ ਹੈ। ਜਦੋਂ ਬੱਚੇ, ਚਲੋ ਹੁਣ ਆਪਣੇ ਵੀ ਹਰੇਕ ਘਰ ਦੇ ਵਿੱਚ 2 ਜੀ ਨੇ, 4 ਜੀ ਨੇ, ਉਹਨਾਂ ਦੇ ਬਖਰੇਵੇਂ ਹੋ ਸਕਦੇ ਨੇ, ਪਰ ਉਹ ਬਖਰੇਵੇਂ ਲੋਕਾਂ ਨੂੰ ਨਹੀਂ ਪਤਾ ਲੱਗਣੇ ਚਾਹੀਦੇ। ਜਿਵੇਂ ਹੁਣ ਰਹਿੰਦੀ ਖੂੰਦੀ ਸਾਡੇ ਟੀਵੀ ਨੇ ਜਿਹੜੇ ਉੱਥੇ ਅੱਜ ਕੱਲ ਖੁੰਬਾਂ ਵਾਂਗ ਨਿਕਲੇ ਹੋਏ ਨੇ, ਤੇ ਉਹ ਸ਼ਾਮ ਤੱਕ ਗੱਲ ਮਤਲਬ ਪਹੁੰਚਾ ਦਿੰਦੇ ਨੇ ਸਿਰੇ ਤੱਕ। ਬਿਲਕੁਲ ਜੀ ਬਿਲਕੁਲ। ਦੂਸਰੀ ਨਾ ਚੰਦੀ ਸਾਹਿਬ, ਜਿਹੜਾ ਆਪਾਂ ਵੀ ਲੋਕਾਂ ਨੂੰ ਚਲੋ ਖਦਸ਼ਾ ਨਾ, ਜਿਵੇਂ ਹੁਣ ਆਪਾਂ, ਮੈਂ ਕਹਿੰਦਾ ਸਰਟੀਫਿਕੇਟ ਹੁਣ ਜ਼ਿਆਦਾ ਦੂਰ ਨਹੀਂ ਹੈਗਾ ਕੰਮ ਜੀ। ਜੇ ਤਾਂ ਆ ਲੀਡਰ ਨੇ ਜਿਹੜੇ ਆਪਣੇ ਜਿਨ੍ਹਾਂ ਨੂੰ ਕਾਮਰੇਡ ਕਹਿੰਦੇ ਆ, ਕਿਸਾਨੀ ਲੀਡਰ ਨੇ, ਜੇ ਇਹ ਕੋਈ ਦਗਾ ਕਰਨਗੇ ਤਾਂ ਇਹਨਾਂ ਨੂੰ, ਜਿਵੇਂ ਗੰਗੂ ਨੂੰ ਹੁਣ ਤੱਕ ਯਾਦ ਕੀਤਾ ਜਾਂਦਾ ਨਾ, ਇਹਨਾਂ ਦੀਆਂ ਹੁਣ ਵਾਲੀਆਂ ਪੁਸ਼ਤਾਂ ਨੂੰ ਵੀ ਲੋਕਾਂ ਨੇ। ਬਿਲਕੁਲ ਜੀ ਬਿਲਕੁਲ, 100%। ਜਿਹੜਾ ਬੰਦਾ ਕਰੂਗਾ, ਸੋ ਆਪਾਂ ਆਪਣਾ ਕਹਿ ਕੇ ਕਿਸੇ ਨੂੰ ਕੱਲ ਨੂੰ ਬੰਦਾ ਫਿਰ ਤੁਹਾਨੂੰ ਕਾਊਂਟਰ ਕਰਨਾ ਔਖਾ ਹੋ ਜਾਂਦਾ। ਕੋਈ ਪਤਾ ਨਹੀਂ ਕਿਹੜਾ ਬੰਦਾ ਸੱਚ ਕਿਹਦੇ ਅੰਦਰ ਲੁਕਿਆ ਹੋਇਆ। ਜੀ ਜੀ। ਸੋ ਆਪਾਂ ਜੇ ਥੋੜਾ ਜਿਹਾ ਵੇਟ ਕਰਕੇ ਆਪਣਾ ਇੱਥੇ ਭਾਈਚਾਰੇ ਦੇ ਵਿੱਚ ਆਪਾਂ ਸਾਰੇ ਚਲੋ ਇੱਕ ਪਰਿਵਾਰ ਦੇ ਤੌਰ ਤੇ ਆਪਾਂ ਗੱਲਬਾਤ ਕਰਦੇ ਆ ਜੀ, ਤੇ ਮਤਲਬ ਸੋਹਣੀ ਆਪਾਂ ਗੱਲਬਾਤ ਚੱਲਦੀ ਹੈ। ਬਾਕੀ ਜਿਹੜਾ ਆਪਾਂ ਨਾ ਉਦੋਂ ਵੀ ਹੁਣ ਵੀ ਆਪਣੇ ਸਿੱਖ ਸਿਆਸਤ ਵਾਲੇ ਜਿੰਨੇ ਬੰਦੇ ਦੀਪ ਤੋਂ ਪਿੱਛੇ ਹਟੇ ਨੇ ਜੀ, ਜਿਹੜਾ ਅਸਲੀ ਕਾਰਨ ਇਹ ਸੀਗਾ, ਦੇਖੋ ਸਿਆਸਤ ਜੰਮ ਕਰੇ, ਸਿਆਸਤ ਕਰਨ ਨੂੰ ਹੀ ਬਣੀ ਹੁੰਦੀ ਹੈ ਚੰਦੀ ਸਾਹਿਬ, ਸਾਰੇ ਬੰਦੇ ਸਿਆਸਤ ਕਰਦੇ ਨੇ ਜੀ, ਪਰ ਉਹ ਸਿਆਸਤ ਨੂੰ ਨਾ ਕਲੀਅਰ ਕਰ ਦੇਵੇ ਵੀ ਮੈਂ ਕਰਨਾ ਕੀ ਚਾਹੁੰਦਾ। ਬਿਲਕੁਲ ਜੀ। ਜੇ ਉਹਨੇ ਆਪਣਾ ਰਾਜਨੀਤੀ ਚਾਹੁੰਦਾ ਨਿਖੜ ਕੇ ਤਾਂ ਆਵੇ। ਜਦੋਂ ਉਹ ਜਿਹੜੇ ਬੰਦੇ ਟੁੱਟ ਕੇ ਗਏ ਨੇ, ਉਹ ਕਹਿੰਦੇ ਵੀ ਜਦੋਂ ਅਸੀਂ ਪੁੱਛਦੇ ਸੀਗੇ ਵੀ ਕਰਨਾ ਕੀ ਆਪਾਂ ਨੇ, ਤੇ ਉਹ ਕਹਿੰਦੇ ਸੀਗੇ ਵੀ ਖੁਦ ਮੁਖਤਿਆਰੀ ਦਾ ਕਰਨਾ ਆਪਾਂ ਨੇ, ਖੁਦ ਮੁਖਤਿਆਰੀ। ਉਹ ਬੰਦੇ ਕਹਿੰਦੇ ਯਾਰ ਖੁਦ ਮੁਖਤਿਆਰੀ ਤਾਂ ਹੈਗੀ ਆ ਆਪਣੀ, ਤੁਸੀਂ ਆਪਣੇ ਆ ਲੈਣਾ ਸਾਰਾ ਕੁਝ ਆਪਣਾ ਤੋਂ ਵਧੀਆ, ਪਰ ਉਹ ਕਲੀਅਰ ਨਹੀਂ ਕਰ ਸਕੇ। ਜਦੋਂ ਫਿਰ ਬੰਦਾ, ਤੁਸੀਂ 2-4 ਵਾਰੀ ਤੁਹਾਨੂੰ ਕੋਈ ਬੰਦਾ ਸਵਾਲ ਪੁੱਛਦਾ ਨਾ, ਤੁਸੀਂ ਕਲੀਅਰ ਨਾ ਕਹੋ ਵੀ ਅਸੀਂ ਵੋਟਾਂ ਲੜਨੀਆਂ ਨੇ, ਉਹ ਕਰਨਾ, ਫਿਰ ਬੰਦੇ ਦੇ ਮਨ 'ਚ ਸ਼ੱਕ ਪੈਣ ਲੱਗ ਜਾਂਦਾ। ਹੁਣ ਚੰਦੀ ਸਾਹਿਬ, ਮੈਂ ਤੁਹਾਨੂੰ ਪੁੱਛਾਂ ਵੀ ਆਪਾਂ ਨੇ ਆਹ ਪ੍ਰੋਗਰਾਮ ਜਾਂ ਆਪਾਂ ਨੇ ਆਹ ਬਿਜ਼ਨਸ ਕਰਨਾ, ਤੁਸੀਂ ਮੈਨੂੰ ਕਹੇ ਨਹੀਂ ਆਪਾਂ ਆਹ ਕਰਨਾ, ਤੁਸੀਂ ਕਲੀਅਰ ਨਹੀਂ ਕਰੋਗੇ, ਆਪਣੀ ਕਦੇ ਵੀ ਸਾਂਝ ਨਹੀਂ ਪੈਣੀ। ਬਿਲਕੁਲ ਜੀ। ਤੇ ਉਹੀ ਚੀਜ਼ ਦਾ ਜ਼ਿਆਦਾ ਮੁੱਦਾ ਹੈਗਾ। ਮੈਂ ਕਹਿੰਦਾ ਅੱਜ ਵੀ ਜੇ ਖਾਲਿਸਤਾਨ ਦਾ ਵੀ ਮੂਵਮੈਂਟ ਸ਼ੁਰੂ ਕਰਨੀ ਆ, ਦੇਖੋ ਮੂਵਮੈਂਟ ਏਦਾਂ ਹੀ ਸ਼ੁਰੂ ਹੁੰਦੀ ਆ, 10 ਸਾਲ 15 ਸਾਲ ਲੱਗਦੇ ਨੇ ਉਹ ਚੀਜ਼ ਨੂੰ, ਪਰ ਉਹ ਕਲੀਅਰ ਕੱਟ ਕਹਿਣ ਵੀ ਅਸੀਂ ਆਹ ਕਰਨਾ, ਤੇ ਲੋਕ ਫਿਰ ਜਿਹੜੇ ਸਪੋਰਟ 'ਚ ਹੋਣਗੇ ਉਹ ਨਾਲ ਖੜਨਗੇ, ਨਹੀਂ ਹੋਣਗੇ ਜਿਹੜੇ ਉਹ ਆਪਣਾ ਵੱਖਰਾ ਕਰ ਦੇਣਗੇ। ਪਰ ਜਿਹੜਾ ਕਲੈਰਿਟੀ ਹੋਣੀ ਵਿਜ਼ਨ ਦੇ ਵਿੱਚ, ਚਲੋ ਆਪਾਂ ਤਾਂ ਕਹਿੰਦੇ ਜਿਹੜੇ ਵੀ ਚੰਦੀ ਸਾਹਿਬ ਉੱਥੇ ਪਹੁੰਚੇ ਨੇ ਬੰਦੇ, ਜਿਹਨੇ ਕਰਨੀ ਹੈ ਗਦਾਰੀ ਕਰੀ ਜਾਊਗਾ, ਪਰ ਜਿਹੜੇ ਉੱਥੇ ਫਿਰਦੇ ਨੇ ਉਹ ਸਾਡੇ ਨਾਲੋਂ ਵਧੀਆ ਹੀ ਨੇ। ਚਲੋ ਕੁਛ ਤਾਂ ਆਪਣੇ ਘਰੋਂ ਨਿਕਲ ਕੇ ਗਏ ਨੇ, ਬਾਕੀ
ਆ ਜਿਹੜੇ ਹੁਣ ਵੀਰ ਆਪਾਂ ਉਹ ਕਿਸੇ ਨੂੰ ਆਪਾਂ ਸਰਟੀਫਿਕੇਟ ਦਿੰਨੇ ਆ ਜਾਂ ਹੋਰ ਆ, ਉਹ ਹੁਣ ਨਾ ਗੱਲ ਆਪਾਂ ਥੋੜੀ ਜਿਹੀ ਮੈਚਿਓਰਿਟੀ ਦੀ ਕਰੀਏ, ਆਪਾਂ ਮਤਲਬ ਥੋੜੀ ਜਿਹੀ ਪੁਆਇੰਟਾਂ ਦੀ ਗੱਲ ਕਰੀਏ, ਆਪਾਂ ਸਾਰੇ ਸਿਆਣੇ ਬਿਆਣੇ ਆ ਬਿਲਕੁਲ ਜੀ, ਤੇ ਉਹ ਆਪਾਂ ਲੜਦੇ ਆ ਤੇ ਕੱਲ ਨੂੰ ਕੋਈ ਹੋਰ ਕਹਾਣੀ ਆ ਜਾਣੀ ਆ, ਕੱਲ ਨੂੰ ਫੇਰ ਲੱਖੇ ਉਹਨਾਂ ਨੇ ਲੜਨਾ, ਕਿਉਂਕਿ ਦੇਖੋ ਲੱਖਾ ਵੀ ਇੱਕ ਆਪਣੀ ਜਗ੍ਹਾ ਭਾਲ ਰਿਹਾ, ਅਸੀਂ ਵੀ ਚਾਹੁੰਦੇ ਆ ਵੀ ਜੇ ਲੱਖਾ ਬਣਦਾ ਲੀਡਰ ਹੋਰ ਠੱਗਾਂ ਚੋਰਾਂ ਨਾਲੋਂ ਤਾਂ ਵਧੀਆ ਹੀ ਹੋਊਗਾ। ਚਲ 5-4 ਸਿਆਣੇ ਮੁੰਡੇ, ਸਾਊ ਬੰਦਾ ਤੁਹਾਡੇ ਮੇਰੇ ਵਰਗਾ ਤਾਂ ਜਿੱਤੇ ਨਹੀਂ ਸਕਦਾ ਇੰਡੀਆ 'ਚ ਵੋਟ, ਸਿੱਧੀ ਜੀ ਗੱਲ ਹੈ ਜੀ। ਤੇ ਲੋਕਾਂ ਨੇ ਤਾਂ ਆਪਣੇ ਸਿਆਣੇ ਜਿਹੜਾ ਸਾਊ ਬੰਦਾ ਉਹ ਤਾਂ ਕੱਪੜੇ ਵੀ ਲਾ ਕੇ ਲੈ ਜਾਣੇ ਲੋਕਾਂ ਨੇ, ਥੋੜਾ ਜਿਹਾ ਬੰਦਾ ਜ਼ੋਰ ਵਾਲਾ ਹੀ ਚਾਹੀਦਾ, ਜਿਹੜਾ ਬੰਦਾ ਖੜ ਕੇ ਗੱਲ ਕਰ ਸਕੇ। ਬਾਕੀ ਜੰਦੀ ਸਾਹਿਬ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ ਜਾਂ ਹੋਰ ਨੇ, ਇਹ ਕੋਈ ਮਤਲਬ ਹੁਣ ਆਪਾਂ ਦੇਖਦੇ ਆ ਜਿਹੜੇ ਇੱਕ ਪਿੱਛੇ ਨਾ ਮੈਂ ਅਨਮੋਲ ਗਗਨ ਮਾਨ ਦੀ ਗੱਲ ਚੱਲਦੀ ਸੀਗੀ ਜੀ, ਅਨਮੋਲ ਗਗਨ ਮਾਨ ਤੇ ਇੱਕੋ ਜਿਹੜਾ ਹਰਪਾਲ ਚੀਮਾ ਜੀ, ਉਹਨਾਂ ਦੀ ਨਾ ਉਹ ਤੋਂ ਲਿਸਟ ਨਹੀਂ ਪੜ੍ਹੀ ਜਾ ਰਹੀ ਸੀ ਅਨਮੋਲ ਗਗਨ ਮਾਨ ਤੋਂ, ਉਹ ਵੀ ਕਿਹੜੇ ਕਿਹੜੇ ਬੰਦੇ ਨੇ, ਤੇ ਆ ਫਿਰ ਉਹ ਹਰਪਾਲ ਚੀਮਾ ਕਰ ਰਿਹਾ ਆ ਜੀ ਇੱਕ ਬੰਦਾ ਇਹ ਫਲਾਣੀ ਪਾਰਟੀ ਪਹਿਲਾਂ ਕਾਂਗਰਸ ਛੱਡ ਕੇ ਆਏ ਨੇ, ਫਿਰ ਉਹਨਾਂ ਨੇ ਹੁਣ ਅਕਾਲੀ ਦਲ ਚੋਂ ਛੱਡ ਕੇ ਹੁਣ ਆਪਣੇ ਵਾਲੇ ਜਾ ਗਏ ਜੀ। ਉਹ ਮਤਲਬ ਜਿਵੇਂ ਕਹਿੰਦੇ ਨੇ ਨਾ ਚੰਨੀ ਨੇ ਆਪਣੀ ਮਤਲਬ ਉੱਥੇ ਖਿੱਲੀ ਉਡਾਈ ਸੀਗੀ ਜਦੋਂ ਪੈਚ ਲਵਾਏ ਸੀਗੇ, ਮੈਨੂੰ ਲੱਗਦਾ ਜੇ ਕੱਲ ਨੂੰ ਹਰਪਾਲ ਚੀਮੇ ਨੂੰ ਵੀ ਜੇ ਸਰਕਾਰ ਮਤਲਬ ਉੱਥੇ ਜਾ ਕੇ ਸੰਸਦ ਜਦੋਂ ਬੋਲੂਗਾ ਲਵਾਉਣੇ ਇਹਨੇ ਵੀ ਪੈਚ ਹੀ ਨੇ, ਕਿਉਂਕਿ ਬੰਦੇ ਦੀ ਵਿਦਵਤਾ ਦਾ ਪਤਾ ਲੱਗ ਜਾਂਦਾ ਬਿਲਕੁਲ। ਸੋ ਇਹ ਥੋੜਾ ਜਿਹਾ ਆਪਾਂ ਨੂੰ ਦੇਖਣਾ ਚਾਹੀਦਾ ਵੀ ਇਹ ਹੁਣ ਕੋਈ ਕੱਲ ਨੂੰ ਕਿਤੇ ਕਲਾਕਾਰਾਂ ਵਾਲਾ ਕੋਈ ਮਹਿਕਮਾ ਬਣਾ ਕੇ ਉਹਦੀ ਮਿਨਿਸਟਰੀ ਦਾ ਜ਼ਰੂਰ ਕੱਢਣਗੇ, ਜਿਹੜੇ ਹਿਸਾਬ ਨਾਲ ਸਾਰੇ ਕਲਾਕਾਰ ਵੱਖਰੀ ਵੱਖਰੀ ਪਾਰਟੀਆਂ 'ਚ ਵੜ ਰਹੇ ਨੇ। ਮੈਨੂੰ ਲੱਗਦਾ ਇੱਕ ਮਹਿਕਮਾ ਨਵਾਂ ਆਊਗਾ ਜਿਹੜਾ ਸੱਭਿਆਚਾਰਕ ਮਹਿਕਮਾ ਜਾਂ ਕੋਈ ਇਹੋ ਜਿਹਾ ਜਿਵੇਂ ਨੱਚਣ ਗਾਉਣੇ ਵਾਲਾ, ਆਮ ਬੰਦਾ ਤਾਂ ਆਮ ਬੰਦੇ ਨੂੰ ਤਾਂ ਲਵੇ ਨੀ ਲੱਗਣ ਦਿੰਦੇ, ਉਹ ਕਲਾਕਾਰਾਂ ਨੂੰ ਭੱਜ ਕੇ ਬੁਲਾਉਣ। ਧੰਨਵਾਦ ਧੰਨਵਾਦ ਜੀ, ਧੰਨਵਾਦ ਟਵਾਣਾ ਸਾਹਿਬ, ਵਧੀਆ ਵਿਚਾਰ ਦਿੱਤੇ ਜੀ। ਤਾਂ ਆਪਣੇ ਨਾਲ ਢਿੱਲੋਂ ਸਾਹਿਬ ਹੁਣੀ USA ਤੋਂ ਜੁੜੇ। ਹਾਂਜੀ ਵੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੈਂ ਇਸ ਤਰ੍ਹਾਂ ਗੱਲ ਕਰਨੀ ਚਾਹੁੰਦਾ, ਅੱਗੇ ਮੈਂ ਦੁਬਾਰਾ ਆਇਆ ਜੀ ਜੀ, ਜਿਹੜੀ ਮੈਂ ਪਹਿਲਾਂ ਵੀ ਕਹਿ ਕੇ ਗਿਆ ਕਿ ਕਾਂਗਰਸਾਂ ਦਾ ਨਾ ਪੰਜਾਬ ਵਿੱਚ ਅੱਜ ਤੱਕ ਵਜੂਦ ਹੈ ਤੇ ਨਾ ਹੋਣਾ ਜੀ, ਚਾਹੇ ਉਹ ਮੋਰਚਾ ਜਿੱਤਣ ਚਾਹੇ ਹਾਰਨ, ਸਵਾਲ ਨਹੀਂ ਪੈਦਾ ਹੁੰਦਾ ਕਿ ਉਹਨਾਂ ਨੂੰ ਪੰਜਾਬ 'ਚ ਕੋਈ ਸੀਟ ਮਿਲ ਜਾਏ ਜੀ। ਦੁਆਬਾ ਮਾਝੇ ਤਾਂ ਬਿਲਕੁਲ ਨਹੀਂ, ਮਾਲਵੇ 'ਚ ਹੋ ਸਕਦਾ ਅੱਧੀ ਸੀਟ ਲੈ ਜਾਣ, ਹੋਰ ਸਵਾਲ ਨਹੀਂ ਪੈਦਾ ਹੁੰਦਾ ਚਾਹੇ ਜਿੱਤਣ ਚਾਹੇ ਹਾਰਨ, ਜਿੱਤਣ ਤਾਂ ਵੀ ਕੋਈ ਸੀਟ ਨਹੀਂ ਮਿਲੇਗੀ। ਲੇਕਿਨ ਅਸੀਂ ਕਿਸੇ ਦੂਸਰੇ ਨੂੰ ਵੀ ਜਿਹੜਾ ਹਜੇ 6 ਮਹੀਨੇ ਜਿਸ ਬੰਦੇ ਨੂੰ ਹੋਏ ਆ, ਤੁਸੀਂ ਉਸ ਬੰਦੇ ਨੂੰ ਵੀ ਹੀਰੋ ਕਿਉਂ ਬਣਾ ਰਹੇ? ਇਹੀ ਸਾਡੀ ਕੌਮ ਦੀ ਘਾਟ ਹੈ ਕਿ 1947 ਚ ਵੀ ਅਸੀਂ ਧੋਖਾ ਖਾਧਾ। ਧਾਲੀਵਾਲ ਸਾਹਿਬ ਉਹਨਾਂ ਨੂੰ ਮੈਂ ਬਾਤ ਕਰਦਾ, ਰੋਜ਼ਾਨਾ ਬਾਤ ਕਰਦਾ ਸ਼ਾਮ ਨੂੰ ਮੈਂ ਇਹਨਾਂ ਨੂੰ, ਲੇਕਿਨ ਅਸੀਂ 47 ਵੀ ਸਾਡੇ ਲੀਡਰਾਂ ਨੇ ਸਾਨੂੰ ਧੋਖਾ ਦਿੱਤਾ। 47 ਤੋਂ ਲੈ ਕੇ 75 ਸਾਲ ਹੋ ਗਏ ਹੁਣ ਤੱਕ ਸਾਨੂੰ ਲੀਡਰ ਧੋਖਾ ਦਿੰਦੇ ਆ ਰਹੇ ਨੇ। ਤੇ ਜਿਹੜਾ 6 ਮਹੀਨੇ ਪਹਿਲਾਂ ਬੰਦਾ BJP ਦੇ ਵਿੱਚ ਸੀਗਾ, ਉਸ ਬੰਦੇ ਨੂੰ ਤੁਸੀਂ ਹੁਣੇ ਖਾਲਿਸਤਾਨੀ ਕਿਸ ਤਰ੍ਹਾਂ ਬਣਾਤੇ? ਜਦੋਂ ਸਾਨੂੰ 70 ਸਾਲ ਹੋ ਗਏ ਅਸੀਂ ਖਾਲਿਸਤਾਨ ਕਰਦੇ ਆ ਰਹੇ ਹਾਂ ਔਰ 101% ਖਾਲਿਸਤਾਨੀ ਅਸੀਂ ਅੱਜ ਮੈਂ ਕਹਿੰਦਾ ਮੋਰਚਾ ਲਾ ਦੇਣਾ ਅਸੀਂ ਮੋਹਰੇ ਹੋਵਾਂਗੇ। ਲੇਕਿਨ ਤੁਸੀਂ 6 ਮਹੀਨੇ ਵਾਲਾ ਬੰਦਾ ਜਿਹੜਾ ਤੂੰ ਖਾਲਿਸਤਾਨੀ ਲੀਡਰ ਬਣਾ ਕੇ ਰੱਖਦਾ, ਉਹ ਤੁਸੀਂ ਉਹਨੂੰ ਕਿਉਂ ਸਫਾਈ ਉਹਨੂੰ ਦੇ ਰਹੇ ਹੋ? ਹਾਂਜੀ, ਤਾਂ ਇਸ ਤਰ੍ਹਾਂ ਨਹੀਂ, ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ, ਅਸੀਂ ਸਿਰਫ ਕਿਸਾਨਾਂ ਦਾ ਅੰਦੋਲਨ ਕਰਕੇ ਲੱਗੇ ਹੋਏ ਹਾਂ। ਸਾਨੂੰ ਕਾਮਰੇਟਾਂ ਦਾ ਕੋਈ ਮਤਲਬ ਨਹੀਂ, ਨਾ ਕਾਮਰੇਟਾਂ ਨੂੰ ਮਿਲਣਾ ਉੱਥੇ ਕੁਛ, ਅਸੀਂ ਚਾਹੁੰਦੇ ਸਿਰਫ ਕਿਸਾਨ ਅੰਦੋਲਨ। ਅੱਜ ਖਾਲਿਸਤਾਨੀ ਅੰਦੋਲਨ ਸ਼ੁਰੂ ਕਰ ਲੈਣ, ਆਪਾਂ ਨਾਲ ਹੈ। ਦੂਸਰੀ ਗੱਲ, ਜਿਹੜਾ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਨੇ, ਨਿਸ਼ਾਨ ਸਾਹਿਬ ਇਸ ਤਰ੍ਹਾਂ ਨਹੀਂ ਚਲਾਇਆ ਜਾਂਦਾ ਜਿਸ ਤਰ੍ਹਾਂ ਉਹਨਾਂ ਨੇ ਲਾਲ ਕਿਲੇ ਦੇ ਟਾਂਕੇ ਭੱਜ ਗਏ ਨਾ, ਉਹਦਾ ਬੇਅਦਬੀ ਕੀਤੀ ਉਹਨਾਂ ਨੇ ਨਿਸ਼ਾਨ ਸਾਹਿਬ ਦੀ। ਇਹ ਤੇ ਪਰੇ ਹੋਰ ਕੀ ਬੇਅਦਬੀ ਹੋ ਸਕਦੀ ਨਿਸ਼ਾਨ ਸਾਹਿਬ ਦੀ? ਨਿਸ਼ਾਨ ਸਾਹਿਬ ਦਾ ਅਸੀਂ ਗੁਰੂ ਸਾਹਿਬਾਨ ਆਪਣੇ ਗੁਰੂ ਘਰਾਂ ਵਿੱਚ ਚਲਾਣੇ ਆ, ਇਸ ਤਰ੍ਹਾਂ ਨਿਸ਼ਾਨ ਸਾਹਿਬ ਚਲਾਇਆ ਜਾਂਦਾ। ਸੋ ਬੇਅਦਬੀ ਕੀਤੀ ਗਈ ਹੈ ਨਿਸ਼ਾਨ ਸਾਹਿਬ ਦੀ। ਉਹ ਕੋਈ ਖਾਲਿਸਤਾਨੀ ਬੰਦਾ ਨਹੀਂ ਹੈ, ਥੋੜਾ ਉਹਨੂੰ ਟਾਈਮ ਦਿਓ। ਮੈਂ ਨਹੀਂ ਕਹਿੰਦਾ ਲੀਡਰ ਨਾ ਬਣੇ, ਲੀਡਰ ਬਣੇ, ਲੇਕਿਨ ਥੋੜਾ ਟਾਈਮ ਦਿਓ, ਦੇਖੋ ਬਾਤ ਕਰੋ। ਇਹ ਨਾ ਹੋਵੇ ਕੋਈ ਏਜੰਸੀਆਂ ਦਾ ਬੰਦਾ ਹੋਵੇ, ਅਸੀਂ ਹੁਣੇ ਉਹਨੂੰ ਖਾਲਿਸਤਾਨੀ ਬਣਾ ਕੇ ਉਹਨੂੰ ਮੋਹਰੇ ਹੀਰੋ ਬਣਾ ਦਈਏ, ਤਾਂ ਸਾਡੀ ਕੌਮ ਨਾਲ ਫੇਰ ਨਾ ਧੋਖਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਆਪਾਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਦੱਸਦਾ ਜੀ, ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਨਿਊ ਮਿਲੇਨੀਅਮ ਟਾਇਰ ਸੈਂਟਰ ਨੇ। ਤੁਸੀਂ ਟਰੱਕਾਂ 12 ਕਾਰਾਂ ਦੇ ਬੱਸਾਂ ਦੇ ਟਾਇਰ ਪਾਉਣਾ ਚਾਹੁੰਦੇ, 25 ਕਲਾਰਕ ਬੁੱਲੇਵਾਰਡ ਤੇ BF ਗੁਡਰੇਜ, ਮਿਸ਼ਲਨ, ਬ੍ਰਿਜਸਟੋਨ, ਫਾਇਰਸਟੋਨ ਜਾਂ ਚੈਨੀ ਟਾਇਰ ਪਾਉਣੇ 905 452 0111। ਕਸਟਮਾਈਡ ਘਰ ਬਣਾਉਣਾ ਚਾਹੁੰਦੇ ਹੋ ਜੀ, ਬੜਾ ਲੰਬਾ ਐਕਸਪੀਰੀਅੰਸ ਆ, 15 ਸਾਲ ਦਾ ਘਰ ਮਹਿੰਗੇ ਬਹੁਤ ਹੋ ਗਿਆ, ਤੁਹਾਡੇ ਕੋਲ ਆਪਣੀ ਪੁਰਾਣੀ ਲਾਟ ਆ ਜਾਂ ਤੁਹਾਡੇ ਕੋਲ ਫਾਰਮ ਦੇ ਵਿੱਚ ਆ, ਉਹ ਜ਼ੋਨ ਚੇਂਜ ਕਰਾ ਕੇ ਵੀ ਘਰ ਬਣਾ ਦਿੰਦੇ ਜੀ। ਕੁਲਵਿੰਦਰ ਸਿੰਘ ਪੱਤੜ ਹੋਣੀ, 416 841 0478। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ, ਬਰੈਂਪਟਨ ਇਮੀਗ੍ਰੇਸ਼ਨ, ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, LMI ਕੇਸ, ਰਿਫਿਊਜੀ ਕੇਸ, ਅਪੀਲਾਂ, ਦਲੀਲਾਂ 647 786 2012 ਤੇ ਬੈਸਟ ਕੁਆਲਿਟੀ ਦੇ ਵਿੱਚ ਸੋਫਾ ਲੈਣਾ ਜੀ। L ਸ਼ੇਪ, ਰਾਊਂਡ ਸ਼ੇਪ, ਕੱਪੜੇ ਵਾਲਾ, ਲੈਦਰ ਵਾਲਾ 905 799 8877 ਤੇ ਸ਼ਗਨਦੀਪਾਂ ਨੂੰ ਕਾਲ ਕਰ ਲਓ। ਇਸ ਦੇ ਨਾਲ ਹੀ ਤੁਸੀਂ ਜੋਬ ਦੀ ਭਾਲ ਵਿੱਚ ਤੋਂ ਸੇਫੈਕਸ ਟਰਾਂਸਪੋਰਟ ਆ ਜੀ, ਮੌਂਟਰੀਅਲ ਤੇ ਬੋਲਟਨ ਦੇ ਵਿੱਚ 2 ਟਰਮੀਨਲ ਆ। ਰਮਿੰਦਰਦੀਪ ਜਾਂ ਅਮਨਦੀਪ ਨੂੰ ਕਾਲ ਕਰ ਲਓ 514 625 0025 514 887 0025 ਤੇ ਓਨਰ ਆਪਰੇਟਰ ਵੀ ਚਾਹੀਦੇ ਜੀ ਇਹਨਾਂ ਨੂੰ, ਮੌਂਟਰੀਅਲ ਤੋਂ ਵੀ, ਟੋਰਾਂਟੋ ਤੋਂ ਵੀ, ਤੇ ਡਰਾਈਵਰ ਵੀ ਚਾਹੀਦੇ USA ਵਾਸਤੇ। ਤੁਸੀਂ ਕੰਸਟਰਕਸ਼ਨ ਕਰਨੀ ਹੈ ਜੀ, ਇੱਕੋ ਛੱਤ ਦੇ ਹੇਠੋਂ ਸਾਰਾ ਸਮਾਨ ਲੈ ਸਕਦੇ ਹੋ। GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ, 241 ਕਲੀਅਰੈਂਸ ਸਟਰੀਟ, ਬਰੈਂਪਟਨ ਦੇ ਵਿੱਚ। ਫੋਨ ਕਰ ਲਿਓ ਜੀ, ਜਾਣ ਤੋਂ ਪਹਿਲਾਂ
905-792-0036 ਤੇ ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 0805 ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਜੀ ਤੁਹਾਨੂੰ ਬਹੁਤ ਜੀ ਮੁਬਾਰਕਾਂ, ਤੁਹਾਡਾ ਪ੍ਰੋਗਰਾਮ ਬੜਾ ਵਧੀਆ ਜੀ, ਬੜੇ ਹਰ ਮਹੀਨੇ ਤੁਸੀਂ ਪ੍ਰੋਗਰਾਮ ਕਰਦੇ ਹੋ। ਥੈਂਕ ਯੂ ਵੀਰ। ਹਾਂਜੀ ਭਾਜੀ, ਮੇਰੀ ਤਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੀ, ਆਪਾਂ ਤਾਂ ਇੱਕ ਨਾ ਕੋਈ ਬੁੱਧੀ ਆ ਜੀ, ਨਾ ਕੋਈ ਬੁੱਧੀਜੀਵੀ ਆ ਜੀ, ਬੜੇ ਬਸ ਜਿੱਦਾਂ ਸਮਝ ਲਓ ਕਿ ਆਪਾਂ ਕੁਝ ਵੀ ਨਹੀਂ ਹੈਗਾ ਪੜ੍ਹੇ ਜੀ, ਨਾ ਕੋਈ ਇਹਨੇ ਪੜ੍ਹੇ ਲਿਖੇ ਆ ਜੀ। ਬਸ ਮੈਂ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਸੀਗਾ ਜੀ, ਸਾਡੇ ਜਿੰਨੇ ਜੀ ਵੀਰ ਭਰਾ ਆ ਜੀ ਕਾਲ ਕਰਦੇ ਆ ਜੀ, ਅਸੀਂ ਵੀ ਕਰਦੇ ਆ ਜੀ, ਆਪਾਂ ਸਾਰੇ ਇੱਕ ਦੂਜੇ ਤੋਂ ਵੱਧ ਸਿਆਣੇ ਆ ਜੀ ਜੀ। ਤੇ ਇਹ ਸਿਆਣਪ ਨੇ ਸਾਨੂੰ ਲੈ ਕੇ ਡੁੱਬਣਾ ਜੀ, ਪਹਿਲਾਂ ਵੀ ਲੈ ਕੇ ਡੁੱਬੀ ਆ ਜੀ। ਅੰਦੋਲਨ ਸਾਡੇ ਇਕੱਲੇ ਪੰਜਾਬ ਦਾ ਨਹੀਂ ਜੀ, ਅਸੀਂ ਪੰਜਾਬ ਤੇ ਟਾਰਗੇਟ ਕਰੀ ਜਾਂਦੇ ਆ ਜੀ, ਕਦੇ ਕਾਮਰੇਟਾਂ ਨੂੰ, ਕਦੇ ਦੀਪ ਸਿੱਧੂ ਨੂੰ ਜੀ, ਕਦੇ ਮੈਨੂੰ ਕਰ ਲਿਆ, ਕਦੇ ਸਾਨੂੰ ਕਰ ਲਿਆ ਜੀ। ਜੇ ਕਿਸੇ ਨੇ ਕਾਲ ਉਦਾਂ ਦੀ ਕਰਤੀ ਉਹਨੂੰ ਕਰ ਲਿਆ ਜੀ। ਲੱਤਾਂ ਖਿੱਚੀਆਂ ਸਾਡਾ ਕੰਮ ਆ ਪਹਿਲੇ ਦਿਨ ਤੋਂ ਜੀ। ਸਾਡੇ ਗੁਰੂ ਸਾਨੂੰ ਇੰਨਾ ਕੁਝ ਦੱਸ ਕੇ ਚਲੇ ਗਿਆ ਜੀ, ਅਸੀਂ ਉਹਨਾਂ ਦੇ ਉੱਪਰ ਇਹ ਕਹਿੰਦੇ ਜਿਹਨੂੰ ਕਿ ਜਿਹੜਾ ਧੂੜ ਦਾ ਕਣਕਾ ਹੁੰਦਾ ਜੀ, ਉਹ ਤੱਕ ਵੀ ਉਹਦੇ ਉੱਪਰ ਅਸੀਂ ਵਿਸ਼ਵਾਸ ਨਹੀਂ ਕਰਦੇ। ਸਾਨੂੰ ਗੁਰੂ ਸਾਡੇ ਕੀ ਕਹਿ ਕੇ ਗਏ ਜੀ। ਗੁਰੂ ਸਭ ਕੁਝ ਸਾਡੇ ਸਾਹਮਣੇ ਵਰਤਾ ਕੇ ਗਏ ਜੀ। ਕਿਸੇ ਗੁਰੂ ਨੇ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਕਿਸੇ ਨੇ ਇਹ ਕਿਹਾ ਵੀ ਜਾ ਕੇ ਉਹਦਾ ਗਾਟਾ ਲਾ ਲਿਓ ਜੀ। ਸੰਤ ਭਿੰਡਰਾਂ ਵਾਲੇ ਆ ਜੀ, ਉਹਨਾਂ ਦੀ ਬੜੀ ਇੱਥੇ ਗੱਲ ਕਰਦੇ ਆ ਅਸੀਂ ਜੀ। ਅਸੀਂ ਸੰਤਾਂ ਦੇ ਚੇਲੇ ਆ ਜੀ। ਸੰਤਾਂ ਵਰਗਾ ਉਹਨਾਂ ਦੇ ਇੱਕ ਵੀ ਬਚਨ ਦੇ ਉੱਪਰ ਅਸੀਂ ਜੀ ਅੱਜ ਤੱਕ ਨਹੀਂ ਚੱਲਦੇ। ਅਸੀਂ ਇਹ ਕਹਿੰਦੇ ਨੇ ਸੰਤ ਕਹਿੰਦੇ ਚੱਕ ਦਿਓ, ਜਦੋਂ ਜਾ ਕੇ ਸੋਧਾ ਲਾ ਦਿਓ ਜੀ। ਪਰ ਇਹ ਨਹੀਂ ਸੀ, ਪਰ ਸੰਤਾਂ ਦੇ ਵਿੱਚ ਵੀ ਭਾਜੀ ਸਾਡੇ ਵਰਗੇ ਗਦਾਰ ਬੜੇ ਸੀਗੇ ਜੀ। ਬਿਲਕੁਲ ਜੀ, ਬਿਲਕੁਲ। ਸੰਤਾਂ ਨੂੰ ਬਦਨਾਮ ਕਰੀ ਜਾਂਦੇ ਜੀ, ਆਪਣੇ ਗੁਰੂਆਂ ਨੂੰ ਬਦਨਾਮ ਕਰੀ ਜਾਂਦੇ, ਆਪਣੇ ਆਪ ਨੂੰ ਅਸੀਂ ਸਿੱਖ ਸਮਝਦੇ ਹਾਂ ਜੀ। ਸਾਨੂੰ ਸਿੱਖ ਦੀ ਪਰਿਭਾਸ਼ਾ ਦਾ ਨਹੀਂ ਪਤਾ ਵੀਰ ਜੀ, ਕੋਈ ਸਿੱਖ ਹੁੰਦਾ ਕੀ ਹੈ ਜੀ। ਜੀ ਧੰਨਵਾਦ ਵੀਰ। ਥੈਂਕ ਯੂ ਵੀਰ ਜੀ। ਧੰਨਵਾਦ ਜੀ, ਧੰਨਵਾਦ। ਹਾਂਜੀ 8770 ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਨ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਭਾਜੀ ਇਹ ਜਿਹੜਾ ਗੱਲਾਂ ਹੁਣ ਚੱਲਦੀਆਂ ਹੈਗੀਆਂ, ਕੋਈ ਕਹਿੰਦਾ ਸਿੱਧੂ ਨੇ ਝੰਡਾ ਲਾਇਆ, ਕੋਈ ਗੱਲ ਬੋਲਦਾ, ਇਹ ਜਿਹੜੀਆਂ ਲੱਤਾਂ ਖਿੱਚ ਹੁੰਦੀਆਂ ਕਿੱਦਾਂ ਹਟਣਗੀਆਂ? ਇਹ ਤਾਂ ਪਰਮਾਤਮਾ ਹੀ ਭੈਣ ਜੀ ਹਟਾ ਸਕਦਾ, ਆਪਾਂ ਨਹੀਂ ਹਟਾ ਸਕਦੇ। ਜੇ ਇਹ ਰਲ ਕੇ ਨਾ ਚੱਲਣਗੇ ਤਾਂ ਫੇਰ ਤਾਂ ਕੰਮ ਬਹੁਤ ਖਰਾਬ ਆ। ਕੋਈ ਕੁਛ ਬੋਲ ਜਾਂਦਾ, ਕੋਈ ਕੁਛ ਬੋਲ ਜਾਂਦਾ। ਇਹਨਾਂ ਨੂੰ ਚਾਹੀਦਾ ਏਕਾ ਕਰਕੇ ਤੁਰਨ, ਜੇ ਇਹਨਾਂ ਨੇ ਕੁਛ ਖੱਟਣਾ ਤਾਂ, ਨਹੀਂ ਤਾਂ ਇਹਨਾਂ ਦਾ ਕੁਛ ਨਹੀਂ ਬਣਨਾ। ਇਹ ਲੱਤਾਂ ਖਿੱਚੇ ਤੱਕ ਲੱਤਾਂ ਖਿੱਚਣ ਆਇਆ ਨੂੰ ਫਿਰ ਰੋਕਦੇ ਕਿਉਂ ਨੇ? ਭਾਈ ਤੂੰ ਕਿਉਂ ਲੱਤਾਂ ਸਾਡੀਆਂ ਖਿੱਚਦਾ? ਇਹਨਾਂ ਇੱਥੇ ਬੋਲਦੇ ਨੇ, ਕਦੀ ਕਹਿ ਦਿੰਦੇ 26 ਜਨਵਰੀ, ਕਦੀ ਕੁਛ। ਇਹ ਪਿਛਲੀਆਂ ਗੱਲਾਂ ਮੋਦੀ ਹੁਣੀ ਵਿੱਚੋਂ ਫਾਇਦਾ ਉਠਾਉਂਦੇ ਆ। ਮੈਂ ਤੁਹਾਨੂੰ ਦੱਸ ਦਿੰਦੀ ਆ, ਇਹਦੇ ਵੀ ਸੋਚ ਲੈਣ ਇਹਨਾਂ ਗੱਲਾਂ ਨੂੰ। ਬਿਲਕੁਲ ਸੋਚ ਸਮਝ ਕੇ ਚੱਲਣਾ ਚਾਹੀਦਾ। ਧੰਨਵਾਦ ਭੈਣ ਜੀ, ਤੁਸੀਂ ਕਾਲ ਕੀਤੀ ਹੈ ਜੀ। ਧੰਨਵਾਦ ਜੀ, ਧੰਨਵਾਦ। ਇੱਕ ਸਮਾਂ ਜੀ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਤੁਹਾਡੇ ਨਾਲ ਜੁੜਦੇ ਹਾਂ ਜੀ। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾਹ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੀ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF Goodrich, Bridgestone, Firestone, ਚਾਈਨੀਜ਼ ਬ੍ਰਾਂਡ, ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਹੋਰ ਸੁਣਾਓ? ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ, ਤੇ ਨਾ ਹੀ ਕੈਂਸਲੇਸ਼ਨ ਚਾਰजेस, ਤੇ ਹੋਰ क्रेडिट चेक भी नहीं लगेगा। मंथली चार्जेस $1428 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक।
ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ 'ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ 'ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। ਕੀ ਟੂ ਹੈਪੀਨੈਸ ਇਜ਼ ਫਾਈਂਡਿੰਗ ਦ ਰਾਈਟ ਹੋਮ। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ਜੋਤਿਸ਼ ਗੁਰੂ ਬਲਦੇਵ ਸਿੰਘ ਜੋ ਮਹਾਦਸ਼ਾ, ਅੰਤਰਦਸ਼ਾ, ਨਜ਼ਰ ਦੋਸ਼, ਵਾਸਤੂ, ਗੰਡਮੂਲ ਦੋਸ਼, ਘਰੇਲੂ ਕਲੇਸ਼, ਜਾਦੂ ਟੋਣਾ, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 7427047267 742 704 7267। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ, ਜਾਂ ਫਿਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ, ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ, ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ, ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। ਬਿਲਕੁਲ ਜੀ, ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ, ਤੇ ਕਿਸੇ ਨੇ ਮੇਰੇ ਨਾਲ ਗੱਲਬਾਤ ਕਰਨੀ ਹੈ 5149169593 514 916 9593 ਤੇ ਕਾਲ ਕਰ ਸਕਦੇ ਹੋ। ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 647 705 54